इस शब्द राही खुशविंदर बिल्ला यूके ने सतगुर रविदास महाराज जी दे उच्चारे हुए श्लोकां भाव क्रांतिकारी बाणी दी बहुत ही सरल व्याख्या करन दी निक्की जही कोशिश की है ताकि उस पाक पवित्र बाणी ते अमल करदियां होयां हर प्राणी मौजूदा जीवन विच ही वेगमपुरा बसाउण लई तैयार बर तैयार हो जावे। रज रज पढ़ियो अविद्या दे हित च कदे ना खड़ियो विवेक वाला दीप ना मलीन करियो ज्ञान वाली पौड़ी दिन रात चढ़ियो पौड़ी दिन रात चढ़ियो ज्ञान वाली पौड़ी दिन रात चढ़ियो काठ वाले पेंडे ना पिछे मुड़ियो कल्ले कल्ले बहन ना गमा दे रुड़ियो मधुमक्खियां तो मत लेके जुड़ियो एक मुठ होके अंबरां ते उड़ियो सूर्यो संघर्ष कदे ना डरियो आने खाते पेंदी ना कोई सट जरियो छड़ियो ना खेत भावे कट मरियो हारियो छड़ियो ना खेत भावे कट मरियो दीन ते ईमान हित विच लड़ियो अपनी आजादी दा ना मुल वड्डियो हथी ना गुलामी वाला टोया पट्टियो प्राचीनता दे पाप नू ना खट्टियो प्राचीनता दे पाप नू ना खट्टियो सबक अमुल्ला शुभ शाम रटियो मथे ते तिलक हथ जंजू फड़ के लुटने दा करन सवाग तड़ के पूजियो ना ब्राह्मण पखंड वेचदा मन्नियो चंडाल अकलां दे मेचदा बेगमपुरे दे खावरू सकारियो ऊंच नीच जात पात नू नकारियो अमला दे शहर नू बसाउण वास्ते रखियो दिमाग खोजणे नू रास्ते विछड़े जन्म बड़े हल कड्डियो जन्म ये लेखे विच लाके छड्डियो पालिया जे कुछ कर भी ना हुपियो खुश भी गया तां रोण च ना डुबियो अंदर हुने जिस दे कोई दुख बोलदा हुने हो पराई पीड़ लही ना खोलदा तारू कोई बेगाना ना वहम पालियो हाड़ियो तारू कोई बेगाना ना वहम पालियो अपने मैदान आप ही संभालियो साम्राज वाले सुख नू पछाणियो आउण ते हटाउण वाली विधि जाणियो इस तो परे दी दसो केड़ी जुगती इस तो परे दी दसो केड़ी जुगती तुरां कल्ली कल्ली जिंदगी दी गल चुगती। गुरु महाराज जी दे
ਐਨੇ ਸੰਘਰਸ਼ਮਈ ਕ੍ਰਾਂਤੀਕਾਰੀ ਉਪਦੇਸ਼ਾਂ ਦੇ ਬਾਵਜੂਦ ਦਰਅਸਲ ਕਹਾਣੀ ਨੇ ਕੀ ਮੋੜ ਲਿਆ, ਅਸਲ ਵਾਕਿਆ ਹੋਇਆ ਕੀ ਤੇ ਹੋਣਾ ਕੀ ਚਾਹੀਦਾ ਸੀ। ਗੁਰਾਂ ਤਾਂ ਦਵਾਈ ਦਿੱਤੀ ਹਰ ਦੁੱਖ ਦੀ, ਫੇਰ ਵੀ ਕਿਉਂ ਭੀੜ ਸਾਡੀ ਰਹੇ ਥੁੱਕ ਦੀ। ਕਰੀਏ ਵਿਚਾਰ ਕਿਤੇ ਰਹੀਆਂ ਕਮੀਆਂ, ਛੱਡਣ ਕਿਉਂ ਨਾ ਸਾਡਾ ਪਿੱਛਾ ਗਮੀਆਂ। ਸੱਭਿਅਤਾਵਾਂ ਤੋਂ ਇੱਕ ਜੰਗ ਛਿੜਿਆ, ਸੱਚ ਝੂਠ ਨਿੱਤਰ ਮੈਦਾਨੇ ਭਿੜਿਆ। ਵਿਚਾਰਧਾਰਾ ਗੁਰਾਂ ਦੀ ਸੀ ਸੱਚ ਵੱਲ ਦੀ, ਵਿਚਾਰਧਾਰਾ ਗੁਰਾਂ ਦੀ ਸੀ ਸੱਚ ਵੱਲ ਦੀ। ਜਿਹਦੇ ਅੱਗੇ ਪੇਸ਼ ਨਾ ਕੋਈ ਚੱਲੀ ਛਲਦੀ, ਵਧਣਾ ਸੀ ਅੱਗੇ ਉਹੀ ਲਾਈਨ ਫੜ ਕੇ, ਉਸੇ ਹੱਕ ਸੱਚ ਦੇ ਜਹਾਜ਼ ਚੜ ਕੇ। ਇਸੇ ਮੋੜ ਉੱਤੇ ਸਾਰੀ ਤਾਣੀ ਉਲਝੀ ਹਾੜਿਓ। ਇਸੇ ਮੋੜ ਉੱਤੇ ਸਾਰੀ ਤਾਣੀ ਉਲਝੀ, ਬੀਤ ਗਈਆਂ ਸਦੀਆਂ ਜੋ ਨਹੀਂਓ ਸੁਲਝੀ। ਕੰਮ ਅਕਲੀਆਂ ਭੁੱਲਾਂ ਹੋਈਆਂ ਵੱਡੀਆਂ, ਆਪਣੀਆਂ ਜੜਾਂ ਹੱਥੀਂ ਆਪ ਵੱਡੀਆਂ। ਸ਼ੈਤਾਨ ਜੋ ਪੜਾਈਆਂ ਉਹੀ ਪੜੇ ਪੱਟੀਆਂ, ਪਾਖੰਡਵਾਦ ਦੀਆਂ ਬਹਿ ਗਏ ਖੋਲ ਹੱਟੀਆਂ। ਪਾਖੰਡਵਾਦ ਦੀਆਂ ਬਹਿ ਗਏ ਖੋਲ ਹੱਟੀਆਂ। ਉਹ ਡੁੱਬ ਚੱਲੇ ਆਪ ਪੱਥਰਾਂ ਨੂੰ ਤਾਰਦੇ, ਨਿੱਤ ਰੰਭੀ ਗੁਰਾਂ ਦੇ ਸੀਨੇ 'ਚ ਮਾਰਦੇ। ਉਹ ਜੰਜੂਆਂ ਨਾਲ ਭਲਾ ਸਾਡਾ ਕੀ ਵਾਸਤਾ, ਮੰਜ਼ਿਲਾਂ ਤਾਂ ਦੂਰ ਭਾਲਿਆ ਨਾ ਰਾਸਤਾ। ਗਿਆਨ ਵਿਗਿਆਨ ਤਰਕਾਂ ਤੋਂ ਸਖਣੇ, ਜਿੱਤਾਂ ਵਾਲੇ ਕਿੱਥੋਂ ਸੀ ਸਵਾਦ ਚੱਖਣੇ। ਅਜੇ ਵੀ ਵਕਤ ਕੰਨੀ ਫੜ ਮੱਤ ਦੀ ਹਾੜਿਓ। ਅਜੇ ਵੀ ਵਕਤ ਕੰਨੀ ਫੜ ਮੱਤ ਦੀ, ਰੱਖੀਏ ਲਿਹਾਜ਼ ਪੁਰਖਾਂ ਦੀ ਪੱਤ ਦੀ। ਖੁਸ਼ਵਿੰਦਰਾ ਮਿਸ਼ਨ ਅਸਲੀ ਪਛਾਣੀਏ, ਖੁਸ਼ਵਿੰਦਰਾ ਮਿਸ਼ਨ ਅਸਲੀ ਪਛਾਣੀਏ। ਖੁਸ਼ਵਿੰਦਰਾ ਮਿਸ਼ਨ ਅਸਲੀ ਪਛਾਣੀਏ। ਬੂਟਾ ਮੰਡੀਆਂ ਨਾ ਐਵੇਂ ਖਾਕ ਛਾਣੀਏ, ਉਹ ਬੂਟਾ ਮੰਡੀਆਂ ਨਾ ਐਵੇਂ। ਸਵਾਗਤ ਹੈ ਜੀ ਤੁਹਾਡਾ BBC ਪੰਜਾਬ ਰੇਡੀਓ ਉੱਤੇ। ਮੈਂ ਬਲਦੇਵ ਚੱਲੀ ਹਮੇਸ਼ਾ ਦੀ ਤਰ੍ਹਾਂ, ਤੇ ਮੇਰੇ ਨਾਲ ਦਲਜੀਤ ਮੱਲ। ਬਹੁਤ ਸਾਰੇ ਸਾਥੀ ਨਵੇਂ ਜਿਹੜੇ ਜੁੜਦੇ ਆ ਜਾਂ ਜਿਨ੍ਹਾਂ ਨੇ ਪਹਿਲਾਂ ਨਹੀਂ ਭਾਜੀ ਨੂੰ ਦੇਖਿਆ, ਇਹਨਾਂ ਦਾ ਨਾਮ ਦਲਜੀਤ ਮੱਲ ਆ ਜੀ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ, ਔਰ ਲਾਸਟ ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲਾਂ ਦੱਸ ਵੀ ਚੁੱਕੇ ਹਾਂ ਕਿ ਮੇਰੇ ਨਾਲ ਪ੍ਰੋਗਰਾਮ 'ਤੇ ਹੋਇਆ ਕਰਨਗੇ। ਬਿਲਕੁਲ ਜੀ, ਸਾਡੇ ਵੱਲੋਂ ਆਪ ਸਭਨਾਂ ਨੂੰ ਪਿਆਰ ਭਰੀ ਇਨਸਾਨੀਅਤ ਜਿੰਦਾਬਾਦ। ਮੇਰੇ ਵੱਲੋਂ ਵੀ ਆਪ ਸਾਰੇ ਹੀ ਵੀਰਾਂ ਨੂੰ ਜਿਹੜੇ ਇਸ ਵਕਤ ਸਾਡੇ ਪ੍ਰੋਗਰਾਮ ਨੂੰ ਦੇਖ ਰਹੇ ਹਨ, ਸਾਰਿਆਂ ਨੂੰ ਸਾਡੇ ਵੱਲੋਂ ਇਨਸਾਨੀਅਤ ਜਿੰਦਾਬਾਦ ਜੀ। ਬਲਦੇਵ ਜੀ ਬਿਲਕੁਲ ਜੀ, ਮੱਲ ਸਾਹਿਬ ਤੁਹਾਡਾ ਵੀ ਧੰਨਵਾਦ ਆ, ਤੁਸੀਂ ਸਾਥ ਦੇਣ ਲਈ ਆਉਂਦੇ ਹੋ। ਤੇ ਆਪਾਂ ਲਾਈਵ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਹਾਂ ਜੀ। ਸਾਥੀਆਂ ਨੂੰ ਬੇਨਤੀ ਆ ਕਿ ਤੁਹਾਡੇ ਨਾਲ ਦੋ ਚਾਰ ਗੱਲਾਂ ਜਿਹੜੀਆਂ ਅਹਿਮ ਕਰਨੀਆਂ, ਤੇ ਆਪਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਸੀਂ ਕਰ ਦਿਓ ਜੀ ਸ਼ੇਅਰ। ਤੇ ਆਪਾਂ ਗੱਲਬਾਤ ਅੱਬਲ ਅੱਲਾ ਨੂਰ ਪਾਇਆ ਕੁਦਰਤ ਤੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਉਹ ਬੰਦੇ। ਜਦੋਂ ਆਪਾਂ ਇਹ ਸ਼ਬਦ ਪੜ੍ਹਦੇ ਹਾਂ ਤਾਂ ਸਾਡੇ ਜਿਹੜਾ ਧਿਆਨ ਆ ਆਟੋਮੈਟਿਕਲੀ ਜਿਹੜਾ ਹੈਗਾ ਮਨੁੱਖਾਂ ਨੂੰ ਲੈ ਕੇ, ਜਾਤਾਂ ਪਾਤਾਂ ਨੂੰ ਲੈ ਕੇ, ਇੱਕ ਸਿਸਟਮ ਨੂੰ ਲੈ ਕੇ ਸਾਡੇ ਅੰਦਰ ਜਿਹੜੀ ਆ ਹਲਚਲ ਪੈਦਾ ਹੋ ਜਾਂਦੀ ਆ ਕਿ ਸਾਡੇ ਗੁਰੂਆਂ ਨੂੰ ਇਹ ਗੱਲ ਕਹਿਣ ਦੀ ਲੋੜ ਕਿਉਂ। ਸਾਡੇ ਗੁਰੂਆਂ ਕੋਲ ਬਹੁਤ ਵੱਡਾ ਗਿਆਨ ਸੀਗਾ, ਬਹੁਤ ਵੱਡਾ ਭੰਡਾਰ ਸੀਗਾ, ਉਹ ਸਾਨੂੰ ਬਹੁਤ ਉਚਾਈਆਂ ਤੱਕ
ਹੋਰ ਵੀ ਜ਼ਿਆਦਾ ਉਚਾਈਆਂ ਤੱਕ ਲੈ ਕੇ ਜਾ ਸਕਦੇ ਸੀਗੇ, ਪਰ ਲੇਕਿਨ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਉਹਨਾਂ ਦਾ ਸਾਰਾ ਜ਼ੋਰ ਜਿਹੜਾ ਉਹ ਇਸ ਗੱਲ 'ਤੇ ਲੱਗਿਆ ਰਿਹਾ, ਕਿਉਂਕਿ ਜਾਤੀ ਪਾਤੀ ਸਿਸਟਮ ਸੀਗਾ, ਮਨੂਵਾਦੀ ਵੰਡ ਸੀਗੀ, ਜਿਹਦੇ ਵਿੱਚ ਉੱਚਾ ਜਿਹੜਾ ਆਪਣੇ ਆਪ ਨੂੰ ਬਹੁਤ ਉੱਚਾ ਸਮਝਦਾ ਸੀਗਾ, ਜਿਹੜਾ ਨੀਵਾਂ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਨੀਵਾਂ ਸਮਝਦਾ ਸੀ ਨਹੀਂ, ਅੱਜ ਵੀ ਉਹ ਆਪਣੇ ਆਪ ਨੂੰ ਨੀਵਾਂ ਹੀ ਸਮਝਦਾ। ਇਸ ਕਰਕੇ ਅਵਲ ਅੱਲਾਹ ਨੂਰ ਅਪਾਇਆ ਕੁਦਰਤ ਦੇ ਸਭ ਬੰਦੇ, ਗੁਰੂ ਸਾਹਿਬਾਂ ਨੂੰ ਇਹ ਗੱਲ ਕਹਿਣ ਦੀ ਜ਼ਰੂਰਤ ਇਸ ਕਰਕੇ ਪਈ। ਅਦਰਵਾਈਜ਼ ਉਹ ਜਿੰਨੀ ਉਹਨਾਂ ਦੇ ਕੋਲ ਸਿਆਣਪ ਸੀ ਸਾਰੇ ਗੁਰੂ ਸਾਹਿਬਾਨਾਂ ਕੋਲ, ਜਿਨ੍ਹਾਂ ਦੀ ਵਿਚਾਰਧਾਰਾ ਮਨੁੱਖਤਾ ਨੂੰ ਜੋੜਨ ਵਾਲੀ ਸੀ, ਜਿਨ੍ਹਾਂ ਨੇ ਬਹੁਤ ਇਹ ਗੱਲ ਕਹਿ ਦਿੱਤੀ ਧਰਤੀ ਹੋਰ ਪਰੇ ਹੋਰ ਇਸ ਤੇ ਭਾਰ ਥੱਲੇ ਕਬਣ ਜੋ, ਤੇ ਉਹ ਕਿੰਨਾ ਸਾਨੂੰ ਮਤਲਬ ਹੋਰ ਜ਼ਿਆਦਾ ਗਿਆਨ ਦੇ ਸਕਦੇ ਸੀ, ਵੰਡ ਸਕਦੇ ਸੀ, ਜੇ ਸਾਡੇ ਸਮਾਜ ਦੇ ਵਿੱਚ ਉਹ ਜਾਤ ਪਾਤ ਵਾਲਾ ਸਿਸਟਮ ਨਾ ਹੁੰਦਾ। ਉਹ ਸਿਸਟਮ ਜਿਹਨੂੰ ਮਤਲਬ ਕਾਣੀ ਵੰਡ ਦਾ ਸਿਸਟਮ ਕਿਹਾ ਜਾਂਦਾ, ਤਾਂ ਅੱਜ ਅਸੀਂ ਸ਼ਾਇਦ ਦੁਨੀਆ ਦੇ ਨੰਬਰ 1 ਮੁਲਕਾਂ ਦੇ ਵਿੱਚੋਂ ਆਉਂਦੇ, ਪਰ ਨਹੀਂ। ਅਫਸੋਸ ਕਿ ਜਿਹੜੀ ਸਾਡੇ ਗੁਰੂਆਂ ਦੀ ਜਿਹੜੀ ਸੋਚ ਸੀ ਉਹਨੂੰ ਅਸੀਂ ਇੱਕ ਸਿਸਟਮ ਨੇ, ਜਾਂ ਇੱਦਾਂ ਕਹਿ ਲਓ ਵੀ ਗੁਰੂਆਂ ਦੀ ਸੋਚ ਜਿਹੜੀ ਆ ਉਸ ਸਿਸਟਮ ਦੇ ਖਿਲਾਫ ਲੜਦੀ ਰਹੀ ਆ। ਸੋ ਜਿਸ ਤਰ੍ਹਾਂ ਅਵਲ ਅੱਲਾ ਨੂਰ ਕੁਦਰਤ ਦੇ ਸਭ ਬੰਦੇ, ਇਹ ਸਤਿਗੁਰਾਂ ਨੇ ਇਸ ਕਰਕੇ ਉਹਨਾਂ ਨੂੰ ਕਹਿਣਾ ਪਿਆ ਕਿਉਂਕਿ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਮਹਾਂਪੁਰਸ਼ ਬੈਠੇ ਹੈਗੇ ਆ, ਉਸ ਟਾਈਮ ਸਮਾਜ ਦੇ ਵਿੱਚ ਇੱਕ ਜਾਤ ਪਾਤ ਲਾਹਣਤ ਜਿਹੜੀ ਹੈਗੀ ਆ ਕਰੋਨਾ ਵਾਇਰਸ ਨਾਲੋਂ ਵੀ ਜ਼ਿਆਦਾ ਜਿਹੜੀ ਖਤਰਨਾਕ ਸੀਗੀ। ਸੋ ਕਰੋਨਾ ਵਾਇਰਸ ਦਾ ਤਾਂ ਇਲਾਜ ਆਪਾਂ ਲੱਭ ਲਵਾਂਗੇ, ਲੱਭ ਲੈਣਾ ਆ, ਪਰ ਜਿਹੜਾ ਜਾਤੀ ਪਾਤ ਦਾ ਜਿਹੜਾ ਸੀਗਾ ਵਾਇਰਸ ਸੀਗਾ ਸਾਡੇ ਸਮਾਜ ਦੇ ਅੰਦਰ, ਉਹਦੇ ਨਾਲ ਸਾਡੇ 36 ਮਹਾਂਪੁਰਸ਼ਾਂ ਨੇ 35 ਮਹਾਂਪੁਰਸ਼ ਜਿੱਦਾਂ ਹੋਏ ਆ, ਉਹਨਾਂ ਨੇ ਇਸ ਜਿਹੜੀ ਵੰਡ ਦੀ ਸੀ, ਜਾਤੀ ਪ੍ਰਥਾ ਸੀ, ਉਹਦੇ ਅਗੇਂਸਟ ਆਪਣੇ ਆਪ ਨੂੰ ਖੜਾ ਕਰਕੇ ਆਪਣੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਇਆ। ਲੋਕਾਂ ਦੇ ਵਿੱਚੋਂ ਇਹ ਜੇ ਹੀਨ ਭਾਵਨਾ ਕੱਢਣ ਦੇ ਬਹੁਤ ਯਤਨ ਕੀਤੇ, ਪਰ ਅੱਜ ਵੀ ਸਾਡਾ ਸਮਾਜ ਜਿਹੜੀ ਹੀਨ ਭਾਵਨਾ ਦੇ ਵਿੱਚ ਉਹਨਾਂ ਦੇ ਬਣਾਏ ਹੋਏ ਵੰਡ ਦੇ ਮੁਤਾਬਕ ਆਪਣੇ ਆਪ ਨੂੰ ਗਾਹੇ ਬਗਾਹੇ ਇਹੀ ਸਾਬਤ ਕਰਨ ਦੇ ਵਿੱਚ ਲੱਗਾ ਰਹਿੰਦਾ ਹੈ ਕਿ ਮੈਂ ਕੌਣ ਆ। ਬਸ ਇੱਥੇ ਤੱਕ ਸਾਡੀ ਸੋਚ ਹਜੇ ਤੱਕ ਸੀਮਿਤ ਆ, ਅਸੀਂ ਇਸ ਜਿਹੜੇ ਦਹਲੀਜ਼ ਨੂੰ ਹਜੇ ਅੱਗੇ ਪਾਰ ਨਹੀਂ ਕਰ ਸਕੇ। ਮਲ ਸਾਹਿਬ ਤੁਹਾਡੀ ਗੱਲ ਦਰੁਸਤ ਵਾ, ਕਿਉਂਕਿ ਜਿਹੜਾ ਗੁਰੂਆਂ ਦਾ ਉਪਦੇਸ਼ ਆ ਅਸੀਂ ਉਹੀ ਨਹੀਂ ਹਾਲੇ ਸਮਝ ਸਕੇ, ਭਾਵੇਂ ਗੁਰੂਆਂ ਦਾ ਉਪਦੇਸ਼ ਖੁਸ਼ਵਿੰਦਰ ਬੇਲੇ ਨੇ ਕੀ ਤਰ੍ਹਾਂ ਹੀ ਕੋਸ਼ਿਸ਼ ਕੀਤੀ ਹੈ। ਮੇਰੇ ਨਾਲ ਭਾਜੀ ਮਨਜੀਤ ਵੀ ਜੁੜਿਆ, ਮਨਜੀਤ ਭਾਜੀ ਤੁਹਾਡੇ ਨਾਲ ਵੀ ਪਾਉਂਦੇ ਆ ਸਾਂਝ, ਥੋੜ੍ਹੀ ਜਿਹੀ ਆਪਾਂ ਜਦ ਤੱਕ ਸਰੋਤਿਆਂ ਨੂੰ ਥੋੜ੍ਹਾ ਜਿਹਾ ਮੈਂ ਚਾਹੁੰਦਾ ਹਾਂ ਕਿ ਇੱਕ ਦੋ ਵਿਸ਼ਿਆਂ ਉੱਤੇ ਜਿੱਦਾਂ ਗੱਲ ਕਰਨੀ ਜ਼ਰੂਰੀ ਬਣਦੀ ਆ। ਮੈਨੂੰ ਕੁਝ ਕੁ ਸਾਥੀਆਂ ਨੇ ਇੰਡੀਆ ਤੋਂ, ਕੁਝ ਬਾਹਰਲੇ ਮੁਲਕਾਂ ਤੋਂ, ਜਿਹਦੇ ਵਿੱਚ ਸੀਗਾ ਕੱਲ੍ਹ, ਤੇ ਉਹਨਾਂ ਨੇ ਨਾਲ ਇੱਕ ਵੀਡੀਓ ਘੱਲੀ। ਉਹ ਵੀਡੀਓ ਸੀਗੀ ਕੋਈ ਕਲੇਰ ਕੰਠ ਜਿਹੜਾ ਗਾਇਕ ਹੈਗਾ ਆ, ਉਹਦੀ ਵੀਡੀਓ ਸੀ। ਉਸ ਵੀਡੀਓ ਨੂੰ ਲੈ ਕੇ ਉਹਨਾਂ ਨੇ ਮੇਰੇ ਨਾਲ ਵਿਚਾਰ ਚਰਚਾ ਤਾਂ ਨਹੀਂ ਕੀਤੀ, ਬਟ ਉਹਨਾਂ ਨੇ ਮੈਨੂੰ ਵੌਇਸ ਮੈਸੇਜ ਕਰ ਲਿਆ ਕਿ ਇਹ ਪ੍ਰੋਗਰਾਮ ਜ਼ਰੂਰ ਕਰਿਓ। ਪਰ ਮੈਂ ਥੋੜ੍ਹਾ ਜਿਹਾ ਉਹਦੇ ਉੱਤੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਤੇ ਨਾਲ ਦੀ ਨਾਲ ਜਿਹੜਾ ਇੱਕ ਸਿਸਟਮ ਹੀਣ ਭਾਵਨਾ ਨੂੰ, ਇਸ ਹੀਣ ਭਾਵਨਾ ਜੋ ਬਾਹਰ ਨਹੀਂ ਨਿਕਲ ਸਕੇ, ਉਹਨੂੰ ਵੀ ਕਰਨਾ ਹੈ ਭਾਜੀ। 2 ਮਿੰਟ ਲਈ ਦਿਓ ਸਾਨੂੰ ਸਮਾਂ ਜੀ। ਹਾਂਜੀ ਭਾਜੀ। ਨਾਲ ਥੈਂਕ ਯੂ ਵੈਰੀ ਮਚ ਜੀ। ਕੋਸ਼ਿਸ਼ ਕੀਤੀ ਹੈ ਨਿਮਾਣੀ ਜੀ ਅਸੀਂ ਸਰੋਤਿਆਂ ਨੂੰ ਦੱਸ ਦਈਏ, ਜ਼ਿਆਦਾਤਰ ਬਿਲਕੁਲ ਮੰਜ਼ਲਾਂ ਨੂੰ ਪਰ ਆਪਾਂ ਐਸੀ ਕੋਈ ਗੱਲ ਨਹੀਂ ਹੈਗੀ, ਪਰ ਅਸੀਂ ਜਿੱਦਾਂ ਗੀਤ ਦੇ ਵਿੱਚ ਸਾਡੀ ਮੰਜ਼ਿਲ ਕੋਈ ਹੈ ਹੀ ਨਹੀਂ, ਸਾਨੂੰ ਤਾਂ ਰਸਤੇ ਦਾ ਹੀ ਨਹੀਂ ਪਤਾ ਹੈਗਾ, ਤੇ ਮੰਜ਼ਿਲ ਸਾਡੀ ਕੀ ਹੋਣੀ। ਮੰਜ਼ਿਲ ਉਹੀ ਲੋਕ ਜਿਹੜੇ ਪਹਿਲਾਂ ਤੈਅ ਕਰਦੇ ਆ, ਤੇ ਸਭ ਤੋਂ ਪਹਿਲਾਂ ਰਸਤਿਆਂ ਦੀ ਤਲਾਸ਼ ਇਸ ਮੰਜ਼ਿਲ ਤੇ। ਮੰਜ਼ਿਲ ਸਾਨੂੰ ਜਿਹੜੀ ਗੁਰੂਆਂ ਨੇ ਦਿੱਤੀ ਸੀ ਉਹਨੂੰ ਅਸੀਂ ਛੱਡ ਚੁੱਕੇ ਹਾਂ, ਤੇ ਜਿਹਦੇ ਕਰਕੇ ਅੱਜ ਜਾਤ ਪਾਤ ਉਨੀ ਵੱਧ ਜ਼ੋਰ ਛੱਡ ਰਹੀ ਆ। ਪੜ੍ਹੇ ਲਿਖੇ ਸਦੀ ਦੇ ਜਦੋਂ ਬੈਠੇ ਹਾਂ ਉੱਥੇ ਗੱਲ ਕਰਦੇ ਹਾਂ, ਮਤਲਬ ਸਭ ਤਾਂ ਆਪਣੇ ਆਪ ਦੇ ਵਿੱਚ ਸਾਨੂੰ ਤਾਂ ਸ਼ਰਮ ਜਿਹੀ ਆਉਂਦੀ ਆ ਵੀ ਅਸੀਂ ਕਿਹੜੇ ਯੁੱਗ ਦੇ ਵਿੱਚ ਬੈਠੇ ਹਾਂ, ਕਿਹੜੀਆਂ ਗੱਲਾਂ ਹੋਣੀਆਂ। ਬਟ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਉਹ ਗੀਤ ਮੈਨੂੰ ਭੇਜਿਆ ਸੀਗਾ ਜੀ YouTube ਲਿੰਕ ਭਾਜੀ ਨੇ, ਪਵਨ ਮੈਮੀ ਨੇ ਵੀ, ਇੱਕ ਦੋ ਹੋਰ ਸਾਥੀ ਭੇਜਿਆ ਸੀ, ਕਹਿੰਦੇ ਇਹਦੇ ਉੱਤੇ ਜ਼ਰੂਰ ਜਿਹੜੀ ਆ ਜੀ ਵੀ ਉਹਦੇ ਉੱਤੇ ਗੱਲ ਕਰਿਓ ਕਿ ਉਹਨੇ ਜਿਹੜਾ ਮਾਤਾ ਦਾ ਕੋਈ
ਆਇਆ। ਪਰ ਮੈਂ ਤੁਹਾਨੂੰ ਇੱਦਾਂ ਦੱਸਣਾ ਚਾਹੁੰਦਾ ਆ ਵੀ ਸਾਨੂੰ ਕਲੀਅਰ ਕੰਠ ਨਾਲ ਕੋਈ ਵੀ ਸਾਨੂੰ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਕਲੀਅਰ ਕੰਠ ਸਾਡੀ ਪ੍ਰੋਬਲਮ ਨਹੀਂ, ਇਸ ਕਰਕੇ ਨਹੀਂ ਪ੍ਰੋਬਲਮ ਉਹ ਕਿਉਂਕਿ ਉਹਨੇ ਜਿਹੜੇ ਗੀਤ ਗਾਏ ਆ ਤੇ ਇੱਦਾਂ ਨਹੀਂ ਆਪਣੇ ਆਪ ਨੂੰ ਇੱਕ ਦੇ ਪੋਸਟ ਪਾਈ ਵੀ ਮੈਂ ਚਮਾਰ ਹੁੰਨਾ ਆ ਵੀ ਅਸੀਂ ਤਾਂ ਚੱਕ ਦਿੰਦੇ ਹੁੰਦੇ ਆ ਘੁੰਮਦੇ ਕੋਈ ਇੱਦਾਂ ਦੇ ਉਹਨੇ ਮਤਲਬ ਨਾਰੇ ਜਕਾਰੇ ਨਹੀਂ ਲਾਏ ਜਿੱਦਾਂ ਬਾਕੀ ਮਿਸ਼ਨਰੀ ਕਲਾਕਾਰਾਂ ਨੇ ਲਾਏ ਆ। ਤੇ ਸਾਡਾ ਜਿਹੜਾ ਸਵਾਲ ਉਹਨਾਂ ਮਿਸ਼ਨਰੀ ਕਲਾਕਾਰਾਂ ਨੂੰ ਆ, ਸਾਡਾ ਸਵਾਲ ਇਸ ਕਰਕੇ ਵੀ ਆ ਕਿਉਂਕਿ ਉਹ ਕਹਿੰਦੇ ਆਪਣੇ ਆਪ ਨੂੰ ਮਿਸ਼ਨਰੀ ਆ। ਸਾਡਾ ਸਵਾਲ ਡੇਰਿਆਂ ਵਾਲੇ ਨੂੰ ਜਿਹੜੇ ਆਪਣੇ ਆਪ ਨੂੰ ਕਹਿੰਦੇ ਰਵਿਦਾਸੀ ਆ ਪਰ ਮੰਨਦੇ ਕਿਸੇ ਹੋਰ ਦੀ ਆ ਜਾਂ ਪੂਜਦੇ ਕਿਸੇ ਹੋਰ ਨੂੰ ਜਾਂ ਗੁਰੂ ਸਾਹਿਬ ਦੀ ਸਿੱਖਿਆ ਤੋਂ ਉਲਟ ਮਨ ਸਾਰਾ ਕੰਮ ਕਰਦੇ ਆ। ਉਤੋਂ ਪ੍ਰੋਬਲਮ ਆਪਾਂ ਨੂੰ ਉਹਨਾਂ ਦੇ ਡੇਰਿਆਂ ਤੋਂ, ਉਹ ਆਪਣੇ ਡੇਰਿਆਂ ਦੇ ਅੰਦਰ ਜੋ ਮਰਜ਼ੀ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਗੁਰੂ ਰਵਿਦਾਸ ਮਹਾਰਾਜ ਦਾ ਨਾਮ ਲੈ ਕੇ ਉਹਨਾਂ ਨੇ ਕੋਈ ਗੱਲ ਕਰਨੀ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਪ੍ਰੋਡਕਟ ਵੇਚਣ ਜਿਹੜਾ ਵੇਚਣਾ ਉਹ ਓਰੀਜਨਲ ਹੋਵੇ, ਓਰੀਜਨਲ ਹੋਣਾ ਚਾਹੀਦਾ, ਕੁਆਲਿਟੀ ਵਾਲਾ ਹੋਵੇ। ਤਾਂ ਇਸ ਕਰਕੇ ਅਸੀਂ ਇੱਦਾਂ ਚਾਹੁੰਦੇ ਹਾਂ ਕਿਉਂਕਿ ਜਦੋਂ ਇਹ ਗਲਤ ਲੇਬਲ ਲਾ ਕੇ ਕੋਈ ਮਾਰਕੀਟ ਦੇ ਵਿੱਚ ਕਰਾਂਗੇ ਤਾਂ ਉਹਦਾ ਵੀ ਨਤੀਜਾ ਗਲਤ ਨਿਕਲੂਗਾ। ਕਿਉਂਕਿ ਬਾਕੀ ਤੁਸੀਂ ਕਲੀਅਰ ਕੰਠ ਬਾਰੇ ਗੱਲ ਕੀਤੀ ਆ, ਕਲੀਅਰ ਕੰਠ ਇੱਕ ਉਹਦੀ ਜਿਹੜੀ ਆ ਬਾਕੀ ਕਿਉਂਕਿ ਉਹ ਇੱਕ ਬਹੁਤ ਹੀ ਰਿਸਪੈਕਟੇਬਲ ਸਿੰਗਰ ਹੈਗਾ, ਇੱਦਾਂ ਦੀ ਗੱਲ ਨਹੀਂ ਹੈ। ਉਹਨਾਂ ਨੇ ਆਪਣੇ ਇੱਕ ਵੱਖਰੀ ਸਥਾਨ ਬਣਾਇਆ ਹੈਗਾ ਆਪਣੀ ਗੀਤਕਾਰੀ ਦੇ ਵਿੱਚ, ਔਰ ਉਹਨਾਂ ਦੀ ਕਾਫੀ ਹੈਗੀ ਆ ਕਿਉਂਕਿ ਕਾਫੀ ਚੈਨਲ ਉਹਨਾਂ ਦੇ ਪ੍ਰੋਗਰਾਮ ਆਉਂਦੇ ਆ। ਉਹਨਾਂ ਨੇ ਬਾਕੀ ਆਪ ਜੀ ਨੇ ਜਿਸ ਤਰ੍ਹਾਂ ਦੱਸਿਆ ਆ, ਉਹਨਾਂ ਨੇ ਕਦੇ ਆਪਣੀ ਜਾਤ ਨੂੰ ਲੈ ਕੇ ਇੱਦਾਂ ਦਾ ਖੜੂਦ ਨਹੀਂ ਪਾਇਆ ਕਿ ਮੈਂ ਫਲਾਨਾ ਹੁੰਦਾ ਜਾਂ ਇਸ ਤਰ੍ਹਾਂ ਚਮਾਰ ਹੁੰਦੇ ਆ। ਸੋ ਇਸ ਕਰਕੇ ਉਹਨਾਂ ਨੇ ਉਹਨਾਂ ਦੀ ਇੱਕ ਆਪਣੀ ਵੱਖਰੀ ਪਛਾਣਿਆ। ਹਾਂਜੀ, ਉਹ ਇੱਕ ਮਿਸ਼ਨਰੀ ਨਾ ਕਲਾਕਾਰ ਹੋ ਕੇ ਉਹ ਆਪਣੀ ਉਹਨੇ ਟੈਲੈਂਟ ਦਿਖਾਇਆ ਇੰਡਸਟਰੀ ਦੇ ਵਿੱਚ, ਉਹ ਆਪਣੇ ਹਾਂ। ਅਸੀਂ ਇਹ ਜਿਹੜੇ ਨਾ ਚਮਾਰਵਾਦ ਚ ਫਸੇ ਹੋਏ ਹਾਂਜੀ ਉਹ ਇਸ ਚੀਜ਼ ਤੋਂ ਨਿਕਲ ਚੁੱਕੇ ਆ। ਅਸੀਂ ਇਹਨਾਂ ਨੂੰ ਚੈਲੰਜ ਵੀ ਕਰਨਾ ਚਾਹੁੰਦੇ ਆ ਵੀ ਤੁਸੀਂ ਵੀ ਟੈਲੈਂਟ ਦਿਖਾਓ ਆਪਣਾ, ਇਹ ਚੋਂ ਬਾਹਰ ਨਿਕਲ ਕੇ ਤੁਸੀਂ ਜਾਓ, ਤੁਹਾਨੂੰ ਵੀ ਮਤਲਬ ਆਈਡੀਅਲ ਇੰਡੀਆ ਦੇ ਵਿੱਚ ਜਾਓ, ਵੱਡੇ ਵੱਡੇ ਜਿਹੜੇ ਪ੍ਰੋਗਰਾਮ ਹੁੰਦੇ ਆ ਵੀ ਤੁਸੀਂ ਉੱਥੇ ਜਾ ਕੇ ਆਪਣਾ ਟੈਲੈਂਟ ਦਿਖਾਓ। ਜੇ ਤੁਸੀਂ ਉਹਨੂੰ ਸਮਝਦੇ ਆ ਇਹ ਇਹਨਾਂ ਦੇ ਦਿਮਾਗ 'ਚ ਆ ਵੀ ਉਹ ਚਮਾਰ ਜਾਤੀ 'ਚ ਪੈਦਾ ਹੋਇਆ, ਇਹ ਜਾਤੀ 'ਚ ਪੈਦਾ ਹੋਣ ਨੂੰ ਹੀ ਮਤਲਬ ਅਸੀਂ ਸਿਰਫ ਕਈ ਵਾਰੀ ਇੱਦਾਂ ਜਿਹੜਾ ਆਪਣਾ ਕੋਈ ਕਿਸੇ ਵੀ ਜਾਤ ਜਾਤ ਨੂੰ ਤਾਂ ਬਾਬਾ ਮੰਨਦੇ ਨਹੀਂ ਹੈਗੇ ਬਲਦੇਵ ਜੀ। ਬਾਕੀ ਜੇ ਕੋਈ ਇੱਦਾਂ ਆਪਣਾ ਕੋਈ ਭਾਈਬੰਦ ਅੱਗੇ ਚਲਿਆ ਵੀ ਜਾਂਦਾ ਕਿਸੇ ਖੇਤਰ ਦੇ ਵਿੱਚ ਤਾਂ ਆਪਾਂ ਉਹਨੂੰ ਫਿਰ ਨਾ ਮਸ਼ਹੂਰੀ ਕਰਨੀ ਸ਼ੁਰੂ ਕਰ ਦਿੰਦੇ ਆ ਕਿ ਸਾਡਾ ਬੰਦਾ ਆ ਇਹ, ਹਨਾ ਆਪਣੇ ਹੱਥ ਦੇ ਬੱਕਰੀ, ਹਨਾ ਅਸੀਂ ਹਾਂਜੀ ਉਹਦੇ ਰਸਤੇ ਦੇ ਵਿੱਚ ਵਧਣ ਦੇ ਜਿਹੜੇ ਹੁੰਦੇ ਨਾ ਕਾਰਨ, ਉਹਨਾਂ ਨੂੰ ਉੱਥੇ ਬਲੌਕ ਕਰਨਾ ਸ਼ੁਰੂ ਕਰ ਦਿੰਦੇ ਆ। ਹਾਂਜੀ, ਨਹੀਂ ਜਾਣ ਦੇਣਾ ਜੀ ਕਿਉਂਕਿ ਉਹ ਹੀਣ ਭਾਵਨਾ ਲੈ ਕੇ ਬਹਿੰਦਾ ਕਿ ਮੈਂ ਯਾਰ ਉਹ ਕਿਤੇ ਨਾ ਫੀਲਡ ਦੇ ਵਿੱਚ ਪਿੱਛੇ ਰਹਿ ਜਾਂਦਾ। ਹਾਂਜੀ ਅਸੀਂ ਕੋਸ਼ਿਸ਼ ਜ਼ਰੂਰ ਇਦਾਂ ਹੀ ਕਰਦੇ ਉਹਨੂੰ ਖਿੱਚਣੇ ਦੇ ਪਿੱਛੇ ਨੂੰ। ਹਾਂਜੀ ਪਿੱਛੇ ਆਈ ਸੀ ਹਾਂਜੀ, ਉਹਦੇ ਬਾਰੇ ਬਹੁਤ ਲੋਕਾਂ ਨੇ ਇਦਾਂ ਕੀਤਾ ਤੇ ਹੁਣ ਉਹਨੂੰ ਕਿਤੇ ਬਾਈ ਚਾਂਸ ਕਿਤੇ ਉਹ ਪਿੱਛੇ ਰਹਿ ਜਾਵੇ ਜਾਂ ਕਿਤੇ ਉਹ ਕਿਸੇ ਕਾਰਨ ਨਾ ਕਰੇ, ਉਹਦੀ ਅੱਗੇ ਸਿਲੈਕਸ਼ਨ ਨਾ ਹੋਵੇ ਤਾਂ ਉਹਦੇ ਦਿਮਾਗ 'ਚ ਇੱਕੋ ਗੱਲ ਹੋਣੀ ਆ ਕਿ ਮੈਂ ਸ਼ੁੱਧ, ਮੈਨੂੰ ਨੀਵਾਂ ਸਮਝਦੇ। ਉਹਨੇ ਸ਼ਾਇਦ ਪਹਿਲਾਂ ਸੋਚਿਆ ਵੀ ਨਾ ਹੋਵੇ, ਪਰ ਜਦੋਂ ਆਪਾਂ ਉਹ ਤੇ ਹਾਂਜੀ ਕਿਤੇ ਨਾ ਕਿਤੇ ਜਿਹੜਾ ਉਹਦੇ ਅੰਦਰ ਉਹ ਹੀਣ ਭਾਵਨਾ ਉਹਨੂੰ ਜਾਤੀ ਦਾ ਆਪਣੀ ਦਾ, ਜਦ ਕਿ ਉਹ ਜਾਤਾਂ ਪਾਤਾਂ ਧਰਮਾਂ ਨੂੰ ਲੰਘ ਕੇ ਜਿਹੜੇ ਸਪੋਰਟਸਮੈਨ ਹੁੰਦੇ ਜਾਂ ਸਿੰਗਰ ਹੁੰਦੇ ਆ, ਜਿਹੜੇ ਮੇਨ ਹੁੰਦੇ ਆ, ਉਹ ਇਹਨਾਂ ਚੀਜ਼ਾਂ ਤੋਂ ਵੱਖਰੇ ਹੁੰਦੇ ਆ। ਉਹਨਾਂ ਨੂੰ ਕਿਸੇ ਧਰਮ ਜਾਂ ਜਾਤ ਦੇ ਵਿੱਚ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ, ਉਹ ਸਾਰਿਆਂ ਦੇ ਸਾਂਝੇ ਹੈਗੇ। ਬਿਲਕੁਲ। ਹਾਂਜੀ ਮਨਜੀਤ ਜੀ, ਤੁਹਾਡਾ ਵੀ ਸਵਾਗਤ ਆ ਭਾਜੀ। ਸੌਰੀ ਮਨਜੀਤ ਜੀ, ਭਾਈ ਜੀ ਸਾਹਿਬ ਉਹਨਾਂ ਦਾ ਅਸੀਂ ਵੀ ਹਾਂਜੀ ਭਾਜੀ, ਇਨਸਾਨੀਅਤ ਜਿੰਦਾਬਾਦ ਸਾਥੀਆਂ ਨੂੰ। ਤੇ ਬਿਲਕੁਲ ਭਾਜੀ ਇਹ ਗੱਲਬਾਤ ਬਿਲਕੁਲ ਸਹੀ ਹੈ ਕਿਉਂਕਿ ਜਾਤ ਪਾਤ ਨੂੰ ਲੈ ਕੇ ਕਾਫੀ, ਕਿਉਂਕਿ ਇੱਕ ਤੁਸੀਂ ਹੋਰ ਦੇਖੋ ਭਾਜੀ ਇਹ ਨਾ ਮਤਲਬ ਖਾਸ ਕਰਕੇ ਚਮਾਰ ਜਾਤੀ ਦੇ ਵਿੱਚ ਜ਼ਿਆਦਾ ਇੰਟਰਸਟ ਆ। ਉਹ ਨਾ ਮਤਲਬ ਭਾਲਦੇ ਰਹਿੰਦੇ ਹੈਗੇ ਵੀ ਕਿਹੜੇ ਕਲਾਕਾਰ, ਕਿਹੜੇ ਮਤਲਬ ਜਿਹੜੇ ਲੋਕ ਅਗਾਂਹ ਜਾ ਰਹੇ ਹੈਗੇ ਆ, ਉਹਨਾਂ ਦੇ ਮਗਰ ਸੁਣਦੇ ਰਹਿੰਦੇ ਹੈਗੇ ਵੀ ਇਹਦੀ ਜਾਤ ਦੇਖੀਏ ਕੀ ਹੈ, ਕਿਹੜੀ ਜਾਤ ਚੋਂ ਆ। ਤੁਸੀਂ ਹੋਰ ਦੇਖੋ ਬਹੁਤ ਸਾਰੀਆਂ ਜਾਤਾਂ ਜਿਹੜੀਆਂ ਕਾਫੀ ਹੱਦ ਤੱਕ ਉਹਨਾਂ ਨੇ ਬਹੁਤ ਵੱਡਾ ਜਿਹੜਾ ਨਿਮਾਣਾ ਖੱਟਿਆ ਹੁੰਦਾ ਹੈਗਾ, ਵੱਡੇ ਕੰਮ ਕੀਤੇ ਹੁੰਦੇ ਹੈਗੇ ਆ, ਉਹ ਜਾਤਾਂ ਨਹੀਂ ਪ੍ਰਮੋਟ ਹੁੰਦੀਆਂ ਹੈਗੀਆਂ ਜਿੰਨੀ ਮਤਲਬ ਚਮਾਰ ਜਾਤੀ ਜਿਹੜੀ ਹੈਗੀ ਹੈ ਵੀ ਇਹ ਸੁੰਘ ਕੇ ਦੇਖਦੀ ਰਹਿੰਦੀ ਹੈਗੀ ਹੈ ਵੀ ਕਿਹੜਾ ਮਤਲਬ ਤੇਜ਼ ਦੌੜਦਾ ਹੈਗਾ ਤੇ ਉਹਨੂੰ ਅਸੀਂ ਪ੍ਰਮੋਟ ਕਰੀਏ। ਦੇਖੋ ਜੀ ਆਹ ਸਾਡੇ ਸਮਾਜ ਦਾ ਹੈ, ਕਿਉਂਕਿ ਜਾਤੀ ਨੂੰ ਵੀ ਇੱਕ ਸਮਾਜ ਬਣਾ ਰਹੇ ਹੈ। ਕਿਉਂਕਿ ਜੇ ਭਾਈ ਤੁਹਾਡੇ ਮੁਤਾਬਕ ਵੀ ਜੇ ਜਾਤੀ ਮੰਨ ਲਓ ਸਮਾਜ ਹੈ, ਫਿਰ ਤਾਂ ਅਸੀਂ 6745 ਸਮਾਜ ਆ ਸਾਡੇ, ਫਿਰ ਤਾਂ ਸਾਨੂੰ ਮਤਲਬ ਜਿਹੜਾ ਹੈਗਾ ਵੀ ਉਹਨਾਂ ਨੂੰ ਵੀ ਸਮਾਜ ਮੰਨਣਾ ਪਊਗਾ, ਹਰ ਜਾਤੀ ਨੂੰ ਸਮਾਜ ਮੰਨਣਾ ਪਊਗਾ। ਤਾਂ ਇਸ ਕਰਕੇ ਮੈਂ ਸਮਝਦਾ ਹੈਗਾ ਵੀ
ਅੱਜ ਭਾਰਤ ਦੇਸ਼ ਦੇ ਅੰਦਰ ਤੁਸੀਂ ਦੇਖੋ ਵੀ ਚਮਾਰ ਜਾਤੀ ਜਿਹੜੀ ਹੈਗੀ ਹੈ ਵੀ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਪੈਦਾ ਹੋਏ ਆ, ਤਾਂ ਉਹਦੇ ਵਿੱਚ ਜਿਹੜੇ ਥੱਲੇ ਲੈਵਲ ਦੇ ਲੋਕ ਹੈਗੇ ਆ ਉਹਨਾਂ ਦੀਆਂ ਮਤਲਬ ਉਹ ਪੈੜਾਂ ਹੀ ਸੁਣਦੇ ਰਹਿੰਦੇ ਹੈਗੇ ਆ ਵੀ ਸ਼ਾਇਦ ਇਹ ਚਮਾਰ ਲੱਗਦਾ ਮੈਨੂੰ, ਹਨਾ, ਜਾਂ ਇਹ ਚਮਾਰ ਜਾਤੀ ਦਾ ਬੰਦਾ ਹੈਗਾ। ਤਾਂ ਮੈਂ ਸਮਝਦਾ ਕਿਤੇ ਨਾ ਕਿਤੇ ਜਿਹੜਾ ਹੈਗਾ ਵੀ ਉਹ ਸਮਾਜ ਦੇ ਵਿੱਚ ਜਾਤੀ ਨੂੰ ਬੜਾਵਾ ਦੇ ਕੇ ਤੇ ਜੋ ਸੰਘਰਸ਼ ਸੀਗਾ, ਜੋ ਮਿਸ਼ਨ ਸੀਗਾ ਗੁਰੂਆਂ ਦਾ, ਤਾਂ ਉਹਦੇ ਤੇ ਕਿਤੇ ਨਾ ਕਿਤੇ ਉਹ ਪ੍ਰਤੀਬੰਧ ਲਾ ਰਹੇ ਹੈਗੇ, ਉਹਨੂੰ ਸਟਾਪ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਵੀ ਇਹ ਜਿਹੜਾ ਹੈਗਾ ਵੀ ਪੂਰਾ ਜਿਹੜਾ ਸਮਾਜ ਇਕਜੁੱਟ ਨਾ ਹੋਵੇ। ਤਾਂ ਉਹਦੇ ਵਿੱਚ ਜੇ ਮੰਨ ਲਓ ਅੱਜ ਇੱਕ ਜਾਤ ਆਪਣੇ ਆਪ ਨੂੰ ਪ੍ਰਮੋਟ ਕਰਦੀ ਹੈ, ਤਾਂ ਕੱਲ ਨੂੰ ਹੋ ਸਕਦਾ ਦੂਜੀਆਂ ਜਾਤਾਂ ਵੀ ਜਿਹੜੀਆਂ ਉਹਦੇ ਐਂਟੀ ਖੜੀਆਂ ਹੋਣ, ਕਿਉਂਕਿ ਇਹੀ ਨਾ ਭਾਜੀ ਇਨਸਾਨ ਦੀ ਮੈਂਟੈਲਿਟੀ ਬਣੀ ਹੋਈ ਹੈਗੀ ਵੀ ਇਨਸਾਨ ਨਾ ਦੂਜਾ ਇਨਸਾਨ ਜਾਂ ਦੂਜੀ ਜਾਤੀ ਹੈ ਜਿਹੜੀ ਉਹ ਆਪਣੇ ਆਪ ਨੂੰ ਨਾ ਮਤਲਬ ਹੀਨ ਸਮਝਦੀ ਹੈਗੀ ਜੀ ਆਪਣੀ ਮੰਜੀ। ਤਾਂ ਤੁਸੀਂ ਦੇਖਿਆ ਹੋਣਾ ਭਾਜੀ, ਮੈਂ ਤੁਹਾਡੀ ਗੱਲ ਕੱਟਣ ਇਹਦੇ ਵਿੱਚ ਇੱਕ ਹੋਰ ਵੀ ਬਹੁਤ ਵੱਡੀ, ਹਾਂਜੀ ਕਿਉਂਕਿ ਮੈਂ ਇੱਕ ਹੋਰ ਸ਼ੇਅਰ ਕਰਨਾ ਚਾਹੁੰਦਾ ਸੀ ਵਿੱਚ, ਕਿਉਂਕਿ ਇੱਕ ਤੁਸੀਂ ਹੋ ਗਿਆ ਕਾਫੀ ਸਮਾਂ ਇੱਕ ਮੁੰਡਾ ਜਲੰਧਰ ਤੋਂ ਦਿਲਜਾਨ ਸੀਗਾ ਮੁੰਡਾ, ਉਹ ਵੀ ਬੰਬੇ ਤੱਕ ਗਿਆ ਸੀਗਾ, ਉਹ ਅਖੀਰ ਤੇ ਜਾ ਕੇ ਉਹ ਹਾਰ ਗਿਆ ਸੀ ਤੇ ਸੈਕੰਡਰੀ ਸੀ। ਹਾਂਜੀ, ਤੇ ਉਦੋਂ ਵੀ ਆਪਣੇ ਲੋਕਾਂ ਨੇ ਬਹੁਤ ਝੰਡੇ ਚੱਕੇ ਸੀਗੇ ਜੀ, ਦੇਖੋ ਸਾਡਾ ਬੰਦਾ ਆ, ਉਹ ਤੇ ਸਟੈਂਪ ਲਾਉਣ ਲੱਗ ਪਿਆ ਸੀ ਉਦੋਂ ਜਦੋਂ। ਤੋ ਤੁਸੀਂ ਆਪਣੀ ਗੱਲ ਕੈਰੀ ਔਨ ਕਰੋ ਜੀ। ਹਾਂਜੀ ਹਾਂਜੀ, ਤੇ ਇਸ ਕਰਕੇ ਭਾਜੀ ਇਹ ਨਾ ਸਾਨੂੰ ਜਿਹੜਾ ਹੈਗਾ ਵੀ ਦੇਖਣਾ ਪੈਣਾ, ਬਹੁਤ ਪਹਿਲੂ ਦੇਖਣੇ ਪੈਣੇ ਹੈਗੇ ਆ, ਕਿਉਂਕਿ ਅੱਜ ਅਸੀਂ ਦੇਖਦੇ ਹੈਗੇ ਆ ਵੀ ਬਹੁਤ ਸਾਰੇ ਅਜਿਹੇ ਲੋਕ ਆ ਜਿਨ੍ਹਾਂ ਨੂੰ ਮਤਲਬ ਕੋਈ ਪੀੜਾ ਕਰਕੇ ਵੀ ਤੁਸੀਂ ਨੀਵੀਂ ਜਾਤ ਦੇ ਹੋ, ਤੁਸੀਂ ਹੀਨ ਹੋ, ਤੁਹਾਡੇ ਨਾਲ ਧੱਕਾ ਹੋਇਆ ਹੈਗਾ, ਤਾਂ ਉਹ ਵੀ ਬਹੁਤ ਵੱਡਾ ਜਿਹੜਾ ਮਾਇਨਾ ਰੱਖਦੀ ਹੈਗੀ ਹੈ ਜਾਤੀ ਨੂੰ ਬੜਾਵਾ ਦੇਣ ਦੇ ਵਿੱਚ। ਕਿਉਂਕਿ ਜਦੋਂ ਅਸੀਂ ਇਹ ਗੱਲ ਕਰਦੇ ਆ ਨਾ ਵੀ ਤੁਹਾਨੂੰ ਹੀਨ ਰੱਖਿਆ ਗਿਆ, ਤੁਹਾਨੂੰ ਗੁਲਾਮ ਰੱਖਿਆ ਗਿਆ, ਤਾਂ ਨੈਚੁਰਲੀ ਗੱਲ ਆ ਭਾਜੀ, ਉਹ ਜਿਵੇਂ ਨਾ ਕਿਸੇ ਪੌਦੇ ਨੂੰ ਅਸੀਂ ਵੱਡੇ ਨੂੰ ਦਰਖਤ ਨੂੰ ਗਮਲੇ ਦੇ ਵਿੱਚ ਲਾ ਦਈਏ, ਉਹ ਵੱਧਦਾ ਫੁੱਲਦਾ ਨਹੀਂਗਾ। ਤਾਂ ਮੈਂ ਸਮਝਦਾ ਹੈਗਾ ਵੀ ਜਿਹੜਾ ਇਹ ਜਿਹੜੇ ਵਿਚਾਰ ਆ ਨਾ, ਜਿਹੜੇ ਗੁਲਾਮੀ ਨੂੰ ਵਾਰ-ਵਾਰ ਗੁਲਾਮੀ ਕਹੀ ਜਾਣਾ ਜਾਂ ਵਾਰ-ਵਾਰ ਜਾਤੀ ਦਾ ਅਰਥ ਨੂੰ ਕਹੀ ਜਾਣਾ, ਮੈਂ ਸਮਝਦਾ ਵੀ ਉਹ ਗਮਲੇ ਦਾ ਕੰਮ ਕਰਦਾ ਹੈਗਾ, ਕਿਉਂਕਿ ਇਹ ਸ਼ਬਦ ਆ ਜਿਹੜੇ ਗਮਲਾ ਰੂਪੀ ਸ਼ਬਦ ਆ, ਤੇ ਇਹਨਾਂ ਦੇ ਵਿੱਚ ਬੁੱਧੀ ਦਾ ਵਿਕਾਸ ਹੋਣਾ ਮੁਸ਼ਕਿਲ ਹੀ ਹੈ ਮੇਰੇ ਹਿਸਾਬ ਨਾਲ। ਤਾਂ ਇਸ ਕਰਕੇ ਕਰਦੀ ਹੈ ਭਾਜੀ ਨਾਲ ਇਹ ਵੀ ਜਦੋਂ ਅਸੀਂ ਇਦਾਂ ਕਹੀ ਜਾਂਦੇ, ਹੁਣ ਅਸੀਂ ਕਹਿੰਦੇ 5000 ਸਾਲ ਤੋਂ, ਹੁਣ ਤੁਸੀਂ ਉਹ ਰੱਟਣਾ ਸਿੱਖ ਲਿਆ, ਤੁਸੀਂ ਤਾਂ ਭਾਵ ਮੈਂ ਵੀ ਵਿੱਚ ਹੀ ਆ ਬਈ, ਮਤਲਬ ਕੋਈ ਸਰੋਤੇ ਸਾਡੇ ਮਾਈਂਡ ਨਾ ਕਰੇ ਕਿਸੇ ਨੂੰ, ਜਦੋਂ ਅਸੀਂ ਤਾਂ ਗੱਲ ਕਰਦੇ ਤਾਂ ਅਸੀਂ ਸਾਰੇ ਵਿੱਚੇ ਹੁੰਦੇ ਆ। ਜਿਹੜਾ 5000 ਸਾਲ ਤੋਂ ਗੁਲਾਮ ਆ ਅਸੀਂ ਉਹ ਰੱਟਣਾ ਸਿੱਖ ਲਿਆ ਤੋਤੇ ਵਾਂਗੂ, ਬਸ ਰੱਟੀ ਜਾ ਰਹੇ ਆ ਗੁਲਾਮ ਆ। ਉਹ ਜਿਹੜੀ ਪ੍ਰਵਿਰਤੀ ਆ, ਉਹ ਜਿਹੜੀ ਮਾਨਸਿਕਤਾ ਆ ਗੁਲਾਮੀ ਵਾਲੀ, ਉਹ ਇੱਦਾਂ ਨਹੀਂ ਕਿ ਤੁਹਾਨੂੰ ਕੋਈ ਗੁਲਾਮ ਬਣਾ ਰਿਹਾ ਆ, ਅੱਜ ਦੇ ਯੁੱਗ ਦੇ ਵਿੱਚ ਤੁਹਾਨੂੰ ਕੋਈ ਗੁਲਾਮ ਨਹੀਂ ਬਣਾ ਰਿਹਾ। ਤੁਸੀਂ ਸੋਸ਼ਲ ਮੀਡੀਆ ਤੇ ਜੋ ਤੁਹਾਡਾ ਦਿਲ ਆਉਂਦਾ ਤੁਸੀਂ ਉਹ ਸ਼ੇਅਰ ਕਰਦੇ ਆ ਨਾ, ਤੁਹਾਨੂੰ ਕਿਹਨੇ ਰੋਕਿਆ ਹੈਗਾ? ਬਿਲਕੁਲ ਕਿਸੇ ਨੂੰ ਪਰਸਨਲ ਤੇ ਅਟੈਕ ਨਹੀਂ ਕਰਦੇ, ਜਿੱਦਾਂ ਕਹ ਲਓ ਵੀ ਉਹਦੇ ਵਾਸਤੇ ਕਰਦੇ, ਤੁਹਾਨੂੰ ਕੋਈ ਰੋਕਦਾ ਨਹੀਂ ਹੈਗਾ। ਪਰ ਤੁਹਾਡੀ ਜਿਹੜੀ ਸੋਚ ਇਸ ਗੱਲ ਕੀ ਹੋਈ ਆ, ਅਸੀਂ 5000 ਸਾਲ ਤੋਂ ਗੁਲਾਮ ਆ। ਹੁਣ ਜੇ ਤੁਸੀਂ ਰਿਪੀਟ ਤੁਹਾਡੇ ਅੰਦਰ ਅੱਗੇ ਵਧਣ ਦੀ ਚਾਹਨਾ ਨਹੀਂ ਹੋਣੀ, ਕਿਉਂਕਿ ਤੁਹਾਡਾ ਸਾਰਾ ਜਿਹੜਾ ਸਿਧਾਂਤ ਆ, ਜਿਹੜਾ ਮਾਨਤਾ ਸਮਤਾ ਵਾਲਾ ਭਾਈਚਾਰੇ ਦਾ ਜਾਂ ਮਤਲਬ ਦਾ ਜਿਹੜਾ ਸੰਕਲਪ ਆ, ਉਹ ਕਿਤੇ ਨਾ ਕਿਤੇ ਇਹ ਇੱਥੇ ਆ ਕੇ 5000 ਸਾਲ ਤੋਂ ਗੁਲਾਮ ਆ। ਜੇ 5000 ਸਾਲ ਦੀ ਗੁਲਾਮੀ ਗੁਰੂ ਸਾਹਿਬ ਨੇ ਇਦਾਂ ਕਿਤੇ ਜ਼ਿਕਰ ਕੀਤਾ ਵੀ ਤੁਸੀਂ 5000 ਸਾਲ ਤੋਂ ਗੁਲਾਮ ਆ? ਤੁਸੀਂ ਦੱਸੋ ਮੈਨੂੰ, ਜਦੋਂ ਗੁਰੂ 643 ਸਾਲ ਕੱਢ ਦੇ 5000 ਦੇ ਵਿੱਚੋਂ, ਠੀਕ ਹੈ ਜੀ, ਕਿੰਨੇ ਬਚ ਗਏ? 4.5 ਹੈ ਨਾ। ਤੇ ਹੁਣ ਤੁਸੀਂ 4000 ਸਾਲ ਵੀ ਲਾਓ, ਉਸ ਵੇਲੇ ਗੁਰੂ ਸਾਹਿਬ ਤੋਂ ਪਹਿਲਾਂ 4000 ਸਾਲ ਦੀ ਇਹਦਾ ਮਤਲਬ ਗੁਲਾਮੀ ਅਸੀਂ ਰਿਪੀਟ ਕਰੀ ਜਾਂਦੇ ਹਾਂ। ਗੁਰੂ ਸਾਹਿਬ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਤੁਸੀਂ 4000 ਸਾਲ ਤੋਂ ਗੁਲਾਮ ਆ। ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਬੰਗਾਰ ਇਹ ਪਾਇਆ, ਬ੍ਰਾਹਮਣ ਜੇ ਤੂੰ ਬ੍ਰਾਹਮਣੀ ਬਟ ਕਹੇ ਨਹੀਂ ਆ। ਉਹਨਾਂ ਨੇ ਬੰਗਾਰ ਇਹ ਪਾਈ ਵੀ ਤੂੰ ਤੇ ਮੈਂ ਤੇਰੇ ਨਾਲੋਂ ਕਿਹੜੀ ਗੱਲੋਂ ਤੇਰੇ ਮੈਂ ਘੱਟ ਵਾਂ, ਤੇਰੇ ਵਿੱਚ ਜਿਹੜੀਆਂ ਵਾਧੂ ਗੱਲਾਂ ਆ ਵੀ ਤੂੰ ਜਿਹਨੂੰ ਚੰਡਾਲ ਕਹਿੰਦਾ, ਜਿਹਨੂੰ ਤੂੰ ਚਮਿਆਰ ਕਹਿੰਦਾ, ਉਹ ਤੇਰੇ ਵਰਗਾ ਇਨਸਾਨ ਆ। ਉਹ ਜਿਹਨੂੰ ਤੂੰ ਇਹ ਕਹਿੰਦਾ ਚਮਿਆਰ, ਉਹ ਗੁਰੂ ਸਾਹਿਬ ਇੱਦਾਂ ਥੋੜ੍ਹੀ ਕਹਿੰਦੇ ਵੀ ਮੈਂ ਚਮਿਆਰ, ਉਹ ਕਹਿੰਦੇ ਜਿਹਨੂੰ ਤੂੰ ਚਮਿਆਰ ਸਮਝਦਾ, ਜਿਹਨੂੰ ਤੂੰ ਚਮਿਆਰ ਬਣਾਇਆ ਵੀ ਉਹ ਤੇਰੇ ਤੋਂ ਵੀ ਉੱਤਮ ਆ, ਕਰਮਾਂ ਕਰਕੇ ਉੱਤਮ ਆ। ਹੁਣ ਕੋਈ ਜਾਤ ਕਰਕੇ ਥੋੜ੍ਹੀ ਬੰਦਾ ਉੱਤਮ ਆ। ਪਰ ਜਦੋਂ ਅਸੀਂ ਇੱਕ ਚੀਜ਼ ਨੂੰ ਫੜ ਕੇ ਬਹਿ ਗਿਆ ਵੀ ਨਹੀਂ 5000 ਸਾਲ ਦੀ ਗੁਲਾਮੀ ਆ, ਅਮਰਨਾਥ ਮੇਹੇ ਬਹੁਤ ਵਧੀਆ ਤਰੀਕੇ ਨਾਲ ਭਾਜੀ ਕਹਿੰਦਾ ਹੁੰਦਾ ਆਪਾਂ ਨੂੰ
ਵੀ ਗੁਲਾਮੀ ਹੁੰਦੀ ਆ 100 ਸਾਲ ਦੀ, 200 ਸਾਲ ਦੀ, 300 ਸਾਲ ਦੀ, ਏਦਾਂ ਇਹ ਗੁਲਾਮੀ ਥੋੜੀ, ਇਹ ਤਾਂ ਆਦਤ ਬਣ ਚੁੱਕੀ ਹੈ ਸਾਡੀ। ਅਸੀਂ ਉਸ ਆਦਤ ਨੂੰ ਜਾਂਦੇ, ਉੱਥੋਂ ਬਾਹਰ ਨਿਕਲਣ ਦਾ ਉਪਰਾਲਾ ਕੋਈ ਨਹੀਂ ਕਰਦੇ। ਅਸੀਂ ਇਹ ਕਹੀ ਜਾਂਦੇ, ਬਾਬਾ ਸਾਹਿਬ ਨੇ ਜਾਤ ਪਾਤ ਦਾ ਬੀਜ ਨਾਸ਼ ਕਰਨ ਦੀ ਗੱਲ ਕੀਤੀ, ਅਸੀਂ ਇਹ ਕਹੀ ਜਾਂਦੇ ਹਾਂ ਵੀ ਮਾਨਸ ਕੀ ਜਾਤ ਸਭੇ ਜਾਣਬੋ, ਪਰ ਅਸੀਂ ਉਹਦੇ ਉੱਤੇ ਅਮਲ ਨਹੀਂ ਅੱਗੇ ਨਹੀਂ ਵੱਧ ਰਹੇ। ਸਾਡੀ ਬਾਰ-ਬਾਰ ਰਿਪੀਟ ਕਰਨਾ, ਤੁਸੀਂ ਇੱਕ ਚੀਜ਼ ਨੂੰ, ਸ਼ਬਦ ਨੂੰ ਰਿਪੀਟ ਕਰੀ ਚਲੋ ਜਾਂ ਉਹਦੇ ਬਾਰੇ ਸੋਚੀ ਚਲੋ, ਤੁਹਾਡੀ ਮਾਨਸਿਕਤਾ ਜਿਹੜੀ ਉੱਦਾਂ ਦੀ ਆਟੋਮੈਟਿਕਲੀ ਹੋ ਹੀ ਜਾਂਦੀ ਆ। ਹਾਂਜੀ ਹਾਂਜੀ, ਸਾਡੀਆਂ ਜਿਹੜੀਆਂ ਸੀਮਾ ਨਹੀਂ, ਆਪਣੇ ਆਲੇ ਦੁਆਲੇ ਇੱਕ ਦਾਇਰਾ ਇਦਾਂ ਦਾ ਕਾਇਮ ਕਰ ਲਿਆ ਜਿਹਦੇ ਵਿੱਚੋਂ ਲਛਮਣ ਰੇਖਾ ਜਿਹਦਾ ਖਿੱਚ ਲਈ ਆ, ਅਸੀਂ ਉਹ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਅਸੀਂ ਚਾਹੁੰਦੇ ਆ ਵੀ ਜਦੋਂ ਬਾਹਰ ਨਿਕਲਾਂਗੇ, ਜਿੱਦਾਂ ਉਹ ਫਿਰ ਡਰਾਮਿਆਂ 'ਚ ਦਿਖਾਉਂਦੇ ਆ ਵੀ ਅਸੀਂ ਅੱਗ ਲੱਗਣੀ ਆ, ਅਸੀਂ ਜਲ ਜਾਣਾ ਹੈ ਨਾ, ਬਸ ਸਾਨੂੰ ਇੱਦਾਂ ਡਰਾ ਦਿੱਤਾ ਗਿਆ ਧਰਮ ਦੇ ਨਾਂ ਤੇ। ਇਸ ਕਰਕੇ ਡਰੇ ਸਹਿਮਿਓ ਬਸ ਉੱਥੇ ਕੇ ਬੈਠੇ ਆ, ਉਹੀ ਆਪਣੇ ਆਪ ਨੂੰ ਮੁੜ ਕੇ ਆਪਣੀ ਲੋਕਾਂ ਨੂੰ ਦੱਸੀ ਜਾਂਦੇ ਆ ਵੀ ਅਸੀਂ ਬਹੁਤ ਹੀ, ਸਾਡੇ ਤੇ ਤਾਂ ਜ਼ੁਲਮ ਬਹੁਤ ਹੋਏ ਆ। ਹੁਣ ਤੁਹਾਡੇ ਤੇ ਜ਼ੁਲਮ ਕੌਣ ਕਰਦਾ? ਹੁਣ ਤਾਂ ਤੁਹਾਨੂੰ ਪੂਰੇ ਹੱਕ ਹੈਗੇ ਆ ਸਮਾਜ ਦੇ ਵਿੱਚ, ਜਿੱਥੇ ਮਰਜੀ ਜਿਹੜਾ ਤੁਹਾਨੂੰ ਬੋਲਣ ਦਾ ਹੱਕ ਆ, ਖਾਣ ਪੀਣ ਦਾ, ਬੈਠਣ ਉੱਠਣ ਦਾ, ਪੜ੍ਹਾਈ ਜਿੱਥੇ ਮਰਜੀ ਤੁਸੀਂ ਐਜੂਕੇਸ਼ਨ ਜਿੱਥੋਂ ਮਰਜੀ ਲੈ ਸਕਦੇ ਆ। ਸੋ ਇਹ ਸਾਰੀ ਇੱਕ ਹੀਣ ਭਾਵਨਾ ਹੀ ਆ ਸਾਡੇ ਅੰਦਰ, ਜਿਹੜੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਉਹਨੂੰ ਭਾਜੀ ਬਾਹਰ ਕੱਢਣਾ ਪੈਣਾ, ਬਾਹਰ ਜਿੰਨਾ ਚਿਰ। ਹਾਂਜੀ ਭਾਜੀ, ਬਿਲਕੁਲ ਬਿਲਕੁਲ ਭਾਜੀ ਆਪਾਂ ਨੂੰ ਨਾ ਦੁੱਗਲ ਨੇ ਅਮਰੀਕਾ ਸ਼ੇਅਰ ਕੀਤੀ ਸੀ ਪੋਸਟ, ਮੈਂ ਵੀ ਉਹ ਆਪਣੀ ਜਿਹੜੀ ਆ ਟਾਈਮ ਲਾਈਨ ਤੇ ਮੈਂ ਪਾਈ ਹੈ ਨਾ, ਉਹਦੇ ਵਿੱਚ ਜੇ ਤੁਹਾਨੂੰ ਮੈਂ ਇਜਾਜ਼ਤ ਦੇਵਾਂ ਤਾਂ ਪੜ੍ਹ ਕੇ ਸੁਣਾ ਦਿੰਦੇ ਆ ਸਰੋਤਿਆਂ ਨੂੰ। ਹਾਂਜੀ, ਪਰ ਉਹ ਜਿਹੜੀ ਆ ਗੱਲ, ਇਹਦੇ ਵਿੱਚ ਸਾਰਾ ਕੁਝ ਲੁਕਿਆ ਆ, ਇੰਨੇ ਕੁ ਮਤਲਬ ਇਹੀ ਸਿਧਾਂਤ ਗੁਰੂਆਂ ਦਾ, ਇਹੀ ਅੱਗੇ ਉਹਨਾਂ ਨੂੰ ਤੁਹਾਡੇ ਵਰਗੇ ਲੋਕ ਜਿਹੜੇ ਹੈਗੇ ਆ ਨਾ, ਇੱਦਾਂ ਉਹ ਪ੍ਰਚਾਰਦੇ ਆ। ਹੁਣ ਉਹ ਕਵਿਤਾ ਹੈ ਤਾਂ ਕਵਿਤਾ ਰੂਪ ਹੀ ਆ, ਪਰ ਲੇਕਿਨ ਸ਼ਬਦ ਬੜੇ ਉਹ ਜਿਹੜੇ ਹੈਗੇ ਆ ਆਪਣੇ ਆਪ ਦੇ ਵਿੱਚ ਬੜੇ ਮਿਹਨਤ ਰਖਾਉਂਦੇ, ਤੁਸੀਂ ਸੋਚ ਨਹੀਂ ਸਕਦੇ। ਕਹਿੰਦੇ ਵੀ ਬੱਚਿਆਂ ਨੂੰ ਇਹ ਨਾ ਦੱਸਿਓ, ਬੱਚਿਆਂ ਨੂੰ ਇਹ ਨਾ ਦੱਸਿਓ ਕਿ ਉਹ ਜੱਟ ਹੈ, ਉਹ ਚੂੜਾ ਹੈ, ਉਹ ਚਮਾਰ ਹੈ, ਦੱਸਿਓ ਕਿ ਬੰਦੇ ਦੀ ਪਛਾਣ ਉਸ ਦਾ ਕਿਰਦਾਰ ਹੈ। ਨਵੀਂ ਨਸਲ ਨੂੰ ਦਾ ਭੇਦ ਭਾਵ ਨਾ ਦੱਸਿਓ ਕਿ ਫਿਰਕੂ ਸਮਾਜ ਦਿਮਾਗ ਤੋਂ ਲਾਚਾਰ ਹੈ। ਦੱਸਿਓ ਸ਼ਕਲੋਂ ਕੋਈ ਵੀ ਬਦਸੂਰਤ ਨਹੀਂ ਹੁੰਦਾ, ਦੱਸਿਓ ਸ਼ਕਲੋਂ ਕੋਈ ਵੀ ਬਦਸੂਰਤ ਨਹੀਂ ਹੁੰਦਾ, ਬਦਸੂਰਤ ਸਾਡਾ ਨਜ਼ਰੀਆ, ਸਾਡੇ ਵਿਚਾਰ ਹੈ। ਦੱਸਿਓ ਧਰਮ ਜੋੜਦਾ ਨਹੀਂ ਤੋੜਦਾ ਹੈ, ਕੋਈ ਪੰਡਤ, ਕੋਈ ਮੁੱਲਾ, ਕੋਈ ਸਰਦਾਰ। ਸੁਣ ਕੇ ਪੜ੍ਹ ਕੇ ਸਮਝ ਕੇ ਕਰਨਾ ਦੱਸਿਓ, ਇਹ ਨਾ ਦੱਸਿਓ ਕਿ ਕਰਤਾ ਧਰਤਾ ਅੰਬਰੋਂ ਪਾਰ ਹੈ। ਰਵਾਇਤਾਂ ਦੀਆਂ ਹੱਦਾਂ ਨੂੰ ਟੱਪਣਾ ਦੱਸਿਓ ਰਿਵਾਜਾਂ ਦੇ ਖੰਭ ਲਾਉਣ ਵਾਲਾ ਅਸਲ ਉਡਾਰ ਹੈ। ਰੰਗੀ ਖਪਾਉਣਾ ਦੱਸਿਓ, ਸਿਆਣੇ ਦੀ ਖੋਜ ਗਵਾਰਾਂ ਲਈ। ਹਾਂਜੀ ਬਿਲਕੁਲ ਜੀ, ਬਿਲਕੁਲ ਬੜਾ ਇਹਨੂੰ ਭੁੱਖਿਆ। ਕਈ ਵਾਰੀ ਦੇਖਿਆ ਇੱਕ ਲਾਫ ਜਾਂ ਸਾਡੇ ਗੁਰੂਆਂ ਨੇ ਤਾਂ ਆਹੀ ਕੁਛ ਕਿਹਾ। ਹੁਣ ਸਾਡੇ ਗੁਰੂਆਂ ਨੇ ਜਿਹੜੀ ਉਹ ਧਰਮਾਂ ਦੀ ਬਲਗਣ ਨਹੀਂ ਸਾਡੇ ਆਲੇ ਦੁਆਲੇ ਭਗਵੇਂ, ਨੀਲੇ, ਚਿੱਟੇ, ਪੀਲੇ, ਮਤਲਬ ਅਸੀਂ ਵਰਦੀ ਨੂੰ ਪਹਿਰਾਵੇ। ਗੁਰੂਆਂ ਨੇ ਤਾਂ ਧਰਮ ਦੀ ਜਿਹੜੀ ਪਰਿਭਾਸ਼ਾ ਉਹ ਸਰਬੱਤ ਦਾ ਭਲਾ ਉਹ ਸਾਹਮਣੇ। ਪਰ ਮੈਂ ਭਾਜੀ ਮਨਜੀਤ ਭਾਜੀ ਕਿਹਾ ਨਾ ਕਿ ਗੁਰੂ ਸਾਨੂੰ ਨਾ, ਜੇ ਇਹ ਸਿਸਟਮ ਨਾ ਹੁੰਦਾ, ਹਾਂਜੀ ਭਾਜੀ, ਪੂਰੀਆਂ ਇੱਕ ਨੰਬਰ ਤੇ ਹੁੰਦਾ, ਹਰ ਜਗ੍ਹਾ ਭਾਰਤ ਦੀ ਬੱਲੇ ਬੱਲੇ ਹੁੰਦੀ, ਆਜ਼ਾਦਾਂ ਕੱਢਦੇ। ਕਿਉਂਕਿ ਸਾਡੇ ਗੁਰੂਆਂ ਕੋਲ ਬੜਾ ਖਜ਼ਾਨਾ ਸੀਗਾ, ਬੜੀ ਦੂਰ ਅੰਦੇਸ਼ੀ ਸੀਗੀ, ਪਰ ਉਹਨਾਂ ਦੀ ਸਾਰੀ ਜਿਹੜੀ ਦੂਰ ਅੰਦੇਸ਼ੀ ਇਸ ਚੀਜ਼ ਤੇ ਹੀ ਲੱਗ ਗਈ ਵੀ ਆਹ ਜਾਤ ਪਾਤ। ਪਰ ਨਹੀਂ, ਇੰਨਾ ਉਹਨਾਂ ਦਾ ਸਮਾਂ ਦੇ ਬਾਅਦ ਵੀ ਸਾਡੇ ਹੱਥ ਕੀ ਆ ਰੱਬੀਆਂ, ਸਾਡੇ ਹੱਥ ਕੀ ਆ ਪੱਥਰ, ਪੰਜੇ ਨਾਲ ਪਹਾੜ ਰੋਕਣਾ, ਪੱਥਰ ਰੋਕਣਾ। ਸਾਡੇ ਕੋਲ ਕੀ ਬਚਿਆ? ਜਾਤ ਪਾਤ ਖਤਮ ਕਰ ਲਈ ਵੀ ਜਿਹੜਾ ਅਸੀਂ ਪੱਥਰਾਂ ਨੂੰ ਇੱਦਾਂ ਤਾਰਨ ਲੱਗ ਪਏ, ਜਿਹੜੇ ਅਸੀਂ ਗੁਰੂਆਂ ਦੇ ਸੀਨੇ ਦੇ ਵਿੱਚ ਰੰਬੀ ਮਾਰਨ ਲੱਗ ਪਏ, ਜਾਂ ਗੁਰੂ ਨਾਨਕ ਸਾਹਿਬ ਦੇ ਨਾਲ ਇੰਨੀਆਂ ਕਥਾ ਕਹਾਣੀਆਂ ਜੋੜ ਦਿੱਤੀਆਂ। ਈਵਨ ਗੁਰੂ ਗੋਬਿੰਦ ਸਿੰਘ ਦੇ ਨਾਲ ਵੀ ਜਦੋਂ ਆਹ ਸੂਰਜ ਪ੍ਰਕਾਸ਼ ਦੀ ਗੱਲ ਹੁੰਦੀ ਆ, ਜਿੰਨੀਆਂ ਗੱਪ ਗੌੜ ਕਹਾਣੀਆਂ ਸਾਰੀਆਂ ਉਹ ਕਿਤੇ ਤੁਹਾਨੂੰ ਇਹ ਵਧਣ ਹੀ ਨਹੀਂ ਦੇ ਰਹੀਆਂ। ਇਹਨਾਂ ਚੋਂ ਸਾਨੂੰ ਬਾਹਰ ਨਿਕਲਣਾ ਨਹੀਂ ਭਾਜੀ। ਇੱਕ ਗੱਲ ਹੋਰ ਆ ਭਾਜੀ, ਮੈਂ ਨਾ ਉਹ ਇੰਟਰਵਿਊ ਸੁਣ ਰਿਹਾ ਸੀਗਾ, ਉਹ ਕੋਈ ਕਲਾਕਾਰ ਆ, ਉਹ ਗੀਤ ਲਿਖਦਾ ਹੈਗਾ, ਵੈਸੇ ਮੁਸਲਮਾਨ ਆ ਕਲਾਕਾਰ ਉਹ, ਤੇ ਉਹਨੇ ਭਾਈ ਸਾਹਿਬ ਢੱਡਰੀਆਂ ਵਾਲੇ ਜਿਹੜੇ ਰਣਜੀਤ ਸਿੰਘ ਜੀ ਆ, ਤੇ ਉਹਨਾਂ ਦੇ ਮਤਲਬ ਜਿਹੜਾ ਸੀਗਾ ਵੀ ਪੱਖ ਦੇ ਵਿੱਚ, ਫੇਵਰ ਦੇ ਵਿੱਚ ਉਹਨਾਂ ਨੇ ਵੀਡੀਓ ਪਾਈ ਵੀ ਕਹਿੰਦੇ ਸਾਨੂੰ ਚੰਗਾ ਲੱਗਦਾ ਹੈਗਾ, ਵਧੀਆ ਗੱਲਾਂ ਕਰਦਾ ਹੈਗਾ, ਤਰਕ ਦੀਆਂ ਗੱਲਾਂ ਕਰਦਾ ਹੈਗਾ। ਤਾਂ ਉੱਥੇ ਦੇ ਇੱਕ ਖਾਲਸੇ ਨੇ ਉਹਨੂੰ ਫੋਨ ਲਾਇਆ, ਕਹਿੰਦਾ ਵੀ ਤੁਹਾਡਾ ਜਦੋਂ ਕਹਿੰਦੇ ਧਰਮ ਹੈ ਨੀਗਾ, ਜਦੋਂ ਤੇਰਾ ਧਰਮ ਮੁਸਲਮਾਨ ਆ ਤੇ ਤੂੰ ਕਹਿੰਦਾ ਸਾਡੇ ਧਰਮ ਦੇ ਵਿੱਚ ਇੰਟਰਫੇਅਰ ਕਿਉਂ ਕਰਦਾ? ਕਹਿੰਦਾ ਵੀ ਮੈਂ ਕਿਸੇ ਧਰਮ ਨੂੰ ਨਹੀਂ ਮੰਨਦਾ ਹੈਗਾ, ਮੈਂ ਸਭ ਤੋਂ ਪਹਿਲਾਂ ਇਨਸਾਨ ਆ, ਇਨਸਾਨ ਹੋਣ ਦੇ ਨਾਤੇ ਤੇ ਮੈਨੂੰ ਮਤਲਬ ਉਹ ਬਹੁਤ ਚੰਗਾ ਲੱਗਦਾ ਹੈ, ਮੈਨੂੰ ਅੱਛਾ ਲੱਗਦਾ ਹੈ, ਮੈਂ ਉਹਦੀ ਫੇਵਰ ਦੇ ਵਿੱਚ ਵੀਡੀਓ ਪਾਈ ਹੈਗੀ ਹੈ, ਤੇ ਇਹਦੇ ਤੇ ਤੁਹਾਨੂੰ ਕਹਿੰਦਾ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਹ ਕਹਿੰਦਾ ਵੀ ਜਦੋਂ ਦਿੱਲੀ ਦੇ ਵਿੱਚ ਇੰਨੇ ਦੰਗੇ ਹੋਏ ਆ ਤੁਹਾਡੀ ਮਤਲਬ ਧਰਮ ਦੇ ਉੱਤੇ, ਤੇ ਤੁਸੀਂ ਕਹਿੰਦਾ ਉਦੋਂ ਕਿਉਂ ਨਹੀਂ ਬੋਲੇ? ਕਹਿੰਦਾ ਵੀ ਮੈਂ ਬੋਲਿਆ
ਤੇ ਉਹਦੇ ਤੇ ਕਹਿੰਦਾ ਮੈਂ ਥੋੜਾ ਜਿਹਾ ਦਿੱਤਾ ਹੈਗਾ, ਆਪਦਾ ਪੱਖ ਪੇਸ਼ ਕੀਤਾ ਹੈਗਾ। ਤੇ ਉਹ ਵਾਰ-ਵਾਰ ਉਹਨੂੰ ਇਹੀ ਗੱਲ ਦੁਹਰਾ ਰਿਹਾ, ਕਹਿੰਦਾ ਵੀ ਤੇਰਾ ਤਾਂ ਧਰਮ ਹੀ ਹੈ ਨਹੀਂਗਾ। ਤਾਂ ਉਹ ਜਦੋਂ ਕਹਿ ਰਿਹਾ ਵੀ ਮੇਰਾ ਇਨਸਾਨ ਧਰਮ ਹੈਗਾ, ਤਾਂ ਫਿਰ ਉਹਦੇ 'ਚ ਧਰਮ ਦੀ ਤਾਂ ਗੱਲ ਹੀ ਨਹੀਂ ਆ ਜਾਂਦੀ। ਤਾਂ ਇਸ ਕਰਕੇ ਮੈਂ ਸਮਝਦਾ ਹੈਗਾ ਵੀ ਬਹੁਤ ਸਾਰੇ ਲੋਕਾਂ ਦਾ ਜਿਹੜਾ ਦਿਮਾਗ ਆ ਉਹ ਧਰਮ ਦੇ ਦੁਆਲੇ ਘੁੰਮ ਰਿਹਾ ਹੈਗਾ ਤੇ ਜਾਤ ਦੇ ਦੁਆਲੇ ਘੁੰਮ ਰਿਹਾ ਹੈਗਾ। ਤੇ ਇਹ ਬਹੁਤ ਵੱਡਾ ਜਿਹੜਾ ਪਹਿਲੂ ਹੈ, ਇਹਦੇ ਤੇ ਵੀ ਜਿਹੜਾ ਦੇਖਣਾ ਪੈਣਾ ਸਾਨੂੰ। ਬਿਲਕੁਲ ਹਾਂਜੀ ਭਾਜੀ, ਆਪਾਂ ਜੇ ਥੋੜੀ ਜਿਹੀ ਗੱਲਬਾਤ ਕਰੀਏ ਤਾਂ ਭਾਜੀ ਪਵਨ ਨੇ ਸਾਨੂੰ ਕਿਹਾ ਸੀ, ਮੈਂ ਵੇਟ ਕਰਦਾ ਪਵਨ ਭਾਜੀ ਆ ਕੇ ਜੇ ਆਪਣਾ ਕੋਈ ਗੱਲਬਾਤ ਚਾਹੁੰਦੇ ਆ ਤਾਂ ਦੱਸ ਸਕਦੇ ਆਪਾਂ ਨੂੰ। ਪਵਨ ਭਾਜੀ ਨੇ ਇੱਕ ਬਈ ਮੈਨੂੰ ਉਹਨਾਂ ਨੇ ਮੈਸੇਜ ਕੀਤਾ ਸੀਗਾ, ਕਹਿੰਦੇ ਵੀਡੀਓ ਤੁਹਾਨੂੰ ਘੱਲਿਆ ਹੈਗਾ ਤੇ ਤੁਸੀਂ ਦੇਖੋਗੇ ਇਹਨੂੰ ਬਈ ਵਿੱਚੋਂ ਰੇਲ ਕਾਂਟਵਾ। ਮੇਰਾ ਮੰਨਣਾ ਠੀਕ ਆ ਭਾਜੀ, ਮੇਰਾ ਭਾਜੀ ਇਹ ਮੰਨਣਾ ਆ, ਦੇਖੋ ਆ ਹੁਣ ਹਲੇ ਲੱਗਦਾ 2 ਹਫ਼ਤੇ ਦੇ ਵਿੱਚ ਦੀ ਗੱਲ ਆ, ਕੋਈ ਮੁੰਡਾ ਸਨੀ ਕਰਕੇ ਇੱਦਾਂ ਕੋਈ ਲੁਧਿਆਣੇ ਤੋਂ ਸ਼ਾਇਦ ਇੱਧਰੋਂ ਹੈ ਨਾ ਮੁੰਡਾ ਹੈਗਾ, ਤੇ ਉਹਨੇ ਆਈਡੀਅਲ ਜਿੱਤਿਆ ਜਾਂ ਪਤਾ ਨਹੀਂ ਉਹ ਪਹਿਲਾਂ ਆਇਆ ਹੈਗਾ, ਤੇ ਉਹਨੂੰ ਵੀ ਗਰੁੱਪਾਂ ਦੇ ਵਿੱਚ ਲੋਕ ਇੱਦਾਂ ਕਰ ਰਹੇ ਨੇ, WhatsApp ਗਰੁੱਪਾਂ ਦੇ ਭੇਜ ਰਹੇ, ਦੇਖੋ ਜੀ ਇਹ ਮਤਲਬ ਆਹ ਤਾਂ ਸਾਡੀ ਜਾਤ ਦਾ ਬੰਦਾ ਆ। ਤੁਸੀਂ ਉਹ ਕਦੋਂ ਇਹ ਮੰਨ ਕੇ ਇਹ ਕਦੋਂ ਭਾਗ ਲੈਣ ਗਿਆ ਉਸ ਮੁਕਾਬਲੇ ਕੋਈ ਤੁਸੀਂ ਦੱਸਿਓ ਵੀ ਇੱਦਾਂ ਕਹਿ ਕੇ ਗਿਆ ਵੀ ਮੈਂ ਮਤਲਬ ਚਮਾਰ ਹੁਣ ਭਾਗ ਲੈਣ ਵੀ ਮੈਂ ਮੂਹਰੇ ਆ ਕੇ ਦਿਖਾ ਲੂੰਗਾ ਨਿਕਲ। ਹਾਂਜੀ, ਭਾਗ ਹੀ ਹੁੰਦਾ ਹਿੱਸਾ ਲੈਣਾ, ਉਹਦੀ ਜਿਹੜੀ ਕਲਾ ਹੈ ਉਹ ਕਲਾ ਲੈ ਕੇ ਗਈ, ਉਹਦੀ ਕਲਾ ਲੈ ਕੇ ਗਈ। ਤੇ ਜੇ ਹੁਣ ਆਪਾਂ ਦੂਸਰੇ ਪੱਖ ਦੀ ਵੀ ਗੱਲ ਕਰ ਲਈਏ, ਜਿਨ੍ਹਾਂ ਨੂੰ ਅਸੀਂ ਕਹਿੰਦੇ ਵੀ ਜਿਨ੍ਹਾਂ ਦੇ ਖਿਲਾਫ ਅਸੀਂ ਬੋਲਦੇ ਅਕਸਰ ਰਹਿੰਦੇ ਆ, ਉਹਨਾਂ ਦੀ ਗੱਲ ਕਰ ਲਈਏ ਵੀ ਉਹਨਾਂ ਨੇ ਕਿਤੇ ਇੱਦਾਂ ਕਿਹਾ ਵੀ ਕਿ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਜੇ ਅਸੀਂ ਜਾਤ ਸੁੰਘਦੇ ਹਾਂ ਬੱਚੇ ਦੀ ਜਾਂ ਬੰਦੇ ਦੀ ਜਾਂ ਕੁੜੀ ਦੀ ਮੁੰਡੇ ਦੀ ਜਿਹਦੀ ਵੀ ਨਾ ਜਿਹਦੇ ਕੋਲ ਟੈਲੈਂਟ ਵਾ, ਕੀ ਮਤਲਬ ਫਿਰ ਉਹ ਨਹੀਂ ਉਹਨੂੰ ਭਾਗ ਲੈਣ ਦੇਣਗੇ, ਉਹ ਕਿਉਂ ਅੱਗੇ ਲੈ ਕੇ ਜਾਣਗੇ ਹਨਾ? ਕਿਉਂ ਨਹੀਂ ਅਸੀਂ ਸਮਝਦੇ ਮਤਲਬ ਇਸ ਗੱਲ ਨੂੰ ਵੀ ਅਸੀਂ ਉਹਨਾਂ ਦੇ ਰਾਹ ਦੇ ਵਿੱਚ ਰੋੜੇ ਪਾਉਂਦੇ ਆ। ਸਾਡੀ ਜਿਹੜੀ ਸੋਚ ਵਾ ਉਹ ਜਿੱਦਾਂ ਕਵਿਤਾ ਦੇ ਵਿੱਚ ਕਹਿੰਦੇ ਸਾਡੀ ਸੋਚ ਦੇ ਵਿੱਚ ਵਿਚਾਰ ਦੇ ਵਿੱਚ ਨੁਕਸ ਉੱਥੇ ਆ, ਹੋਰ ਕਿਤੇ ਨਹੀਂ ਹੈਗਾ ਨੁਕਸ, ਹੈ ਨਾ? ਬਿਲਕੁਲ ਜੀ। ਇਹਦੇ 'ਚ ਇੱਕ ਹੋਰ ਵੀ ਗੱਲ ਆ ਭਾਜੀ, ਇਹ ਐਪਰੀਸ਼ੀਏਟ ਕਰਨਾ ਚਲੋ ਮੰਨ ਲੈਂਦੇ ਆ। ਸਵਾਲ ਪੈਦਾ ਹੁੰਦਾ ਵੀ ਅਸੀਂ ਤਾਂ ਭਾਈ ਜਿਹੜਾ ਹੈਗਾ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹਨੂੰ, ਵੀ ਤੁਸੀਂ ਜੇ ਐਪਰੀਸ਼ੀਏਟ ਹੀ ਕਰਨਾ ਹੈਗਾ ਉਹਨੂੰ, ਮਤਲਬ ਜਿਹੜਾ ਹੈਗਾ ਵੀ ਤੁਸੀਂ ਉਹਦੇ ਘਰ ਦੇ ਹਾਲਾਤ ਦੇਖੋ। ਆਹ ਗਰੀਬ ਘਰ ਦਾ ਬੱਚਾ ਸੀਗਾ ਤੇ ਬੜੇ ਲਾਚਾਰ ਸੀਗੇ ਇਹਦੇ ਮਾਂ-ਬਾਪ ਸੀ, ਤੇ ਇਹ ਬੰਦੇ ਨੇ ਦੇਖੋ ਜੀ ਗਰੀਬੀ ਰੇਖਾ ਤੋਂ ਉੱਠ ਕੇ ਤੇ ਕਿੱਡਾ ਮੁਕਾਮ ਹਾਸਲ ਕੀਤਾ। ਤੇ ਉਹਦੇ ਤੇ ਸੰਦੇਸ਼ ਪਾਇਆ ਜਾ ਸਕਦਾ ਵੀ ਭਾਈ ਸਭ ਨੂੰ ਜਿਹੜਾ ਹੈਗਾ ਵੀ ਹੱਕ ਹਕੂਕ ਹੈਗੀ ਹੈ, ਤੇ ਅੱਜ ਮੌਕਾ ਹੈਗਾ ਤੇ ਆਪਣਾ ਜਿਹੜਾ ਹੈਗਾ ਵੀ ਕਲਾ ਦਾ ਜਿਹੜਾ ਨੁਮਾਇਸ਼ ਕਰਕੇ ਤੁਸੀਂ ਜਿਹੜਾ ਅੱਗੇ ਵੱਧ ਸਕਦੇ ਹੈਗੇ ਆ। ਇਹ ਕੋਈ ਜ਼ਰੂਰੀ ਨਹੀਂ ਹੈ ਵੀ ਕਿਸੇ ਦਾ ਬਾਪ ਦਿਹਾੜੀ ਕਰਦਾ ਤੇ ਉਹਦੇ ਕੋਲੇ ਮਤਲਬ ਮੌਕੇ ਨਹੀਂ, ਉਹਦੇ ਕੋਲੇ ਮੌਕੇ ਆ, ਉਹ ਮੌਕਿਆਂ ਨੂੰ ਮਤਲਬ ਜਿਹੜਾ ਹੈਗਾ ਵੀ ਤੁਸੀਂ ਐਪਰੀਸ਼ੀਏਟ ਕਰੋ। ਉਹਨਾਂ ਨੂੰ ਜਾਤ ਦਾ ਤੇ ਨਾ ਲਓ ਤੁਸੀਂ, ਉਹਦਾ ਜਾਤ ਦਾ ਆਧਾਰ ਦੇ ਉੱਤੇ ਸ਼ੋਸ਼ਣ ਹੁੰਦਾ ਹੈਗਾ ਅੱਗੇ ਜਾ ਕੇ, ਇਹ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈਗਾ। ਬਿਲਕੁਲ, ਜਿਹੜੇ ਟੈਲੈਂਟ ਦੇ ਵਿੱਚੋਂ, ਕਲਾ ਦੇ ਵਿੱਚੋਂ ਜਾਂ ਮਤਲਬ ਕਿਸੇ ਦੇ ਹੁਨਰ ਦੇ ਵਿੱਚੋਂ ਉਹਦੀ ਜਿਹੜੀ ਮਤਲਬ ਕੁਆਲਿਟੀ ਉਹਦੇ ਵਿੱਚੋਂ ਨਾ ਸੁੰਘਦੇ ਆ ਜਾਤ, ਇਹਨਾਂ ਨੂੰ ਪਤਾ ਨਹੀਂ ਸੀ ਲੱਗਣਾ ਕਿਉਂਕਿ ਉਹ ਮੀਡੀਆ ਨੇ ਖਬਰ ਦਿੱਤੀ ਆ, ਮੀਡੀਆ ਨੇ ਚਲਾਈ ਖਬਰ ਵੀ ਇੱਕ ਜੁੱਤੀਆਂ ਗੰਢਣ ਵਾਲਾ ਬੱਚਾ ਜਿਹੜਾ ਜੁੱਤੀਆਂ ਗੰਢਦਾ ਸੀ, ਅੱਜ ਉਹ ਮਤਲਬ ਟੌਪ ਦੀ ਹੁਣ ਉਹਨੇ ਜਿਹੜਾ ਜੁੱਤੀਆਂ ਕੱਢਣਾ ਆ ਉਹ ਇੱਦਾਂ ਥੋੜ੍ਹੀ ਆ, ਜਿਹੜਾ ਘੁਮਿਆਰ ਵਾ ਜਿਹੜਾ ਮਿੱਟੀ ਦਾ ਭਾਂਡੇ ਬਣਾਉਂਦਾ ਉਹ ਘੁਮਿਆਰ ਉਹਦਾ ਕਿੱਤਾ ਆ। ਅੱਜ ਜੇਕਰ ਆਪਾਂ ਦੇਖੀਏ ਬਾਰਬਰ ਜਿਹਨਾਂ ਨੂੰ ਆਪਾਂ ਕਹਿੰਦੇ ਆ ਜਿਹੜੇ ਨਾਈ ਆਪਾਂ ਕਹਿ ਦਿੰਦੇ ਆ ਪੰਜਾਬੀ 'ਚ, ਹੁਣ ਨਾਈ ਤਾਂ ਆਪਣੀ ਇੱਕ ਜਾਤ ਮੰਨਿਆ, ਨਾਈ ਜਾਤ। ਅੱਜ ਜਿੰਨੇ ਚਮਿਆਰ ਜਾਤੀ ਦੇ ਜਾਂ ਬਾਲਮੀਕ ਜਾਤੀ ਦੇ ਜਿਹਨੂੰ ਚੂੜਾ ਬਰਾਦਰੀ ਕਹਿੰਦੇ ਆਪਾਂ, ਉਹ ਜਿੰਨੇ ਬੱਚੇ ਆ ਉਹ ਕਰਨਾ ਪੈਣਗੀਆਂ। ਹੁਣ ਕੀ ਉਹਨਾਂ ਨੂੰ ਮਤਲਬ ਫਿਰ ਉਹਨਾਂ ਨੂੰ ਫਿਰ ਉਸ ਜਾਤ ਨਾਲ ਪਕਾ ਇਹ ਕਿੱਤਾ ਠੀਕ ਆ। ਉਹਨੇ ਵੰਡ ਇੱਦਾਂ ਜਿਹੜੇ ਸ਼ੈਤਾਨ ਬੰਦਾ ਸੀ ਨਾ ਉਹਨੇ ਵੰਡ ਇਸ ਹਿਸਾਬ ਨਾਲ ਕੀਤੀ ਕਿ ਇਹਨਾਂ ਨੂੰ ਪਤਾ ਵੀ ਨਾ ਲੱਗੇ ਤੇ ਇਹਨਾਂ ਦੀ ਵੰਡ ਵੀ ਹੋ ਜਾਵੇ, ਪਰ ਉਹ ਕਿਤੇ ਨਾ ਕਿਤੇ ਅੱਜ ਸੈਂਟਰ ਦਾ ਕੰਮ ਕਰਦੇ ਆ, ਅੱਜ ਅਸੀਂ ਮੈਸਨ ਆ, ਅੱਜ ਅਸੀਂ ਪਤਾ ਨਹੀਂ ਕਿਹੜੀਆਂ ਮੱਲਾਂ ਮਾਰੀਆਂ ਆ, ਪਰ ਅਸੀਂ ਉਹਨਾਂ ਮੱਲਾਂ ਦੇ ਵਿੱਚੋਂ ਵੀ ਆਪਣੀ ਜਾਤ ਨੂੰ ਤਰਾਸ਼ਣਾ ਚਾਹੁੰਦੇ ਆ। ਇਹਨਾਂ ਨੂੰ ਜਿਹਨਾਂ ਨੂੰ ਮੁਸ਼ਕ ਆਉਂਦਾ ਨਾ ਜਾਤ ਦਾ ਉਹਦੇ ਵਿੱਚੋਂ, ਤੇ ਇਹਨਾਂ ਨੂੰ ਕਿਤੇ ਵੀ ਛੱਡ ਦਿਓ, ਇਹਨਾਂ ਨੂੰ ਤਾਂ ਭਾਵੇਂ ਤੁਸੀਂ ਸਵਰਗ ਦੇ ਵਿੱਚ ਵੀ ਛੱਡ ਦਿਓ, ਇਹਨਾਂ ਨੇ ਉਧਰਲਾ ਰਸਤਾ ਨਾ ਉਸ ਰਸਤੇ ਤੋਂ ਨਿਕਲ ਕੇ ਇਹਨਾਂ ਨੂੰ ਨਰਕ ਚੰਗਾ ਲੱਗਣਾ, ਕਿਉਂਕਿ ਜਿਹੜਾ ਬੰਦਾ ਜਿਹਨੂੰ ਉਹ ਸਮਾਜ 'ਚ ਰਹਿਣਾ ਆਟੋਮੈਟਿਕਲੀ ਆ ਕਿ ਉਹ ਹੋਰ ਕੁਛ ਉਹਨੂੰ ਨਜ਼ਰ ਨਹੀਂ ਆਉਣਾ, ਕਿ ਉਹ ਨਹੀਂ ਲੱਗਣੀਆਂ ਗੱਲਾਂ। ਹੁਣ ਆਪਾਂ ਨੂੰ ਮੰਨ ਲਓ ਵੀ ਇੱਕ ਨੂੰ ਤੁਸੀਂ ਸਮਝਾਓ ਜਿਹੜਾ ਨਸ਼ੇ ਕਰਦਾ ਹੈ ਉਹਨੂੰ ਸਮਝਾਓ ਉਹ ਤੁਹਾਡੀ ਗੱਲਾਂ ਵੱਲ ਧਿਆਨ ਨਹੀਂ ਦਊਗਾ। ਮੇਰੇ ਹੁਣ ਮੈਂ ਕਦੋਂ ਸਿਗਰਟ ਪੀਵਾਂ, ਕਦੋਂ ਮੈਂ ਤੰਬਾਕੂ ਆਪਣਾ ਨਸ਼ੇ ਦੀ ਪੂਰਤੀ, ਉਹਦਾ ਧਿਆਨ ਇਹ ਥੋੜ੍ਹੀ ਹੋਊਗਾ ਵੀ ਤੁਸੀਂ ਜਿਹੜੀਆਂ ਗੱਲਾਂ ਕਰਦੇ ਆ, ਨਾ ਉਹਦਾ ਧਿਆਨ ਉਸ ਪਾਸੇ ਨੂੰ ਹੋਣਾ।
ਤਾਂ ਇਹਨਾਂ ਨੂੰ ਉਹ ਲੋਕ ਜਿਨ੍ਹਾਂ ਨੂੰ ਮੈਂ ਗੱਲ ਕਰਦਾ ਵੀ ਜਿਹੜੇ ਜਾਤ ਮਿੰਟ ਤੇ ਜਾਤ ਸੁੰਘਦੇ ਆ, ਜਿਹੜੇ ਹੌਲੀ ਹੌਲੀ ਚੱਲਣ ਦਾ ਹਾਲੇ ਵੀ ਆ ਵੀ ਹੌਲੀ ਹੌਲੀ ਸਾਰੇ ਸਰੀਰ ਦੇ ਵਿੱਚ ਕੈਂਸਰ ਹੋ ਚੁੱਕਾ ਆ, ਉਹਨਾਂ ਨੂੰ ਉਹਨਾਂ ਲੋਕਾਂ ਨੂੰ ਆ ਸਾਡਾ ਇਹ ਸਵਾਲ ਵੀ ਜਿਹੜਾ ਤੁਸੀਂ ਚਮਾਰਬਾਦ ਦਾ ਰੌਲਾ ਪਾਉਂਦੇ ਆ। ਮੈਂ ਪਿੱਛੇ ਜਿਹੇ ਮੈਨੂੰ ਉਹ ਬੰਦੇ ਨੇ ਕਹਿੰਦੇ ਕਹਿ ਤਾ, ਕਹਿੰਦਾ ਵੀ ਤੂੰ ਸ਼ਰਮਾ ਲਿਖਾ ਲਾ, ਬਰਮਾ ਲਿਖਾ ਲਾ। ਮੈਂ ਕਿਹਾ ਵੀ ਉਹ ਲਿਖਾ ਕੇ ਕੀ ਫਰਕ ਪੈ ਜਾਣਾ, ਲਿਖਾਣ ਨਾਲ ਥੋੜ੍ਹੀ ਫਰਕ ਪੈਣਾ, ਸ਼ਰਮੇ ਬਰਮੇ ਤੁਹਾਡੀ ਸੋਚ ਨਾਲ ਫਰਕ ਪੈਣਾ ਆ, ਤੁਸੀਂ ਸੋਚ ਬਦਲ ਲਈ। ਹੁਣ ਗੁਰੂਆਂ ਨੇ ਕੀ ਲਿਖਾਇਆ, ਗੁਰੂਆਂ ਨੇ ਕੋਈ ਤਾਂ ਲਿਖਾਇਆ ਆਪਣੇ ਆਪ ਨੂੰ, ਗੁਰੂਆਂ ਨੇ ਕੋਈ ਇੱਦਾਂ ਆਪਣੇ ਉਹਨੀ ਤਾਂ ਜਿਹੜੀ ਗੱਲ ਪ੍ਰਕਿਰਤੀ 'ਤੇ ਛੱਡ ਦਿੱਤੀ ਵੀ ਪ੍ਰਕਿਰਤੀ ਆ ਉਹ ਤੁਹਾਨੂੰ ਹਰ ਚੰਗਾ ਮਾੜਾ ਸੁੱਖ ਸਹੂਲਤ ਜਿੱਦਾਂ ਦੀ ਹੈਗੀ ਆ ਉਹ ਸਾਰਿਆਂ ਨੂੰ ਬਰਾਬਰ ਦੀ ਦਿੰਦੀ ਆ। ਹੜ੍ਹ ਆ ਜਾਏ ਉਹਦੇ ਵਿੱਚ ਗਰੀਬ ਨੇ ਵੀ ਹੜ੍ਹਨਾ ਅਤੇ ਅਮੀਰ ਨੇ ਵੀ ਹੜ੍ਹਨਾ, ਧੁੱਪ ਛਾਂ ਹਵਾ ਜੋ ਵੀ ਹੈਗਾ ਉਹ ਤੁਹਾਨੂੰ ਇੱਦਾਂ ਨਜ਼ਰ ਆਉਣਾ। ਪਰ ਅਸੀਂ ਇੱਦਾਂ ਚੀਜ਼ਾਂ ਲੱਭਦੇ ਫਿਰਦੇ ਹਾਂ ਅਤੇ ਉਹ ਅਸੀਂ ਗੀਤਕਾਰਾਂ ਦੇ ਵਿੱਚੋਂ ਵੀ ਇੱਦਾਂ ਵੀ ਗਾਇਕਾਂ ਦੇ ਵਿੱਚੋਂ ਜਾਂ ਹੋਰ ਜਿੱਥੇ ਵੀ ਖੇਤਰ ਦੇ ਵਿੱਚ ਜਿੱਥੇ ਮੱਲਾਂ ਮਾਰੀਆਂ ਇਨਸਾਨ ਨੇ ਉੱਥੋਂ ਸਾਨੂੰ ਜਾਤ ਨਜ਼ਰ ਆਉਂਦੀ ਹੈ। ਇੱਦਾਂ ਹੀ ਜੇ ਅਸੀਂ ਭਾਜੀ ਮਨਜੀਤ ਭਾਜੀ ਜਿੱਦਾਂ ਇੱਕ ਗੱਲ ਹੋਰ ਵੀ ਆ, ਜਿੱਦਾਂ ਅਸੀਂ ਜਾਤ ਲੱਭਦੇ ਹਾਂ ਮਲ ਸਾਹਿਬ, ਤੇ ਉਹ ਵੀ ਤਾਂ ਇੱਦਾਂ ਹੀ ਲੱਭਦੇ, ਦੂਸਰੀਆਂ ਜਾਤਾਂ ਵਾਲੇ ਵੀ ਤਾਂ ਇੱਦਾਂ ਹੀ ਲੱਭਦੇ ਹੋਣੇ ਆ। ਸਿੱਖਣ ਵਾਲੀ ਗੱਲ ਤਾਂ ਇਹ ਸੀ ਕਿ ਜੇ ਇੱਕ ਬੰਦਾ ਇੰਨੀ ਮਿਹਨਤ ਕਰਕੇ ਆਪਣਾ ਟੈਲੈਂਟ ਅੱਗੇ ਲਿਜਾ ਕੇ ਇੱਥੇ ਤੱਕ ਪਹੁੰਚ ਸਕਦਾ ਆ, ਵੀ ਅਸੀਂ ਕਦੇ ਨਹੀਂ ਪਹੁੰਚ ਸਕਦੇ। ਉਹ ਤਾਂ ਸਿੱਖਣ ਵਾਲੀ ਗੱਲ ਆ ਕਿ ਹਰ ਇੱਕ ਇਨਸਾਨ ਕੋਸ਼ਿਸ਼ ਕਰਨ ਦੇ ਨਾਲ ਕਿਤੇ ਦੀ ਕਿਤੇ ਜਾ ਸਕਦਾ ਆ, ਆਪਣੀ ਮਿਹਨਤ ਦੇ ਨਾਲ ਆਪਣਾ ਜਿਹੜਾ ਦਿਖਾਲ ਕੇ। ਪਰ ਅਸੀਂ ਜਿੱਦਾਂ ਵੀ ਜਾਤਾਂ ਪਾਤਾਂ 'ਚ ਬਾਹਰ ਆ ਚੁੱਕੇ ਵਿਦੇਸ਼ਾਂ ਵਿਦੇਸ਼ਾਂ 'ਚ ਬੈਠੇ ਵੀ ਅਸੀਂ ਆਪਾਂ ਇੱਥੇ ਨਾ ਕੋਈ ਨਹੀਂ ਆਪਣੇ, ਨਾ ਕੋਈ ਖੇਤੀ ਦਾ ਕੰਮ ਕਰਦਾ ਆ, ਨਾ ਕੋਈ ਜੁੱਤੀਆਂ ਦਾ ਕਰਦਾ ਆ, ਨਾ ਨਾਈਆਂ ਦਾ। ਪਰ ਇੱਥੇ ਉਹਨਾਂ ਨੂੰ ਆਪਾਂ ਫੇਰ ਵੀ ਆਪਾਂ ਉਹ ਜਿਹੜੀ ਜਾਤ ਪਾਤ ਇੱਥੇ ਨਾਲ ਲੈ ਕੇ ਆਏ ਆ ਸਾਰੀਆਂ, ਅਸੀਂ ਉਹਨੂੰ ਛੱਡਣਾ ਹੀ ਨਹੀਂ ਚਾਹੁੰਦੇ। ਬਿਲਕੁਲ ਹਾਂਜੀ ਬਿਲਕੁਲ। ਹਾਂਜੀ ਮਨਜੀਤ ਉਹਦੇ ਚ ਮੰਨ ਲਾ ਭਾਜੀ ਇੱਕ ਹੋਰ ਵੀ ਗੱਲ ਆ, ਮੰਨ ਲਾ ਭਾਜੀ ਵੀ ਉਹ ਨਾ ਮਤਲਬ ਜੇ ਕੋਈ ਨਿਕਲ ਵੀ ਜਾਂਦਾ ਨਾ ਤੇ ਉਹਨੂੰ ਮਤਲਬ ਪਿਛਾਂਹ ਵੀ ਖਿੱਚ ਕੇ ਲੈ ਕੇ ਆਉਣਾ ਹੁੰਦਾ ਨਾ, ਉਹਨੂੰ ਦੱਸ ਕੇ ਵੀ ਇਹ ਫਲਾਨੀ ਜਾਤ ਦਾ ਹੈ, ਇਹਨੂੰ ਅੱਗੇ ਨਾ ਵਧਣ ਦੇਵੇ। ਕਿਉਂਕਿ ਹਲੇ ਲੋਕ ਜਾਤਵਾਦ ਦੇ ਵਿੱਚ ਫਸੇ ਬਹੁਤ ਆ। ਕਿਉਂਕਿ ਭਾਜੀ ਹਲੇ ਇਹ ਨਹੀਂ ਹੈ ਕਿ ਵੀ ਲੋਕ ਫਸੇ ਨਹੀਂ ਹੈ। ਜੇ ਆਪਾਂ ਕੱਲੀ ਚਮਾਰ ਜਾਤੀ ਦੀ ਗੱਲ ਕਰੀਏ, ਕੱਲੀ ਚਮਾਰ ਜਾਤੀ ਜਾਤ ਦੇ ਵਿੱਚ ਨਹੀਂ ਫਸੇਗੀ, ਸਾਰੀਆਂ ਜਾਤਾਂ ਹੀ ਜਾਤਾਂ ਦੇ ਵਿੱਚ ਫਸੀਆਂ ਬੈਠੀਆਂ ਹੈਗੀਆਂ, ਸਭ ਫਸੇ ਬੈਠੇ ਹੈਗੇ। ਤੇ ਉਹਦੇ 'ਚ ਇਹ ਹੁੰਦਾ ਹੈਗਾ ਵੀ ਜਦੋਂ ਇੱਕ ਚਮਾਰ ਜਾਤੀ ਵਿਅਕਤੀ ਜੇ ਕੋਈ ਮਤਲਬ ਅੱਗੇ ਵੱਧਦਾ ਹੈਗਾ ਤਾਂ ਉਹਨੂੰ ਦੇਖ ਕੇ ਮਤਲਬ ਉਹ ਦੂਜੀਆਂ ਜਾਤਾਂ ਚਿੜ ਮੰਨਦੀਆਂ ਇਸ ਚੀਜ਼ ਦੀਆਂ ਹੈਗੀਆਂ ਵੀ ਦੇਖੋ ਅਸੀਂ ਕਿਸੇ ਨਾਲੋਂ ਘੱਟ ਥੋੜੀ ਹੈਗੇ ਆ, ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਅੱਗੇ ਵੱਧਦੇ ਆ। ਭਾਵਨਾ ਨੂੰ ਤਿਆਰ ਕਰਨ ਲਈ ਫਿਰ ਇਦਾਂ ਕਰਦੇ ਆ। ਬਿਲਕੁਲ ਭਾਜੀ ਮਨਜੀਤ ਭਾਜੀ, ਹੁਣ ਤੁਹਾਨੂੰ ਯਾਦ ਹੋਊਗਾ ਨਾ ਵੀ ਕਹਿੰਦੇ ਨਹੀਂ ਹੁੰਦੇ ਵੀ ਜਿੱਦਾਂ ਹੁਣ ਆਪਾਂ ਵੈਸੇ ਹੋਰ ਤਰੀਕੇ ਨਾਲ ਮਸਾਲਾ ਕਰ ਸਕਦੇ ਹਾਂ। ਹੁਣ ਆਪਾਂ ਕੋਈ ਦੀਆਂ ਨਾਲੇ ਟੱਪਣੇ ਆ, ਠੀਕ ਆ, ਤੇ ਹੁਣ ਮੋਰੇ ਕੱਖ ਗਿਆ ਤੇ ਭਾਈ ਟੱਪਣ ਇਹ ਕੱਖ ਕੰਢੇ ਆ, ਇਹਨਾਂ ਨੂੰ ਜਿੱਦਾਂ ਕਹਿੰਦੇ ਵੀ ਅਲੰਘ ਕੇ ਤੁਹਾਨੂੰ ਅੱਗੇ ਮੰਜ਼ਿਲ ਵੱਲ ਵਧਣਾ ਪੈਣਾ। ਪਰ ਜੇ ਅਸੀਂ ਉਹਦੇ ਦੁਆਲੇ ਬੈਠੇ ਵੀ ਉਹ ਵੀ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਉਹ ਉੱਦਾਂ ਦੀ ਬਿਰਤੀ ਬਣ ਗਈ ਆ ਵੀ ਅਸੀਂ ਉਹਨੂੰ ਫੜ ਕੇ ਬੈਠ ਗਏ ਵੀ ਆਹ ਬੰਦਾ ਤਾਂ ਸਾਡੇ ਨਾਲ ਨਫ਼ਰਤ ਕਰਦਾ, ਉਹਨੂੰ ਟੱਪ ਕੇ ਨਾ ਆਪਣਾ ਟੈਲੈਂਟ ਦਿਖਾ ਲਓ, ਆਪਣਾ ਹੁਨਰ ਦਿਖਾ ਲਓ ਔਰ ਦੁਨੀਆ ਨੂੰ ਦੱਸ ਦਿਓ। ਜਿੱਦਾਂ ਮੁੰਡੇ ਸਨੀ ਨੇ ਦਿਖਾ ਲਿਆ, ਜਿਵੇਂ ਹੋਰ ਵੀ ਆ ਕੁੜੀ ਦੜਾਕ ਆ, ਚਲੋ ਅਸੀਂ ਮੰਨ ਲੈਂਦੇ ਵੀ ਉਹ ਛੋਟੀ ਜਾਤ 'ਚ ਪੈਦਾ ਮੰਨ ਲਿਆ ਸੀ। ਪਰ ਗੱਲ ਇਹ ਆ ਵੀ ਉਹਨੇ ਤਾਂ ਆਪਣਾ ਹੁਨਰ ਟੈਲੈਂਟ ਦਿਖਾ ਲਿਆ। ਹੁਣ ਟੈਲੈਂਟ ਜਦੋਂ ਦਿਖਾ ਲੈਣਾ ਤਾਂ ਉਹ ਤੁਹਾਨੂੰ ਜਾਤ ਵਾਲਾ ਜਿਹੜਾ ਫੱਟਾ ਨਾ ਟੱਪ ਕੇ, ਜਾਂ ਜਿਹੜਾ ਧਰਮਾਂ ਦੀ ਰੁਕਾਵਟ ਵਾ, ਜਾਂ ਜਿਹੜੀ ਇਹ ਹੀਣ ਭਾਵਨਾ ਦੀ ਰੁਕਾਵਟ ਵਾ, ਜਾਂ ਜਿਹੜੀ ਕਿਸੇ 'ਚ ਹੈਂਕੜਬਾਜੀ ਆ, ਉਹ ਵੀ ਇੱਕ ਹੀਣ ਭਾਵਨਾ ਹੀ ਆ। ਉਹ ਹੀਣ ਭਾਵਨਾ ਦੇ ਅਧੀਨ ਜਿਹੜੀ ਉਹ ਹੈਂਕੜ ਆਪਣੀ ਦਿਖਾ ਰਿਹਾ, ਉਹਨਾਂ ਸਾਰੀਆਂ ਜਿੱਦਾਂ ਰੁਕਾਵਟਾਂ ਨੂੰ ਟੱਪਦੇ ਹੋਏ ਜਦੋਂ ਆਪਾਂ ਦੌੜਦੇ ਹਾਂ, ਹਰਡਲ ਨਹੀਂ ਹੁੰਦੀ, ਹਰਡਲ ਦੌੜ ਹੁੰਦੀ ਆ, ਉਹ ਮੂਹਰੇ ਉਹ ਹੁੰਦੇ ਨਾ, ਉਹ ਟੱਪ ਕੇ ਜਾਣਾ ਹੁੰਦਾ। ਅਤੇ ਉਹਦੇ ਵਿੱਚ ਫਿਰ ਕਿੱਦਾਂ ਆਪਾਂ ਟੱਪਦੇ, ਇੱਦਾਂ ਥੋੜ੍ਹੀ ਵੀ ਆਪਾਂ ਰੁਕ ਜਾਂਦੇ ਹਾਂ ਵੀ ਪਹਿਲਾਂ ਉਹਨੂੰ ਲਾ ਕੇ ਥੱਲੇ ਰੱਖ ਦਈਏ, ਨਾ ਉਹ ਟੱਪ ਕੇ ਤੁਹਾਨੂੰ ਇਹੀ ਤਾਂ ਸਪੋਰਟਸਮੈਨਸ਼ਿਪ ਆ, ਇਹੀ ਤਾਂ ਖੇਡ ਦੀ ਭਾਵਨਾ ਵੀ ਤੁਹਾਨੂੰ ਦੱਸਣਾ ਵੀ ਜ਼ਿੰਦਗੀ ਵੀ ਇੱਕ ਖੇਡ ਵਾ। ਇਹਦੇ ਵਿੱਚ ਹੁਣ ਜੇ ਤੁਸੀਂ ਇੱਥੇ ਬੈਠ ਕੇ ਰੋਣ ਲੱਗ ਪਓ, ਤੁਸੀਂ ਲੰਘ ਨਹੀਂ ਸਕੇ, ਉਹਨੂੰ ਰੋਈ ਚਲੋ, ਪਿੱਟੀ ਚਲੋ। ਆਪਾਂ ਹਮੇਸ਼ਾ ਕਹਿੰਦੇ ਹਾਂ ਵੀ ਜਿਹੜਾ ਪਾਸਟ ਆ ਨਾ ਉਹਨੂੰ ਰੋ ਕੇ ਕਰਕੇ ਸਾਡਾ ਜਿਹੜਾ ਪ੍ਰੈਜੈਂਟ ਵੀ ਨਿਕਲ ਜਾਵੇ, ਅਤੇ ਫਿਊਚਰ ਦੀ ਅਸੀਂ ਕਦੋਂ ਆਸ ਰੱਖਣੀ ਆ, ਹੋ ਨਹੀਂ ਸਕਦੀ, ਕਿਉਂਕਿ ਸਾਡੇ ਦਿਮਾਗਾਂ ਦੇ ਵਿੱਚ ਜਿਹੜੀ ਚੀਜ਼ ਬੈਠੀ ਆ ਪਰ ਉਹਨੂੰ ਪਿੱਟੀ ਜਾਂਦੇ ਆ। ਅੱਗੇ ਵਧਣ ਦੀਆਂ ਕੋਈ ਸਕੀਮਾਂ ਨਹੀਂ ਲਾ ਰਹੇ। ਅਸੀਂ ਅੱਗੇ ਵਧਣਾ ਭਾਜੀ ਇਹਨੂੰ ਵੀ ਸਮਝਦੇ ਹਾਂ ਵੀ ਜੇ ਕੋਈ ਮਤਲਬ ਜਿਸ ਵੀ ਦਾਇਰੇ ਦੇ ਵਿੱਚ ਬੈਠੇ ਆ, ਜਿਸ ਵੀ ਛੱਪੜ ਦੇ ਵਿੱਚ ਬੈਠੇ, ਜਿਸ ਵੀ ਮੁਹੱਲੇ ਦੇ ਵਿੱਚ ਬੈਠੇ ਆ, ਹੈ ਨਾ, ਵੀ ਉਹਦੇ ਵਿੱਚੋਂ ਕਿਤੇ ਇੱਕ ਬੰਦਾ ਉੱਠ ਕੇ, ਮੰਨ ਲਓ ਮਨਜੀਤ ਸਿੰਘ ਬਠਿੰਡਾ ਵੀ ਉੱਠ ਕੇ ਕਿਤੇ ਇੱਦਾਂ ਦਾ ਕੰਮ ਕਰ ਦੇਵੇ, ਉਹਦੀ ਬੱਲੇ ਬੱਲੇ ਹੋਈ। ਬਸ ਅਸੀਂ ਉਹਨੂੰ ਹੀ ਦਿਖਾਈ ਜਾ ਰਹੇ ਹਾਂ, ਆਪ ਕੋਸ਼ਿਸ਼ ਨਹੀਂ ਕਰ ਰਹੇ। ਹਰ ਇੰਡੀਵਿਜੂਅਲ ਨੂੰ ਆਪਾਂ ਭਾਜੀ ਹਮੇਸ਼ਾ ਕਿਹਾ, ਜਿੰਨਾ ਚਿਰ ਸਾਡੀ ਆਰਥਿਕ ਹਾਲਤ ਨਹੀਂ ਸੁਧਰਦੀ, ਜਿੰਨਾ ਚਿਰ ਅਸੀਂ ਗਿਆਨਵਾਨ ਨਹੀਂ ਹੁੰਦੇ। ਗਿਆਨਵਾਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਪਾਠ ਪੜ੍ਹਨੇ ਆ ਜਾਂ ਮਤਲਬ ਤੁਸੀਂ ਗ੍ਰੰਥ ਪੜ੍ਹਨੇ ਰਟਣੇ ਆ, ਉਹ ਮਤਲਬ ਤੁਸੀਂ ਸਿੱਖਿਆ, ਐਜੂਕੇਸ਼ਨ, ਹੈ ਨਾ,
ਉਹ ਲੈ ਕੇ ਫਿਰ ਉਹਨੂੰ ਵਰਤਣਾ। ਹੁਣ ਐਜੂਕੇਸ਼ਨ ਤਾਂ ਲਈਓ ਲੋਕਾਂ ਨੇ, ਸਭ ਤੋਂ ਵੱਧ ਐਜੂਕੇਟਡ ਲੋਕ ਹੈਗੇ ਜਿਹੜੇ ਉਹ ਵਹਿਮਾਂ ਭਰਮਾਂ 'ਚ ਅੱਜ ਫਸੇ ਬੈਠੇ ਅੱਜ ਆਲੇ ਦੁਆਲੇ ਆਪਾਂ ਦੇਖੀਏ। ਪਰ ਨਹੀਂ, ਐਜੂਕੇਸ਼ਨ ਦਾ ਅਸਲ ਮਤਲਬ ਇਹ ਹੁੰਦਾ ਕਿ ਤੁਸੀਂ ਆਸੇ ਪਾਸੇ ਤੋਂ ਕੀ ਸਿੱਖਦੇ ਹੋ, ਉਹ ਸਿੱਖਣਾ, ਉਹ ਆਪਣੇ ਆਪ ਦੇ ਵਿੱਚ ਮਹਾਨ ਹੈ। ਕਿਸੇ ਦੇ ਮਗਰ ਲੱਗਣਾ ਅਸੀਂ ਛੇਤੀ ਜਾਣਦੇ। ਭਾਜੀ ਫਿਰ ਬਿਲਕੁਲ ਬਿਲਕੁਲ ਆਸੇ ਪਾਸੇ ਤਾਂ ਫਿਰ ਅਸੀਂ ਇਹੀ ਸਿੱਖਦੇ ਆ ਨਾ ਵੀ ਅਸੀਂ ਮਤਲਬ ਵੀ ਭਾਲਦੇ ਰਹਿੰਦੇ ਹੈਗੇ ਆ, ਸੁਣਦੇ ਰਹਿੰਦੇ ਹੈਗੇ ਆ ਵੀ ਦੇਖੀਏ ਕਿਹੜੇ ਕਿਹੜੇ ਲੋਕ ਆ ਜਿਹੜੇ ਮਤਲਬ ਅੱਗੇ ਵੱਧ ਰਹੇ ਹੈਗੇ ਆ, ਉਹਨਾਂ ਦੀ ਜਾਤ ਕੀ ਹੈਗੀ ਆ। ਕਿਉਂਕਿ ਇਹ ਜ਼ਰੂਰੀ ਨਹੀਂ ਹੈ ਭਾਜੀ ਇਹ, ਕਿਉਂਕਿ ਹੋਰ ਵੀ ਬਹੁਤ ਸਾਰੀਆਂ ਜਾਤਾਂ ਦੇ ਲੋਕ ਆ ਜਿਹੜੇ ਅੱਗੇ ਵਧੇ ਹੈਗੇ ਆ। ਤਾਂ ਉਹਦੇ ਵਿੱਚ ਮਤਲਬ ਇਕੱਲੀ ਆਪਾਂ ਵਿਸ਼ੇਸ਼ ਜਾਤੀ ਨੂੰ ਮਤਲਬ ਜਿਹੜਾ ਪ੍ਰਮੋਟ ਕਰ ਰਹੇ ਹੈਗੇ ਆ, ਕਿਤੇ ਨਾ ਕਿਤੇ ਇਹ ਗੁਰੂ ਸਾਹਿਬ ਦੇ ਸਿਧਾਂਤ ਨੂੰ ਜਿਹੜੀ ਅਸੀਂ ਚੋਟ ਮਾਰ ਰਹੇ ਹੈਗੇ ਆ। ਗੁਰੂ ਸਾਹਿਬ ਦੀ ਗੱਲ ਜਿਹੜੀ ਕਹੀ ਹੈ ਉਹਨਾਂ ਨੇ, ਅਸੀਂ ਉਹਨੂੰ ਨਹੀਂ ਮੰਨ ਰਹੇ ਹੈਗੇ। ਤੇ ਅਸੀਂ ਇੱਕ ਪਾਸੇ ਦੁਹਾਈ ਦਿੰਦੇ ਹੈਗੇ ਵੀ ਅਸੀਂ ਤਾਂ ਦੇਖੋ ਜੀ ਗੁਰੂ ਰਵਿਦਾਸ ਦੇ ਪੁੱਤਰ ਹੈਗੇ ਆ। ਤਾਂ ਗੁਰੂ ਰਵਿਦਾਸ ਨੇ ਹਮੇਸ਼ਾ ਹੀ ਆਪਣੇ ਜਿਹੜੇ ਸਮਕਾਲੀ ਲੋਕ ਸੀਗੇ ਵੱਖ-ਵੱਖ ਜਾਤਾਂ ਦੇ, ਉਹਨਾਂ ਨੂੰ ਹਮੇਸ਼ਾ ਹੀ ਉਹ ਬੜੀ ਨਿਮਰਤਾ ਪੂਰਵਕ ਉਹਨਾਂ ਨੇ ਸੰਬੋਧਨ ਕੀਤਾ ਹੈਗਾ ਬਾਣੀ ਦੇ ਵਿੱਚ। ਇਹ ਪ੍ਰਤੱਖ ਜਿਹੜਾ ਹੈਗਾ ਵੀ ਆਪਣੇ ਕੋਲੇ ਪ੍ਰਮਾਣ ਆ ਇਹ ਬਾਣੀ ਦਾ, ਉਹਦੇ ਵਿੱਚ ਉਹਨਾਂ ਨੇ ਬੜੇ ਮਤਲਬ ਪੂਰੇ ਜਾਨੀ ਕਿ ਕਹਿ ਰਹੀ ਆਪਾਂ ਵੀ ਮਾਣ ਦੇ ਨਾਲ ਉਹਨਾਂ ਦਾ ਨਾਮ ਲਿਆ ਹੈਗਾ, ਉਹਨਾਂ ਨੂੰ ਬੜਾ ਇਹਦਾ ਸਤਿਕਾਰ ਦਿੱਤਾ ਸੀਗਾ ਵੀ ਇਸ ਤਰ੍ਹਾਂ ਕਰਕੇ ਵੀ ਉਹ ਲੋਕ ਆ ਜਿਹੜੇ ਵੀ ਅੱਗੇ ਲੰਘ ਗਏ ਹੈਗੇ ਆ ਵੀ ਤੇਰਾ ਜਿਹੜਾ ਨਾਮ ਲੈ ਕੇ, ਨਾਮਦੇਵ ਕਬੀਰ ਤਲੋਚਨ ਸਭਨਾ ਸੈਨ ਤਰੇ, ਗਰੀਬ ਨਵਾਜ ਗਸਈਆਂ ਮੇਰਾ ਮਾਥੇ ਛਤਰ ਤਰੇ। ਉਹਦੇ ਵਿੱਚ ਫਿਰ ਇਹ ਮਤਲਬ ਜਿਹੜੀ ਚਮਾਰ ਹੀ ਜਾਤੀ ਦੇ ਲੋਕਾਂ ਨੂੰ ਮਤਲਬ ਭਾਲ ਕੇ ਲਿਆਂਦਾ ਜਾਂਦਾ ਹੈਗਾ। ਦੇਖੋ ਜੀ ਇਹ ਫਲਾਨੀ ਮਤਲਬ ਜਿਹੜਾ ਹੈਗਾ ਚਮਾਰ ਜਾਤੀ ਦਾ ਬੰਦਾ ਹੈਗਾ, ਇਹਨੇ ਬੜੀ ਤਰੱਕੀ ਕੀਤੀ ਹੈ, ਤੇ ਦੂਜੀਆਂ ਜਾਤਾਂ ਦੇ ਕਿਉਂ ਨਹੀਂ ਦੱਸਦਾ ਵੀ ਆ ਵੀ ਸਾਡਾ ਬੰਦਾ ਆ। ਜਦੋਂ ਕੋਈ ਗਲਤ ਕੰਮ ਕਰਦਾ ਉਹਨੂੰ ਨਹੀਂ ਕਹਿੰਦੇ ਵੀ ਇਹ ਸਾਡਾ ਬੰਦਾ ਆ, ਭਾਵੇਂ ਹੋਵੇ ਵੀ ਫਿਰ ਉੱਥੇ ਪਰਦਾ ਪਾਉਂਦੇ ਆ। ਹਾਂ ਮਨਜੀਤ ਮੱਲ ਸਾਹਿਬ ਦੀ ਗੱਲ ਠੀਕ ਆ, ਆਪਾਂ ਪਿੱਛੇ ਜੇ ਤੁਗਲਾ ਗੱਲ ਨਹੀਂ ਕੀਤੀ ਤਾਂ ਇੱਥੇ ਬੰਦੇ ਆ ਗਏ ਇਦਾਂ ਜਸਟੀਫਿਕੇਸ਼ਨ ਦੇ ਵੀ ਛੱਡੇ ਹੋ ਸਕਦੇ ਸਰਕਾਰ ਨੇ। ਉਹ ਜਿਹੜੇ ਫੜੇ ਸੀ ਉਹ ਤਾਂ ਨਹੀਂ ਗਲਤ ਸੀਗੇ, ਜਿਹੜੇ ਬਿਲਕੁਲ ਹੀ ਹੈ ਨਾ, ਉਹ ਵੀ ਦੂਸਰੀ ਜਾਤ ਉਹਨਾਂ ਨੇ ਫੜ ਲਏ, ਉਹ ਤਾਂ ਤੁਹਾਡੇ ਲੋਕ ਹੀ ਫੜੇ ਆ। ਪਰ ਇਹ ਗੱਲ ਵੀ ਅਸੀਂ ਕਿਤੇ ਨਾ ਕਿਤੇ ਆਪਣੀ ਜਿਹੜੀਆਂ ਨਾਕਾਮੀ ਆ ਉਹਨੂੰ ਹੋਣ ਦੀ ਕੋਸ਼ਿਸ਼, ਇਹ ਤਾਂ ਕੁਦਰਤੀ ਵਰਤਾਰਾ। ਬੰਦਾ ਮੇਰਾ ਮੰਨ ਲਓ ਵੀ ਮੈਂ ਕੋਈ ਕਿਸੇ ਦਾ ਨੁਕਸਾਨ ਕਰ ਦਿੰਦਾ, ਕੋਈ ਮੈਂ ਗਲਤ ਕੰਮ ਕਰ ਦਿੰਦਾ ਤਾਂ ਮੈਂ ਉਹਨੂੰ ਲੁਕਾਉਣਾ ਆ, ਪਰ ਉਹਨੂੰ ਕਿੰਨਾ ਕੁ ਚਿਰ ਲੁਕੋ ਸਕਦੇ ਆ ਆਪਾਂ, ਉਹ ਕਿਤੇ ਨਾ ਕਿਤੇ ਤਾਂ ਉਜਾਗਰ ਤਾਂ ਹੋਣਾ ਹੀ ਆ। ਪਰ ਸਵਾਲ ਇਹ ਆ ਵੀ ਅਸੀਂ ਜਦੋਂ ਬਾਹਰ ਨਿਕਲਣਾ ਕਿੱਦਾਂ ਆ, ਵੀ ਇਹ ਕੋਈ ਵੀ ਬੰਦਾ ਚੰਗਾ ਜਾਂ ਮਾੜਾ ਕੋਈ ਕੰਮ ਕਰ ਸਕਦਾ ਹੈ ਨਾ। ਵੀ ਤਕੜੇ ਆ ਜਿਹੜੇ ਆਪਣੇ ਆਪ ਨੂੰ ਅਕਾਲੀ ਕਹਿੰਦੇ ਸੀਗੇ, ਉਹ ਕਿੱਦਾਂ ਸੁੱਚਾ ਸਿੰਘ ਨੇ ਕਿੰਨਾ ਗੰਦ ਪਾਇਆ ਹੈ ਨਾ, ਉਹ ਅਕਾਲੀ ਨੇ, ਉਹਦੀ ਵੀਡੀਓ ਆਈ, ਉਹ ਕਿੰਨੀ ਬਦਨਾਮੀ। ਬਿਲਕੁਲ ਕੋਈ ਵੀ ਬੰਦਾ ਕਰ ਸਕਦਾ ਗਲਤ ਕੰਮ ਹੈ ਨਾ, ਪਰ ਜੇ ਕੋਈ ਚੰਗਾ ਕਰਦਾ, ਹੁਣ ਉੱਥੇ ਚੰਗੇ ਬੰਦੇ ਵੀ ਹੈਗੇ ਆ ਜਿਹੜੇ ਚੰਗੇ ਕੰਮ ਕਰਦੇ ਆ, ਜਿਨ੍ਹਾਂ ਦਾ ਕਿਰਦਾਰ ਉੱਚਾ ਸੁੱਚਾ ਆ, ਜਾਂ ਜਿਹੜੇ ਉਹ ਸਮਾਜ ਨੂੰ ਵਧੀਆ। ਭਾਈ ਰਣਜੀਤ ਸਿੰਘ ਦੀ ਆਪਾਂ ਗੱਲ ਕਰਦੇ ਜਦੋਂ, ਤਾਂ ਉਹ ਵੀ ਕਿਤੇ ਨਾ ਕਿਤੇ, ਹਾਲਾਂਕਿ ਅਸੀਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੈਗੇ, ਪਰ ਜਿਹੜਾ ਇੱਕ ਫਾਰਮੂਲਾ, ਜਿਹੜਾ ਇੱਕ ਸਿਧਾਂਤ ਘੜਿਆ ਜਾ ਕਿਤੇ ਨਾ ਕਿਤੇ ਜਿੱਥੇ ਸਾਨੂੰ ਚੰਗੀ ਗੱਲ ਵਾ ਉਹ ਅਸੀਂ ਉਹਨੂੰ ਮੰਨਦੇ ਹਾਂ। ਪਰ ਗੱਲ ਇਹ ਆ ਵੀ ਅਸੀਂ ਜਦੋਂ ਨਾ ਲੁਕਾਉਂਦੇ ਆ ਆਪਣੀ ਗਲਤੀ ਨੂੰ, ਨਾਕਾਮੀ ਨੂੰ, ਅਸੀਂ ਜ਼ਿੰਮੇਵਾਰ ਨਹੀਂ ਬਣਦੇ। ਅਸੀਂ ਸੁਣੀ ਤਾਂ ਜਾਂਦੇ ਵੀ ਜ਼ਿੰਮੇਵਾਰ ਬਣੋ, ਪਰ ਅਸੀਂ ਜ਼ਿੰਮੇਵਾਰ ਬਣ ਨਹੀਂ ਰਹੇ। ਸਭ ਤੋਂ ਵੱਧ ਜਾਤ ਅਸੀਂ ਫੈਲਾਉਂਦੇ ਹਾਂ, ਸਭ ਤੋਂ ਵੱਧ ਅਸੀਂ ਜਿੱਦਾਂ ਕਹਿ ਲਓ ਵੀ ਆਪਣੇ ਗੁਰੂਆਂ ਦੇ ਉਲਟ। ਜਦੋਂ ਆਪਾਂ ਮਨਜੀਤ ਭਾਜੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਗੁਰਪੁਰਬ ਲੰਘ ਕੇ ਕਿੱਦਾਂ ਢੋਲ ਢਮੱਕੇ ਵੱਜੇ, ਕਿੱਦਾਂ ਜਾਗੋਆਂ ਨਿਕਲ ਰਹੀਆਂ, ਕਿੱਦਾਂ ਮਤਲਬ ਹਰ ਉਹ ਪਖੰਡ ਕੀਤਾ ਜਾਂਦਾ, ਕਿੱਦਾਂ ਗੁਰੂ ਸਾਹਿਬ ਦੇ ਮੂਹਰੇ ਜਿੱਦਾਂ ਕਿੱਦਾਂ ਕਿਹੜੇ ਮੂੰਹ ਨਾਲ ਇੱਦਾਂ ਗੁਰੂ ਸਾਹਿਬ ਦੇ ਮੂਹਰੇ ਜਿਹੜੀ ਆਰਤੀ ਜਿਹੜੀ ਉਹ ਥਾਲੀ ਦੇ ਵਿੱਚ ਬਾਲ ਕੇ ਵੀ ਘੁਮਾ ਰਹੇ ਹੁੰਦੇ ਆ। ਇਹਨਾਂ ਨੂੰ ਇਹ ਗੁਰੂ ਹੁੰਦੇ ਜਾਂ ਗੁਰੂ ਉਹ ਹੁੰਦਾ ਜਿਹੜਾ ਕਹਿੰਦਾ ਵੀ ਇਹ ਨਹੀਂ ਘੁਮਾਉਣਾ? ਇਹ ਗੱਲ ਤਾਂ ਭਾਜੀ ਉਹੀ ਆ ਗਈ ਹੈ ਨਾ। ਹੁਣ ਤੁਸੀਂ ਦੇਖੋ ਸਹੀ ਵੀ ਆ, ਤੁਸੀਂ ਹੁਣ ਪਹਿਲਾਂ ਕਹਿ ਕੇ ਹਟੇ ਆ ਵੀ ਉਹਦਾ ਕਲੇਰ ਕੰਠ ਦਾ ਜਿਹੜਾ ਗੀਤ ਆ ਰਿਹਾ ਮਾਤਾ ਦਾ ਜਗਰਾਤਾ, ਉਹਦੇ ਤੇ ਵਿਚਾਰ ਕਰੋ ਭਾਈ। ਉਹਦਾ ਤਾਂ ਬਿਜ਼ਨਸ ਹੈ, ਉਹ ਬੰਦੇ ਨੇ ਕਦੇ ਇਹ ਗੱਲ ਨਹੀਂ ਕਹੀ ਕਿ ਵੀ ਮੈਂ ਮਿਸ਼ਨਰੀ ਬੰਦਾ ਹੈਗਾ ਜਾਂ ਮੈਂ ਅੰਬੇਡਕਰੀ ਹੈਗਾ, ਉਹਨੇ ਨਹੀਂ ਗੱਲ ਕੀਤੀ ਹੈ ਕਿਤੇ ਵੀ। ਤਾਂ ਉਹ ਕੁਛ ਵੀ ਗਾ ਸਕਦਾ ਹੈਗਾ। ਪਰ ਇਹਦੇ ਚ ਤੁਸੀਂ ਦੇਖੋ ਇੰਟਰਸਟਿੰਗ ਗੱਲ ਦੇਖੋ ਵੀ ਜਿਹੜਾ ਚੰਗਾ ਪਹਿਲੂ ਆ, ਜਿਵੇਂ ਮੰਨ ਲਓ ਵੀ ਕੋਈ ਰੇਸ਼ ਦੇ ਵਿੱਚ ਆ ਗਿਆ, ਗਾਇਕੀ ਦੇ ਵਿੱਚ ਆ ਗਿਆ, ਚਮਾਰ ਜਾਤੀ ਦੇ ਲੋਕ ਆ, ਉਹ ਤਾਂ ਕਰਾਂਗੇ ਅਸੀਂ ਜਾਤ ਦਾ ਨਾਂ ਲੈ ਕੇ ਐਪਰੀਸ਼ੀਏਟ ਉਹਨਾਂ ਨੂੰ। ਜਿਹੜੇ ਉਹਨਾਂ ਦੇ ਵਿੱਚ ਮਾੜੇ ਆ, ਉਹਨਾਂ ਦੇ ਮਾੜਿਆਂ ਦੀ ਗੱਲ ਹੈ ਜਿਹੜਾ ਉਹ ਝੱਲੀ ਤੇ ਮਤਲਬ ਹੋਰ ਜਿਹੜੇ ਸਾਥੀ ਹੈ ਝੱਲੀ ਸਾਹਿਬ ਦੇ ਨਾਲ ਜੁੜੇ ਹੋਏ, ਉਹ ਲੋਕ ਕਰਨ, ਅਸੀਂ ਨਾ ਕਰੀਏ।
ਵੀ ਜੇ ਉਹਦਾ ਕੋਈ ਮਾੜਾ ਪਹਿਲੂ ਉਹਦੇ ਤੁਸੀਂ ਭਾਈ ਖੁਦ ਵਿਚਾਰ ਚਰਚਾ ਕਰਕੇ ਪਾ ਦਿਓ। ਤੁਹਾਨੂੰ ਕੀ ਹੋਇਆ ਹੈਗਾ, ਤੁਸੀਂ ਖੁਦ ਵੀਡੀਓ ਬਣਾਓ ਵੀ ਭਾਈ ਆਹ ਬੰਦਾ ਜਿਹੜਾ ਹੈਗਾ ਵੀ ਇਹ ਚਮਾਰ ਜਾਤੀ ਦਾ ਅੱਜ ਇਹ ਮਾਤਾ ਦੀਆਂ ਭੇਟਾਂ ਗਾਉਂਦਾ ਹੈਗਾ ਤੇ ਵੈਸੇ ਇਹ ਚਮਾਰ ਜਾਤੀ ਦਾ, ਤੇ ਚਮਾਰ ਜਾਤੀ ਦੇ ਬੰਦਿਆਂ ਨੂੰ ਹੱਕ ਨਹੀਂ ਹੈ ਮਾਤਾ ਦੀਆਂ ਭੇਟਾਂ ਗਾਉਣ ਦਾ, ਕਿਉਂਕਿ ਚਮਾਰ ਜਾਤੀ ਜਿਹੜੀ ਉਹ ਅੰਬੇਡਕਰ ਨੂੰ ਮੰਨਣ ਵਾਲੀ ਜਾਤੀ, ਤਾਂ ਉਹ ਤੁਸੀਂ ਪਾਓ ਭਾਈ। ਤੁਸੀਂ ਮਤਲਬ ਜਿਹੜਾ ਹੈਗਾ ਉਹਦਾ ਪਹਿਲਾਂ ਤੁਸੀਂ ਸਾਨੂੰ ਕਿਉਂ ਕਹਿੰਦੇ ਹੈਗੇ, ਹਾਲਾਂਕਿ ਉਹਦੇ ਤੇ ਆਪਣਾ ਕੋਈ ਹੱਕ ਨਹੀਂ ਬਣਦਾ ਹੈਗਾ, ਕਿਉਂਕਿ ਉਹਦੇ ਤੇ ਆਪਾਂ ਨੂੰ ਕੋਈ ਕਿੰਤੂ ਪਰੰਤੂ ਕਰਨਾ, ਕਿਉਂਕਿ ਉਹਦਾ ਧੰਦਾ ਹੈ, ਉਹਦਾ ਬਿਜ਼ਨਸ ਆ। ਅਸੀਂ ਭਾਜੀ ਇੱਕ ਕਮਿਟਮੈਂਟ ਹੋਰ ਅਸੀਂ ਕਰਦੇ ਹਾਂ ਹੈਨਾ, ਆਪਾਂ ਸਾਰੇ ਵੀ ਜੇ ਕੱਲ ਮਿਸ਼ਨਰੀ ਕਹਾਉਂਦੇ ਆ ਇਹ ਜਿਹੜੇ ਡੇਰਿਆਂ ਤੇ ਜਾ ਕੇ ਮਤਲਬ ਇਹ ਸਾਰਾ ਕੁਝ ਪਖੰਡ ਕਰਦੇ ਆ, ਗੁਰੂ ਦੀਆਂ ਆਰਤੀਆਂ, ਫਿਰ ਇਹੀ ਮਿਸ਼ਨਰੀ ਕਲਾਕਾਰ ਉੱਥੇ ਬੈਠੇ ਦੇਖੇ ਮੈਂ ਪੀਰਾਂ ਦੀ ਸਮਾਧ ਉੱਤੇ ਪਿੱਛੇ ਜੇ ਆਪਾਂ ਪ੍ਰੋਗਰਾਮ ਵੀ ਕੀਤਾ ਸੀਗਾ ਹੈ ਨਾ, ਵੀਡੀਓ ਆਈ ਸੀਗੀ ਮੈਨੂੰ, ਪਰ ਉਹ ਜਿਹਨੀ ਵੀਡੀਓ ਭੇਜੀ ਸੀ ਉਹਨਾਂ ਦੀ ਵੀ ਇੰਨੀ ਕੁ ਨਾਕਾਮੀ ਆ ਵੀ ਉਹ ਸਿੱਧਾ ਨਹੀਂ ਕਹਿ ਰਹੇ ਮਤਲਬ ਉਹਨਾਂ ਨੂੰ ਵੀ ਤੁਸੀਂ ਆਹ ਕੰਮ ਕਰਦੇ ਆ, ਨਹੀਂ, ਪਰ ਉਹ ਸਾਡੇ ਕੋਲੋਂ ਹੀ ਮਤਲਬ ਕਹਾਇਆ ਜਾਂਦਾ। ਤਾਂ ਬਾਕੀ ਕਲੀਅਰ ਕੰਠ ਉਹਨਾਂ ਦੀ ਇੱਕ ਹੋਰ ਗੱਲ ਮੈਂ ਕਹਿਣਾ ਜਾਵਾਂ, ਉਹਨਾਂ ਨੇ ਕਦੇ ਹਥਿਆਰਾਂ ਨੂੰ ਪ੍ਰਮੋਟ ਨਹੀਂ ਕੀਤਾ ਹੈਗਾ ਗਾਣਿਆਂ ਦੇ ਵਿੱਚ ਜ਼ਿਆਦਾ ਕਰਕੇ, ਜਿੱਦਾਂ ਅੱਜ ਕੱਲ੍ਹ ਕਲਾਕਾਰ ਕਰਦੇ ਹੈਗੇ ਆ ਆਪਣੀ ਜਾਤ ਨੂੰ ਜਾਂ ਹਥਿਆਰਾਂ ਨੂੰ। ਉਹਨਾਂ ਦੇ ਬਹੁਤ ਹੀ ਧੀਆਂ ਭੈਣਾਂ ਦੇ ਵਿੱਚ ਆਪਣੇ ਫੈਮਿਲੀ 'ਚ ਬੈਠ ਕੇ ਗਾਣੇ ਸੁਣਨ ਵਾਲੇ ਹੁੰਦੇ ਆ, ਬਹੁਤ ਸਾਰੇ ਜ਼ਿਆਦਾ ਆ ਉਹਨਾਂ ਦੇ ਗਾਣੇ। ਇੱਕ ਟ੍ਰੈਂਡ ਹੁੰਦਾ ਫਿਲਮੀ ਗੀਤ ਹਾਂਜੀ ਕਿਉਂਕਿ ਲੋਕਾਂ ਦੇ ਵਿੱਚ ਭਾਜੀ ਹਾਂਜੀ ਇੱਕ ਉਹਨਾਂ ਦੀ ਖਾਸੀਅਤ ਹੈਗੀ ਆ। ਆਮ ਅਸੀਂ ਘਰਾਂ ਦੇ ਵਿੱਚ ਟੈਲੀ ਦੇਖਦੇ ਆ, ਬੱਚੇ ਬੈਠੇ ਹੁੰਦੇ ਆ ਜਿਹੜੇ ਅਸੀਂ ਕਦੇ ਆਪਣੇ ਅਸੀਂ ਹੁਣ ਵੀ ਅਸੀਂ ਆਪਣੇ ਮਾਂ-ਬਾਪ ਦੇ ਸਾਹਮਣੇ ਬੈਠ ਕੇ ਨਹੀਂ ਦੇ ਸਕਦੇ, ਜਿਹੜੇ ਸਾਨੂੰ ਆਪਣੇ ਧੀਆਂ ਪੁੱਤਾਂ ਇਹੋ ਜਿਹੇ ਗਾਣੇ ਗਾਇਆ। ਇੱਕ ਉਹ ਧੀ ਤੇ ਗਾਣਾ ਗਾਇਆ ਵੀ ਮੇਰੀ ਪੱਗ ਨੂੰ ਦਾਗ ਨਾ ਲਾਈ, ਇੱਕ ਇਹ ਸਾਡੇ ਪਿੰਡ ਦੀਆਂ ਤਾਂ ਕੁੜੀਆਂ ਨੇ, ਕਿੰਨੇ ਸੋਹਣੇ ਗਾਣੇ ਆ ਉਹ ਸੁਣਨ ਵਾਲੇ ਹੈਗੇ ਆ। ਬਾਕੀ ਗੱਲ ਇਹ ਆ ਵੀ ਉਹਨਾਂ ਵਿੱਚ ਟੈਲੈਂਟ ਆ। ਜੇ ਅਸੀਂ ਭਾਜੀ ਇੱਕ ਕਮਿਟਮੈਂਟ ਕਰਦੇ ਹਾਂ ਆਪਾਂ ਇਹਨਾਂ ਦੇ ਨਾਲ, ਅਸੀਂ ਇਹਨਾਂ ਨੂੰ ਨਾ ਕੁਛ ਨਹੀਂ ਕਵਾਂਗੇ, ਅਸੀਂ ਇਹਨਾਂ ਨੂੰ ਮਿਸ਼ਨਰੀ ਜਿਹੜੇ ਮਿਸ਼ਨਰੀ ਕਹਿੰਦੇ ਆ ਵੀ ਇਹ ਵੀ ਆਪਣੇ ਨਾਂ ਨਾਲ ਆਪਣੀ ਕਲਾ ਦਿਖਾਲਣ, ਉਹ ਵੀ ਕਲੀਅਰ ਕੰਠ ਦੇ ਮਤਲਬ ਜਾਂ ਹੋਰ ਜਿਹੜੇ ਸਿੰਗਰ ਆ ਜਿਨ੍ਹਾਂ ਨੂੰ ਇਹ ਆ ਸਮਝਦੇ ਵੀ ਸਾਡੀ ਜਾਤ ਦੇ ਆ ਵੀ ਉਹਨਾਂ ਦੇ ਬਰਾਬਰ ਦਾ ਖੜਾ ਕਰਕੇ ਦਿਖਾਉਣਾ ਆਪਣੇ ਆਪ ਨੂੰ। ਇਹਨਾਂ ਨੇ ਗੀਤ ਗਾਉਣੇ ਆ ਵੀ ਆ 4 ਦਿਨ ਮਤਲਬ ਹੁਣ ਗੁਰਪੁਰਬ ਆ, ਉਹ 4 ਦਿਨ ਗੀਤ ਗਾ ਕੇ ਫਿਰ ਬਾਅਦ ਚ ਸਾਰਾ ਸਾਲ ਨਹੀਂ। ਮੈਨੂੰ ਤਾਂ ਹੋਰੋਂ ਜਾਪਦਾ ਭਾਜੀ ਵੀ ਉਹ ਜਿਵੇਂ ਕਲੀਅਰ ਕੰਠ ਆ, ਜਿਵੇਂ ਕਲਾਕਾਰ ਆ, ਚਲੋ ਉਹ ਮਤਲਬ ਸਾਰਿਆਂ ਦੇ ਵਿਹੜੇ 'ਚ ਜਾ ਆਉਂਦਾ, ਉਹ ਜਾਣੀ ਕਿ ਹਰ ਕਾਸਟ ਦੇ ਵਿਹੜੇ ਦੇ ਵਿੱਚ ਵੱਜਦਾ ਉਹ। ਤੇ ਮੈਨੂੰ ਆਇਆ ਸ਼ੱਕ ਹੈਗਾ ਵੀ ਇਹ ਸੋਚਦੇ ਹੈਗੇ ਵੀ ਉਹ ਤੂੰ ਕੰਠ ਸਭ ਕਿੱਧਰ ਤੁਰਿਆ ਫਿਰਦਾ ਹੈਗਾ, ਵੀ ਤੇਰੇ ਗੀਤ ਤਾਂ ਚਮਾਰਾਂ ਦੇ ਇਕੱਲਿਆਂ ਦੇ ਘਰਾਂ 'ਚ ਵੱਜਣੇ ਚਾਹੀਦੇ ਸੀ, ਤੇ ਲੋਕਾਂ ਦੇ ਸੁਣਦੇ ਆ ਬਾਹਮਣ ਦੂਜਿਆਂ ਨੇ ਕਿਵੇਂ ਵੱਜਦੇ ਆ ਤੇਰੇ ਸੀਮਾ ਦਾਇਰਾ ਇੱਕ ਖੜਾ ਕਰਦੇ ਬਸ ਭਾਜੀ ਇੰਨੀ ਕੁ ਗੱਲ ਵਾ। ਇਹੀ ਚੀਜ਼ ਵਾ ਜਿਹੜੀ ਸਾਨੂੰ ਸਮਝਣੀ ਪੈਣੀ ਆ। ਮਤਲਬ ਗੱਲ ਤਾਂ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਵਾ ਆਪਣੇ ਆਪ। ਬਾਕੀ ਦੇ ਵਿੱਚ ਵੀ ਇੱਕ ਇਹ ਹੀਣ ਭਾਵਨਾ ਵੀ ਹੈਗੀ ਉਹਨਾਂ ਦੇ ਵਿੱਚ ਬਾਕੀ ਕਲਾਕਾਰਾਂ 'ਚ, ਕਿਉਂਕਿ ਉਹਨਾਂ ਨੂੰ ਹਜੇ ਉਹ ਸਟੇਜ ਉਹ ਪਲੇਟਫਾਰਮ ਮਿਲਿਆ ਨਹੀਂ। ਉਹਨਾਂ ਨੂੰ ਕਾਫੀ ਟੱਕਰਾਂ ਮਾਰਦਿਆਂ ਨੂੰ ਹੋ ਗਏ ਸਾਲ। ਨਹੀਂ ਇਹਨਾਂ ਨੇ ਤਾਂ ਮਾਰੀਆਂ ਰੂਪ ਲਾਲ ਧੀਰ ਨੇ, ਦੱਸੋ ਮੈਨੂੰ ਕਿੱਥੇ ਮਾਰੀਆਂ ਇਹਨਾਂ ਨੇ ਆਪਣੀ ਕੋਸ਼ਿਸ਼। ਜਗਰਾਤੀਆਂ ਤੇ ਬਸ ਫਿਰ ਉਹ ਘਰਾਂ 'ਚ ਘੜੇ ਵਜਾ ਕੇ ਹਟ ਗਏ ਹਨਾ, ਉਹ ਘੜੇ ਤੇ ਗਾਗਰਾ ਗੁਗਰਾ ਬਿਲਕੁਲ ਉਹੀ ਹਨਾ, ਤੇ ਇਹਨਾਂ ਨੂੰ ਚਾਂਸ ਨਹੀਂ ਮਿਲਿਆ ਹੈ, ਇਸ ਕਰਕੇ ਇਹਨਾਂ ਨੂੰ ਬਰਦਾਸ਼ਤਯੋਗ ਵੀ ਹੈ ਨਹੀਂ, ਕਰਕੇ ਉਹਨਾਂ ਦੀ ਜਿਹੜੀ ਕਾਬਲੀਅਤ ਹੈ। ਜੀਤ ਭਾਜੀ ਤੁਸੀਂ ਬੜੀ ਪਤੇ ਦੀ ਗੱਲ ਇਹ ਕੀਤੀ, ਉਹ ਕਿਤੇ ਨਾ ਕਿਤੇ ਉਹ ਕਲੀਅਰ ਕੰਠ ਨੂੰ ਕਹਿ ਰਹੇ ਵੀ ਤੂੰ ਜੱਟਾਂ ਦੇ, ਤੂੰ ਮਤਲਬ ਵਾਲਮੀਕੀਆਂ ਦੇ, ਤੂੰ ਹੋਰ ਜਿਹੜੀਆਂ ਉੱਚ ਜਾਤੀਆਂ ਉਹਨਾਂ ਦੇ ਘਰਾਂ 'ਚ ਕੱਲੇ ਵੱਜਦਾ ਹੈਗਾ। ਤੁਸੀਂ ਆਪਣਾ ਟੈਲੈਂਟ ਦਿਖਾ ਲਓ, ਤੁਸੀਂ ਤੁਹਾਡੇ ਅੰਦਰ ਕਲਾ ਹੈਗੀ ਆ, ਲੋਕ ਤੁਹਾਨੂੰ ਵੀ ਸੁਣਨਗੇ, ਤੁਹਾਨੂੰ ਵੀ। ਪਰ ਨਹੀਂ, ਤੁਹਾਡੇ ਅੰਦਰ ਇੱਕੋ ਹੀ ਕਲਾ ਆ, ਤੁਸੀਂ ਜਿਸ ਛੱਪੜ 'ਚ ਪੈਦਾ ਹੋਏ ਆ ਉਸ ਛੱਪੜ 'ਚ ਗੰਦਗੀ ਦਾ ਕੀੜਾ ਗੰਦਗੀ 'ਚ ਰਹਿ ਕੇ ਕਿਵੇਂ ਭਾਜੀ ਤੁਹਾਨੂੰ ਯਾਦ ਆ ਨਾ, ਆਪਾਂ ਪੜ੍ਹੀ ਸੀ ਨਾ ਉਹਦੀ ਉਹ ਖੇੜੇ ਦੀ ਕਵਿਤਾ, ਕਹਿੰਦਾ ਵੀ ਖੇੜਾ ਜੰਮਿਆ ਚਮਾਰ, ਖੇੜਾ ਮਰੂ ਵੀ ਚਮਾਰ। ਲਾਹਣ ਤਾਂ ਤੁਹਾਡੇ ਇੱਦਾਂ ਦੇ ਮਤਲਬ ਗੀਤ ਗਾਉਣ ਦੇ। ਅਸੀਂ ਇਹਨਾਂ ਨੂੰ ਬਿਲਕੁਲ ਜੀ ਕਹਿੰਦੇ ਸੀ ਇਹਨਾਂ ਨੂੰ ਚੈਲੰਜ ਵਾ ਸਾਡਾ ਉਹ ਕੰਠ ਵਰਗੇ ਬੰਦੇ ਜਿਹੜੇ ਆ, ਉਹਨਾਂ ਨੇ ਕਦੇ ਕਿਹਾ ਹੀ ਨਹੀਂ ਵੀ ਮਤਲਬ ਕੰਠ ਵੀ ਮਰੂਆ ਜੰਮਿਆ ਚਮਾਰ ਮਰੂ ਚਮਾਰ। ਉਹਨੇ ਤਾਂ ਗੱਲ ਕਿਤੇ ਵੀ ਸਾਡਾ ਕਿਤੇ ਕਿੰਤੂ ਪਰੰਤੂ ਨਹੀਂ ਬਣਦਾ, ਮੇਰਾ ਮੰਨਣਾ ਆ। ਬਾਕੀ ਕੁਝ ਹੋਰ ਤਾਂ ਸਾਨੂੰ ਨਾਲੇ ਭਾਜੀ ਜੀ ਇੱਕ ਤੁਸੀਂ ਹੋਰ ਦੇਖੋ, ਇੰਟਰਸਟਿੰਗ ਗੱਲ ਹੋਰ ਦੇਖੋ ਤੁਸੀਂ, ਜਿੱਥੋਂ ਤੱਕ ਮੈਂ ਸਮਝਦਾ ਵੀ ਕੰਠ ਨੇ ਜਿਹੜੇ ਗੀਤ ਗਾਏ ਸੀਗੇ, ਗੁਰੂ ਰਵਿਦਾਸ ਦਾ ਗੀਤ ਗਾਇਆ, ਬਾਬਾ ਸਾਹਿਬ ਦਾ ਗੀਤ ਗਾਇਆ, ਮੈਨੂੰ ਲੱਗਦਾ ਨਾ ਬਹੁਤ ਸਾਰੇ ਲੋਕਾਂ ਨੇ ਕੰਠ ਦੇ ਮੂੰਹ ਤੋਂ ਉਹ ਗੀਤ ਆ ਜਿਹੜਾ ਗਾਇਆ ਹੋਇਆ, ਉਹ ਬਹੁਤ ਸਾਰੀਆਂ ਹੋਰ ਜਾਤੀਆਂ ਜਿਹੜੀਆਂ ਮਤਲਬ ਆਪਾਂ ਦੇਖਦੇ ਹਾਂ ਵੀ ਜਾਤੀ ਦਾ ਅਰਥ ਉਹ ਦੂਜੇ ਗੀਤ ਨਹੀਂ ਸੁਣਦੀਆਂ ਗਈਆਂ, ਤਾਂ ਉਹਨਾਂ ਨੇ ਵੀ ਮੈਨੂੰ ਲੱਗਦਾ ਸੁਣਿਆ ਹੋਊਗਾ ਉਹ ਗੁਰੂ ਰਵਿਦਾਸ ਦਾ ਗੀਤ, ਕਿਉਂਕਿ ਉਹ ਕੰਠ ਨੇ ਗਾਇਆ ਸੀਗਾ, ਕਿਉਂਕਿ ਕੰਠ ਦੀ ਕੋਈ ਮਤਲਬ ਗਾਇਕੀ ਦੇ ਵਿੱਚ ਕੋਈ ਜਾਤ ਨਹੀਂ ਸੀਗੀ। ਹਾਂ ਬਿਲਕੁਲ, ਇਹ ਤਾਂ ਗੱਲ ਨੈਚੁਰਲ ਗੱਲ ਵਾ। ਕਿਉਂਕਿ ਹੁਣ ਮੰਨ ਲਓ ਤੁਸੀਂ ਭਾਜੀ ਤੁਹਾਡਾ YouTube ਚੈਨਲ ਆ ਹਨਾ, ਤੁਸੀਂ ਉੱਥੇ ਅਪਲੋਡ ਕਰਦੇ ਆ, ਉਹ ਜਿਹੜਾ ਤੁਸੀਂ ਸਬਸਕ੍ਰਾਈਬ ਕੀਤਾ ਨੋਟੀਫਿਕੇਸ਼ਨ ਆਉਂਦਾ।
ਹੁਣ ਜਿਨ੍ਹਾਂ ਨੇ ਕੰਠ ਨੂੰ ਜਿਨ੍ਹਾਂ ਨੇ ਲਾਈਕ ਕੀਤਾ ਉਹਨਾਂ ਦੇ ਫੇਸਬੁੱਕ ਪੇਜ ਵਾ, ਉਹਨਾਂ ਦੇ YouTube ਚੈਨਲ, ਉਹਨਾਂ ਨੂੰ ਨੋਟੀਫਿਕੇਸ਼ਨ ਜਾਂਦੇ ਹੀ ਆ। ਉਹ ਕਿ ਇੱਦਾਂ ਥੋੜ੍ਹੀ ਵਿੱਚ ਮਾੜਲੀਆਂ 'ਚ ਰਹਿ ਜਾਂਦੇ ਜਾਂ ਝਿੜਕੀਆਂ 'ਚ ਰਹਿ ਜਾਂਦੇ ਆ। ਹੁਣ ਗੁਰੂ ਮਹਾਰਾਜ ਦਾ ਗੀਤ ਗਾਇਆ ਉਹਨਾਂ ਹੁਣ ਉਹਨਾਂ ਦੇ ਠੱਪਾ ਥੋੜ੍ਹਾ ਲਾ ਸਕਦੇ ਆ ਵੀ ਇਹ ਬਿਲਕੁਲ ਚਮਾਰ ਇਹ ਵੀ ਭਾਜੀ ਨਹੀਂ ਆਪਾਂ ਕਹਿ ਸਕਦੇ ਨਾ ਵੀ ਹੁਣ ਮਨਮੋਹਨ ਵਾਰਸ ਨੇ ਕਿਹਾ ਹਨਾ ਵੀ ਉਹਨੇ ਵੀ ਗੀਤ ਗਾਇਆ ਉਹਨਾਂ ਨੇ ਗੁਰੂ ਰਵਿਦਾਸ ਤੇ, ਵੀ ਹੁਣ ਉਹਨਾਂ ਨੂੰ ਆਪਾਂ ਕੀ ਕਹੀਏ ਵੀ ਕੀ ਉਹਨਾਂ ਨੂੰ ਨਾਮ ਦੇ ਵਿੱਚ ਚਮਾਰ ਕੀ ਕਰਦੇ ਹੈਗੇ ਉਹ ਵੀ ਜਾਂ ਉਹਨਾਂ ਨੂੰ ਇਦਾਂ ਕਹਿ ਦਈਏ ਵੀ ਤੁਸੀਂ ਉਹਨਾਂ ਨੂੰ ਗੀਤਕਾਰਾਂ ਨੂੰ ਇਦਾਂ ਨਾ ਕਹਿ ਦਈਏ ਵੀ ਤੁਸੀਂ ਚਮਾਰਾਂ ਦੇ ਗੀਤ ਗਾਤੇ ਗਾਣੇ ਵੀ ਰਵਿਦਾਸ ਦੇ, ਤੁਹਾਨੂੰ ਕੋਈ ਹੱਕ ਨਹੀਂ, ਮੈਂ ਤਾਂ ਅਸੀਂ ਗਾਉਣੇ ਆ। ਡਿਊਟੀ ਸਾਡੀ, ਸਾਨੂੰ ਸੋਚਣਾ ਪੈਣਾ ਭਾਜੀ ਸਾਡੇ ਕਿੱਥੇ ਆ, ਪਰ ਨਹੀਂ ਅਸੀਂ ਅੱਗੇ ਨਹੀਂ ਵਧ ਰਹੇ। ਨਹੀਂ ਗਾਇਕ ਦਾ ਭਾਜੀ ਦੇਖੋ, ਗਾਇਕ ਦੀ ਕੋਈ ਜਾਤ ਨਹੀਂ ਹੁੰਦੀ ਗੀ, ਗਾਇਕ ਦਾ ਮਤਲਬ ਕੋਈ ਧਰਮ ਨਹੀਂ ਹੁੰਦਾ ਗਾ, ਕਿਉਂਕਿ ਗਾਇਕ ਤਾਂ ਬਣਿਆ ਹੈਗਾ ਲੋਕਾਂ ਨੂੰ ਇਸ ਪ੍ਰਵਿਰਤੀ ਦੇ ਵਿੱਚੋਂ ਮਤਲਬ ਸੰਤੁਸ਼ਟੀ ਦੇਣ ਦੇ ਲਈ, ਉਹ ਲੋਕਾਂ ਦਾ ਆਨੰਦ ਕਰਨ ਦੇ ਲਈ ਵੀ ਲੋਕ ਆ ਜਿਹੜੇ 5 ਮਿੰਟ ਮੁਕਤ ਹੋ ਜਾਣ ਇਸ ਚੀਜ਼ ਤੋਂ। ਕਿਉਂਕਿ ਗੀਤਕਾਰ ਸੰਗੀਤ ਨਾਲ ਲੋਕਾਂ ਨੂੰ ਸਮਾਜ ਨੂੰ ਇੱਕ ਸੇਧ ਦਿੱਤੀ ਜਾ ਸਕਦੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈਗੀ, ਕਿਉਂਕਿ ਜੇ ਪਰ ਗਾਇਕੀ ਦੇ ਵਿੱਚ ਉਹ ਚੀਜ਼ ਹੋਵੇ ਬਸ਼ਰਤੇ ਕਿ ਜੱਟਾਂ ਚਮਾਰਾਂ ਚੋਂ ਬਾਹਰ ਨਿਕਲੇ ਹੋਣ, ਕਿਸੇ ਉਹਦੇ ਨਾਲ ਚੰਗਾ ਸਮਾਜ ਸਿਰਜਿਆ ਜਾ ਸਕਦਾ ਆ, ਸੋਹਣੀ ਸੋਚ ਦਿੱਤੀ ਜਾ ਸਕਦੀ ਆ। ਪਰ ਇਹ ਗੀਤ ਹੀ ਜਿਹੜੇ ਹੈਗੇ ਉਹ ਸੋਚ ਨੂੰ ਵਿਗਾੜਨ ਵਾਲੇ ਵੀ ਹੁੰਦੇ ਆ। ਹਾਂ ਬਿਲਕੁਲ, ਆ ਜਿਹੜੀ ਪ੍ਰਵਿਰਤੀ ਆ ਜੱਟਾਂ ਦੇ ਵਿੱਚ ਜੱਟਪੁਣਾ ਭਾਰੂ ਆ, ਹਾਂਜੀ ਹਾਂਜੀ, ਜਿਹੜਾ ਹੁਣ ਇੱਕ ਫਿਲਮ ਨਿਕਲੀ ਆ, ਮੈਂ ਸੁਣਿਆ ਕਿ ਵੀ ਇੱਕ ਸੰਧੂ ਹੁੰਦਾ ਸੀ ਹਨਾ, ਇੱਕ ਫਿਲਮ ਨਿਕਲੀ ਆ, ਹੁਣ ਕੱਲ ਨੂੰ ਕੋਈ ਕੱਢੂਗਾ ਵੀ ਇੱਕ ਝੱਲੀ ਹੁੰਦਾ ਸੀ, ਹੁਣ ਸਾਡੇ ਅੱਗੇ ਕਹਿੰਦੇ ਇੱਕ ਚਮਾਰ ਹੁੰਦਾ ਸੀ ਹਨਾ। ਇਹ ਤਾਂ ਫਿਰ ਜਾਤ ਨੂੰ ਬੜਾਵਾ ਦੇਣ ਵਾਲੀਆਂ ਗੱਲਾਂ ਹੈ ਨਾ। ਬਿਲਕੁਲ, ਇਹਨਾਂ ਚੀਜ਼ਾਂ ਤੋਂ ਨਿਕਲਣ ਦੀ ਲੋੜ ਹੈਗੀ ਹੈ। ਭਾਜੀ ਨਾਲੇ ਇੱਕ ਨਾ ਆਪਾਂ ਉਹ ਮੈਂ ਵੀਡੀਓ ਪਾਇਆ ਉਹਦਾ ਦੂਸਰੇ ਦਾ ਟਾਂਡਾ ਥਾਣੇ ਦਾ ਹੈਗਾ, ਉਹ ਟਾਂਡੇ ਇਲਾਕੇ ਦਾ, ਹੋਲੇ ਮਹੱਲੇ ਉੱਤੇ ਨਾ ਜਿਹੜੇ ਕਿਸਾਨ ਭਰਾ ਹੁਣ ਜਿੱਦਾਂ ਕਹਿ ਲਈਏ, ਕਿਉਂਕਿ ਉਹ ਟਰਾਲੀਆਂ ਲੈ ਕੇ ਜਾ ਰਹੇ ਟਰੈਕਟਰਾਂ ਦਾ, ਉਹਨਾਂ ਨੇ ਪ੍ਰਦੂਸ਼ਣ ਫੈਲਾ ਰਿਹਾ ਹਨਾ। ਉਹਨੂੰ ਕਾਲ ਵੀ ਕੋਈ ਆ ਰਹੀ ਆ, ਆਪਾਂ ਉਹਨਾਂ ਨੂੰ ਵੀ ਦੇਖ ਲੈਂਦੇ ਹਾਂ, ਕੁਛ ਕਹਿਣਾ ਚਾਹੁੰਦੇ ਆ। ਬਟ ਭਾਜੀ ਜਿਹੜੀ ਆਪਾਂ ਗੱਲ ਕਰਦੇ ਨਾ ਮਨਜੀਤ ਭਾਜੀ, ਉਹ ਜਿਹੜਾ ਟਰੈਕਟਰ ਤੇ ਜਾ ਰਹੇ ਆ ਤੇ ਉਹਨੇ ਬੜਾ ਧੂੰਆਂ ਪ੍ਰਦੂਸ਼ਣ ਉਠਾਲਿਆ, ਉਹਨਾਂ ਟਰਾਲੀਆਂ ਦੇ ਉੱਤੇ ਗੀਤ ਵੱਜਣ ਰਿਹਾ ਵੀ ਜੱਟਾਂ ਦੇ ਇੱਦਾਂ ਗੀਤ ਵੱਜਣ ਰਿਹਾ ਵੀ ਅਸੀਂ ਤਾਂ ਮਤਲਬ ਪੜ੍ਹਨੇ ਪਾ ਦਈਏ ਕੁਛ ਏਦਾਂ। ਫਿਰ ਉਦੋਂ ਪੁਲਿਸ ਆਉਂਦੀ ਆ, ਬਿਲਕੁਲ ਫਿਲਮੀ ਅੰਦਾਜ਼ ਦੇ ਵਿੱਚ, ਮੈਂ ਵੀਡੀਓ ਅੱਜ ਅਪਲੋਡ ਕੀਤਾ, ਤੇ ਉਹ ਰੋਕਦੀ ਆ, ਉਹ ਟਰੈਕਟਰ ਵਾ ਉਹਨਾਂ ਨੂੰ ਕਰ ਲੈਂਦੇ ਆ, ਟਰੈਕਟਰ ਜ਼ਬਤ ਕਰਕੇ ਉਹਨਾਂ ਦੇ ਇੱਕ ਪਰਚਾ ਠੀਕ ਹੈ ਜੀ, ਥੋੜੀ ਹੈਗੀ ਆ ਮਤਲਬ 30 ਸੈਕਿੰਡ ਦੀ ਹੈਗੀ ਆ ਉਹ ਸਾਰੀ ਟੋਟਲ ਵੀਡੀਓ। ਤਾਂ ਹੁਣ ਤੁਸੀਂ ਇਹ ਆਈਡੀਆ ਲਾਵੋ ਵੀ ਕਿਤੇ ਨਾ ਕਿਤੇ ਇਹ ਜਿਹੜਾ ਜਾਤੀਵਾਦੀ ਵਿਵਸਥਾ ਜਿੱਦਾਂ ਜੱਟਵਾਦ ਵੀ ਆ, ਉਹ ਕਿਤੇ ਨਾ ਕਿਤੇ ਧਾਰਮਿਕ ਅਸਥਾਨਾਂ ਨੂੰ ਕਹਿ ਲਓ, ਜਾਂ ਮਤਲਬ ਕਹਿ ਲਓ ਵੀ ਧਰਮ ਦੇ ਰਾਸਤੇ ਦੇ ਵਿੱਚ, ਜਿਹੜਾ ਅਸਲੀ ਧਰਮ ਆ ਉਹਦੇ ਰਾਸਤੇ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੀ ਰੁਕਾਵਟ ਵਾ। ਇੱਦਾਂ ਨਹੀਂ ਹੈਗਾ ਕਿ ਗੀਤ ਪ੍ਰਭਾਵਿਤ ਨਹੀਂ ਕਰਦੇ। ਜਦੋਂ ਅਸੀਂ ਇਹ ਮੰਨਦੇ ਹਾਂ ਵੀ ਜੱਟਾਂ ਦੇ ਗੀਤ ਆਪਾਂ ਉਹਨਾਂ ਦਾ ਵਿਰੋਧ ਕਰਦੇ, ਇਹਦਾ ਮਤਲਬ ਜੱਟਾਂ ਦੇ ਗੀਤ ਪ੍ਰਭਾਵਿਤ ਕਰਦੇ ਆ ਤੇ ਗੀਤ ਚਮਾਰਾਂ ਦੇ ਜਾਂ ਚੂੜਿਆਂ ਦੇ ਨਾਮ ਉੱਤੇ, ਜਾਂ ਮਤਲਬ ਸਾਂਸੀਆਂ ਦੇ ਨਾਮ ਉੱਤੇ, ਲਵਾਣਿਆਂ ਦੇ ਨਾਮ ਉੱਤੇ ਨਹੀਂ ਭਾਜੀ ਕਰਦੇ ਆ ਜੀ। ਤੁਸੀਂ ਇੱਕ ਚੀਜ਼ ਹੋਰ ਦੇਖੋ ਭਾਜੀ, ਚੱਲੇ ਭਾਜੀ ਵੀ ਮਤਲਬ ਮੱਲ ਜੀ ਮਤਲਬ ਗੱਲ ਸੁਣਨ ਵਾਲੀ ਹੈ ਜੀ। ਤੇ ਦੇਖੋ ਤੁਸੀਂ ਬਹੁਤ ਕਲਾਕਾਰ ਸੁਣੇ ਹੋਣਗੇ ਇੰਟਰਵਿਊ ਦੇ ਵਿੱਚ, ਬੱਬੂ ਮਾਨ ਵਰਗੇ, ਦੇਖੋ ਜੀ ਗੀਤ ਪ੍ਰਵਾਹ ਨਹੀਂ ਛੱਡਦੇ ਗੇ ਹੈ ਨਾ। ਤੇ ਇਹ ਤੁਸੀਂ ਦੇਖੋ ਫਿਰ ਉਹ ਗੁਰੂਆਂ ਨੇ ਜਿਹੜੇ ਸੁਰ ਵੱਧ ਕਰਕੇ ਸ਼ਬਦ ਦਿੱਤੇ ਹੈਗੇ, ਉਹ ਵੀ ਤਾਂ ਇੱਕ ਗੀਤ ਆ, ਸੁਰਾਂ ਦੇ ਵਿੱਚ ਹੈ, 31 ਰਾਗਾਂ ਦੇ ਵਿੱਚ ਲਿਖੇ ਗਏ ਆ ਉਹ। ਹਾਂ, ਉਹ ਕਿਤੇ ਨਾ ਕਿਤੇ ਸਮਾਜ ਨੂੰ ਸੇਧ ਦੇਣ ਲਈ ਸੀਗੇ ਉਹ। ਹਾਂਜੀ, ਕਿਉਂਕਿ ਸੰਗੀਤ ਇੱਕ, ਪਰ ਇਹ ਕਲਾਕਾਰ ਜਿਹੜੇ ਬਿਲਕੁਲ ਮੁਨਕਰ ਹੋ ਜਾਂਦੇ ਹੈਗੇ ਵੀ ਇਹਨਾਂ ਨੇ ਤਾਂ ਆਪਣੇ ਆਪ ਨੂੰ ਜਿੱਦਾਂ ਉਹ ਇੱਕ ਰੋਜ਼ੀ ਰੋਟੀ ਦਾ ਇੱਕ ਤਰੀਕਾ ਬਣਾਇਆ ਹੈਗਾ ਆ, ਇੱਕ ਲੋਕਾਂ ਦੇ ਵਿੱਚ ਫਿਰਕੂਪੁਣਾ ਪੈਦਾ ਕੀਤਾ ਇਹਨਾਂ ਜਿਹੜੇ ਆਮ ਜਿਹੜੇ ਕਲਾਕਾਰ ਹੈਗੇ, ਜਿੱਦਾਂ ਜ਼ਿਆਦਾ ਜਿਹੜੇ ਇਦਾਂ ਦੇ ਗੀਤ ਹੈਗੇ ਆ। ਪਰ ਜਿਹੜੀ ਗੁਰਬਾਣੀ ਆ ਉਹ ਇਸੇ ਕਰਕੇ ਰਾਗਾਂ ਦੇ ਵਿੱਚ ਸੀਗੀ ਗਾਈ ਗਈ, ਕਿਉਂਕਿ ਉਹਨਾਂ ਨਾਲ ਮਨ ਨੂੰ ਸ਼ਾਂਤੀ ਜਾਂ ਆਉਂਦੀ ਸੀਗੀ, ਸਮਾਜ ਨੂੰ ਸੇਧ ਮਿਲਦੀ ਸੀ, ਕਿਉਂਕਿ ਉਹ ਕੁਦਰਤ ਦਾ ਇੱਕ ਨਿਯਮ ਆ ਹੈ ਨਾ। ਹਰ ਇੱਕ ਇਨਸਾਨ ਦੇ ਅੰਦਰ ਇੱਕ ਜਿਹੜੇ ਹੈਗਾ ਸੰਗੀਤ ਆ, ਉਹ ਹਰ ਇਨਸਾਨ ਦੇ ਵਿੱਚ ਵੀ ਹੈਗਾ, ਜਿੱਦਾਂ ਕੁਦਰਤ ਵਿੱਚ ਹੈਗਾ ਆ, ਤੇ ਉਸ ਨੂੰ ਸੁਣ ਕੇ ਫਿਰ ਇਨਸਾਨ ਜਿਹੜਾ ਹੈਗਾ ਆ। ਨਹੀਂ ਭਾਜੀ ਨਹੀਂ ਮੰਨ ਭਾਜੀ ਉਹਦੇ ਚ ਨਾ ਹੋਰ ਵੀ ਮਤਲਬ ਜਿਹੜਾ ਹੈਗਾ ਤਰਕ ਬਣਦਾ ਨਾ, ਵੀ ਜਿਵੇਂ ਗੁਰੂ ਸਾਹਿਬ ਨੇ ਬਾਣੀ ਹੈ ਜਿਹੜੀ ਹੋਰ ਰਾਗਾਂ ਦੇ ਵਿੱਚ ਲਿਖੀ ਹੈਗੀ ਹੈ, ਵੀ ਤੁਸੀਂ ਕਿਉਂਕਿ ਰਾਗ ਕੀ ਹੈ, ਸੰਗੀਤ ਕੀ ਹੈ, ਮਨੁੱਖ ਨੂੰ ਮਤਲਬ ਜਿਹੜਾ ਹੈਗਾ ਵੀ
ਸ਼ਾਂਤ ਕਰਦਾ ਹੈਗਾ। ਜੀ ਤਾਂ ਉਹ ਇਸੇ ਕਰਕੇ ਕਿਹਾ ਸੀ ਗੁਰੂਆਂ ਨੇ ਵੀ ਜਦੋਂ ਤੁਸੀਂ ਬਾਣੀ ਨੂੰ ਗਾਓਗੇ ਨਾ, ਰਾਗ ਦੇ ਵਿੱਚ ਗਾਓਗੇ, ਤਾਂ ਉਹ ਸੁਰ ਜਿਹੜਾ ਹੈਗਾ ਉਪ ਜਾਊਗਾ ਤੇ ਉਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਵੀ ਸ਼ਾਂਤੀ ਪ੍ਰਾਪਤ ਹੋਣੀ ਹੈਗੀ ਆ। ਤੁਸੀਂ ਜਿਹੜਾ ਹੈਗਾ ਵੀ ਕੰਮਾਂ ਕਾਰਾਂ ਤੋਂ ਥੱਕੇ ਟੁੱਟੇ ਜਾਂ ਮਤਲਬ ਕਿਸੇ ਵੀ ਮਤਲਬ ਅਧਿਕਾਰ ਤੋਂ ਵੰਚਿਤ ਲੋਕ ਆ ਜਿਹੜੇ, ਉਹਨਾਂ ਨੂੰ ਮਤਲਬ એનર્ਜੀ ਪ੍ਰਾਪਤ ਹੋਊਗੀ ਇਹ ਮਤਲਬ ਗਾ ਕੇ। ਜੀ ਤਾਂ ਬਾਣੀ ਨੂੰ ਗਾਉਣਾ ਕਿਹਾ ਸੀ ਉਹਨਾਂ ਨੇ, ਮਤਲਬ ਪੜ੍ਹਨਾ। ਤੇ ਇਸ ਕਰਕੇ ਜਿਹੜਾ ਹੈਗਾ ਵੀ ਜਿਹੜਾ ਗੀਤ ਆ, ਸੰਗੀਤ ਆ, ਇਹ ਸਮਾਜ ਨੂੰ ਸਿਰਜਣ ਦੇ ਲਈ ਹੁੰਦਾ ਹੈਗਾ, ਨਾ ਕਿ ਸਮਾਜ ਨੂੰ ਖਾਈ ਦੇ ਵਿੱਚ ਸਿੱਟਣ ਦੇ ਲਈ। ਕਿਉਂਕਿ ਅੱਜ ਜਿੰਨੇ ਵੀ ਗੀਤ ਤੁਸੀਂ ਦੇਖਿਆ, ਕਿਉਂਕਿ ਸ਼ਾਇਦ ਤੁਸੀਂ ਤਾਂ ਨਹੀਂ ਦੇਖਿਆ ਹੈਗਾ, ਮੈਂ ਮਤਲਬ ਜਿਹੜਾ ਗਰਾਊਂਡ ਲੈਵਲ ਤੇ ਵਿਚਰਦਾ ਹੈਗਾ, ਕਿਉਂਕਿ ਅੱਜ ਮੈਂ ਲੜਕਿਆਂ ਤੋਂ ਚਾਹ ਮੰਗਾਈ, ਸਕੂਲ ਦੇ ਵਿੱਚ ਕੰਮ ਕਰ ਰਿਹਾ ਸੀਗਾ, ਉਹਦੇ ਨਾ ਮਤਲਬ ਮੋਬਾਈਲ ਦੇ ਉੱਤੇ ਆਹ ਹੁਣ ਦੇ ਜਿਹੜੇ ਗੀਤ ਆ, ਉਹ ਪਤਾ ਨਹੀਂ ਮੇਰੇ ਯਾਦ ਨਹੀਂ ਕਿਹੜਾ ਗੀਤ ਪੂਰੇ ਜ਼ੋਰਾਂ ਸ਼ੋਰਾਂ ਤੇ ਮੋਬਾਈਲ ਤੇ ਵੱਜ ਰਿਹਾ ਸੀ। ਤੇ ਸਾਨੂੰ ਚਾਹ ਦੇਣਾ ਹੈ ਸਕੂਲ ਦੇ ਵਿੱਚ, 9ਵੀਂ ਕਲਾਸ ਦਾ ਬੱਚਾ, ਤੁਸੀਂ ਦੇਖੋ ਉਹਦੀ ਹੁਣ ਮੈਂਟੈਲਿਟੀ ਕੀ ਬਣੂਗੀ, ਕੀ ਉਹ ਸੋਚਦਾ ਹੋਊਗਾ ਉਹ ਗੀਤ ਸੁਣ ਕੇ, ਹੈ ਨਾ। ਤਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਬਹੁਤ ਮੈਟਰ ਕਰਦੀਆਂ ਹੈਗੀਆਂ, ਤੇ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਵੀ ਸਮਾਜ ਦੇ ਵਿੱਚ ਜਿਹੜਾ ਹੈਗਾ ਵੀ ਪ੍ਰਤੀਬੰਧ ਲਾ ਰਹੇ ਆ, ਜਿਹੜਾ ਅਸੀਂ ਜਾਤੀ ਨੂੰ ਪ੍ਰਮੋਟ ਕਰਕੇ ਜਾਂ ਜਾਤੀ ਆਧਾਰਿਤ ਲੋਕ ਜਿਹੜੇ ਗੀਤ ਆ ਕਿਸੇ ਜਾਤ ਦੇ ਮਤਲਬ ਸਪੈਸ਼ਲ ਗੀਤ ਗਾਉਣੇ ਹੈਗੇ ਆ। ਤੇ ਜਿਵੇਂ ਤੁਸੀਂ ਟਰੈਕਟਰਾਂ ਦੀ ਗੱਲ ਕੀਤੀ ਝੱਲੀ ਭਾਜੀ ਨੇ, ਉਹ ਵੀ ਕਿਤੇ ਨਾ ਕਿਤੇ ਗੀਤਾਂ ਦਾ ਹੀ ਨਤੀਜਾ ਨਿਕਲ ਕੇ ਸਾਹਮਣੇ ਆ ਰਿਹਾ ਹੈਗਾ ਲੋਕਾਂ ਦੇ, ਕਿਉਂਕਿ ਉਹੋ ਜਿਹੇ ਭੜਕੀਲੇ ਗੀਤ ਗਾਏ ਹੈਗੇ ਆ। ਕਿਉਂਕਿ ਜਿਹਦੇ ਕੋਲੇ 5-10 ਕਿੱਲੇ ਜ਼ਮੀਨ ਆ, ਅੱਜ 20 ਕਿੱਲੇ ਜ਼ਮੀਨ ਹੈਗੀ ਆ, ਕਿਉਂਕਿ ਉਹ ਕਿਸੇ ਦਾ ਦੇਣਦਾਰ ਨਹੀਂ ਹੈ, ਅੱਛੀ ਇਨਕਮ ਹੁੰਦੀ ਹੈਗੀ ਆ ਉਹਨੂੰ। ਤਾਂ ਇਸ ਕਰਕੇ ਜਿਹੜਾ ਹੈਗਾ ਵੀ ਉਹ ਚੰਗੇ ਟਰੈਕਟਰ, ਚੰਗੀਆਂ ਮਤਲਬ ਉਹ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਤੇ ਉਹਨਾਂ ਦੇ ਵਿੱਚ ਹੋਸ਼ਪਣਾ ਆ ਜਾਂਦਾ ਹੈਗਾ। ਤਾਂ ਕਿਤੇ ਨਾ ਕਿਤੇ ਉਹ ਗੀਤਾਂ ਦੀ ਹੀ ਬਦੌਲਤ ਆ ਰਿਹਾ ਹੈਗਾ। ਬਿਲਕੁਲ ਅਸੀਂ ਹਾਂਜੀ ਭਾਜੀ ਬਹੁਤ ਜਲਦੀ ਅਡਾਪਟ ਕਰਦੇ ਹਾਂ। ਹੁਣ ਜਦੋਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੀ ਗੱਲ ਕਰਦੇ ਹਾਂ, ਤਾਂ ਉਹ ਹੁਣ ਪਵਨ ਵੀ ਅਸੀਂ ਮਤਲਬ ਜਿਹੜੀ ਆ ਹਵਾ ਉਹਨੂੰ ਵੀ ਦੂਸ਼ਿਤ ਕਰ ਚੁੱਕੇ ਹਾਂ। ਹੁਣ ਤੁਸੀਂ ਜਿਹੜਾ ਪ੍ਰਦੂਸ਼ਣ ਫੈਲਾਉਂਦੇ ਆ ਧੂਏ ਦਾ, ਉਹ ਟਰੈਕਟਰਾਂ ਦੇ ਜਾਣ ਬੁੱਝ ਕੇ ਏਡੇ ਭਾਜੀ ਦੇਖੋ। ਹਾਂਜੀ ਹਾਂਜੀ ਮੈਂ ਦੇਖਿਆ ਸੀ ਉਹਦੇ ਵਿੱਚ ਲੋਕ ਐਪਰੀਸ਼ੀਏਟ ਕਰ ਰਿਹਾ ਪੁਲਿਸ ਨੂੰ, ਹਨਾ। ਫਿਰ ਕਿਹੜਾ ਪੁਲਿਸ ਹੁਣ ਆਪਣੇ ਪੰਜਾਬ 'ਚ, ਦਿੱਲੀ 'ਚ ਸਾਰੇ ਪਾਸੇ ਕਿਹਾ ਜਾ ਕੇ ਸਾਡੇ ਹੁਣ ਇੰਨੇ % ਆਕਸੀਜਨ ਆ, ਬਾਕੀ ਸਾਰਾ ਪ੍ਰਦੂਸ਼ਣ ਆ। ਤੇ ਨੰਬਰ 2 ਤੁਸੀਂ ਸ਼ਰੇਆਮ ਉਹ ਟਰੈਕਟਰ ਇੰਨਾ ਧੂੰਆਂ ਕੱਢਦੇ ਆ, ਤੇ ਤੁਸੀਂ ਉਹ ਜਿਹੜੇ ਕੁਦਰਤ ਦੇ ਅਸੂਲ ਆ, ਕੁਦਰਤ ਦੇ ਨਿਯਮ ਆ, ਪਵਨ ਗੁਰੂ ਪਾਣੀ ਪਿਤਾ, ਉਹਨਾਂ ਨੂੰ ਤੁਸੀਂ ਇੱਕ ਪਾਸੇ ਦਾ ਪਾਣੀ ਵੀ ਪ੍ਰਦੂਸ਼ਣ ਕਰ ਦਿੱਤਾ, ਤੁਸੀਂ ਗੰਦਾ ਫੈਕਟਰੀਆਂ ਦਾ ਪਾਣੀ ਪਾ ਕੇ। ਉਧਰੋਂ ਜ਼ਮੀਨ ਦੇ ਵਿੱਚ ਤੁਸੀਂ ਦਵਾਈਆਂ ਪਾ ਕੇ ਉਹ ਜ਼ਮੀਨ ਵੀ ਗੰਦੀ ਕਰ ਦਿੱਤੀ। ਉਹ ਤੋਂ ਜਿਹੜੇ ਹੁਣ ਉਹ ਸਬਜ਼ੀਆਂ ਵੀ ਉੱਗਦੀਆਂ ਉਹ ਵੀ ਕੈਮੀਕਲ ਸਾਰਾ। ਉਧਰੋਂ ਜਿਹੜੀ ਹਵਾ ਆ ਉਹਨੂੰ ਤੁਸੀਂ ਅੱਗਾਂ ਲਾ ਕੇ ਤੁਸੀਂ ਪ੍ਰਦੂਸ਼ਣ ਫੈਲਾ ਰਹੇ ਆ, ਹਨਾ। ਫਿਰ ਬਿਮਾਰ ਵੀ ਆਪੇ ਹੁੰਦੇ ਆ, ਤੇ ਆਪਣੀ ਬਿਮਾਰੀਆਂ ਤੇ ਆਪੇ ਫਿਰ ਪੈਸੇ ਲਾਉਂਦੇ ਆ। ਸਭ ਤੋਂ ਵੱਡੀ ਗੱਲ ਮਨਜੀਤ ਭਾਜੀ ਹੈ, ਪਤੰਦਰ ਤੁਰਿਓ ਹੋਲਾ ਮਹੱਲਾ ਆਨੰਦਪੁਰ ਸਾਹਿਬ ਕੇਸਗੜ੍ਹ ਦਾ। ਹਾਂਜੀ ਦੇਖੋ ਫਿਰ ਹੋਲਾ ਮਹੱਲਾ ਕਿ ਤੁਸੀਂ ਕਿਹੜੇ ਕੰਮ ਦੇਣਾ ਕੀ ਚਾਹੁੰਦੇ ਆ, ਕਿਹੜੇ ਗੁਰੂਆਂ ਦਾ ਫਲਸਫਾ ਤੁਸੀਂ ਅਪਣਾਉਣਾ ਚਾਹੁੰਦੇ ਆ। ਤੁਸੀਂ ਮਤਲਬ ਗੁਰੂਆਂ ਨਾਲ ਧਰੋ ਕਮਾਉਣੇ। ਜਦੋਂ ਆਪਾਂ ਨਹੀਂ ਗਿਆ ਭਾਜੀ ਵੀ ਜਦੋਂ ਆਹ ਜਿਹੜੇ ਗੀਤਕਾਰ ਆ ਜਾਂ ਗੁਰਦੁਆਰਿਆਂ ਦੇ ਵਿੱਚ ਸਾਡੇ ਬੈਠੀ ਲੋਕ ਆ, ਮੈਂ ਬਹੁਤ ਸਾਰੇ ਪਰਸਨਲੀ ਗੁਰਦੁਆਰਿਆਂ ਜਿੱਥੇ ਇਹਦਾ ਆਰਤੀਆਂ ਖੜ ਕੇ ਇਹਦਾ ਉਤਾਰੀਆਂ ਜਾਂਦੀਆਂ ਦੀਵੇ ਬਾਲ ਕੇ, ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਸ ਵੇਲੇ ਅਸੀਂ ਵੀ ਗੁਰੂ ਨੂੰ ਅੱਖ ਦਿਖਾਣ ਡਏ ਆ, ਵੀ ਜਿੱਦਾਂ ਆਕੜ ਦੇ ਗੁਰੂ ਯਾਰ ਆਕੜ ਕੇ। ਵੀ ਮੈਨੂੰ ਤਾਂ ਇੱਦਾਂ ਲੱਗਦਾ ਵੀ ਇਹ ਗੁਰੂ ਆ, ਗੁਰੂ ਦਾ ਗੁਰੂ ਹੈ ਹੀ ਨਹੀਂ ਹੈਗਾ। ਜੇ ਗੁਰੂ ਹੁੰਦਾ ਤਾਂ ਗੁਰੂ ਦੀ ਅਸੀਂ ਗੱਲ ਨਾ ਮੰਨਦੇ, ਪਰ ਨਹੀਂ। ਕਿੱਦਾਂ ਮਹਿਸੂਸ ਹੁੰਦਾ ਹੋਊਗਾ ਜੇ ਆਪਾਂ ਚਲੋ ਇੱਦਾਂ ਸੋਚੀਏ ਕਿ ਹੁਣ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਾਂ 36 ਮਹਾਂਪੁਰਸ਼ ਆ, ਉਹ ਇੱਦਾਂ ਖੜੇ ਹੋਣ ਸਾਰੇ ਜਾਣੇ, ਆਪਾਂ ਉਹਨਾਂ ਦੇ ਮੂਹਰੇ ਧੂਏ ਕਰਕੇ ਹੈ ਨਾ, ਆਰਤੀਆਂ ਕਰਕੇ ਦੀਵੇ ਜਗਾ ਕੇ ਉਹਨਾਂ ਦੇ ਮੂਹਰੇ ਆਪਾਂ ਘੁਮਾਈਏ, ਉਹਨਾਂ ਨੂੰ ਕਿੱਦਾਂ ਮਹਿਸੂਸ ਹੁੰਦਾ ਹੋਊਗਾ? ਉਹਨਾਂ ਨੂੰ ਸਾਹ ਆਊਗਾ ਜੇ ਆਪਾਂ ਜੀਂਦੇ ਜਾਗਦੇ ਉਹਨੂੰ ਮੰਨੀਏ? ਨਾਲੇ ਸਾਡਾ ਨਿਆਣਾ ਸਾਡੇ ਸਾਹਮਣੇ ਇਹਦਾ ਆਕੜੇ ਅੱਖਾਂ ਚੱਕ ਪਾ ਕੇ ਕਹੇ ਵੀ ਸਾਨੂੰ ਮੈਂ ਤਾਂ ਏਦਾਂ ਹੀ ਕਰਨਾ, ਅਸੀਂ ਉਹਨੂੰ ਕਹੀਏ ਵੀ ਤੂੰ ਗਲਤ ਕੰਮ ਨਹੀਂ ਕਰਨਾ, ਉਹ ਕਹੇ ਕਿੱਦਾਂ ਕਰਨਾ, ਤੁਹਾਨੂੰ ਕਿੱਦਾਂ ਮਹਿਸੂਸ? ਆਪਣੇ ਕੁਝ ਕਈ ਸਾਲ ਪਹਿਲਾਂ ਦੀਆਂ ਗੱਲਾਂ ਆ, ਜਿੱਦਾਂ ਜਦੋਂ ਆਪਣੇ ਹਜੇ ਆਪਣੇ ਦੀਵੇ ਹੁੰਦੇ ਸੀ, ਲਾਈਟਾਂ ਨਹੀਂ ਸੀ ਆਈਆਂ ਘਰਾਂ ਦੇ ਵਿੱਚ, ਉਦੋਂ ਲੋਕੀ ਉਹ ਲਾਲਟਨਾਂ ਗਾ ਕੇ ਜਾਂ ਆਪਣੇ ਮਿੱਟੀ ਦੇ ਤੀਵੇ ਜਗਾ ਕੇ ਪੜ੍ਹਦੇ ਹੁੰਦੇ ਸੀ, ਹਨਾ। ਉਹ ਜਿਹੜਾ ਧੂੰਆਂ ਸੀ, ਉਹ ਕਹਿੰਦੇ ਸੀ ਵੀ ਜਦੋਂ ਉਹ ਨਾ 2-2 ਘੰਟੇ ਬੈਠ ਕੇ ਪੜ੍ਹਨਾ ਦੀਵਿਆਂ ਦੇ ਕੋਲ, ਤੇ ਬਾਅਦ ਵਿੱਚ ਜਦੋਂ ਨੱਕ ਨੁੱਕ ਸਾਫ਼ ਕਰਨਾ ਤੇ ਉਹ ਕਾਲਾ ਧੂੰਆਂ ਸਾਰਾ ਨਿਕਲਦਾ ਹੁੰਦਾ ਸੀ। ਤੁਸੀਂ ਦੇਖੋ ਵੀ ਮਹਾਰਾਜ ਦਾ ਕੀ ਹਾਲ ਹੁੰਦਾ ਹੋਊਗਾ, ਹਨਾ। ਨਹੀਂ ਭਾਜੀ ਇੱਕ ਚੀਜ਼ ਹੋਰ ਆ, ਦੇਖੋ ਇਹਦੇ ਨਾਲ ਹੀ ਲੱਗਦੀ ਤਖਾਉਣੀਆਂ ਤਾਂ ਉੱਥੇ ਬਣਦੀਆਂ ਕਿਉਂਕਿ ਉਹਨਾਂ ਨੂੰ ਕੋਈ ਕਹਿੰਦੇ ਮੱਝਾਂ ਚੋਣ ਲੱਗੇ ਧੂਣੀ ਕਰਦੇ ਹੁੰਦੇ ਸੀ ਵੀ ਇਹਦੇ ਕੋਈ ਮੱਛਰ ਨਾ ਲੜੇ, ਵੀ ਲੱਤ ਨਾ ਮਾਰ ਕੇ ਦੁੱਧ ਡੋਲ ਦੇਵੇ, ਹਨਾ। ਹਾਂਜੀ ਹਾਂਜੀ ਭਾਜੀ ਦੇਖੋ ਇਹ ਮਤਲਬ ਜਿਹੜੀ ਗੱਲ ਹੈ ਇਹ
ਇਹਦੇ ਵਿੱਚ ਕੀ ਆਉਂਦਾ ਹੈਗਾ ਕਿ ਮਤਲਬ ਰਹਿਬਰਾਂ ਨੂੰ ਜਾਂ ਆਪਾਂ ਗੁਰੂਆਂ ਨੂੰ ਤਾਂ ਇਹ ਜਿਹੜੇ ਲੋਕ ਸੀ ਸਾਧ ਲਾਣੇ ਨੇ ਵੀ ਮਤਲਬ ਬਹੁਤ ਉੱਚ ਦਰਜਾ ਦੇਤਾ ਹੈਗਾ ਵੀ ਦੇਖੋ, ਤਾਂ ਉਹਦੇ ਵਿੱਚ ਲੋਕਾਂ ਦੀ ਮੈਂਟੈਲਿਟੀ ਵੀ ਇਹ ਬਣ ਗਈ, ਹਾਂ ਠੀਕ ਹੈ ਭਾਈ ਅਸੀਂ ਗੁਰੂ ਦੇ ਬਰਾਬਰ ਜਾਂ ਅਸੀਂ ਗੁਰੂ ਵਰਗੇ ਨਹੀਂ ਹੋ ਸਕਦੇ, ਕਿਉਂਕਿ ਗੁਰੂਆਂ ਕੋਲੇ ਤਾਂ ਸ਼ਕਤੀ ਸੀਗੀ, ਜੰਜੂ ਕੱਢਦੇ ਸੀਗੇ, ਪੱਥਰਕਾਰ ਤੇ ਸੀ। ਆਮ ਲੋਕਾਂ ਦੀ ਨਾ ਮੈਂਟੈਲਿਟੀ ਬਣ ਗਈ ਇਹ ਵੀ ਨਹੀਂ ਉਹ ਖਾਸ ਸੀਗੇ, ਉਹ ਵਿਸ਼ੇਸ਼ ਸੀਗੇ। ਪਰ ਮੈਂ ਇਹ ਸੋਚਦਾ ਭਾਜੀ ਵੀ ਜਦੋਂ ਉਹਨਾਂ ਨੂੰ ਖਾਸ ਵਿਸ਼ੇਸ਼ ਬਣਾਤਾ, ਇੱਕ ਜਿਹੜਾ ਸਧਾਰਨ ਵਿਅਕਤੀ ਆ ਉਹ ਕਹਿੰਦਾ ਨਹੀਂ ਯਾਰ ਮੈਂ ਤਾਂ ਉਹਦੇ ਮੁਕਾਬਲੇ ਚ ਦੀ ਛੱਡ ਪਰੇ, ਮੈਂ ਨਹੀਂ ਮੁਕਾਬਲਾ ਕਰ ਸਕਦਾ ਹੈਗਾ, ਉਹ ਹੌਸਲਾ ਸਿੱਟ ਗਿਆ ਬੰਦਾ। ਕਿੱਥੇ ਤਾਂ ਇਹ ਲੋਕਾਂ ਨੇ ਦੱਸਣਾ ਸੀਗਾ ਵੀ ਉਹ ਜਿਹੜੇ ਲੋਕ ਸੀਗੇ ਉਹ ਆਮ ਲੋਕ ਨਹੀਂ ਸੀਗੇ, ਪਰ ਸੀ ਉਹ ਤੁਹਾਡੇ ਵਰਗੇ, ਪਰ ਉਹਨਾਂ ਦੇ ਵਿੱਚ ਇੱਕ ਪ੍ਰਵਿਰਤੀ ਸੀਗੀ। ਬਿਲਕੁਲ ਤੁਹਾਡੀ ਗੱਲ ਤੇ ਉਹ ਹਾਂ ਭਾਜੀ ਮੈਂ ਦੇ ਵਿੱਚ ਭਾਜੀ ਇੱਕ ਚੀਜ਼ ਹੋਰ ਦੇਖੋ, ਮੈਨੂੰ ਗੱਲ ਪੂਰੀ ਕਰ ਦੇਣ ਦਿਓ ਵੀ ਉਹਦੇ ਵਿੱਚ ਉਹਨਾਂ ਨੇ ਕੀ ਕਰਨਾ ਸੀ। ਜਿਵੇਂ ਆਪਾਂ ਆਪਣੀ ਉਦਾਹਰਨ ਲੈਂਦੇ ਹਾਂ ਵੀ ਕੱਲ ਨੂੰ ਮੰਨ ਲਓ ਕੋਈ ਕਹੇ ਵੀ ਤੁਸੀਂ ਰੇਡੀਓ ਤੋਂ ਦੱਸੀ ਜਾਂਦੇ ਆ ਵੀ ਗੁਰੂ ਰਵਿਦਾਸ ਐ ਸੀ ਹਨਾ, ਤਾਂ ਉਹਦੇ ਵਿੱਚ ਫਿਰ ਮਨਜੀਤ ਕੀ ਕਰੂਗਾ, ਮਨਜੀਤ ਨਾ ਉੱਥੇ ਖੜ ਕੇ ਸੋਚੂਗਾ ਵੀ ਯਾਰ ਗੁਰੂ ਨੇ ਆਹ ਗੱਲ ਨਾ ਉਦੋਂ ਬ੍ਰਾਹਮਣਾਂ ਦੇ ਵਿੱਚ ਖੜ ਕੇ ਇਹ ਗੱਲ ਕਹੀ ਸੀ ਗੁਰੂ ਕਬੀਰ ਨੇ ਵੀ ਤੂੰ ਹੋਰ ਰਾਸਤੇ ਕਿਉਂ ਨਹੀਂ ਆਏਗਾ। ਫਿਰ ਮੈਂ ਉੱਥੇ ਸੋਚੂਗਾ ਵੀ ਆ ਤਾਂ ਯਾਰ ਗੁਰੂ ਸਾਹਿਬ ਮੇਰੇ ਵਰਗੇ ਸੀਗੇ, ਉਹਨੇ ਆਹ ਗੱਲ ਕਹੀ ਸੀਗੀ। ਫਿਰ ਅਸੀਂ ਕੀ ਕਰਾਂਗੇ, ਫਿਰ ਸਾਡਾ ਦਿਮਾਗ ਹੈ ਜਿਹੜਾ ਸੰਤੁਲਨ ਉਹ ਉੱਚਾ ਹੁੰਦਾ, ਅਸੀਂ ਆਪਣੇ ਆਪ ਨੂੰ ਉਸ ਜਗ੍ਹਾ ਤੇ ਉੱਤੇ ਰੱਖ ਕੇ ਸੋਚਦੇ ਹਾਂ ਵੀ ਹਾਂ ਜੇ ਗੁਰੂ ਕਹਿ ਸਕਦੇ ਆ ਨਾ ਬਈ ਤਾਂ ਫਿਰ ਗੱਲ ਮੈਂ ਵੀ ਕਹੂੰਗਾ। ਪਰ ਇੱਥੇ ਕੀ ਹੋਇਆ, ਇੱਥੇ ਉਲਟ ਹੋਇਆ। ਇੱਥੇ ਉਲਟ ਇਹ ਹੋਇਆ ਵੀ ਅਸੀਂ ਤਾਂ ਐਂ ਕਹਿਤਾ ਵੀ ਉਹਨਾਂ ਚ ਤਾਂ ਸ਼ਕਤੀ ਸੀਗੀ, ਉਹ ਸ਼ਕਤੀ ਕਰਕੇ ਉਹਨਾਂ ਨੇ ਗੱਲ ਕਹਿਤੀ, ਉਹ ਜਿਹੜੇ ਸੀਗੇ ਆਪਸੀ ਤਾਰਨਹਾਰ ਆਪਸੀ ਕਰਨ ਵਾਲੇ, ਉਹ ਮੇਰੇ ਜਿਹੜਾ ਦਿਮਾਗ ਉੱਥੇ ਹੀ ਖੜ ਗਿਆ। ਆਹ ਬੜੀ ਵੱਡੀ ਘਾਟ ਪਾਈ ਹੈ ਸਮਾਜ ਦੇ ਵਿੱਚ ਭਾਜੀ। ਹਾਂਜੀ ਬਿਲਕੁਲ ਭਾਜੀ, ਬਹੁਤ ਵੱਡੀ ਰੁਕਾਵਟ ਆ। ਮੈਂ ਉਹ ਤੁਹਾਡੀ ਹੀ ਗੱਲ ਕਰਨ ਲੱਗਿਆ ਸੀਗਾ ਇਹੀ ਵੀ ਹੁਣ ਜਦੋਂ ਇਹ ਸੇਮ ਉਹੀ ਗੱਲ ਆ ਜਦੋਂ ਆਪਾਂ ਗੁਰੂਆਂ ਦੀ ਗੱਲ ਕਰਦੇ ਹਾਂ ਵੀ ਗੁਰੂਆਂ ਨੇ ਜਿੱਦਾਂ ਅੱਖ ਚੱਕ ਪਾ ਕੇ ਕਿਹਾ, ਜੇ ਗੁਰੂ ਇਹ ਕਹਿੰਦੇ ਵੀ ਨਹੀਂ ਯਾਰ ਮੈਂ ਤਾਂ ਛੋਟੀ ਜਾਤ ਦਾ, ਗੁਰੂ ਸਾਹਿਬ ਇਹ ਗੱਲ ਕਹਿੰਦੇ ਵੀ ਮੈਂ ਤਾਂ ਨੀਵੀਂ ਜਾਤ ਦਾ, ਮੈਂ ਤਾਂ ਇਹਦਾ ਮੁਕਾਬਲਾ ਸਕਦਾ ਵਿਚਾਰੀ ਦਾ, ਪਰ ਨਹੀਂ ਮੁਕਾਬਲਾ ਕੀਤਾ। ਇੱਦਾਂ ਜਦੋਂ ਤੁਸੀਂ ਇਹ ਸਮਝਦੇ ਆ, ਤੁਸੀਂ ਇਹ ਕਹਿੰਦੇ ਯਾਰ ਵੀ ਉਹਦਾ ਵੀ ਉਹਨਾਂ ਕੋਲ ਸਾਧਨ ਆ, ਉਹਨਾਂ ਕੋਲ ਸਾਧਨ ਆ ਹਨਾ। ਵੀ ਸਾਡੇ ਨਾ ਲੋਕਾਂ ਕੋਲ ਇੱਥੇ ਮੈਂ ਅਕਸਰ ਦੇਖਿਆ ਭਾਜੀ ਇੱਥੇ ਗੱਲਾਂ ਬਾਤਾਂ ਕਰਕੇ ਉਹ ਕਹਿੰਦੇ ਜੀ ਜ਼ਿਮੀਂਦਾਰਾਂ ਕੋਲ ਤਾਂ ਜ਼ਮੀਨਾਂ ਸੀਗੀਆਂ। ਉਸ ਹੁਣ ਜਿਹੜਾ ਬੰਦਾ ਜੁੱਤੀਆਂ ਗੱਠਦਾ, ਜਿਹੜਾ ਮਤਲਬ ਆਈਡਲ ਦੇ ਵਿੱਚ ਚਲਾ ਗਿਆ ਆਪਣੀ ਕਲਾ ਜਿਹਨਾਂ ਦੇ ਖਾਲੀ ਆ, ਅਸੀਂ ਕਿੱਦਾਂ ਜ਼ਮੀਨ ਥੋੜੀ ਸੀ, ਕੋਈ ਜ਼ਮੀਨ ਥੋੜੀ ਸੀ, ਉਹ ਤਾਂ ਘਰ ਵੀ ਨਹੀਂ ਸੀ ਬਣਿਆ। ਸਾਡੇ ਕੋਲ ਹਰ ਬੰਦਾ ਇੱਥੇ ਜ਼ਮੀਨ ਵਾਲਾ ਥੋੜੀ ਆ, ਇੱਥੇ ਸਾਰੇ ਜਿੰਨੇ ਮੋਸਟਲੀ ਲੋਕ ਜਿਹੜੇ ਹੈਗੇ ਬੇਜ਼ਮੀਨੀ ਆ। ਈਵਨ ਗੋਰਿਆਂ ਦੇ ਕੋਲ ਤਾਂ ਆਪਣੇ ਘਰ ਵੀ ਹੈ ਨਹੀਂ, ਸਾਡੇ ਕੋਲ ਤਾਂ ਘਰ ਵੀ ਆਪਣੇ ਆ, ਭਾਵੇਂ ਕੱਚੀਆਂ ਛੰਨਾਂ ਹੀ ਹੋਣ, ਕੋਠੀਆਂ ਮਤਲਬ ਕੋਠੇ ਹੋਣ, ਪਰ ਸਾਡੇ ਕੋਲ ਤਾਂ ਉਹ ਵੀ ਆ। ਇੱਥੇ ਗੋਰਿਆਂ ਕੋਲ ਤਾਂ ਉਹ ਵੀ ਹੈ ਨਹੀਂ, ਹੈ ਕੀ ਆ ਉਹ ਦਿਮਾਗ ਆ, ਬ੍ਰੇਨ। ਨਾਲੇ ਮੈਂ ਕਿਹਾ ਬਲਦੇਵ ਜੀ ਨਾਲ ਪੁੱਛਣ ਵਾਲਾ ਹੋਵੇ ਜਿਨ੍ਹਾਂ ਕੋਲ ਜ਼ਮੀਨਾਂ ਆ ਤੇ ਫਾਹੇ ਵੀ ਤਾਂ ਉਹੀ ਲੈਂਦੇ ਆ। ਕੋਈ ਦਿਹਾੜੀ ਕਰਨ ਵਾਲਾ ਅੱਜ ਕੱਲ੍ਹ ਫਾਹਾ ਲੈਂਦਾ ਦੇਖਿਆ ਤੁਸੀਂ? ਹਾਂ, ਕਿਸੇ ਨੂੰ ਦੱਸੋ ਵੀ ਕੋਈ ਜੁੱਤੀਆਂ ਸੀਂਦਾ ਸੀ, ਕਰਦਾ ਸੀ ਰਾਜਗੀਰੀ ਵਾਲਿਆਂ ਨੇ, ਜੇ ਕੁਛ ਕਰਦਾ ਸੀ ਵੀ ਉਹਨੇ ਫਾਹਾ ਲੈ ਲਿਆ। ਪਰ ਇਹਨਾਂ ਨੇ ਜਿਹੜੇ ਗਾਣੇ ਗਾਉਂਦੇ ਨੇ ਚਮਾਰਾਂ ਦੇ, ਇਹ ਨਹੀਂ ਜ਼ਰੂਰ ਫਾਹੇ ਲੈਣ ਨੂੰ ਮਜਬੂਰ ਕਰ ਦੇਣਾ। ਜਾ ਕੇ ਵੇਖ ਲਾ 4 ਦਿਨ ਦਾ ਦਮ ਗਏ, ਉਹ ਵੀ ਮਾਰਦਾ ਨਾ। ਫਿਰ ਦੇਖੋ ਦੇਖੀ ਮੈਂ ਵੀ ਘੱਟ ਆ ਯਾਦ ਆ, ਉਹਨਾਂ ਨੂੰ ਇਹ ਨਹੀਂ ਪਤਾ ਕਿਉਂਕਿ ਉਹਨਾਂ ਤੱਕ ਇਹਨਾਂ ਨੇ ਲੋਕਾਂ ਨੇ ਜ਼ਿੰਮੇਵਾਰੀ ਜਿਹੜੀ ਬਣਦੀ ਸੀ ਉਹ ਪਹੁੰਚਾਣੀ ਸੀ, ਜਿਹੜੀ ਨਹੀਂ ਪਹੁੰਚਾ ਰਿਹਾ ਭਾਜੀ। ਜਿਹੜੀ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਸੀ, ਜਿੱਦਾਂ ਬੁੱਧੂਜੀਵੀ ਜਿਹਨਾਂ ਆਪਾਂ ਨੂੰ ਬੁੱਧੀਜੀਵੀ ਤਾਂ ਕਹਿ ਨਹੀਂ ਸਕਦੇ ਹਨਾ, ਉਹ ਜਿਹੜੇ ਬੁੱਧੂਜੀਵੀ ਆ ਉਹ ਬੁੱਧੂਜੀਵੀ ਸੱਚੀ ਬਿਲਕੁਲ ਜੀ ਉਹਨਾਂ ਦੀ ਬਣਦੀ ਸੀ, ਜਿਹੜੀ ਅੱਜ ਮਨਜੀਤ ਨੂੰ ਬੋਲਣੀ ਪੈ ਰਹੀ ਆ, ਜਿਹੜੀ ਸਾਡੇ ਹੁਣ ਸਾਨੂੰ ਬੋਲਣੀ ਪਈ। ਸਾਡੇ ਵਰਗੇ ਹੋਰ ਜਿਹੜੇ ਲੋਕ ਆ। ਮਨਜੀਤ ਭਾਜੀ ਇੱਕ ਕਾਲ ਆਪਾਂ ਨੂੰ ਆਈ ਸੀਗੀ, ਆਪਾਂ ਉਹਨਾਂ ਨੂੰ ਬੇਨਤੀ ਕਰਦੇ ਨੇ ਵੀ ਦੂਸਰਾ ਨੰਬਰ ਬੇਨਤੀ ਹੈ ਜੀ 444 ਵਾਲੇ ਨੰਬਰ ਤੇ, ਜਿਹੜੇ ਵਿੱਚ ਲਾਸਟ ਨੰਬਰ ਹੈਗਾ ਉੱਤੇ ਕਾਲ ਕਰ ਲਓ ਤੁਸੀਂ, ਤੁਹਾਡੀ ਗੱਲ ਹੋ ਜਾਊਗੀ। ਨਹੀਂ ਤਾਂ ਭਾਜੀ ਮਨਜੀਤ ਫਿਰ ਆਪਾਂ ਦੇਖਦੇ ਹਾਂ। ਨਾਲੇ ਇੱਕ ਗੱਲ ਹੋਰ ਆਪਾਂ ਕਰਦੇ ਜਾਈਏ ਕਿ ਦੇਖੋ ਹੁਣ ਜਦੋਂ ਹੁਣ ਜਿਹੜੇ ਆਪਾਂ ਸਟੂਡੈਂਟ ਆ ਸਕੂਲੇ ਜਾਂਦੇ ਆ ਜਾਂ ਯੂਨੀਵਰਸਿਟੀਆਂ ਜਾਂਦੇ ਆ, ਉੱਥੇ ਜਿਹੜੇ ਆਪਣੇ ਪਹਿਲਾਂ ਜਿਨ੍ਹਾਂ ਨੇ PhD ਕੀਤੀਆਂ ਜਾਂ BSc ਕੀਤੀ ਹੈਗੀਆਂ, ਆਪਣੇ ਵੱਡੇ ਵੱਡੇ ਪ੍ਰੋਫੈਸਰ ਲੈਕਚਰਰ ਹੁੰਦੇ ਆ ਨਾ, ਆਪਾਂ ਉਹਨਾਂ ਕੋਲੋਂ ਪੜ੍ਹ ਕੇ ਆਪਾਂ ਡਿਗਰੀ ਲੈ ਲੈਂਦੇ ਆ। ਇੱਕ ਡਿਗਰੀ ਵਾਲਾ ਜਿਹੜਾ ਬੰਦਾ, ਜਿਹੜਾ ਪੜ੍ਹਿਆ ਲਿਖਿਆ ਬੰਦਾ ਆ, ਉਹਨੇ ਆਪਣੇ ਇੱਕ ਬੰਦਾ ਪੈਦਾ ਕਰਤਾ ਹੋਰ, ਜਿਹੜਾ ਉਹ ਵੀ ਉਨੀ ਨੌਲੇਜ ਰੱਖਦਾ, ਉਹ ਸਰਟੀਫਿਕੇਟ ਆ ਉਹਦੇ ਨਾਲ ਦਾ, ਸਾਰਾ ਕੁਛ ਆ, ਉਹ ਕਾਬਲੀਅਤ ਆ ਉਹਦੇ ਵਿੱਚ ਇੰਨੀ ਪੈਦਾ ਕਰ ਦਿੱਤੀ ਉਹਨੇ। ਸਾਡੇ ਵਿੱਚ ਇੱਕ ਝਾਤ ਮਾਰਨੀ ਪੈਣੀ ਹੈ ਸਾਨੂੰ ਆਪਣੇ ਅੰਦਰ ਵੀ ਜਿੱਥੇ 35 ਮਹਾਂਪੁਰਸ਼ਾਂ ਨੇ ਇੱਦਾਂ ਦੇ ਕ੍ਰਾਂਤੀਕਾਰੀ ਬਿਆਨ ਦਿੱਤੇ ਆ, ਉਹਨਾਂ ਨੇ ਆਪਣੇ ਵਿਚਾਰਧਾਰਾ ਦਿੱਤੀ ਆ, ਪਰ ਉਹਦੇ ਵਿੱਚੋਂ ਅਸੀਂ ਉੱਦਾਂ ਦੇ ਵਿਚਾਰ ਸਾਡੇ 'ਚ ਕਿਉਂ ਨਹੀਂ ਪੈਦਾ ਹੋਏ? ਮਨਜੀਤ ਭਾਜੀ ਕਿਉਂਕਿ ਇੱਕ ਯੂਨੀਵਰਸਿਟੀਆਂ 'ਚ ਪੜ੍ਹ ਕੇ ਅਸੀਂ ਤਾਂ, ਉਹ ਇੱਕ ਟੀਚਰ ਹੈ ਜਿੱਦਾਂ ਪ੍ਰੋਫੈਸਰ ਆ, ਉਹਨਾਂ ਨੇ ਸਾਨੂੰ ਉੱਦਾਂ ਦਾ ਇੱਕ ਬੰਦਾ ਪੈਦਾ ਕਰਤਾ ਉਨੀ ਨੌਲੇਜ ਰੱਖਣ ਵਾਲਾ, ਪਰ ਸਾਡੇ ਕੋਲ ਉੱਦਾਂ ਦੇ ਬ੍ਰੇਨ ਕਦ ਨਹੀਂ ਪੈਦਾ ਹੋਇਆ। ਭਾਜੀ ਮੈਨੂੰ ਨਾ ਇੱਕ ਗੱਲ ਸ਼ਾਇਦ ਮੈਂ ਆਪਾਂ ਸ਼ੇਅਰ ਵੀ ਕੀਤੀ ਸੀਗੀ, ਹੁਣ ਤੁਹਾਨੂੰ ਭਾਜੀ ਸੋਚਣਾ ਪੈਣਾ। ਅਸੀਂ ਕਹਿੰਦੇ ਆ ਵੀ ਗੁਰੂ ਰਵਿਦਾਸ ਬੇਨਤੀ ਜਿਹੜੀ ਆ
ਜਿਹੜਾ ਪੁਜਾਰੀ ਸੀਗਾ ਉਹਨੇ ਵੰਡ ਕਰ ਦਿੱਤੀ ਵੀ ਤੂੰ ਪੜ੍ਹ ਨਹੀਂ ਸਕਦਾ, ਤੇਰੇ ਕੰਨਾਂ 'ਚ ਸਿੱਕਾ ਪਾਇਆ ਜਾਂਦਾ ਹੈ ਨਾ ਜੀ। ਮੈਨੂੰ ਨਹੀਂ ਲੱਗਦਾ ਕਿ ਗੁਰੂ ਰਵਿਦਾਸ ਨੇ ਸਿੱਕਾ ਪਾਇਆ, ਤਾਂ ਮੈਂ ਨਹੀਂ ਸਮਝਦਾ ਕਿ ਵੇਲੇ ਸਿੱਕਾ ਪਾਇਆ ਜਾਂਦਾ। ਉਸ ਤੋਂ ਪਹਿਲਾਂ ਜਿੱਦਾਂ 5000 ਸਾਲ ਜਿਹੜੇ ਕੁੱਟੀ ਜਾਂਦੇ ਆ ਉਹਦੇ ਵਿੱਚ ਵਾਪਰਿਆ ਹੋਊਗਾ, ਆਪਾਂ ਮੰਨ ਵੀ ਲੈਂਦੇ ਵੀ ਗੁਰੂ ਰਵਿਦਾਸ ਵੇਲੇ ਹੋਊਗਾ। ਹੁਣ ਜਦੋਂ ਗੁਰੂ ਰਵਿਦਾਸ ਏਦਾਂ ਵੀ ਉਹ ਤਾਂ ਮਤਲਬ ਸਕੂਲ ਨਹੀਂ ਜਾਂਦੇ ਹੋਣੇ, ਉਹਨਾਂ ਨੂੰ ਜਾਣ ਨਹੀਂ ਦਿੱਤਾ ਹੋਣਾ ਪੁਜਾਰੀ ਨੇ ਸਕੂਲ ਵੀ, ਤੂੰ ਜਾ ਨਹੀਂ ਸਕਦਾ, ਤੂੰ ਛੋਟੀ ਜਾਤ ਦਾ, ਉਹ ਕਿੱਦਾਂ ਪੜ੍ਹ ਗਏ? ਉਹਨਾਂ ਨੇ ਆ ਬੜੀ ਜਿਹੜਾ ਇਹ ਜਿਹੜੀਆਂ ਗੱਲਾਂ ਆ ਇਹ ਤਾਂ ਸਾਇੰਸ ਦੇ ਮੁਤਾਬਕ ਉਹਨਾਂ ਦੀਆਂ ਗੱਲਾਂ ਆ। ਹਾਂਜੀ ਬਿਲਕੁਲ। ਇੱਕ ਗੱਲ ਹੋਰ ਮਾਨ ਸਾਹਿਬ, ਮਨਜੀਤ ਭਾਜੀ, ਇਹ ਗੱਲ ਜਿਹੜੀ ਅਹਿਮ ਗੱਲ ਮੈਂ ਕਰਨੀ ਚਾਹੁੰਦਾ ਉਹ ਇਹ ਆ ਵੀ ਜਿੱਦਾਂ ਅਸੀਂ ਕਹਿੰਦੇ ਆ, ਅਸੀਂ ਆ ਹੁਣ ਦੀਆਂ ਗੱਲਾਂ ਕਰਦੇ ਆ, ਜ਼ਿਆਦਾ ਨਹੀਂ, ਮਤਲਬ 100-125 ਸਾਲ ਪੁਰਾਣੀਆਂ ਗੱਲਾਂ। ਅਸੀਂ ਕਹਿੰਦੇ ਆ ਵੀ ਡਾਕਟਰ ਅੰਬੇਡਕਰ ਨੂੰ ਸਕੂਲ ਦੇ ਵਿੱਚ ਵੜਨ ਨਹੀਂ ਸੀ ਦਿੰਦਾ, ਨਾਈ ਉਹਦੇ ਵਾਲ ਨਹੀਂ ਸੀ ਕੱਟਦਾ। ਤੁਹਾਡਾ ਤਾਂ ਨਾਈ ਵਾਲ ਕੱਟਦਾ ਖੁਸ਼ ਹੋ ਕੇ, ਤੁਸੀਂ ਤਾਂ ਆਪ ਲੋਕਾਂ ਦੇ ਵਾਲ ਕੱਟਣ ਲੱਗ ਪਏ ਆ, ਤੁਹਾਨੂੰ ਕਿਹੜਾ ਰੋਕਦਾ ਅੱਗੇ ਪੜ੍ਹਨ ਤੋਂ? ਤੁਸੀਂ ਕਹਿੰਦੇ ਗੁਰੂ ਆਪਣੇ ਬਾਬਾ ਸਾਹਿਬ ਨੂੰ ਸਕੂਲ ਜਾਣ ਤੋਂ ਮਾਸਟਰ ਪੜਾਉਂਦਾ ਨਹੀਂ ਸੀਗਾ। ਮੈਂ ਮਾਲ ਸਾਹਿਬ ਤੁਸੀਂ ਦੱਸੋ, ਤੁਹਾਡਾ ਟੀਚਰ ਜਿਹੜੇ ਕਿਸੇ ਹੋਰ ਜਾਤ ਦੇ ਹੋਣਗੇ ਕਿ ਤੁਹਾਨੂੰ ਉਹਨਾਂ ਨੇ ਕਦੇ ਬੇਤਰ ਤੁਹਾਨੂੰ ਜੇ ਕੁੱਟਿਆ ਨਹੀਂ ਕੀਤਾ, ਸਾਡੇ ਨਾਲ ਨਹੀਂ ਹੋਇਆ, ਭਲਾਈ ਲਈ ਕੀਤਾ ਹੋਊਗਾ ਵੀ ਤੁਸੀਂ ਕੰਮ ਨਹੀਂ ਕੀਤਾ ਸਕੂਲ ਦਾ, ਇਸ ਕਰਕੇ ਬਿਲਕੁਲ ਨਹੀਂ ਕੀਤਾ ਹੋਊਗਾ। ਕਿ ਈਵਨ ਮੈਂ ਆਪਣੇ ਸਕੂਲ ਦੇ ਵਿੱਚ, ਸਾਡੇ ਸਕੂਲ ਦੇ ਵਿੱਚ ਵੀ ਸਾਰੀਆਂ ਮੇਰੇ ਖਿਆਲ ਕਾਸਟਾਂ ਦੇ ਟੀਚਰ ਸੀਗੇ। ਮੇਰੀ ਆਪਣੀ ਜਦੋਂ ਹੁਣ ਗੱਲ ਕਰਨੀ ਨਹੀਂ ਚਾਹੁੰਦਾ, ਬਟ ਮੈਂ ਮਿਸਾਲ ਦੇਣਾ ਚਾਹੁੰਦਾ, ਮੇਰੀ ਆਪਣੀ ਜਿਹੜੀ ਕਾਸਟ ਦੇ 2 ਟੀਚਰ ਸੀਗੇ, ਉਹ ਇੰਗਲਿਸ਼ ਪੜਾਉਂਦਾ ਸੀਗਾ ਇੱਕ, ਹੈਨਾ, ਤੇ ਇੱਕ ਹਿਸਟਰੀ ਸੀਗਾ ਪੜਾਉਂਦਾ। ਹੁਣ ਉਹ ਜਦੋਂ ਅਸੀਂ ਉਹ ਤਾਂ ਇਦਾਂ ਵੀ ਉਹ ਤਾਂ ਸਾਨੂੰ ਵੀ ਉਹ ਬਾਕੀਆਂ ਨੂੰ ਬੁੱਧੇ ਪੜਾਉਂਦੇ ਸੀਗੇ। ਜਿਹੜਾ ਸਾਡਾ ਨਾ ਆਪਣੇ ਮਨਜੀਤ ਭਾਜੀ, ਮੈਂ ਪੜਿਆ ਨਾ ਮੈਟ੍ਰਿਕ ਕੀਤੀ ਆ ਦੁਆਬਾ ਸਿੱਖ ਨੈਸ਼ਨਲ, ਅੱਜ ਵੀ ਮਤਲਬ ਨਵੇਂ ਸ਼ਹਿਰ ਦੇ ਵਿੱਚ ਹੈ ਨਾ ਸੈਂਟਰ, ਅੱਜ ਵੀ ਉਹਦਾ ਨਾਮ ਆ। ਤੇ ਉਹ ਜਿਹੜਾ ਸੀਗਾ ਉੱਥੇ ਦਾ ਪ੍ਰਿੰਸੀਪਲ ਸੀਗਾ, ਹੈਡ ਮਾਸਟਰ ਸੀਗਾ ਜੀ, ਉਹ ਅਟਵਾਲ ਸੀਗਾ, ਉਹ ਜੱਟ ਸੀ, ਬਟ ਉਹ ਇੰਨਾ ਬੀਬਾ ਬੰਦਾ ਸੀਗਾ, ਉਹਨੇ ਨਾ ਮੈਨੂੰ ਸਪੈਸ਼ਲ ਖੜਾ ਹੋ ਕੇ ਪੁੱਛਣਾ, ਦੱਸ ਓਏ, ਹਾਂਜੀ ਉਹ ਮੇਰੇ ਬਾਬੇ ਦਾ ਨਾਮ ਲਏ, ਉਹ ਰਤੀ ਰਾਮ ਦੇ ਪੁੱਤ ਆ, ਏਦਾਂ ਉਹਨੇ ਮੈਨੂੰ ਏਦਾਂ ਕਹਿਣਾ, ਕਿਉਂਕਿ ਉਹ ਇਕੱਠੇ ਬਹਿੰਦੇ ਉੱਠਦੇ ਸੀਗੇ, ਹਾਂਜੀ ਹੈਨਾ, ਤੇ ਉਹ ਮੈਨੂੰ ਏਦਾਂ ਕਰਕੇ ਪੁੱਛਣਾ, ਦੱਸ ਓਏ, ਕਦੇ ਏਦਾਂ ਉਹਨੇ ਕਿਹਾ ਹੀ ਨਹੀਂ ਵੀ ਮਤਲਬ ਇਹਨੂੰ ਮੈਂ ਕੱਲੇ ਪੜਾਵਾਂ, ਇਹ ਤਾਂ ਛੋਟੀ ਜਾਤ ਦਾ ਜੀ। ਉਹਨੇ ਕਿਤੇ ਵੀ ਤੁਹਾਨੂੰ ਟੀਚਰ ਨਹੀਂ, ਅੱਜ ਤੁਹਾਨੂੰ ਕਿਹੜਾ ਰੋਕਦਾ ਆ, ਤੁਸੀਂ ਅੱਗੇ ਗੱਲ ਹੀ ਨਹੀਂ ਵੱਧ ਰਹੇ। ਸਵਾਲ ਸਾਡੇ ਸਾਹਮਣੇ ਇਹ ਹੋਣਾ ਚਾਹੀਦਾ ਵੀ ਜੇ ਡਾਕਟਰ ਅੰਬੇਡਕਰ ਦੀ ਅਸੀਂ ਗੱਲ ਕਰਦੇ ਹਾਂ ਵੀ ਉਹਦੇ ਨਾਈ ਵਾਲ ਨਹੀਂ ਸੀ ਕੱਟਦਾ, ਉਹਨੂੰ ਟੀਚਰ ਪੜਾਉਂਦਾ ਨਹੀਂ ਸੀਗਾ, ਉਹਨੂੰ ਕੋਈ ਪੈਸਾ ਨਹੀਂ ਸੀ ਜੋੜਦਾ, ਤੁਹਾਡੇ ਕੋਲ ਤਾਂ ਹਰ ਸਾਧਨ ਸੁੱਖ ਸਹੂਲਤ, ਤੁਸੀਂ ਕਿਉਂ ਪੜ੍ਹਦੇ? ਤੁਸੀਂ ਕਿੱਥੇ ਪਹੁੰਚੇ ਆ? ਤੁਸੀਂ ਆਪਣੀ ਟੈਲੈਂਟ ਦਿਖਾ ਲਓ, ਤੁਸੀਂ ਟੈਲੈਂਟ ਨੂੰ ਆਪਣਾ ਗਲੀਆਂ ਮੁਹੱਲਿਆਂ 'ਚ ਨਾ ਰੱਖੋ। ਮੈਂ ਕਹਿੰਦਾ ਹੁੰਦਾ ਵੀ ਗਲੀਆਂ ਵੀ ਕੂਪ ਭਰਿਓ ਜੈਸੇ ਦਾਦਰਾ, ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਰਵਿਦਾਸ ਕਹਿ ਰਿਹਾ, ਗੁਰੂ ਰਵਿਦਾਸ ਕੂਪ ਭਰਿਓ ਜੈਸੇ ਦਾਦਰਾ ਕਛ ਨਾ ਬੂਝ, ਹਨਾ। ਸਾਡੀ ਹਾਲਤ ਉਸ ਖੂਹ ਦੇ ਡੱਡੂ ਵਾਲੀ ਆ ਵੀ ਭਾਵੇਂ ਗੁਰੂ ਸਾਹਿਬ ਸਾਨੂੰ ਦੱਸ ਗਏ, ਪਰ ਅਸੀਂ ਉਸ ਖੂਹ ਤੋਂ ਨਿਕਲੇ ਨਹੀਂ, ਹਜੇ ਵੀ ਨਹੀਂ ਨਿਕਲੇ, 643 ਸਾਲ ਹੋ ਗਏ ਫੇਰ ਵੀ ਨਿਕਲੇ। ਹਾਂਜੀ ਮਨਜੀਤ ਜੀ। ਹਾਂਜੀ ਭਾਜੀ, ਬਿਲਕੁਲ। ਦੇਖੋ ਇਹ ਨਾ ਗੱਲ ਪਤਾ ਕੀ ਆ, ਅਸੀਂ ਨਹੀਂ ਕਹਿੰਦੇਗੇ ਵੀ ਚਲੋ ਠੀਕ ਆ ਜ਼ੁਲਮ ਹੋਇਆ, ਚਲੋ ਗੁਰੂ ਸਾਹਿਬ ਦੇ ਟਾਈਮ ਤੇ ਵੀ ਸਿੱਕਾ ਪਾਇਆ ਜਾਂਦਾ ਹੋਊ, ਗੁਰੂ ਸਾਹਿਬ ਪੜ੍ਹ ਕੇ ਚਲੋ ਕਿਸੇ ਵੀ ਤਰੀਕੇ ਨਾਲ ਪੜ੍ਹ ਗਏ, ਅਸੀਂ ਅੱਜ ਤਰੀਕਾ ਜਿਹੜਾ ਅਪਣਾ ਰਹੇ ਹਾਂ, ਅਸੀਂ ਉਹ ਤਰੀਕਾ ਅਪਣਾ ਰਹੇ ਹਾਂ ਜਿਹਦੇ ਤੋਂ ਗੁਰੂ ਨੇ ਵਰਜਿਆ ਸਾਨੂੰ। ਗੁਰੂ ਸਾਹਿਬ ਨੇ ਹਮੇਸ਼ਾ ਕਿਹਾ ਸੀਗਾ ਵੀ ਭਾਈ ਤੁਸੀਂ ਜਿਹੜਾ ਹੈਗਾ ਵੀ ਉਹ ਬਾਣੀ ਦੇ ਵਿੱਚ ਵੀ ਸ਼ਬਦ ਆਉਂਦਾ, ਮੇਰੇ ਯਾਦ ਨਹੀਂ ਹੈ ਸ਼ਬਦ, ਉਹਦੇ ਵਿੱਚ ਕਿਹਾ ਹੈਗਾ ਵੀ ਜਿਹੜਾ ਲੰਘ ਗਿਆ ਹੈਗਾ ਉਹਦੇ ਤੇ ਤੂੰ ਪਛਤਾਵਾ ਨਾ ਕਰ, ਵੀ ਤੂੰ ਹੁਣ ਅਗਲੇ ਪਹਿਲੂ ਤੇ ਸੋਚ ਵੀ ਤੂੰ ਕੀ ਕਰਨਾ ਅੱਗੇ। ਇਸ ਕਰਕੇ ਮੈਂ ਸਮਝਦਾ ਹੈਗਾ ਵੀ ਜਿਵੇਂ ਉਹ ਕਿਸੇ ਨੇ ਪੁੱਛਿਆ ਸੀਗਾ, ਬੁੱਧ ਨੂੰ ਪੁੱਛਿਆ ਸੀਗਾ ਵੀ ਮੈਂ ਜਿਹੜਾ ਹੈਗਾ ਵੀ ਬੁੱਧ ਜੀ ਦੱਸੋ ਮੈਂ ਸਮਾਜ ਦੇ ਲਈ ਕੀ ਕਰਾਂ। ਬੁੱਧ ਕਹਿੰਦੇ ਵੀ ਤੂੰ ਸਮਾਜ ਦੇ ਲਈ ਨਹੀਂ, ਤੂੰ ਆਪਣੇ ਆਪ ਦੇ ਲਈ ਕਰ ਲਾ। ਕਹਿੰਦਾ ਤੂੰ ਇਸ ਕਰਕੇ ਕਹਿ ਰਿਹਾ ਸਮਾਜ ਦੇ ਲਈ ਵੀ ਤੈਨੂੰ ਆਪਣੇ ਆਪ ਦੇ ਲਈ ਨਾ ਕਰਨਾ ਪਵੇ, ਕਿਉਂਕਿ ਜਦੋਂ ਤੂੰ ਆਪਣੇ ਆਪ ਦੇ ਲਈ ਕਰੇਂਗਾ ਤਾਂ ਤੂੰ ਇਸ ਕਰਕੇ ਜਿਹੜਾ ਹੈਗਾ ਵੀ ਤਰੱਕੀ ਕਰੇਂਗਾ। ਇਹ ਬੜੀ ਵੱਡੀ ਗੱਲ ਹੈਗੀ ਹੈ, ਕਿਉਂਕਿ ਮੈਂ ਸਮਝਦਾ ਹੈਗਾ ਵੀ ਤੁਸੀਂ ਆਪਣੇ ਆਪ ਦੇ ਲਈ, ਉਸ ਸਮਾਜ ਤਾਂ ਹਾਲੇ ਬਾਅਦ ਚ ਸੋਚਾਂਗੇ ਨਾ ਵੀ ਤੁਸੀਂ ਆਪਣੇ ਆਪ ਲਈ ਕੀ ਕਰ ਰਹੇ ਹੈਗੇ। ਤਾਂ ਇਸ ਕਰਕੇ ਇਹ ਮਹਾਂਪੁਰਖਾਂ ਨੇ ਕੁਛ ਵੀ ਸ਼ਬਦ ਦਿੱਤੇ ਹੈਗੇ ਆ, ਉਹਦਾ ਕੋਈ ਨਾ ਕੋਈ ਲੌਜਿਕ ਹੈਗਾ। ਮੈਂ ਸਮਝਦਾ ਭਾਜੀ ਵੀ ਗੁਰੂ ਰਵਿਦਾਸ ਦੇ ਅਨੁਸਾਰ ਹਰ ਮਨੁੱਖ ਆਪਣੇ ਆਪ ਦੇ ਲਈ ਹੀ ਕਰਨਾ ਸ਼ੁਰੂ ਕਰ ਦੇ, ਛੱਡ ਦੇ ਚਿੰਤਾ ਸਮਾਜ ਦੀ ਵੀ ਅਸੀਂ ਸਮਾਜ ਦੇ ਲਈ ਕਰਨਾ ਹੈਗਾ, ਸਿਰਫ ਉਹ ਗੁਰੂ ਦੀ ਵਿਚਾਰਧਾਰਾ ਆਪਣੇ ਉੱਤੇ ਲਾਗੂ ਕਰ ਦੇ, ਬਸ ਖਤਮ। ਇਹ ਬੁੱਧ ਨੇ ਕਿਹਾ ਹੈਗਾ ਇਹ ਗੱਲ, ਤੂੰ ਆਪਣੇ ਆਪ ਦੇ ਲਈ ਕਰ ਲਾ। ਤੇ ਆਪਣੇ ਆਪ ਦੇ ਲਈ ਤੂੰ ਕੀ ਕਰਦਾ, ਕਿ ਤੂੰ ਆਪਣੇ ਆਪ ਦੇ ਵਿੱਚ ਇਹ ਗੱਲ ਸੋਚੀ ਆ ਵੀ ਮੈਂ ਜਿਹੜਾ ਹੈਗਾ ਵੀ ਨੀਵੀਂ ਜਾਤ ਦਾ ਨਹੀਂ ਆ, ਮੇਰੇ ਅੰਦਰ ਜਿਹੜਾ ਹੈਗਾ ਵੀ ਟੈਲੈਂਟ ਹੈਗਾ, ਮੈਂ ਟੈਲੈਂਟ ਨੂੰ ਜਿਹੜਾ ਹੈਗਾ ਵੀ ਲੋਕਾਂ ਦੇ ਸਾਹਮਣੇ ਲੈ ਕੇ ਜਾਣਾ। ਪਰ ਅਸੀਂ ਕੀ ਆ, ਅਸੀਂ ਆਪਣੇ ਟੈਲੈਂਟ ਨੂੰ ਜਾਤੀ ਆਧਾਰਿਤ ਟੈਲੈਂਟ ਬਣਾ ਲੈਂਦੇ ਹੈਗੇ ਆ, ਕਿਉਂਕਿ ਜਿਵੇਂ ਮਤਲਬ ਸਰਟੀਫਿਕੇਟ ਨਹੀਂ ਬਣਦਾ ਹੁੰਦਾ ਤਾਂ ਫਲਾਨਾ ਸਿੰਘ ਫਲਾਨਾ
ਜਾਤ ਦਾ, ਤਾਂ ਉਸੇ ਤਰ੍ਹਾਂ ਅਸੀਂ ਉਹ ਟੈਲੈਂਟ ਨੂੰ ਵੀ ਮਤਲਬ ਜਿਹੜਾ ਹੈਗਾ ਵੀ ਜਿਵੇਂ ਮੰਨ ਲਓ ਵੀ ਦੌੜਾਕ ਚਮਾਰ ਜਾਂ ਮਤਲਬ ਗਾਇਕ ਚਮਾਰ, ਅਸੀਂ ਉਹ ਜਿਹੜਾ ਹੈਗਾ ਵੀ ਉਹਨੂੰ ਨਾਮ ਦੇ ਰਹੇ ਹੈਗੇ। ਮੈਂ ਸਮਝਦਾ ਹੈਗਾ ਵੀ ਇਹ ਜਿਹੜੇ ਨਾਮ ਆ ਜਾਤੀ ਦਾ ਅਰਥ ਇਹ ਗਲਤ ਹੈ। ਤਾਂ ਇਹਨਾਂ ਦੇ ਉੱਤੇ ਜਿਹੜਾ ਹੈਗਾ ਵੀ ਅਸੀਂ ਬੁੱਧੀ ਰੱਖਦੇ ਹੈਗੇ ਆ ਜਾਂ ਪੁੱਤ ਕਹਾਉਣੇ ਗੁਰੂ ਰਵਿਦਾਸ ਦੇ, ਤਾਂ ਇਹਦੇ ਤੇ ਸਾਨੂੰ ਧਿਆਨ ਦੇਣ ਕੇ ਤੇ ਉਹ ਜਿਹੜੇ ਗੱਲਾਂ ਬੰਦ ਕਰਨੀਆਂ ਪੈਣੀਆਂ, ਨਹੀਂ ਤਾਂ ਇਹ ਇਸੇ ਤਰ੍ਹਾਂ ਸਮਾਜ ਦੇ ਵਿੱਚ ਚੱਲਦਾ ਰਹੂਗਾ। ਇਹ ਤਾਂ ਜਾਤ ਪਾਤ ਹੈ ਜਿਹੜੀ ਹੋਰ ਮਜ਼ਬੂਤ ਹੁੰਦੀ ਰਹੂ। ਹੋਰ ਤੁਸੀਂ ਦੇਖੋ ਭਾਜੀ ਵੀ ਜਾਤ ਪਹਿਲਾਂ ਨਾਲੋਂ ਮਜ਼ਬੂਤ ਹੋਈ ਆ, ਮਜ਼ਬੂਤ ਬਹੁਤ ਹੈ ਨਾ। 20-22 ਸਾਲਾਂ ਤੋਂ ਜਾਤੀ ਪਾਤੀ ਸਿਸਟਮ ਜ਼ਿਆਦਾ ਮਜ਼ਬੂਤ ਹੋਣਾ ਸ਼ੁਰੂ ਹੋਇਆ। ਉਦੋਂ ਪਹਿਲਾਂ ਮਤਲਬ ਘਟਨਾ ਸ਼ੁਰੂ ਹੋ ਗਿਆ ਸੀਗਾ, ਕਾਫੀ ਹੱਦ ਤੱਕ ਜਿਹੜਾ ਸੀਗਾ ਆਜ਼ਾਦੀ ਤੋਂ ਬਾਅਦ ਦੇ ਵਿੱਚ ਫਰਕ ਪਿਆ ਸੀ, ਪਰ ਹੁਣ ਫੇਰ ਇਹ ਮਜ਼ਬੂਤੀ ਵੱਲ ਵੱਧ ਗਿਆ ਹੈਗਾ। ਇੰਨਾ ਪੜ੍ਹਨ ਲਿਖਣ ਤੋਂ ਬਾਅਦ, ਆਜ਼ਾਦ ਹੋਣ ਤੋਂ ਬਾਅਦ, ਸੰਵਿਧਾਨ ਲਾਗੂ ਹੋਣ ਤੋਂ ਬਾਅਦ ਜਾਤੀ ਮਜ਼ਬੂਤ ਹੋ ਰਹੀ ਹੈ। ਦੇਖੋ ਮਤਲਬ ਕਿੱਡੀ ਉਹ ਸਾਡੀ ਸੋਚ ਕਿੱਧਰ ਨੂੰ ਜਾ ਰਹੀ ਹੈ। ਪੜ੍ਹ ਲਿਖ ਗਏ ਆ, ਗੱਲ ਉੱਥੇ ਆ ਜਾਂਦੀ ਹੈ ਕਿਉਂਕਿ ਸਾਰਾ ਪ੍ਰਮੋਟ ਸਾਰਾ ਕਲਾਕਾਰਾਂ ਨੇ ਕੀਤਾ ਹੈਗਾ ਆ। ਕਲਾਕਾਰਾਂ ਨੇ ਵੀ, ਕਲਾਕਾਰਾਂ ਤੋਂ ਇਲਾਵਾ ਉਹਨਾਂ ਨੂੰ ਭਾਜੀ ਇਕੱਲਾ ਉਹਨਾਂ ਨੂੰ ਦੋਸ਼ ਨਹੀਂ ਦੇ ਸਕਦੇ, ਕਿਉਂਕਿ ਤੁਸੀਂ ਇੱਕ ਸਿਸਟਮ ਇਦਾਂ ਦਾ ਕ੍ਰੀਏਟ ਕਰ ਲਿਆ। ਮੰਨ ਲਓ ਹੁਣ ਕਿਸੇ ਨੇ ਦੁਕਾਨ ਖੋਲੀ ਆ, ਹੁਣ ਸ਼ਾਪ ਖੋਲੀ ਆ, ਕਿਸੇ ਨੇ ਅਲਕੋਹਲ ਵੇਚਦਾ, ਅਗਲਾ ਵੇਚੇ, ਹੁਣ ਲੈਣ ਵਾਲੇ ਤੇ ਵੀ ਤਾਂ ਡਿਪੈਂਡ ਕਰਦਾ ਨਾ। ਹਾਂਜੀ ਹਾਂਜੀ, ਨਹੀਂ ਵੇਚਦਾ ਹੁਣ ਬਹੁਤਾਤ ਜਿਹੜੀ ਗਿਣਤੀ ਆ ਉਹ ਇਸ ਚੀਜ਼ ਨੂੰ ਫੋਲੋ ਕਰਨ ਲੱਗ ਪਈ। ਅਸਲ ਵਿੱਚ ਕਹਾਣੀ ਇਹ ਤੁਰੀ ਆ, ਧਾਰਮਿਕ ਲੋਕਾਂ ਨੇ ਜਾਂ ਬੁੱਧੀਜੀਵੀਆਂ ਨੇ ਲੋਕਾਂ ਨੂੰ ਅਵੇਅਰ ਕਰਨਾ ਸੀ। ਉਹ ਕਿਤੇ ਨਾ ਕਿਤੇ ਕੀ ਹੋਇਆ, ਉਹ ਆਪ ਡੇਰੀਆਂ 'ਚ ਜਾ ਕੇ ਬਹਿ ਗਏ। ਹੁਣ ਮੈਂ ਨਾ ਪ੍ਰੋਫੈਸਰ ਲਾਲ ਸਿੰਘ ਦੀ ਭਾਜੀ ਮੇਰੇ ਕੋਲ ਇੱਥੇ ਪਈ ਆ, ਲਾਲ ਸਿੰਘ ਮਹੇਦੀ ਬੁੱਕ ਪਈ ਆ, ਬਾਅਦ ਪੜ੍ਹ ਲਿਓ। ਲਿਖ ਰਿਹਾ ਗੁਰੂ ਰਵਿਦਾਸ ਦੀ ਵਿਚਾਰਧਾਰਾ, ਉਹਦੇ ਵਿੱਚ ਇੰਨੇ ਉਹਨੇ ਤਰਕ ਦਿੱਤੇ ਆ ਨਾ ਵੀ ਜਿਹੜੀ ਕੋਈ ਹਿਸਾਬ ਨਹੀਂ। ਪਰ ਸ਼ੁਰੂਆਤ ਕਿੱਥੋਂ ਕਰਦਾ, ਮੁੱਖ ਬੰਦ ਉਹਦੇ ਵਿੱਚ ਕੀ ਲਿਖ ਰਿਹਾ, ਕਹਿੰਦਾ ਵੀ ਮੈਂ ਉਹ ਚਹੇੜੂ ਵਾਲੇ ਡੇਰੇ ਦੀ ਗੱਲ ਕਰਕੇ ਵੀ ਚਹੇੜੂ ਵਾਲੇ ਮਹਾਰਾਜ ਜਿਹੜੇ ਮਹਾਂਪੁਰਸ਼ ਸੀਗੇ ਪਹਿਲਾਂ, ਵੀ ਉਹ ਏਦਾਂ ਵੀ ਬੜੀ ਕਰਨੀ ਵਾਲੇ ਹੋਏ ਆ, ਵੀ ਉਹ ਏਦਾਂ ਸਵੇਰੇ ਜੰਗਲ 'ਚ ਜਾਂਦੇ ਹੁੰਦੇ ਸੀ ਘੁੰਮਣ ਫਿਰਨ, ਤੇ ਲੋਕਾਂ ਨੇ ਏਦਾਂ ਵੀ ਕਹਿਣਾ ਵੀ ਮਹਾਰਾਜ ਗਏ ਬਾਹਰ ਘੁੰਮਣ ਫਿਰਨ। ਕਹਿੰਦਾ ਵੀ ਇੱਕ ਦਿਨ ਉਹ ਕਹਿ ਗਿਆ ਵੀ ਮਹਾਰਾਜ ਨੂੰ ਵੀ ਮਹਾਰਾਜ ਉਹਨਾਂ ਨੂੰ ਕਹਿ ਗਿਆ ਸ਼ਰਧਾਲੂਆਂ ਨੂੰ ਵੀ ਮੇਰੇ ਮਗਰ ਨਾ ਆਇਓ ਕੋਈ ਵੀ। ਇਹ ਆਪਣੀ ਗੱਲ ਕਿਤਾਬ 'ਚ ਲਿਖਦਾ ਉਹਨਾਂ ਦੀ ਉਸਤਤ ਦੇ ਵਿੱਚ। ਤਾਂ ਇਹਨਾਂ ਬੁੱਧੀਜੀਵੀਆਂ ਕੋਲੋਂ ਤੁਸੀਂ ਕੀ ਆਸ ਰੱਖਦੇ ਆ? ਉਹ ਲਿਖਦਾ ਆ, ਕਹਿੰਦਾ ਵੀ ਉਹ ਮਹਾਰਾਜ ਕਹਿੰਦਾ ਗਏ ਜੰਗਲ ਪਾਣੀ ਸਵੇਰੇ ਘੁੰਮਣ, ਤੇ ਪਰ ਸ਼ਰਧਾਲੂਆਂ ਨੂੰ ਕਹਿ ਗਿਆ ਵੀ ਤੁਸੀਂ ਮਗਰ ਨਾ ਆਇਓ ਮੇਰੇ। ਪਰ ਕਹਿੰਦਾ ਵੀ ਸ਼ਰਧਾਲੂ ਜਿਹੜੇ ਸੀਗੇ ਆਦਤਨ ਜਿੱਦਾਂ ਵੀ ਉਤਸੁਕਤਾ ਹੁੰਦੀ ਆ, ਆਦਤ ਹੁੰਦੀ ਹੈ, ਉੱਥੇ ਗਏ। ਜਦੋਂ ਸ਼ਰਧਾਲੂ ਗਿਆ ਉੱਥੇ ਉਹਨੇ ਦੇਖਿਆ ਵੀ ਜੰਗਲ ਦੇ ਵਿੱਚ ਤਾਂ ਖੇਤਾਂ ਦੇ ਵਿੱਚ ਤਾਂ ਬਾਬੇ ਦੀ ਬਾਂਹ ਉੱਥੇ, ਸਿਰ ਉੱਥੇ, ਉੱਥੇ ਉਸ ਬੰਦੇ ਨੇ ਆ ਕੇ ਰੌਲਾ ਪਾਤਾ ਵੀ ਮਹਾਰਾਜ ਦਾ ਤਾਂ ਧੜ ਕਿਤੇ ਪਿਆ, ਸਿਰ ਕਿਤੇ। ਕਹਿੰਦਾ ਬਾਦੇ ਤੋਂ ਮਾਨਦਾ ਸ਼ੁਰੂ ਹੋ ਗਈ, ਕਹਿੰਦਾ ਬਹੁਤ ਕਰਨੀ ਉਹ ਮਤਲਬ ਮੇਰਾ ਆਪਣੇ ਮਤਲਬ ਮੱਥਾ ਨਾ ਕੰਧ 'ਚ ਮਾਰਨੇ ਨੂੰ ਚਿੱਤ ਕਰੇ। ਉਹਦੇ ਵਿੱਚ ਪੜ੍ਹਦੇ ਸਾਰੇ ਆ ਮੇਰੇ ਕੋਲ ਇੱਥੇ ਵੀ ਹੈ ਨਾ। ਤੇ ਉਹਦੇ ਵਿੱਚ ਤੁਸੀਂ ਕੀ ਰੱਖਦੇ ਜਿਨ੍ਹਾਂ ਲੋਕਾਂ ਨੇ ਮਤਲਬ ਇਹ ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਗੱਲ, ਅਸੀਂ ਲੋਕਾਂ ਨੂੰ ਵੀ ਦੋਸ਼ ਨਹੀਂ ਦੇ ਸਕਦੇ ਇਕੱਲਿਆਂ ਨੂੰ, ਕਿਉਂਕਿ ਉਹਨਾਂ ਮੂਹਰੇ ਪਰੋਸਿਆ ਹੀ ਉਹ ਕੁਛ ਗਿਆ। ਹਾਂਜੀ, ਪਰੋਸਿਆ ਜਿਹੜਾ ਕੁਛ ਗਿਆ ਉਹਦੇ ਵਿੱਚ ਜੀ, ਉਹਦੇ ਵਿੱਚ ਤੁਸੀਂ ਹੋਰ ਨੋਟ ਕਰੋ ਭਾਜੀ ਗੱਲ ਵੀ ਜਿਵੇਂ ਹੁਣ ਗੱਲ ਆ ਇਹ ਲੋਕਾਂ ਤੇ ਆਉਂਦੀ ਹੈਗੀ ਆ ਵੀ ਉਹਦੇ ਵਿੱਚ ਅੱਜ ਤੁਸੀਂ ਭਾਈ ਰਣਜੀਤ ਸਿੰਘ ਦਾ ਦੇਖ ਲਓ ਵੀ ਚਲੋ ਠੀਕ ਆ, ਤਰਕ ਲਓ ਜੀ, ਕਦੀ ਗੱਲਬਾਤ ਕਰਦੇ ਆ, ਬਾਣੀ ਦੀ ਕਸਵੱਟੀ ਤੇ ਲਾਉਂਦੇ ਹੈਗੇ ਗੱਲਬਾਤ ਨੂੰ, ਤਾਂ ਉਹਦੇ ਵਿੱਚ ਮਤਲਬ ਬਹੁਤ ਤੁਸੀਂ ਇੰਟਰਵਿਊ ਸੁਣਨਾ ਉਹਨਾਂ ਪੱਤਰਕਾਰਾਂ ਦੀਆਂ, ਪਰ ਅੱਜ ਤੱਕ ਅਜਿਹਾ ਕੋਈ ਵੀ ਪੱਤਰਕਾਰ ਨਹੀਂ ਆਇਆਗਾ ਜਿਹਨੇ ਜਾ ਕੇ ਭਾਈ ਸਾਹਿਬ ਨਾਲ ਕੋਈ ਗੱਲਬਾਤ ਜਾਤੀ ਆਧਾਰਿਤ ਗੱਲਬਾਤ ਕੀਤੀ ਹੋਵੇ ਵੀ ਭਾਈ ਠੀਕ ਆ ਵੀ ਤੁਹਾਡੇ ਦਬਾਨ ਜ਼ਰੂਰ ਲੱਗਦੇ ਹੈਗੇ ਲੋਕੀ, ਤੁਹਾਡੀ ਗੱਲ ਸੁਣਦੇ ਨੌਜਵਾਨਾਂ ਦੇ ਵਿੱਚ ਗੱਲ ਜਾਂਦੀ ਹੈ, ਤਾਂ ਉੱਥੇ ਜਿਹੜੇ ਤੁਹਾਡੇ ਦਬਾਨ ਸੁਣਨ ਵਾਲੇ ਲੋਕ ਆ, ਜਿਹੜੇ ਗੁਰਬਾਣੀ ਨੂੰ ਮੰਨਣ ਵਾਲੇ ਲੋਕ ਆ, ਕਿ ਉਹਨਾਂ ਨੇ ਮਤਲਬ ਤੁਹਾਡੇ ਇੰਨੇ ਸਾਲ ਦੇ ਜਿਵੇਂ ਮੰਨ ਲਓ ਵੀ 4 ਸਾਲ ਤੋਂ ਜਾਂ 5 ਸਾਲ ਤੋਂ ਉਹ ਪ੍ਰਚਾਰ ਕਰ ਰਹੇ ਆ, ਕਿ ਤੁਹਾਡੇ ਇੰਨੇ ਪ੍ਰਚਾਰ ਦੇ ਦੌਰਾਨ ਕੀ ਤੁਹਾਡੇ ਦੀਵਾਨ ਸੁਣਨ ਵਾਲਿਆਂ ਦੇ ਵਿੱਚ ਅੰਡਰ ਕਾਸਟ ਮੈਰਿਜ ਦੀ ਕੋਈ ਪ੍ਰਥਾ ਚਾਲੂ ਹੋਈ ਹੈ ਵੀ ਜਿਹਦੇ ਵਿੱਚ ਵੱਖ-ਵੱਖ ਜਾਤਾਂ ਦੇ ਲੋਕ ਆ ਜਿਹੜੇ ਉਹ ਇੱਕ ਦੂਜੇ ਨਾਲ ਜਿਹੜਾ ਹੈਗਾ ਵੀ ਮੈਰਿਜ ਦੇ ਸੰਬੰਧ ਬਣਾਉਣ ਦੇ ਬਾਰੇ ਸੋਚਦੇ ਹੋਣ ਜਾਂ ਉਹਦੇ ਤੇ ਗੱਲ ਕਰਦੇ ਹੋਣ, ਤਾਂ ਉਹ ਕੋਈ ਸਵਾਲ ਨਹੀਂ ਉਠਾਇਆ ਉਹਨਾਂ ਲੋਕਾਂ ਨੇ? ਉਠਾਉਣਾ ਚਾਹੀਦਾ ਸੀਗਾ, ਤਾਂ ਲੋਕਾਂ ਦਾ ਫਰਜ਼ ਬਣਦਾ ਸੀਗਾ ਉਠਾਉਣ ਦਾ, ਹੈ ਨਾ। ਪਰ ਲੋਕੀ ਵੀ ਹੈ ਨਾ ਸਿਰਫ ਉਹਨਾਂ ਦੇ ਜਿੱਦਾਂ ਹੈਗੇ ਆ, ਜਿੱਦਾਂ ਲਕੀਰ ਦੇ ਫਕੀਰ ਮੈਂ ਕਹੂੰਗਾ, ਜ਼ਰੂਰ ਉਹਨਾਂ ਨੇ ਵੀ ਆਪਣੀ ਇੱਕ ਉਹ ਵੀ ਆਪਣਾ ਪ੍ਰੋਡਕਟ ਵੇਚਦੇ ਆ। ਉਹਨਾਂ ਨੇ 2 ਗੱਲਾਂ ਕਰਨੀਆਂ ਹੁੰਦੀਆਂ ਆਪਣੀਆਂ ਸਿਧਾਂਤਾਂ ਤੇ, ਬਾਕੀ 8 ਗੱਲਾਂ ਕਰਨੀਆਂ ਹੁੰਦੀਆਂ 10 ਦੇ ਵਿੱਚੋਂ ਉਹਨਾਂ ਨੇ ਆਪਣੀ ਜਿਹੜੀ ਪੜਾਸ ਕੱਢਣੀ ਹੁੰਦੀ ਮਨ ਦੀ, ਹਨਾ। ਉਹਨਾਂ ਉਹ ਜਿੱਦਾਂ ਚਾਹੇ ਗਾਉਣ ਵਾਲੇ ਆ ਚਾਹੇ ਕਥਾਵਾਚਕ ਆ, ਮੈਂ ਤਾਂ ਗੱਲ ਕਹੂੰਗਾ ਉਹ ਆਪਣੀ ਹੈ ਨਾ ਜਿਹੜੀ ਅੰਡਰਗਰਾਊਂਡ ਉਹਨਾਂ ਦੀ ਖਿੱਚੋਤਾਣ ਚੱਲ ਰਹੀ ਆ ਉਹ ਤੇ ਪ੍ਰਭਾਵਿਤ ਆ। ਲੋਕਾਂ ਨੂੰ ਵੀ ਉਸੇ ਤਰੀਕੇ ਨਾਲ ਉਹ ਉਹਨਾਂ ਨੂੰ
ਦੋ 3 ਘੰਟੇ ਦੀ ਕਥਾ ਦੇ ਵਿੱਚ ਉਹਨਾਂ ਕੋਲ 15 ਮਿੰਟ ਕਰ ਦਿੰਦੇ ਸਿਧਾਂਤਾਂ ਦੀ ਗੱਲ, ਬਾਕੀ ਤਾਂ ਸਾਰੀ ਉਹਨਾਂ ਨੇ ਇਦਾਂ ਕੀਤੀ ਸੀ, ਅਸੀਂ ਇਦਾਂ ਕੀਤੀ, ਉਹਨਾਂ ਨੇ ਇਦਾਂ ਕੀਤੀ, ਅਸੀਂ ਇਦਾਂ ਕੀਤੀ। ਭਾਜੀ ਇਹਦੇ ਵਿੱਚ ਮਨਜੀਤ ਭਾਜੀ ਇੱਕ ਹੋਰ ਵੀ ਇਹ ਗੱਲ ਉੱਥੇ ਵੀ ਜਿਹੜੀ ਤੁਸੀਂ ਗੱਲ ਬਹੁਤ ਕਹੀ ਆ ਵੀ ਉਹਨੇ ਕਿਤੇ ਇਹ ਜ਼ੋਰ ਨਹੀਂ ਦਿੱਤਾ ਜਾਤ ਖਤਮ ਕਰਨ ਦੀ, ਉਹਨੇ ਗੱਲ ਨਹੀਂ ਕੀਤੀ, ਪਰ ਇੱਕ ਗੱਲ ਕੀਤੀ ਜਾ ਰਹੀ ਆ ਉੱਥੇ ਕਹਿੰਦਾ ਵੀ ਗੁਰੂ ਵਾਲੇ ਬਣੋ ਸਿੰਘ ਸਜੋ। ਜਿਹੜੀ ਲਾਸਟ ਪੁਆਇੰਟ ਵਾ ਉਹ ਮਨੁੱਖ ਬਣਨ ਨੂੰ ਕੋਈ ਵੀ ਨਹੀਂ ਕਹਿ ਰਿਹਾ, ਪਰ ਮਨੁੱਖ ਬਣਨ ਨੂੰ ਵੀ ਧਰਮ ਦੇ ਘੁਮਾ ਕੇ ਨਹੀਂ ਜਿੱਦਾਂ ਗੱਲ ਉੱਥੇ ਆ ਜਾਂਦੀ ਆ। ਜਦੋਂ ਤੁਸੀਂ ਉਹਨੂੰ ਕਹਿੰਦੇ ਅੰਮ੍ਰਿਤ ਛਕੋ ਜਾਂ ਕੁਛ ਵੀ ਕਰੋ, ਗੁਰੂ ਵਾਲੇ ਬਣੋ, ਗੱਲ ਤਾਂ ਫਿਰ ਉੱਥੇ ਆ ਗਈ। ਡੇਰਾਬਾਦ ਚਾਹੇ ਕਿਸ ਤਰੀਕੇ ਨਾਲ ਲੈਣ ਦੀ ਗੱਲ ਕਿਤੇ ਨਾ ਕਿਤੇ ਭਾਜੀ ਉਹ ਲੋਕ ਧਰਮ ਨੂੰ ਵਿੱਚ ਆਧਾਰ ਬਣਾ ਕੇ ਜਾਂ ਰੱਬ ਨੂੰ, ਜਿੱਦਾਂ ਹੁਣ ਉਹ ਰੱਬ ਹੈਗਾ ਨਹੀਂ ਹੈਗਾ, ਅਸੀਂ ਉਹਦੇ ਚੱਕਰ 'ਚ ਨਹੀਂ, ਅਸੀਂ ਕਹਿੰਦੇ ਆ ਮਨੁੱਖ ਹੈਗਾ ਤਾਂ ਰੱਬ ਹੈਗਾ, ਗੱਲ ਖਤਮ। ਅਸੀਂ ਧਰਮ ਦੇ ਵਿੱਚੋਂ ਰੱਬ ਨੂੰ ਕਿਉਂ ਲੱਭੀਏ? ਅਸੀਂ ਮਨੁੱਖ ਤੋਂ ਵੀ ਰੱਬ ਨੂੰ ਲੱਭ ਸਕਦੇ ਹਾਂ। ਅਸੀਂ ਕਹਿੰਦੇ ਨਹੀਂ ਯਾਰ ਆਹ ਬੰਦਾ ਰੱਬ ਰੂਪ ਆ, ਬੜੀ ਮਦਦ ਕਰਦਾ। ਆ ਜਿਹੜਾ ਭਾਜੀ ਤੁਸੀਂ ਸੁਣਿਆ ਹੋਣਾ ਦੁਬਈ ਦੇ ਵਿੱਚ ਜਿਹੜਾ ਉਹ ਮੁੰਡਾ ਕੀ ਹੈਗਾ ਆਪਣਾ ਇੰਡੀਅਨ ਪੰਜਾਬੀ ਆ, ਸਿੱਖ ਭਰਾ, ਉਹ ਕਿੰਨੇ ਲੋਕਾਂ ਨੂੰ ਛਡਾ ਕੇ ਲਿਆ ਜਿਨ੍ਹਾਂ ਨੂੰ ਫਾਂਸੀ ਹੋਣੀ ਸੀਗੀ। ਉਹ ਮਨਜੀਤ ਭਾਜੀ ਤੁਹਾਨੂੰ ਯਾਦ ਆ ਨਾ ਉਹ ਕੀ ਨਾਮ ਹੈਗਾ? ਇੱਥੇ ਕਿਸੇ ਨਾ ਕਿਸੇ ਸਾਥੀ ਨੇ ਚੇਤਾ ਕਰਵਾ ਦੇਣਾ ਵੀ ਉਹ ਬੰਦਾ ਉਹ ਕਿੰਨੇ ਪੰਜਾਬੀ ਛਡਾ ਉਹ ਲੈ ਕੇ ਆ ਰਿਹਾ ਜਿਹਨੂੰ ਫਾਂਸੀ ਹੋਣੀ ਸੀ, ਜਿਹਨੂੰ ਸਜ਼ਾ ਹੋਣੀ ਸੀਗੀ। ਹੁਣ ਉਹ ਰੱਬ ਹੀ ਆ। ਔਰ ਤੁਸੀਂ ਦੇਖੋ ਆ ਜਿਹੜਾ ਹੁਣ ਦਿੱਲੀ ਦੇ ਵਿੱਚ ਹੋਇਆ ਦੁਰਘਟਨਾ ਹੋਈਆਂ ਹੈਗੀਆਂ ਘਟਨਾਵਾਂ, ਉਹਦੇ ਵਿੱਚ ਇੱਕ ਪਿਓ ਪੁੱਤਰ ਦਾ ਨਾਂ ਆਉਂਦਾ ਹੈਗਾ ਆ। ਉਹਨਾਂ ਨੇ ਲੋਕਾਂ ਨੂੰ ਆਪਣੇ ਸਕੂਟਰਾਂ ਤੇ ਬਿਠਾਲ ਕੇ 2-2-3 ਨੂੰ ਆਪਣੀਆਂ ਪੱਗਾਂ ਦੇ ਕੇ ਵੀ ਬਣਾ ਕੇ ਤਰ੍ਹਾਂ ਤੇ ਉਹਨਾਂ ਨੂੰ ਲੈ ਕੇ ਆਂਦਾ ਜਿਹੜੇ ਮੁਸਲਮਾਨ ਭਾਈਚਾਰੇ ਦੇ ਸੰਬੰਧ ਸੀ। ਹਾਂ ਫਿਰ ਉੱਥੇ ਆਪਾਂ ਇਹਨਾਂ ਨੇ ਫਿਰ ਧਰਮ ਲਿਆ ਕੇ ਮੈਂ ਇਹ ਗੱਲ ਕਹਿਣਾ ਵੀ ਜੇ ਇੱਕ ਦਿੱਲੀ ਦੇ ਵਿੱਚ ਪੱਗ ਵਾਲੇ ਬੰਦੇ ਨੂੰ ਕੁੱਟਿਆ ਗਿਆ। ਹਾਂਜੀ ਕਿੰਨੀ ਅਸੀਂ ਉਦੋਂ ਵੀ ਭਾਜੀ ਇਹ ਗੱਲ ਕੀਤੀ ਸੀ ਮਨਜੀਤ ਭਾਜੀ ਵੀ ਕਿਉਂ ਮਤਲਬ ਕੁੱਟਣਾ ਗਲਤ ਵਾ, ਉਹ ਚਾਹੇ ਬੰਦਾ ਸੋਦਾ ਹੀ ਗਲਤ ਹੈ, ਉਹਨੂੰ ਏਦਾਂ ਘੜੀਸਣਾ ਮਤਲਬ ਬਰਬਰਤਾ ਹੱਥ ਵਿੱਚ ਲੈਣਾ ਗਲਤ ਹੈ ਜਾਂ ਕਾਨੂੰਨ ਹੈਗੇ ਆ, ਜੇ ਉਹਨੇ ਵੀ ਕੀਤੀ ਉਹ ਵੀ ਗਲਤ ਹੀ ਆ। ਪਰ ਗੱਲ ਇਹ ਆ ਵੀ ਅਸੀਂ ਇਹ ਗੱਲ ਕਿਉਂ ਕਹਿੰਦੇ ਵੀ ਮਤਲਬ ਦੇਖੋ ਜੀ ਮਤਲਬ ਸਿੱਖ ਨੇ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਇੱਕ ਇਨਸਾਨ ਨੇ ਮਦਦ ਕੀਤੀ ਹੈ ਨਾ, ਕਿਉਂਕਿ ਅਸੀਂ ਸਿੱਖ ਨੂੰ ਮਤਲਬ ਇੱਕ ਵੱਖਰੀ ਜਿਹੀ ਚੀਜ਼ ਬਣਾ ਕੇ ਇਦਾਂ ਮਤਲਬ ਇਦਾਂ ਜਿਹੜੇ ਸਾਡੇ ਰੌਲਾ ਪਾਉਂਦੇ ਅਸੀਂ ਤਾਂ ਇਦਾਂ ਹੁੰਦੇ ਆ, ਅਸੀਂ ਤਾਂ ਇਦਾਂ ਕਰਦੇ ਹੀ ਦਾ ਵੀ ਤੁਸੀਂ ਨਹੀਂ ਭਰਾਵਾ, ਸਾਰੇ ਲੋਕ ਇਦਾਂ ਹੀ ਕਰਦੇ, ਸਾਰੇ ਲੋਕਾਂ 'ਚ ਗੈਰਤ ਹੁੰਦੀ ਆ। ਆਪਾਂ ਹਰ ਇਨਸਾਨ ਜਾਨਵਰ ਦੇ ਵਿੱਚ ਵੀ ਗੈਰਤ ਹੁੰਦੀ, ਤੁਸੀਂ ਕੁੱਤੇ ਦੇ ਸੋਟੀ ਮਾਰੋ ਉਹ ਵੀ ਤੁਹਾਡੇ ਨੂੰ ਅੱਖਾਂ ਕੱਢ ਕੇ ਉਹ ਗੈਰਤ ਹੁੰਦੀ ਉਹਦੇ ਵਿੱਚ, ਅਗਲਾ ਇਦਾਂ ਦੇਖਦਾ ਵੀ ਮੈਂ ਵੀ ਮੇਰੀ ਵੀ ਕੋਈ ਆਸਤੀ ਆ। ਮੰਜੇ ਥੱਲੇ ਬੜੀ ਬਿੱਲੀ ਨੂੰ ਕਹਿ ਕੇ ਦੇਖੋ ਕੁਝ ਭਾਜੀ ਤੁਸੀਂ ਇੱਕ ਚੀਜ਼ ਕਿਉਂ ਭਾਜੀ ਤੁਸੀਂ ਇੱਕ ਚੀਜ਼ ਹੋਰ ਨੋਟ ਕਰਕੇ ਦੇਖੋ, ਬਾਣੀ ਦੇ ਵਿੱਚ ਕਿਤੇ ਵੀ ਮੈਨੂੰ ਹਾਲੇ ਤੱਕ ਸੁਣਨ ਨੂੰ ਨਹੀਂ ਮਿਲੇਗਾ ਜਿੱਥੇ ਗੁਰੂਆਂ ਨੇ ਇਹ ਕਿਹਾ ਹੋਵੇ ਵੀ ਜਾਤ ਪਾਤ ਆ ਜਿਹੜੀ ਇਹ ਧਰਮ ਨੂੰ ਖਾ ਰਹੀ ਆ। ਉਹਦੇ ਵਿੱਚ ਗੁਰੂਆਂ ਨੇ ਇਹ ਕਿਹਾ ਕਹਿੰਦੇ ਵੀ ਜਾਤ ਪਾਤ ਇਨਸਾਨ ਕੋ ਖਾਤੇ ਹੈ ਨਾ, ਵੀ ਇਨਸਾਨ ਨੂੰ ਖਾ ਗਈ ਜਾਤ ਪਾਤ, ਧਰਮ ਨੂੰ ਨਹੀਂ ਕਿਤੇ ਵੀ ਕਿਹਾ ਉਹਨਾਂ ਨੇ। ਭਾਜੀ ਆਪਾਂ ਨੂੰ ਆ ਗਿਆ ਕਾਫੀ, ਅਮਰ ਭਾਜੀ ਨੇ ਵੀ ਭੇਜਿਆ, ਭਾਜੀ ਰਵਿੰਦਰ ਕੁਮਾਰ ਨੇ ਤਾਂ ਲਿਖ ਕੇ ਭੇਜਿਆ, ਕਹਿੰਦੇ ਅਬਰਾਏ ਆ। ਬਿਲਕੁਲ ਜੀ, ਉਹਨਾਂ ਦਾ ਪੂਰਾ ਨਾਮ ਤਾਂ ਮੈਨੂੰ ਵੀ ਨਹੀਂ ਪਤਾ, ਬਟ ਉਹਨਾਂ ਦਾ ਨਾਮ ਉਹਨਾਂ ਦੇ ਨਾਮ ਨਾਲ ਜਿਹੜਾ ਅਬਰਾਏ ਲੱਗਦਾ ਹੈਗਾ ਤੇ ਉਹ ਉਹਦਾ ਛਡਾ ਕੇ ਲਿਆਏ ਆ। ਹੁਣ ਉਹਦਾ ਬੰਦਾ ਸਿੱਖ ਵੀ ਨਹੀਂ, ਉਹ ਬੰਦਾ ਦਾੜੀ ਰੱਖ ਹੱਥ ਵੀ ਇਹ ਵੀ ਮਾੜਾ ਰੱਖਿਆ। ਹੁਣ ਮਤਲਬ ਏਦਾਂ ਥੋੜੀ ਵੀ ਜਿਹੜਾ ਦਾੜੀ ਨਹੀਂ ਰੰਗਦਾ ਵੀ ਉਹੀ ਮਨੁੱਖ ਵਾ। ਕੋਈ ਵੀ ਬੰਦਾ ਮਨੁੱਖਤਾ ਵਾਲੇ ਗੁਣ ਕਿਸੇ ਦੇ ਵਿੱਚ ਵੀ ਹੋ ਸਕਦੇ ਆ। ਉਹ ਕੋਈ ਵੀ ਉਹ ਭਾਵੇਂ ਮਤਲਬ ਉਹਦਾ ਤੁਸੀਂ ਉਹਨੂੰ ਜਾਤੀ ਰੂਪ 'ਚ ਦੇਖੋ, ਚਾਹੇ ਉਹਨੂੰ ਤੁਸੀਂ ਮਤਲਬ ਇੱਕ ਰੰਗ ਨਸਲ ਦੇ ਵਿੱਚ ਦੇਖੋ ਤੁਸੀਂ ਵੀ ਯਾਰ ਇਹਦਾ ਰੰਗ ਕਾਲਾ ਆ ਜਾਂ ਚਿੱਟਾ, ਉਹ ਗੋਰਿਆਂ ਦੇ ਵਿੱਚ ਵੀ ਹੈਗੀ ਇਨਸਾਨੀਅਤ, ਹੈਗੀ ਸਾਰੇ ਹਰ ਬੰਦੇ ਚੰਗੇ ਮਾੜੇ ਤਾਂ ਹਰ ਸਮਾਜ। ਦਿੱਲੀ ਵਾਲਿਆਂ ਨੂੰ ਬਚਾਇਆ ਹੈਗਾ ਉਹਨਾਂ ਨੂੰ, ਪਰ ਉਹਨਾਂ ਦੀ ਨਹੀਂ ਭਾਜੀ ਇਹ ਤਾਂ ਇਹ ਤਾਂ ਉਹ ਗੱਲ ਹੋ ਗਈ ਨਾ ਭਾਜੀ, ਜਿਵੇਂ ਹੁਣ ਮੰਨ ਲਓ ਵੀ ਤੁਸੀਂ ਮਤਲਬ ਜਿਵੇਂ ਜਾਣਦੇ ਆਪਾਂ ਕਿਤੇ ਵੀ ਜਿਵੇਂ ਮੰਨ ਲਓ ਵੀ ਆਪਾਂ ਨੂੰ ਇੱਥੇ ਭਾਰਤ ਚੱਲਦਾ ਹੈਗਾ, ਆਪਣੇ ਵੀ ਇੰਡੀਆ 'ਚ ਚੱਲਦਾ ਵੀ ਜਿਵੇਂ ਕਿਸੇ ਨੇ ਦਿੱਤਾ ਹੋਵੇ ਆਪਾਂ ਨੂੰ ਉਹ ਨਿਯੋਤਾ ਦਿੱਤਾ ਹੋਵੇ ਵਿਆਹ ਦਾ, ਤਾਂ ਉਹਦੇ ਵਿੱਚ ਕੀ ਹੁੰਦਾ ਜਦੋਂ ਅਸੀਂ ਪੈਲਸ ਦੇ ਵਿੱਚ ਜਾਂਦੇ ਹੈਗੇ ਉੱਥੇ ਕਈ ਥਾਂ ਤੇ ਇਹ ਚੱਲਦਾ ਹੈਗਾ ਵੱਡੇ ਸ਼ਹਿਰਾਂ 'ਚ ਵੀ ਤੁਹਾਨੂੰ ਨਿਯੋਤਾ ਦਿੱਤਾ ਹੈਗਾ ਦਿਖਾਓ ਕਾਰਡ, ਫਿਰ ਉੱਥੇ ਆਪਾਂ ਕਾਰਡ ਦਿਖਾ ਕੇ ਤੇ ਐਂਟਰ ਕਰਦੇ ਆ ਨਾ ਪੈਲਸ ਦੇ ਵਿੱਚ। ਇੱਥੇ ਵੀ ਇਹੀ ਹਿਸਾਬ ਆ, ਇੱਥੇ ਕੀ ਆ ਤੁਸੀਂ ਸਿੱਖ ਆ ਤੁਸੀਂ ਦਿਖਾਓ ਸਾਨੂੰ ਤੁਹਾਡਾ ਸਰਟੀਫਿਕੇਟ ਦਿਖਾਓ। ਹਾਲਾਂਕਿ ਮਤਲਬ ਕੋਈ ਵੀ ਬੰਦਾ ਜਦੋਂ ਉਹ ਵਿਚਾਰ ਕਰਦਾ ਜਾਂ ਕੋਈ ਗੱਲ ਕਰਦਾ ਹੈਗਾ ਤੇ ਉਹ ਚਾਹੇ ਮੋਨਾ ਹੋਵੇ ਚਾਹੇ ਮਤਲਬ ਕਲੀਨ ਸ਼ੇਪ ਹੋਵੇ, ਜਦੋਂ ਉਹ ਗੁਰੂਆਂ ਦੀ ਗੱਲ ਦੇ ਉੱਤੇ ਆ ਕੇ ਪਹਿਰਾ ਦਿੰਦਾ ਨਾ ਤੇ ਉਹਦੇ ਮਤਲਬ ਮੋਢੇ ਦੇ ਉੱਤੇ ਥਾਪਣਾ ਦੇਣੀ ਚਾਹੀਦੀ ਹੈਗੀ ਵੀ ਹਾਂ ਆਹ ਸਿੱਖ ਆ ਵੀ ਵਾਕਈ ਅਸੀਂ ਇਹਨੂੰ ਸਿੱਖ ਮੰਨਦੇ ਆ ਹਨਾ। ਉਹਦੇ ਚ ਚਾਹੇ ਉਹਦੀਆਂ ਮੁੱਛਾਂ ਕੱਟੀਆਂ ਹੋਣ ਚਾਹੇ ਉਹਦਾ ਮਤਲਬ ਸਿਰ ਰੋਟਾ ਹੋਵੇ। ਬਾਕੀ ਮੁੱਖ ਦੀ ਗੱਲ ਇੱਥੇ ਕੀ ਹੈ, ਇੱਥੇ ਸਰਟੀਫਿਕੇਟ ਦੇਖਦੇ ਹੈਗੇ ਵੀ ਮੁਸਲਮਾਨ ਵਾਕਈ। ਗੱਲ ਏਦਾਂ ਆ ਵੀ ਫਰੀਦ ਸਾਹਿਬ ਨੇ ਜਿੱਦਾਂ ਕਿਹਾ ਸੀਗਾ ਵੀ ਦਾ ਮਨ ਮੈਦਾਨ ਕਰ ਟੋਏ ਤੇ ਬੇਟਾ, ਅਸਲ ਵਿੱਚ ਸਾਨੂੰ ਇਨਸਾਨ ਬਣਨਾ ਚਾਹੀਦਾ ਆ। ਆਪਸੀ ਵੇਲੇ
ਹਉਮੈ ਹੰਕਾਰ ਈਰਖਾ ਦਾ ਜਾਤਾਂ ਪਾਤਾਂ ਦੇ ਜਿੰਨੇ ਵੀ ਸਾਡੇ ਟੋਏ ਟਿੱਬੇ ਨਾ ਇਹਨਾਂ ਨੂੰ ਮਿਟਾਉਣਾ ਚਾਹੀਦਾ ਆ। ਜਿੰਨਾ ਚਿਰ ਅਸੀਂ ਇੱਕ ਤਾਂ ਕਹਿੰਦੇ ਆ ਸਾਰੇ ਖੇਤ ਨੂੰ ਕਰਾ ਕੇ ਇੱਕੋ ਜਿਹਾ ਕਰ ਲਿਆ ਜਾਂਦਾ ਹੈ, ਫਿਰ ਉਹ 'ਚ ਵਧੀਆ ਕੋਈ ਫਸਲ ਹੁੰਦੀ ਆ। ਨਹੀਂ ਤਾਂ ਫਿਰ ਉਹ 'ਚ ਤੁਹਾਨੂੰ ਪਤਾ ਹੈ ਟੋਇਆ ਟਿੱਬਿਆਂ 'ਚ ਪਾਣੀ ਕੱਢ ਕੇ ਤਾਂ ਬਦਬੂ ਪੈਦਾ ਹੋਣੀ, ਕੀੜੇ ਹੋਣਾ। ਅਸੀਂ ਖੇਤ ਨੂੰ ਕਰਾਉਣੇ ਥੋੜ੍ਹੀ ਹਾਂਜੀ ਹਾਂਜੀ ਉਹ ਆੜ ਬੰਨੇ ਨਹੀਂ ਭਾਜੀ ਬਣਾਉਂਦੇ ਹੁੰਦੇ, ਕੰਧ ਖੇਤ ਦੇ ਵਿੱਚ ਅਸੀਂ ਕੰਧ ਬਣਾ ਲਈ ਆ ਵੀ ਮੇਰੇ ਵਾਲਾ ਪਾਸਾ ਆ, ਤੇਰੇ ਵਾਲਾ ਪਾਸਾ ਵੀ, ਤੇਰੇ ਵਾਲੇ ਪਾਸੇ ਪਾਣੀ ਤੂੰ ਆਪਣੇ ਮੇਰੇ ਵਾਲੇ ਪਾਸੋਂ ਤੇਰੇ ਵਾਲੇ ਪਾਸੇ ਨੂੰ ਪਾਣੀ ਨਹੀਂ ਜਾਊਗਾ। ਕਹਿਣ ਦਾ ਮਤਲਬ ਇੱਕ ਦੂਜੇ ਵੱਲ ਨੂੰ ਜਿੱਦਾਂ ਹੱਥ ਵਧਾਉਣ ਵਾਲੀ ਗੱਲ ਨਹੀਂ ਹੈਗੀ। ਮਨਜੀਤ ਭਾਜੀ ਆਪਾਂ ਕਾਲਰ 2-3 ਉਹਨਾਂ ਨੇ ਮੈਨੂੰ ਕਾਲ ਇਹ ਤਾਂ ਭਾਜੀ ਹੋਰ ਜੀ ਪਰ ਭਾਜੀ ਇਹ ਤਾਂ ਜਿਹੜੀ ਹੁਣ ਬਾਣੀ ਦੀ ਜਿਹੜੀ ਚਾਉ ਸੀਗੀ ਉਹ ਇਹਨਾਂ ਨੇ ਮੋੜਤੀ ਕੁੱਟ-ਕੁੱਟ ਕੇ। ਬਾਣੀ ਦੀ ਜਿਹੜਾ ਬਾਣੀ ਰੂਪੀ ਰੰਬਾ ਸੀਗਾ ਇਹਨਾਂ ਨੇ ਉਹਨੂੰ ਵੀ ਮੋੜਤਾ ਕੁੱਟ-ਕੁੱਟ ਕੇ। ਇਹਨਾਂ ਨੇ ਬਾਣੀ ਰੂਪੀ ਬਲਦ ਸੀਗੇ ਜਿਨ੍ਹਾਂ ਨੂੰ ਬਾਣ ਪਲੇਨ ਕਰਨਾ ਸੀਗਾ, ਇਹਨਾਂ ਨੇ ਬਲਦ ਮਾਰਤੇ ਉਹ ਬਾਣੀ ਵਾਲੇ ਚੱਕਤਾ ਬਾਣੀ ਦਾ। ਕਿਉਂਕਿ ਬਾਣੀ ਉਹ ਇੱਕ ਜ਼ਮੀਨ ਨੂੰ ਤਿਆਰ ਕਰਨ ਵਾਲੀ ਸੀਗੀ, ਕਿਉਂਕਿ ਉਹਦੇ ਵਿੱਚ ਬਲਦ ਸੀ, ਉਹਦੇ ਚ ਰੰਬਾ ਸੀ, ਸਬਰ ਸੰਤੋਖ ਦਾ ਪਾਣੀ ਸੀ ਉਸ ਫਸਲ ਨੂੰ ਮਨਜੀਤ ਭਾਜੀ ਥੋੜੀ ਜੀ ਤੁਹਾਨੂੰ ਰੁਕਣਾ ਪੈਣਾ, ਆਪਣੇ ਨਾਲ ਜੁੜੇ ਹੋਏ ਆ, ਵੈਸੇ ਤੁਸੀਂ ਸੁਣੀ ਜਾਣਾ। ਹਾਂਜੀ ਹਾਂਜੀ ਆਪਣੇ ਨਾਲ ਜੁੜ ਗਏ ਆ ਤੇ ਇਹਨਾਂ ਨੇ ਆਪਾਂ ਨੂੰ ਕਾਲਾਂ ਕੀਤੀਆਂ ਸੀ, ਨੰਬਰ ਵੀ ਮੰਗਿਆ ਸੀ। ਫਿਰ ਜਦੋਂ ਦੇਖਿਆ ਮੈਂ ਕਿਹਾ ਵੀ ਇਹਨਾਂ ਨਾਲ ਲੈ ਲੈਂਦੇ। ਦੂਸਰਾ ਨੰਬਰ ਬੇਨਤੀ ਹੈ ਜੀ ਤੁਹਾਨੂੰ ਸਾਰਿਆਂ ਨੂੰ, ਦੂਸਰਾ ਨੰਬਰ ਖਾਲੀ ਪਿਆ, ਉੱਤੇ ਕਾਲ ਕਰ ਲਿਆ ਕਰੋ, ਫਿਰ ਇੱਦਾਂ ਸਾਨੂੰ ਨਾਲ ਫਿਰ ਪ੍ਰੋਬਲਮ ਹੁੰਦੀ ਆ। ਹਾਂਜੀ ਬੰਗੜ ਸਾਹਿਬ ਤੁਹਾਡਾ ਸਵਾਗਤ ਆ ਜਰਮਨੀ ਵਾਲਿਓ। ਹਾਂਜੀ ਭਾਜੀ ਬਹੁਤ ਬਹੁਤ ਧੰਨਵਾਦ। ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਔਰ ਸਾਰੇ ਤਿੰਨੇ ਭਰਾਵਾਂ ਦੀ ਗੱਲ ਮੈਂ ਸੁਣੀ ਹੈ, ਮਲ ਸਾਹਿਬ ਦੀ, ਤੁਹਾਡੀ ਵੀ ਔਰ ਮਨਜੀਤ ਭਾਜੀ ਤਾਂ ਮੈਨੂੰ ਜਾਣਦੇ ਚੰਗੀ ਤਰ੍ਹਾਂ। ਪਰ ਮੈਨੂੰ ਕਿੰਨਾ ਕੁ ਟਾਈਮ ਦੇ ਸਕਦੇ ਹੋ? ਮੈਂ ਉਹ ਗੱਲ ਨਿਬੇੜਨ ਉਹਨੂੰ ਸਮੇਟਣ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਏਦਾਂ ਕਰਿਓ, ਚੈਪਟਰ ਭਾਵੇਂ ਚੱਲਦਾ ਰੱਖਿਓ, ਗੱਲ ਥੋੜੀ ਕਰ ਲਿਓ ਚੈਪਟਰ ਏਦਾਂ ਵੀ ਆਪਾਂ ਐਤਵਾਰ ਨੂੰ ਫਿਰ ਇਕੱਠੇ ਹੋਣਾ ਤੇ ਫਿਰ ਉਧਰ ਨੂੰ ਫਿਰ ਰੈਸਟ ਜਿਹੜਾ ਚੈਪਟਰ ਵੀ ਆਪਾਂ ਚਾਹੁੰਦੇ ਆ ਵੀ ਇੱਕ ਦਿਨ 'ਚ ਗੱਲ ਮੁੱਕਣ ਵਾਲੀ ਨਹੀਂ ਹੈਗੀ। ਇਹ ਗੱਲ ਜਿੰਨੀ ਵੱਧ ਅਸੀਂ ਗੱਲਬਾਤ ਕਰਾਂਗੇ, ਆਦਾਨ ਪ੍ਰਦਾਨ ਕਰਾਂਗੇ, ਚਾਹੇ ਤੁਹਾਡੇ ਵਿਚਾਰ ਸਾਡੇ ਨਾਲ ਮਿਲਦੇ ਹੋਣ ਜਾਂ ਨਾ ਹੋਣ, ਪਰ ਗੱਲ ਇਹ ਆ ਵੀ ਜਦੋਂ ਅਸੀਂ ਆਪਸ ਵਿੱਚ ਗੱਲਬਾਤ ਥੋੜ੍ਹੀ ਜਿਹੀ ਵੱਧੀ ਕਰਾਂਗੇ ਤਾਂ ਉਸ ਗੱਲ ਦੇ ਵਿੱਚੋਂ ਵੀ ਕੋਈ ਨਾ ਕੋਈ ਚੀਜ਼ ਜਿਹੜੀ ਆ ਸਰੋਤਿਆਂ ਨੂੰ ਜਾਂ ਆਮ ਲੋਕਾਂ ਨੂੰ ਉਹ ਸੁਣਨ ਨੂੰ ਮਿਲਦੀ ਆ, ਵਧੀਆ ਲੱਗਦੀ ਆ। ਤੇ ਤੁਸੀਂ ਆਪਣੀ ਗੱਲ ਜਿੰਨੀ ਕੁ ਵੀ ਹੁੰਦੀ ਆ ਕਰ ਲੈਂਦੇ ਆਪਾਂ, ਤੇ ਸਮੇਂ ਦੀ ਤਾਂ ਵੈਸੇ ਕੋਈ ਲਿਮਟ ਨਹੀਂ ਹੁੰਦੀ, ਪਰ ਚੱਕਰ ਇਹ ਆ ਅਸੀਂ ਆਪਣੇ ਕੰਮ ਕਾਰ ਵੀ ਫਿਰ ਦੇਖਣੇ ਹੁੰਦੇ ਆ, ਤੁਹਾਨੂੰ ਪਤਾ ਹੀ ਆ ਜੀ। ਜੀ ਜੀ ਨਹੀਂ, ਮੈਂ ਇੰਨੀ ਜ਼ਿਆਦਾ ਲੰਬੀ ਵੀ ਨਹੀਂ ਗੱਲ ਕਰਨੀ ਜਿੰਨੀ ਕਿ ਤੁਸੀਂ ਕਹਿ ਦਿੱਤੀ ਆ। ਪਹਿਲਾਂ ਤਾਂ ਮੇਰੇ ਸਾਰੇ ਭਰਾਵਾਂ ਨੂੰ ਇਹ ਬੇਨਤੀ ਆ ਕਿ ਆਪਣਾ ਧਿਆਨ ਰੱਖੋ। ਅੱਜ ਕੱਲ ਉਹ ਵਾਇਰਸ ਜਿਹਾ ਚੱਲ ਰਿਹਾ ਨਾ, ਉਹ ਕੀ ਉਹਨੂੰ ਕਹਿੰਦੇ ਆ ਹਨਾ, ਉਹਦਾ ਤਾਂ ਇਲਾਜ ਭਾਜੀ ਮੱਲ ਸਾਹਿਬ ਨੇ ਦੱਸਿਆ ਵੀ ਉਹਦਾ ਤਾਂ ਲੱਭ ਲੈਣਾ ਜਿਹੜਾ ਕਰੋਨਾ ਹੈ। ਮੈਂ ਹੁਣ ਜਾਤੀ ਦੇ ਗੱਲ ਦੇਖੋ, ਮੈਂ ਮੱਲ ਸਾਹਿਬ ਪਹਿਲਾਂ ਮੈਂ ਸੌਰੀ ਚਾਹੁੰਦਾ, ਔਰ ਮੈਨੂੰ ਅੱਜ ਇਹ ਦੇਖ ਕੇ ਬਹੁਤ ਚੰਗਾ ਲੱਗਿਆ। ਮੈਂ ਭਾਜੀ ਉਹਨਾਂ ਨੂੰ ਪਹਿਲਾਂ ਵੀ ਸਾਡੀ ਡਿਬੇਟ ਹੋਈ ਸੀ ਜਾਂ ਆਪਣੀ ਆਪਸੀ ਗੱਲ ਹੋਈ ਸੀ, ਮੈਂ ਕਿਹਾ ਵੀ ਏਦਾਂ ਪ੍ਰੋਗਰਾਮ ਕਰਿਆ ਕਰੋ ਹਨਾ। ਤੁਸੀਂ ਅੱਜ ਦੋਨੇ ਭਰਾ ਬੈਠੇ ਆ, ਮੇਰੇ ਵੱਡੇ ਭਰਾ, ਔਰ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਆ ਕਿ ਆਪਸੀ ਡਿਬੇਟ ਚੱਲ ਰਹੀ ਹੈ ਹਨਾ। ਇਹਨੂੰ ਕਹਿੰਦੇ ਆ ਬਈ ਅੱਗੇ ਵਧੇ ਆ ਆਪਾਂ ਹਨਾ, ਪਿੱਛੇ ਨਹੀਂ ਮੁੜੇ, ਅੱਗੇ ਵਧੇ ਆ, ਅਗਲੀ ਸੋਚ ਲੈ ਕੇ ਆਏ ਆ। ਔਰ ਮਲ ਸਾਹਿਬ ਮੈਂ ਇਹ ਮੇਰਾ ਸਵਾਲ ਆ, ਮੇਰੇ ਸਵਾਲ ਪੁੱਠੇ ਜਿਹੇ ਹੁੰਦੇ ਆ, ਟੇਢੇ ਜਿਹੇ ਹੁੰਦੇ ਆ। ਮਲ ਕੀ ਹੁੰਦਾ, ਝਮਟ ਕੀ ਹੁੰਦਾ, ਜਾਂ ਫਿਰ ਝੱਲੀ ਕੀ ਹੁੰਦਾ, ਬੰਗੜ ਕੀ ਹੁੰਦਾ? ਇਹ ਜਾਤਾਂ ਨਹੀਂ ਹੈਗੀਆਂ ਜੀ ਜੀ। ਇਸ ਸਵਾਲ ਦਾ ਜਵਾਬ ਲੈਣਾ ਇਸ ਸਵਾਲ ਦਾ? ਜੀ ਜੀ ਬਿਲਕੁਲ ਬਿਲਕੁਲ। ਦਾ ਮੈਂ ਜਵਾਬ ਨਾ ਵੈਸੇ ਬਹੁਤ ਪ੍ਰੋਗਰਾਮਾਂ 'ਚ ਦੇ ਚੁੱਕਾ ਹਾਂ। ਅਸੀਂ ਪਹਿਲਾਂ ਤੁਸੀਂ ਨਹੀਂ ਦੇਣਾ, ਮਲ ਸਾਹਿਬ ਨੇ ਦੇਣਾ, ਮਲ ਸਾਹਿਬ ਨੇ ਦੇਣਾ, ਤੁਸੀਂ ਨਹੀਂ ਦੇਣਾ, ਮੈਨੂੰ ਪਤਾ ਤੁਹਾਡੇ, ਮੈਂ ਜਾਣਦਾ। ਅੱਛਾ, ਇਹ ਤਾਂ ਸੁਣਨਾ ਚਾਹੁੰਦੇ ਆ। ਜੀ ਜੀ ਬਿਲਕੁਲ ਬਿਲਕੁਲ ਭਾਜੀ, ਗੁੱਸਾ ਨਹੀਂ ਕਰਨਾ ਮੇਰੀ ਗੱਲ ਦਾ, ਗੁੱਸਾ ਨਹੀਂ ਕਰਨਾ ਹੈਗਾ। ਇਹ ਸਿਰਫ ਆਪਾਂ ਨੂੰ ਇਹਦੇ ਵਿੱਚ ਜਾਤ ਨਹੀਂ ਆਪਾਂ ਕਹਿ ਸਕਦੇ, ਮੈਂ ਨਹੀਂ ਜਾਤ ਮੈਨੂੰ ਮੰਨਦਾ। ਮੱਲ ਸਾਹਿਬ ਇਹ ਹੈਗੀ ਨਾ, ਝੱਲੀ ਸਾਹਿਬ ਆ ਕੋਈ ਜਾਤ ਹੈਗੀ ਆ। ਇਹ ਆਪਣੇ ਜਿਹਦਾ ਇੱਕ ਸਰਨੇਮ ਦਿੱਤੇ ਗਏ ਆ, ਜਿੱਦਾਂ ਆਪਣੇ ਇਹ ਕਿੱਥੋਂ ਆਏ ਆ? ਹਾਂਜੀ, ਇਹ ਕਿੱਥੋਂ ਆਏ ਆ? ਤੁਹਾਨੂੰ ਦੱਸਦਾ ਵੀ ਕਿੱਥੇ ਆ ਹੁਣ। ਜਿਹੜੇ ਤੁਸੀਂ ਜਾਤ ਚੱਲੀ ਸਾਹਿਬ, ਮੈਂ ਤੁਹਾਡੇ ਤੋਂ ਸਵਾਲ ਨਹੀਂ ਪੁੱਛਿਆ ਹੈਗਾ। ਨਹੀਂ, ਉਹ ਜੇ ਅਸੀਂ ਪ੍ਰੋਗਰਾਮ ਕੀਤਾ ਵੀ ਸਾਨੂੰ ਉਸ ਇੰਟਰਪਟ ਨਾ ਕਰੋ, ਸਾਡੀ ਗੱਲ ਅੱਗੇ ਜਾਣ ਦਿਓ, ਇੱਥੇ ਗੋਤਾਂ ਤੇ ਲਿਆ ਕੇ ਨਾ ਹੁਣ। ਚਲੋ ਠੀਕ ਹੈ, ਸੌਰੀ ਚਲੋ ਚੱਲਣ ਦਿਓ। ਤੁਹਾਨੂੰ ਪਤਾ ਅਸੀਂ ਕਹਿ ਚੁੱਕੇ, ਦੱਸ ਚੁੱਕੇ ਹਾਂ, ਫਿਰ ਤੁਹਾਡਾ ਇਹ ਸਵਾਲ ਕਰਨਾ ਬਣਦਾ।
ਅਸੀਂ ਅੱਗੇ ਵਧਣਾ ਚਾਹੁੰਦੇ ਆ, ਤੁਸੀਂ ਇੱਕ ਚਲੋ ਮਾਫੀ ਚਾਹੁੰਦਾ ਭਾਈ, ਮਾਫੀ ਚਾਹੁੰਦਾ। ਮੈਂ ਫਿਰ ਇੱਕ ਵਾਰੀ ਕਲੀਅਰ ਕਰ, ਠੀਕ ਹੈ ਜੀ। ਤੇ ਹੋ ਸਕਦਾ ਕਿਸੇ ਨੇ ਨਾ ਸੁਣੀ ਹੋਵੇ ਉਹਨਾਂ ਸਰੋਤਿਆਂ ਨੂੰ, ਜਿੱਦਾਂ ਤੁਹਾਨੂੰ ਸੁਣੀ ਆ ਬਈ ਕਿਉਂਕਿ ਮੈਂ ਚਮਾਰ ਤੇ ਵੀ ਗੱਲ ਕਰਨੀ ਹੈ ਬਾਅਦ ਵਿੱਚ। ਕਮਲ ਹੀਰ ਵਾ ਜਿਹਦੀ ਗੱਲ ਆਪਣੇ ਮਨਮੋਹਨ ਵਾਰਸ ਦੀ ਕੀਤੀ, ਉਹ ਹੀਰ ਬ੍ਰਦਰ ਵਾ। ਹੁਣ ਜਿਹੜੇ ਮੇਰੇ ਇਨ ਲੋਜ਼ ਆ ਉਹ ਸਾਰੇ ਹੀਰ ਵਾ। ਹੁਣ ਮੇਰੇ ਸਹੁਰਾ ਹੀਰ ਵਾ, ਹੁਣ ਉਹਨਾਂ ਨੂੰ ਕੀ ਮੰਨਾਂ ਮੈਂ? ਉਹਨਾਂ ਨੂੰ ਜੱਟ ਕਹਾਂ ਜਾਂ ਚਮਾਰ ਕਹਾਂ ਉਹਨਾਂ ਨੂੰ? ਹੁਣ ਅਟਵਾਲ ਵਾ ਜਿਹੜਾ ਲੁਧਿਆਣੇ ਵਾਲਾ ਡਾਕਟਰ ਸਿੰਘ ਅਟਵਾਲ ਵਾ, ਅਟਵਾਲ ਤਾਂ ਜੱਟ ਵੀ ਆ, ਜਿਹੜਾ ਮੈਨੂੰ ਮੇਰਾ ਪ੍ਰਿੰਸੀਪਲ ਰਿਹਾ, ਹੈਡ ਮਾਸਟਰ ਰਿਹਾ। ਮੈਂ ਸਾਡੇ ਬਰਾਮ ਦੇ ਵਿੱਚ ਸਾਰੇ ਅਟਵਾਲ ਵਾਲਮੀਕੀ ਹੈ। ਗੱਲ ਤਾਂ ਇਹ ਸਮਝਣ ਦੀ ਆ, ਇਹ ਵੰਡ ਹੋਈ ਆ। ਹੁਣ ਜਿੱਦਾਂ ਮਨੁੱਖ ਦੀ ਵੰਡ ਹੋਈ ਆ, ਇੱਦਾਂ ਇਹ ਚੀਜ਼ਾਂ ਦੀ ਜਾਂ ਅਸੀਂ ਲੱਭਦੇ ਆ, ਸਾਨੂੰ ਇਦਾਂ ਲੱਗਦਾ ਕੋਈ ਜ਼ਰੂਰੀ ਨਹੀਂ ਵੀ ਜਿਹੜਾ ਅਟਵਾਲ ਉਹ ਆਵੇ ਉਹ ਕਿਤੇ ਵਾਲਮੀਕੀ ਹੋਵੇ, ਉਹ ਜੱਟ ਵੀ ਹੋ ਸਕਦਾ। ਬਿਲਕੁਲ ਬਿਲਕੁਲ। DNA ਟੈਸਟ ਹੋਣਾ ਨਾ, ਉਹ ਕਿਤੇ ਜਾ ਕੇ ਨਿਕਲਣਾ ਹੈਗਾ। ਹੁਣ ਤਾਂ ਬੜੀਆਂ ਆਜ਼ਾਦਾਂ ਹੋ ਗਈਆਂ, ਪਰ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਹੁਣ ਅਸੀਂ, ਸਾਡਾ ਇੱਕ ਇੰਡੀਅਨ ਕਲਚਰ ਇਦਾਂ ਦਾ ਆ ਬੰਗੜ ਸਾਹਿਬ, ਜਦੋਂ ਅਸੀਂ ਵਿਆਹ ਸ਼ਾਦੀ ਕਰਦੇ ਆ ਤਾਂ ਉੱਥੇ ਗੋਤ ਖੜੇ ਮੈਂ ਉਹੀ ਗੱਲ ਕਹਿਣ ਲੱਗਾ ਸੀ। ਮੈਂ ਕਿਹਾ ਅਸੀਂ ਮੱਲ ਵੀ ਲਾ ਦੇਵਾਂਗੇ, ਨਾਲੋਂ ਝੱਲੀ ਵੀ ਲਾ ਦੇਵਾਂਗੇ, ਹਨਾ। ਮੁੜ ਕੇ ਜਦੋਂ ਸਾਡਾ ਫੇਰ ਆਪਣਾ ਸਮਾਜਿਕ ਰਿਸ਼ਤੇ ਨਾਤੇ ਜਿਹੜੇ ਹੈਗੇ ਆ, ਜਦੋਂ ਉੱਥੇ ਗੱਲ ਆਉਣੀ ਆ, ਉਹਨਾਂ ਨੇ ਫੇਰ ਸਾਨੂੰ ਪੁੱਛਣਾ ਆ। ਉਹ ਯਾਦ ਕਰਕੇ ਨਹੀਂ ਪੁੱਛਣਾ, ਇਸ ਕਰਕੇ ਪੁੱਛਣਾ ਵੀ ਖੂਨ ਮੰਗਦੇ ਸੀ, ਉਹ ਸਾਡੀ ਕਿਤੇ ਭੈਣ ਨਾਲ ਲੱਗਦੀ। ਹਾਂ, ਇਸ ਕਰਕੇ ਬੰਗੜ ਸਾਹਿਬ ਇੱਕ ਮਿੰਟ, ਆਪਾਂ ਨਾ ਜਿਹੜੇ ਜਦੋਂ ਆਪਾਂ ਸਿਆਣੇ ਆਪਾਂ ਵਿਆਹਾਂ 'ਚ ਜਾਂਦੇ ਹੁੰਦੇ ਸੀ, ਮੈਂ ਜਾਂਦਾ ਰਿਹਾ ਵਿਆਹਾਂ 'ਚ ਨਿੱਕਾ ਹੁੰਦਾ ਆਪਣੇ ਡੈਡੀ ਹੁਣਾਂ ਨਾਲ, ਉਹ ਜਦੋਂ ਪਿੰਡ 'ਚ ਪੁੱਛਦੇ ਹੁੰਦੇ ਸੀ ਵੀ ਸਾਡੇ ਗੋਤ ਦੀ ਕੋਈ ਕੁੜੀ ਤਾਂ ਨਹੀਂ ਹੈਗੀ ਇੱਥੇ, ਹਨਾ। ਇਹ ਕਿਉਂਕਿ ਉੱਥੇ ਆਪਾਂ ਨੂੰ ਫਿਰ ਉਹ ਮੰਨਣ ਜਾਂਦੇ ਸੀ। ਹੁਣ ਆਪਣੇ ਸਮਾਜ ਦੇ ਵਿੱਚ ਮੈਂ ਜਿੰਨਾ ਕੁ ਆਪਾਂ ਨੂੰ ਪਤਾ ਹੈਗਾ, ਆਪਾਂ ਆਪਣੇ ਗੋਤਾਂ ਦੇ ਵਿੱਚ ਰਿਸ਼ਤਾ ਨਹੀਂ ਕਰਦੇ। ਪਰ ਕਈ ਹੋਰ ਆਪਣੇ ਪੰਜਾਬ 'ਚ, ਭਾਰਤ ਵਿੱਚ ਕਈ ਹੋਰ ਜਿਹੜੇ ਜਿੱਦਾਂ ਜਾਤ ਪਾਤਾਂ ਹੈਗੀਆਂ ਆ, ਉਹ ਕਰਦੇ ਹੈਗੇ ਆ। ਹੁਣ ਮੁਸਲਮਾਨਾਂ ਦੇ ਉਹ ਮਾਮੇ ਦੀ ਮਾਸੀ ਦੀ ਕੁੜੀ ਦਾ ਕਰਦੇ ਆ, ਇਸ ਕਰਕੇ। ਪਰ ਆਪਾਂ ਇਹਨਾਂ ਚੀਜ਼ਾਂ ਤੋਂ ਸ਼ਾਇਦ ਨਹੀਂ ਖਰੇ, ਇਸ ਕਰਕੇ ਆਪਾਂ ਬਚੇ ਹੋਏ ਆ ਇਸ ਚੀਜ਼ ਤੋਂ। ਹਾਂ, ਹਾਂਜੀ ਬਿਲਕੁਲ। ਕਿਤੇ ਨਾ ਕਿਤੇ ਬੰਗੜ ਸਾਹਿਬ ਆਪਣੀ ਜਿਹੜੀ ਅਗਲੀ ਗੱਲ ਕਰ ਲਓ। ਹਾਂਜੀ, ਆ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਮਲ ਸਾਹਿਬ ਨੇ ਹੁਣਾਂ ਨੇ ਵੀ ਗੱਲ ਕੀਤੀ ਆ ਕਿ ਰਿਸ਼ਤੇ ਜਿਹੜੇ ਆ ਇਹਨੂੰ ਸਾਇੰਸ ਮੰਨ ਚੁੱਕੀ ਆ। ਮੈਂ ਇਹ ਜਾਣਕਾਰੀ ਦੇਣਾ ਚਾਹੁੰਦਾ ਸਾਰੇ ਆਪਣੇ ਭਰਾਵਾਂ ਨੂੰ, ਸਾਰਿਆਂ ਨੂੰ ਪਤਾ ਹੀ ਆ ਉਹਦਾ ਤਾਂ, ਕਿ ਜਿਹੜੀ ਬਲੱਡ ਗਰੁੱਪ ਦੇ ਵਿੱਚ, ਬਲੱਡ ਗਰੁੱਪ ਨਹੀਂ ਆਪਾਂ ਕਹਿ ਸਕਦੇ, ਜਿਹਦਾ ਰਿਸ਼ਤਾ ਆ, ਜਿੱਦਾਂ ਆਪਾਂ ਚਾਚੇ ਮਾਸੀਆਂ ਦਾ, ਹੁਣ ਤੁਸੀਂ ਮੁਸਲਮਾਨ ਦੀ ਗੱਲ ਕਰਕੇ ਹਟੇ ਆ ਨਾ ਦੋਨੇ ਭਰਾ, ਜਦੋਂ ਇੱਥੇ ਰਿਸ਼ਤੇ ਹੁੰਦੇ ਆ ਤੇ ਬੱਚੇ ਜਿਹੜੇ ਅੰਗਹੀਣ ਪੈਦਾ ਹੁੰਦੇ 85% ਜੀ, ਚਾਹੇ ਉਹਦਾ ਦਿਮਾਗ ਮੋਟਾ ਹੋ ਗਿਆ, ਚਾਹੇ ਉਹਦਾ ਕੋਈ ਅੰਗ ਵੱਧ ਨਹੀਂ ਸਕਿਆ, ਇਹ ਸਾਇੰਸ ਮੰਨ ਚੁੱਕੀ ਆ। ਇਹ ਕ੍ਰਿਸਚਨਾਂ ਦੇ ਵਿੱਚ ਸੀਗਾ, ਜੋ ਮੁਸਲਮਾਨਾਂ ਦੇ ਵਿੱਚ ਅੱਜ ਹੈਗਾ, ਇਹ ਕ੍ਰਿਸਚਨ ਵੀ ਏਦਾਂ ਕਰਦੇ ਸੀ, ਇਹਨਾਂ ਨੇ ਛੱਡ ਦਿੱਤਾ। ਇਸ ਨੂੰ ਸਾਇੰਸ ਮੰਨ ਚੁੱਕੀ ਆ। ਜਿਹੜੀ ਤੁਸੀਂ ਗੱਲ ਕੀਤੀ ਆ ਗੋਤਾਂ ਦੀ, ਵੀ ਇਹ ਸਾਡੀ ਫੈਮਿਲੀ ਚੋਂ ਨਾ ਹੋਵੇ, ਇੱਕ ਬਹੁਤ ਪਰਫੈਕਟ ਚੀਜ਼ ਆ। ਬਈ ਜਾਤੀ ਨੂੰ ਤਾਂ ਆਪਾਂ ਚਲੋ ਛੱਡ ਦਿੰਦੇ ਆ, ਬਈ ਸਾਡਾ ਉन्नत ਨਹੀਂ ਸਾਡਾ ਰਿਸ਼ਤਾ ਹੈਗਾ, ਇਹ ਇੱਕ ਬਹੁਤ ਵੱਡੀ ਸਾਇੰਸ ਆ। ਕਦੀ ਵੀ ਗਲਤੀ ਨਾ ਕਰਿਓ, ਕਦੀ ਵੀ। ਥੈਂਕ ਯੂ ਵੈਰੀ ਮਚ। ਆਪਾਂ ਗੱਲਬਾਤ ਅੱਗੇ ਤੋਰਦੇ ਹਾਂ। ਤੁਸੀਂ ਜਿਹੜੀ ਸਾਡੀ ਡਿਸਕਸ਼ਨ, ਹਾਂਜੀ ਹਾਂਜੀ ਹਾਂਜੀ, ਅਸੀਂ ਗੱਲਬਾਤ ਤੁਸੀਂ ਸੁਣੀਆਂ, ਉਹਦੇ ਸੰਬੰਧ ਵਿੱਚ ਤੁਸੀਂ ਕੋਈ ਅਪਡੇਟ ਦੇਣਾ ਚਾਹੁੰਦੇ? ਕਿਉਂਕਿ ਚੰਬਰ ਸਾਹਿਬ ਦਾ ਵੀ ਸਪੈਸ਼ਲ ਕਮੈਂਟ ਆਇਆ, ਕਹਿੰਦੇ ਜੀ ਡਿਬੇਟ ਨੂੰ ਅੱਗੇ ਤੋਰੋ, ਵੀ ਇੱਥੋਂ ਨਿਕਲੋ ਬਾਹਰ, ਵੀ ਥੋੜਾ ਜਿਹਾ ਆਪਾਂ ਮੈਂ ਥੋੜੀ ਲੈ ਬਣੀ ਅੱਗੇ ਲੈ ਕੇ ਜਾ ਰਹੇ ਹਾਂ ਹੌਲੀ, ਵੀ ਇਸ ਕਰਕੇ ਆਪਾਂ ਚਾਹੁੰਦੇ ਹਾਂ ਵੀ ਤੁਹਾਨੂੰ ਜਿੱਦਾਂ ਜਿਹੜੀਆਂ ਅਸੀਂ ਗੱਲਾਂ ਲੱਗੀਆਂ ਕੀਤੀਆਂ, ਤੁਹਾਨੂੰ ਉਹਦੇ ਵਿੱਚ ਤੁਸੀਂ ਕੋਈ ਅਪਡੇਟ ਦੇਣਾ ਜੀ। ਅਪਡੇਟ, ਹਾਂ ਬਿਲਕੁਲ ਬਿਲਕੁਲ, ਕਿਉਂਕਿ ਮੈਂ ਤੁਹਾਡੀ ਗੱਲ ਸੁਣ ਕੇ ਹੀ ਗੱਲ ਕਰ ਦਿੱਤੀ ਆ। ਜਿਹੜਾ ਜਾਤੀ ਦਾ ਜ਼ਹਿਰ ਆ, ਇਹ ਮੈਂ ਇੱਕ ਵਾਰੀ ਪਹਿਲਾਂ ਵੀ ਰੇਡੀਓ ਉੱਤੇ ਗੱਲ ਕੀਤੀ ਆ ਕਿ ਪਾਣੀ ਹਮੇਸ਼ਾ ਉੱਪਰ ਤੋਂ ਥੱਲੇ ਨੂੰ ਉਤਰਦਾ, ਥੱਲੇ ਉੱਤੇ ਪੰਪ ਨਾਲ ਚੜਾ ਸਕਦੇ ਆ, ਪਰ ਕੁਦਰਤੀ ਤੌਰ ਤੇ ਨਹੀਂ ਚੜ ਸਕਦਾ। ਹਾਂਜੀ, ਕੈਰੀਅਰ ਹੁਣ ਰੱਖੋ ਤੁਸੀਂ। ਇਹ ਸਾਰਿਆਂ ਨੂੰ ਬੈਠ ਕੇ ਗੱਲ ਕਰਨੀ ਪੈਣੀ ਆ। ਇੱਥੇ ਤਾਂ ਜੇ ਆਪਾਂ, ਤੁਸੀਂ ਧਰਮਾਂ ਦੀ ਵੀ ਗੱਲ ਕੀਤੀ ਆ, ਦੀ ਗੱਲ ਸੁਣ ਲਈਏ, ਕਾਲਰ ਇੰਗਲੈਂਡ ਤੋਂ ਆਪਾਂ ਨੂੰ। ਹਾਂਜੀ 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 ਭਾਜੀ, ਜਰੂਰ 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 ਜਰੂਰ। ਹਾਂਜੀ, ਇੱਕ ਹੋਰ ਬੰਗੜ ਆ ਗਿਆ ਜੀ ਸਾਡੇ ਨਾਲ। ਬੰਗੜ ਸਾਹਿਬ ਤੁਹਾਡਾ ਵੀ ਸਵਾਗਤ ਹੈ। ਇਹਨੇ ਵੀ ਕੋਈ ਖਰੀ ਗੱਲ ਕਰਨੀ ਹੋਣੀ ਹੈ, ਕਰ ਲੈਣ ਦਿਓ ਜੀ, ਸਾਨੂੰ ਕਰ ਲੈਣ ਦਿਓ। ਹਾਂਜੀ ਹਾਂਜੀ, ਅਮਰਜੀਤ ਜੀ ਤੁਹਾਡਾ ਸਵਾਗਤ ਹੈ, ਤੁਸੀਂ ਲਾਈਵ ਆ ਇਸ ਵੇਲੇ, ਇੱਧਰ ਸਾਡੇ ਨਾਲ ਗੱਲ ਕਰ ਲਓ ਭਾਜੀ। ਨਿਊਜ਼ੀਲੈਂਡ ਤੋਂ ਆਇਆ ਜੀ। ਮੈਨੂੰ ਲੱਗਦਾ ਜੀ ਉਹਨਾਂ ਨੇ ਸਾਡੇ ਨਾਲ ਸ਼ਾਇਦ ਗੱਲ ਨਹੀਂ ਕਰਨੀ, ਜਾਂ
ਉਹਨਾਂ ਤੱਕ ਆਵਾਜ਼ ਤਾਂ ਬਿਲਕੁਲ ਜਾਣੀ ਚਾਹੀਦੀ ਹੈ, ਮੈਨੂੰ ਲੱਗਦਾ ਨਾ ਜੀ ਕੱਟੀ ਗਈ ਲਾਈਨ ਉਹਨਾਂ ਦੀ। ਅੱਛਾ, ਲਾਈਨ ਕੱਟੀ ਗਈ ਹੈ। ਤੁਸੀਂ ਕੈਰੀਅਰ ਰੱਖੋ ਬੰਗੜ ਸਾਹਿਬ, ਤੁਸੀਂ ਆਪਣੀ ਜਿਹੜੀ ਗੱਲ ਕਰ ਲਓ ਜੀ। ਅਸੀਂ ਜਿੱਦਾਂ ਚਾਹੁੰਦੇ ਹਾਂ ਵੀ ਉਹ ਜਿਹੜੀ ਗੱਲ ਅਸੀਂ ਚੱਲੀ ਆ ਵੀ ਉਹ ਤੋਂ ਅੱਗੇ, ਕਿਉਂਕਿ ਮਨਜੀਤ ਭਾਜੀ ਇਸ ਵੇਲੇ ਜਾਗਦੇ ਆ, ਉਹਨਾਂ ਨੂੰ ਕੋਈ ਆਪਾਂ ਤਨਖਾਹ ਨਹੀਂ ਦੇ ਰਹੇ, ਉਹ ਕੋਈ ਸਮਾਜ ਦੇ ਆਲੇ ਦੁਆਲੇ ਜੋ ਕੁਝ ਘਟਨਾਵਾਂ ਸਾਡੇ ਵਾਪਰਦੀਆਂ ਜੋ ਅਸੀਂ ਦੇਖਦੇ ਹਾਂ। ਮੈਂ ਮਨਜੀਤ ਭਾਜੀ ਦੀਆਂ ਸਾਰੀਆਂ ਗੱਲਾਂ ਦੇ ਨਾਲ ਸਹਿਮਤ ਹਾਂ। ਔਰ ਮੈਂ ਇਹ ਗੱਲ ਸਰ 2 ਘੰਟੇ ਹੋਰ ਲੈਣੇ, ਜ਼ਿਆਦਾ ਨਹੀਂ, ਸਮਾਂ ਖਰਾਬ ਨਹੀਂ ਕਰਨਾ ਹੈਗਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਅਸੀਂ ਭਾਈਚਾਰਾ ਪੈਦਾ ਕਰਨਾ ਚਾਹੁੰਦੇ ਹਾਂ, ਦਿੱਲੀ ਦੇ ਵਿੱਚ ਦੰਗੇ। ਹਾਂਜੀ ਅਮਰਜੀਤ ਜੀ ਤੁਸੀਂ ਆਪਣੀ ਗੱਲ ਕਰ ਲਿਓ, ਬਹਾਦਰ ਜੀ ਤੁਸੀਂ ਗੱਲ ਆਪਣੀ ਰੋਕ ਲਿਓ ਮੜ ਜਾ ਆਪਣੇ ਨਾਲ ਨਿਊ ਜੀ। ਹਾਂਜੀ ਬੰਗੜ ਸਾਹਿਬ। ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਭੀਮ, ਇਨਸਾਨੀਅਤ ਜਿੰਦਾਬਾਦ। ਜਿੰਨੇ ਸਰੋਤੇ ਆ ਔਰ ਚੱਲੀ ਸਾਹਿਬ, ਤੁਹਾਡੀ ਜਿਹੜੀ ਸਾਰੀ ਟੀਮ ਆ, ਮਨਜੀਤ ਭਾਜੀ ਆ ਨਾਲ, ਮਲ ਸਾਹਿਬ ਬੈਠੇ ਆ ਅੱਜ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮਲ ਸਾਹਿਬ। ਤੁਸੀਂ ਅੱਜ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਬੈਠੇ ਹੋ, 2 ਕਰਨਾ, ਉਹਦੇ ਲਈ ਮੈਂ ਮਾਫੀ ਚਾਹੁੰਦਾ। ਨਹੀਂ, ਤੁਹਾਡਾ ਵੀ ਧੰਨਵਾਦ, ਤੁਸੀਂ ਸਾਨੂੰ ਮੌਕਾ ਦਿੱਤਾ। ਹਾਂਜੀ ਹਾਂਜੀ, ਬਹੁਤ ਵਧੀਆ ਤੁਹਾਡੀਆਂ ਵਿਚਾਰਾਂ ਚੱਲ ਰਹੀਆਂ, ਮੈਂ ਸੁਣ ਰਿਹਾ ਸੀ, ਤੇ ਹੁਣ ਤੇ ਜੌਬ ਤੇ ਨਿਕਲ ਜਾਣਾ। ਹਾਂਜੀ, ਤੇ ਬਸ ਕੁਛ ਨਹੀਂ, ਤੁਹਾਡੀਆਂ ਵਿਚਾਰਾਂ ਚੱਲ ਰਹੀਆਂ, ਮੈਂ ਕਿਹਾ ਹਾਜ਼ਰੀ ਲਵਾ ਦਿਆਂ। ਤੇ ਸਾਰੇ ਸਰੋਤਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਆ ਜੀ, ਜਿਹੜੇ ਪ੍ਰੋਗਰਾਮ ਆਪਣਾ ਖੜਕਾ ਦੜਕਾ ਔਰ BBC ਪੰਜਾਬ, ਇਹ ਰੇਡੀਓ ਜਿਹੜਾ ਸਾਡਾ ਇਹ ਸਾਰਾ ਦੇਖਦੇ ਆ, ਸਾਰਿਆਂ ਦਾ ਇਹ ਆਪਣਾ ਸਾਂਝਾ ਆ ਔਰ ਬਹੁਤ ਹੀ ਵਧੀਆ ਤੁਸੀਂ ਵਿਚਾਰਾਂ ਕਰਦੇ ਆ। ਬਾਕੀ ਜਿਹੜੇ ਮੈਂ ਤਾਂ ਭਾਸ਼ਾ ਮੇਰੀ ਇਦਾਂ ਦੀ ਹੁੰਦੀ ਆ ਥੋੜੀ ਜਿਹੀ, ਜਿਹੜੇ ਫੁਕਰੇ ਆ ਉਹ ਬੰਦੇ ਨਹੀਂ ਬਣ ਸਕਦੇ, ਤੇ ਫੁਕਰੇ ਜਿਹੜੇ ਆ ਉਹ ਬੰਦੇ ਨਹੀਂ ਬਣ ਸਕਦੇ ਕਦੀ ਵੀ। ਇਹਨਾਂ ਨੂੰ ਚੰਗੀ ਤਰ੍ਹਾਂ ਨੱਥ ਫੁਕਰਿਆਂ ਨੂੰ ਪਾਉਣੀ ਪਊਗੀ, ਤੇ ਇਸ ਕਰਕੇ ਇਹਨਾਂ ਨੂੰ ਸ਼ਰਮ ਚਾਹੀਦੀ, ਡੁੱਬ ਕੇ ਮਰ ਜਾਣਾ ਚਾਹੀਦਾ ਸੀ। ਇਹ ਫੁਕਰੇ ਜਿਹੜੇ ਆ, ਹੁਣ ਇਹ ਗਏ ਸੀਗੇ ਬਨਾਰਸ ਕਾਂਸ਼ੀ ਨੂੰ ਬੇਗਮਪੁਰਾ ਫਸਾਉਣ, ਮੈਂ ਉਹੀ ਟੌਪ ਤੇ ਆਣਾ ਫੇਰ ਦੁਬਾਰਾ ਜੀ। ਇਹ ਗਏ ਸੀ ਉੱਥੇ, ਤੁਗਲਕਾਬਾਦ ਦਾ ਮੰਦਿਰ ਸੀ, ਆਪਾਂ ਆਪਣੇ ਪਿਓ ਦੀ ਇੱਜ਼ਤ ਨਹੀਂ ਬਚਾ ਸਕੇ ਰਲ ਕੇ ਸਾਰੇ। ਔਰ ਅਸੀਂ ਕਿਹੜੀਆਂ ਜਾਤਾਂ ਪਾਤਾਂ ਦੀ ਗੱਲ ਕਰਦੇ ਆ? ਮੈਂ ਤਾਂ ਹਮੇਸ਼ਾ ਇਹੀ ਗੱਲ ਕਰਦਾ, ਮਾਨਸ ਕੀ ਜਾਤ ਸਭ ਇੱਕੋ ਪਹਿਚਾਨ ਤੇ ਗੱਲ ਕਰਦਾ ਆ। ਤੇ ਹੁਣ ਇਹ ਜਿੱਦਾਂ ਖੂਹ ਦੇ ਡੱਡੂ ਦੀ ਤੁਸੀਂ ਗੱਲ ਕਰ ਰਹੇ ਸੀ, ਔਰ ਖੂਹ ਦੇ ਡੱਡੂ ਵਾਂਗੂ ਇਹ ਖੂਹ ਦੇ ਵਿੱਚ ਹੀ ਵੜ ਗਏ ਆ ਫੇਰ ਦੁਬਾਰਾ। ਹੁਣ ਇਹਨਾਂ ਨੇ ਪਤਾ ਨਹੀਂ ਕੀ ਕਰਨਾ ਆ, ਜਦੋਂ ਫੇਰ ਬਰਸਾਤ ਪਊ। ਮੈਂ ਤਾਂ ਇਹ ਆਪਣੀ ਹਾਜ਼ਰੀ ਲਾਉਣੀ ਸੀ, ਮੱਥਾ ਮਾਰੀ ਜਾਂਦੇ ਆਪਾਂ ਸਾਰੇ, ਪਰ ਕਿੱਥੋਂ? ਮਾਤਾ ਦੀਆਂ ਚੁੰਨੀਆਂ ਸਿਰਾਂ ਤੇ ਬੰਨੀਆਂ, ਕਹਿੰਦੇ ਅਸੀਂ ਪੁੱਤ ਗੁਰੂ ਰਵਿਦਾਸ ਦੇ। ਹਾਂ ਭਾਜੀ ਬੰਗੜ ਸਾਹਿਬ, ਮੈਂ ਇਹ ਗੱਲ ਦੱਸ ਦਵਾਂ ਵੀ ਪਿਛਲੇ ਸਾਲ ਆਪਾਂ ਦਵਾਈ ਦਿੱਤੀ ਸੀ ਨਾ, ਅਸੀਂ ਸਪੇਰੇ ਵੀ ਬੜੇ ਤਕੜੇ ਸਪੇਰੇ ਲਿਆਂਦੇ ਸੀਗੇ, ਪਰ ਜਦੋਂ ਫੜਿਆ ਤਾਂ ਐਵੇਂ ਨਾ ਮਾਮੂਲੀ ਜਿਹੇ ਨੇ ਆ ਕੇ ਫੜ ਲਿਆ ਸੀ ਸਪੇਰਾ, ਉਹ ਸੱਪ ਖੜੱਪਾ, ਉਹ ਹੁਣ ਲੱਭਦਾ ਨਹੀਂ ਕਿਤੇ। ਤੁਹਾਨੂੰ ਇਹ ਗੱਲ ਮੰਨਣਾ ਪੈਣਾ, ਇਹਨਾਂ ਨੂੰ ਬੰਦੇ ਦੇ ਪੁੱਤ ਇਦਾਂ ਬਣਾਉਣਾ ਵੀ ਉਹ ਲੱਭਿਆ ਨਹੀਂ ਹਾਲੇ ਤੱਕ ਉਹਨੇ ਕਿਤੇ। ਇਦਾਂ ਕੋਈ ਵੀਡੀਓ ਨਹੀਂ ਮੁੜ ਕੇ ਉਹਨਾਂ ਨੇ ਪਾਈ, ਇਹਦਾ BBC ਪੰਜਾਬ ਰੇਡੀਓ ਦਾ ਨਾਂ ਲੈ ਕੇ, ਮਤਲਬ ਪੰਜਾਬ ਦੇ ਵਿੱਚ ਇਦਾਂ ਕਹਿਣਾ ਵੀ ਮਤਲਬ ਬੰਦਾ ਇੱਕ। ਹਾਂਜੀ ਤੇ ਕਿੱਥੇ ਬੈਠੇ ਬਿਲਕੁਲ ਬੋਲਣ ਜੀ। ਹਾਂਜੀ ਚੱਲੀ ਸਾਹਿਬ, ਜਿਹੜਾ ਕਰੋਨਾ ਵਾਇਰਸ ਹੈ ਇੱਕ, ਇਹਦਾ ਤਾਂ ਇਲਾਜ ਲੱਭ ਲਿਆ ਆ, ਪਰ ਇਹਨਾਂ ਦਾ ਇਲਾਜ ਵੀ ਲੱਭਣਾ ਪੈਣਾ। ਇਹ ਕਰੋਨਾ ਵਾਇਰਸ ਤੋਂ ਵੀ ਭੈੜੇ ਆ, ਗੰਦੇ ਆ, ਇਹਨਾਂ ਦਾ ਹੁਣ ਇਲਾਜ ਤੁਸੀਂ ਲੱਭ ਰਹੇ ਆ। ਉਧਰ ਸਾਡੇ ਉਹ ਵੀਰ ਜੀ ਆਪਣੇ ਖੜਕਾ ਦੜਕਾ ਤੇ ਵੀ, ਤੇ ਉਹ ਬਹੁਤ ਵਧੀਆ ਪ੍ਰੋਗਰਾਮ ਉਹ ਦੇ ਰਹੇ ਆ, ਉਹਨਾਂ ਨਾਲ ਮੇਰੀ ਗੱਲਬਾਤ ਚੱਲਦੀ ਰਹਿੰਦੀ ਆ। ਬੁੜਾ ਸਾਹਿਬ ਨਾਲ ਵੀ, ਬਿਰਕ ਸਾਹਿਬ ਨਾਲ ਵੀ ਇੱਕ ਦਿਨ ਹੋਈ ਗੱਲ, ਉਹਨਾਂ ਨੇ ਇੱਕ ਛੋਟੀ ਵੀਡੀਓ ਵੀ ਮੈਨੂੰ ਭੇਜੀ ਆ, ਤੇ WhatsApp ਤੇ ਬਹੁਤ ਵਧੀਆ ਵੀਡੀਓ ਬਣਾਈ ਉਹਨਾਂ ਨੇ, ਤੇ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ। ਉਹਨਾਂ ਨੂੰ ਖਿੱਚ ਕੇ ਰੱਖੋ ਜਰਾ, ਤੁਹਾਨੂੰ ਵੀ ਇਹੀ ਕਹਿੰਦੇ, ਖਿੱਚ ਕੇ ਰੱਖੋ ਕੰਮ ਜਰਾ, ਅਸੀਂ ਤੁਹਾਡੇ ਨਾਲ ਆ। ਕੱਲ ਨੂੰ ਤੁਹਾਡੇ ਲਈ ਨਵਾਂ ਪ੍ਰੋਗਰਾਮ ਖੜਕਾ ਦੜਕਾ ਬਿਲਕੁਲ ਨਵੇਂ ਅੰਦਾਜ਼ ਦੇ ਵਿੱਚ ਆ ਰਿਹਾ, ਤੇ ਉਹਦੇ ਵਿੱਚ ਕਰੈਕਟਰ ਵੀ ਥੋੜੇ ਜਿਹਾ ਬਦਲ ਰਿਹਾ ਸੀ, ਤੇ ਉਹ ਤੁਹਾਨੂੰ ਬਿਲਕੁਲ ਨਵੇਂ ਤਰੀਕੇ ਨਾਲ, ਔਰ ਤੁਹਾਨੂੰ ਪਤਾ ਲੱਗੂਗਾ ਵੀ ਅਸੀਂ ਦਵਾਈ ਬਦਲ ਕੇ ਦੇਣੀ ਚਾਹੀਦੀ ਹੈ ਨਾ, ਕੋਈ ਕਿਹੜੀ ਅਸਰ ਕਰੂਗੀ ਦੇਖਦੇ ਹਾਂ ਜਦੋਂ ਇੱਕ ਦਵਾਈ ਅਸਰ ਨਾ ਕਰੇ ਜੀ। ਚੱਲੀ ਸਾਹਿਬ, ਜਿਹੜਾ ਪੁੱਤ ਕਹਿੰਦੇ ਆ ਪੁੱਤ ਗੁਰੂ ਰਵਿਦਾਸ ਦੇ, ਮੈਂ ਦੱਸਿਆ ਪਹਿਲਾਂ ਟਾਈ ਵਾਲੇ ਬਾਬੇ ਦੀ ਗੱਲ ਕੀਤੀ ਸੀ, ਭੀਮ ਰਾਓ ਅੰਬੇਡਕਰ ਦੀ। ਉਸ ਤੋਂ ਬਾਅਦ ਕਿਉਂਕਿ ਗੁਰਪੁਰਬ ਆ ਰਿਹਾ ਸੀਗਾ, ਤੇ ਗੱਲ ਗੁਰੂ ਰਵਿਦਾਸ ਜੀ ਕੀਤੀ ਸੀ। ਮੈਂ ਕਿਹਾ ਇਹ ਢੋਲਕੀ ਛਾਣੇ ਚੱਕ ਕੇ ਤਾਂ ਵਜਾਈ ਜਾਂਦੇ, ਛਾਣੇ ਤੇ ਪ੍ਰਭਾਤ ਫੇਰੀਆਂ, ਚਾਹ ਪਾਣੀ ਪਿਲਾਈ ਜਾਂਦੇ ਆ, ਠੀਕ ਹੈ ਨਾ, ਲੰਗਰ ਲਾਈ ਜਾਂਦੇ ਆ, ਤੇ ਹੁਣ ਤੁਸੀਂ ਕਿੱਥੇ ਚਲੇ ਗਏ? ਹੁਣ ਕਿੱਥੇ ਬੜੇ ਹੋ ਆ? ਦੂਸਰੀ ਗੱਲ ਮੈਂ ਵੀ ਜਿਹੜਾ ਦੂਸਰਾ ਪ੍ਰੋਜੈਕਟ ਕੀਤਾ ਸੀ ਪੁੱਤ ਗੁਰੂ ਰਵਿਦਾਸ ਦੇ, ਤੇ ਸਾਡੇ ਸਾਰੀ ਟੀਮ ਜਿਹੜੀ ਹੈ, ਤੇ ਤੁਸੀਂ ਨਾਲ ਹੀ ਸਾਰੇ ਵਧਾਈ ਦੇ ਪਾਤਰ ਸੀ, ਤੇ
ਉਸ ਤੋਂ ਬਾਅਦ ਹੁਣ ਪਾਰਟ 2 ਉਹਦਾ ਲੈ ਕੇ ਆ ਰਹੇ ਹਾਂ। ਇਸ ਵਾਰ ਅਸੀਂ ਤੇਰਾ ਪੁਰਬ ਮਨਾ ਲਿਆ, ਬਾਜਾ ਤੇ ਢੋਲ ਗੱਜ ਵੱਜ ਕੇ ਵਜਾ ਲਿਆ। ਹੁਣ ਅਸੀਂ ਮੇਲੇ ਤੇ ਨਕਲਾਂ ਕਰਾਉਣੀਆਂ, ਸੁੱਤੇ ਹੋਏ ਸ਼ੇਰ ਮਹੀਨੇ ਮਾਘ ਦੇ ਜਗਾਵਾਂਗੇ, ਬੇਗਮਪੁਰੇ ਦਾ ਤੇਰਾ ਅਧੂਰਾ ਸੁਪਨਾ। ਇਸ ਵਾਰ ਸੌਰੀ ਬਾਬਾ, ਇਸ ਵਾਰ ਸੌਰੀ ਗੁਰੂ ਜੀ, ਅਗਲੇ ਸਾਲ ਵਸਾਵਾਂਗੇ, ਲੈ ਕੇ ਬਾਜੇ ਨਵੇਂ ਢੋਲਕੀ ਤੇ ਚਿਮਟੇ। ਬਿਲਕੁਲ, ਕੀ ਬਾਤ ਹੈ। ਇਦਾਂ ਇਹਨਾਂ ਦਾ ਜਿਹੜਾ ਇੱਕੋ ਇੱਕ ਇਲਾਜ ਹੈਗਾ ਇਹਨਾਂ ਦਾ, ਮੇਰੇ ਕੋਲ ਇੱਕ ਵੈਕਸੀਨ ਅਸੀਂ ਤਿਆਰ ਕੀਤੀ ਆ, ਵੈਸੇ ਉੱਦਾਂ ਹੈਗਾ ਆਲਰੇਡੀ ਪਹਿਲਾਂ ਹੀ ਆ, ਉਹਦੀ ਵਰਤੋਂ ਨਹੀਂ ਹੋ ਰਹੀ। ਉਹ ਹੈਗਾ SGGS, ਉਸ ਵੈਕਸੀਨ ਦਾ ਨਾਮ ਮੈਂ ਤੁਹਾਨੂੰ ਦੱਸ ਦਿੰਦਾ, ਪਰ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿਸੇ ਦਿਨ। ਉਹਦਾ ਨਾਮ ਹੈਗਾ SGGS ਵੈਕਸੀਨ ਬਣਿਆ। ਹਾਂਜੀ ਹਾਂਜੀ। ਤੇ ਉਹ ਬੜਾ ਕਾਰਗਰ ਵਾ, ਪਰ ਜਿਹਦੇ ਲੱਗ ਜਾਂਦਾ ਆ ਉਹ ਮੁੜ ਕੇ ਕੁਸਕਦਾ ਨਹੀਂ, ਹੈ ਨਾ। ਬਿਲਕੁਲ ਬਿਲਕੁਲ, ਕਨੈਕਟ ਦੀਆਂ ਗੋਲੀਆਂ ਹੁਣ ਕੰਮ ਨਹੀਂ ਕਰਦੀਆਂ। ਹੁਣ ਜਰਾ ਦਵਾਈ ਦੇਣੀ ਪੈਣੀ। ਚੱਲ ਰਿਹਾ ਲੈਬ ਦੇ ਵਿੱਚ, ਚੱਲ ਰਿਹਾ ਤਜਰਬੇ, ਐਕਸਪੈਰੀਮੈਂਟ ਹੋ ਰਹੇ ਆ। ਹਾਂਜੀ ਕਾਂਚੀ ਸਾਹਿਬ, ਕਾਂਚੀ ਹੁਣ ਜਾਣੀ, ਹੁਣ ਬਾਬੇ ਦੇ ਜ਼ਰੂਰੀ ਆ ਪਹਾੜਾਂ ਦੇ ਵਿੱਚ। ਕਾਂਚੀ ਹੁਣ ਜਾ ਨਹੀਂ ਹੋਣਾ, ਹੁਣ ਸਭ ਨਹੀਂ। ਜਿਹੜੇ ਕਾਂਚੀ ਜਾਂਦੇ ਆ ਉਹ ਵੀ ਵਿਚਾਰੇ ਉੱਥੋਂ ਕੀ ਸਿੱਖ ਕੇ ਆਉਂਦੇ ਆ, ਉਹ ਗਿੱਧੇ ਭੰਗੜੇ ਪਾਉਂਦੇ ਆਉਂਦੇ ਆ, ਉਹਨਾਂ ਕੋਲ ਕਿਹੜਾ ਕੁਝ ਹੋਰ ਵਾ। ਉਹ ਵੀ ਚੰਗੀ ਚੀਜ਼ ਸਿੱਖ ਕੇ ਆਉਣ। ਦੇਖੋ ਜੀ, ਉਹ ਗੁਰਬਾਣੀ ਉਹਨਾਂ ਨੂੰ ਕਹਿੰਦੀ ਆ ਨੱਚ ਕੇ। ਉੱਥੇ ਤਾਂ ਮੌਲੀਆਂ ਬੰਨ੍ਹਦੇ ਆ ਭਾਜੀ, ਕਾਂਚੀ ਗਿਆਂ ਦਾ ਵੀ ਕੀ ਫਾਇਦਾ। ਉਹ ਗੰਗਾ ਗਿਆਂ ਦਾ ਕੀ ਗਾਣਾ ਨਹੀਂ ਹੈਗਾ, ਗੰਗਾ ਗਿਆਂ ਗੱਲ ਬਣਦੀ ਨਹੀਂ, ਭਾਵੇਂ ਲੱਖ ਚੁਬੀਆਂ ਲਾਈਏ, ਲਾ ਲਾਓ ਚੁਬੀਆਂ, ਉਹਦੇ ਨਾਲ ਕੀ ਫਰਕ ਪੈਣਾ ਹੈਗਾ। ਤੁਸੀਂ ਜਾਓ ਕਾਂਚੀ ਤੋਂ ਅੱਗੇ ਵੀ ਚਲੇ ਜਾਓ, ਭਾਵੇਂ ਕਿਤੇ। ਦੇਖੋ ਜੀ, ਜਿੰਨਾ ਮਰਜ਼ੀ ਨੱਚ ਟੱਪ ਕੇ ਵੱਧ ਤੋਂ ਵੱਧ ਕੀ ਕਰੋਗੇ, ਉਹੀ ਮਿੱਟੀ ਪੈਰਾਂ ਨਾਲ ਅੜਾ ਕੇ ਸਿਰ 'ਚ ਸੁਆਹ ਪਾ ਕੇ ਕਰ ਦੂੰਗਾ। ਬਸ ਜਿੰਨਾ ਚਿਰ ਗੁਰੂ ਦਾ ਸਿਧਾਂਤ ਨਹੀਂ ਬਣਿਆ, ਨਾਲ ਅਸੀਂ ਇਹ ਵੀ ਗੱਲ, ਜਿੰਨਾ ਚਿਰ ਗੁਰੂ ਦਾ ਸਿਧਾਂਤ। ਤੁਹਾਡੇ ਕੋਲ ਇੱਕ ਲਿੰਕ ਆ ਗਿਆ ਆ, ਉਹ ਸਾਥੀ ਨੇ ਮੈਨੂੰ ਭੇਜਿਆ ਸੀ, ਮੈਂ ਕਹਾਂ ਤੁਹਾਨੂੰ ਫਾਰਵਰਡ ਕੀਤਾ ਆ। ਢਵਾਈ 'ਚ ਵੀ ਲੱਗਾ, ਹੁਣ ਥੋੜਾ ਜਿਹਾ ਫੇਰ ਗੰਦ ਲੱਗਾ ਪੈਣਾ ਦੁਬਾਰਾ। ਕੋਈ ਨਹੀਂ, ਪਾਣ ਦਿਓ ਜੀ ਉਹਨਾਂ ਨੂੰ, ਉਹਨਾਂ ਦਾ ਕੰਮ ਆ ਗੰਦ ਪਾਉਣਾ, ਸਾਡਾ ਕੰਮ ਝਾੜੂ ਲੈ ਕੇ ਗੂੰਜਣਾ। ਅਸੀਂ ਲੱਗੇ ਹੋਵਾਂ, ਉਹ ਫਿਰ ਜਿੱਦਾਂ ਪਾਉਣਾ ਉਹ ਨਹੀਂ ਪਾਉਣਾ। ਫਿਰ ਅਸੀਂ ਤਾਂ ਇੱਥੇ ਸਾਰਾ ਸਾਲ ਬੈਠੇ ਰੌਲਾ ਪਾਇਆ ਨਾ, ਝਾੜੂ ਲੈ ਕੇ ਬੈਠੇ ਰਹੇ ਆ ਤੇ ਬੈਠੇ ਰਹਿਣਾ। ਉਹ ਨਹੀਂ ਕਿਤੇ ਆਉਣਾ ਗੰਦ ਪਾਉਣ, ਪਰ ਜਦੋਂ ਤੁਹਾਡਾ ਬਹੁਤ ਬਹੁਤ ਤੁਸੀਂ ਸਮਾਂ ਦਿੱਤਾ, ਸਾਰੇ ਸਾਥੀਆਂ ਦਾ, ਸਾਰੀ ਟੀਮ ਦਾ, ਔਰ ਸਾਰੇ ਸਰੋਤਿਆਂ ਦਾ। ਬੋਲੋ, ਜੇ ਬੋਲ ਨਹੀਂ ਸਕਦੇ ਆ ਤਾਂ ਲਿਖ ਕੇ ਐਪਰੀਸ਼ੀਏਟ ਕਰੋ। ਬੋਲੋ, ਗੂੰਗੇ ਬੋਲਦੇ ਨਹੀਂ ਹੁੰਦੇ। ਜਿਹੜੇ ਮਿਸ਼ਨ ਦੇ ਵਿੱਚ ਕੰਮ ਕਰਦੇ ਆ, ਰਹਿਬਰ ਕਹਿੰਦੇ ਆ ਮੁਰਦੇ ਲੋਕ ਮਿਸ਼ਨ ਦੇ ਵਿੱਚ ਭਾਗ ਨਹੀਂ ਲੈਂਦੇ, ਤਾਂ ਜਿਹੜੇ ਜੀਂਦੇ ਆ ਮਿਸ਼ਨ ਨੂੰ ਰੁਕਣ ਨਹੀਂ ਦਿੰਦੇ। ਤੇ ਮਿਸ਼ਨ ਨੂੰ ਰੁਕਣ ਨਹੀਂ ਦੇਣਾ, ਇਹ ਗੂੰਗਿਆਂ ਨੇ ਨਾ ਬੋਲਣਾ ਨਾ ਲਿਖਣਾ ਆ ਫੇਸਬੁੱਕ ਤੇ। ਬਿਲਕੁਲ, ਥੈਂਕ ਯੂ ਵੈਰੀ ਮਚ। ਇਹ ਸਾਰੇ ਬੰਗੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰੇ ਸਰੋਤਿਆਂ ਨੂੰ ਹਾਂਜੀ, ਮੈਂ ਹੁਣ ਨਿਕਲਣਾ ਵੀ ਆ। ਜੈ ਭੀਮ, ਜੈ ਭਾਰਤ ਤੇ ਇਨਸਾਨੀਅਤ ਜਿੰਦਾਬਾਦ। ਸਾਰਿਆਂ ਨੂੰ ਜਿੰਦਾਬਾਦ ਜੀ। ਤੁਹਾਡਾ ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਹਾਂਜੀ ਬੰਗੜਾ ਸਾਹਿਬ, ਤੁਸੀਂ ਵੀ ਕਰ ਲਓ ਗੱਲ। ਮਨਜੀਤ ਭਾਜੀ ਤੁਸੀਂ ਨਾਲ ਹੀ ਆ। ਪਹਿਲਾਂ ਮਨਜੀਤ ਭਾਜੀ ਨਾਲ ਗੱਲ ਕਰੋ, ਉਹਨਾਂ ਨੇ ਸੁਣਾ ਵੀ ਹੈ, ਬਹੁਤ ਟਾਈਮ ਹੋ ਗਿਆ। ਹਾਂਜੀ ਬੰਗੜਾ ਸਾਹਿਬ। ਮਨਜੀਤ ਭਾਜੀ ਤੁਸੀਂ ਆਪਣੀ ਗੱਲ ਰੱਖੋ। ਮੈਂ ਤਾਂ ਭਾਜੀ ਗੱਲ ਇਹੀ ਰੱਖਣੀ ਸੀਗੀ ਕਿ ਜਿਹੜਾ ਇਹ ਜਾਤੀ ਪਾਤੀ ਦਾ ਸਿਸਟਮ ਹੈ, ਇਹਦੇ ਤੇ ਸਾਰਿਆਂ ਨੂੰ ਖੁੱਲ ਕੇ ਵਿਚਾਰ ਦੇਣੀ ਚਾਹੀਦੀ ਹੈ। ਕਿਉਂਕਿ ਮੈਂ ਕਈ ਵੀਡੀਓ ਦੇਖੀਆਂ ਸੀਗੀਆਂ, ਉਹਦੇ ਵਿੱਚ ਕਿਹਾ ਸੀਗਾ ਵੀ ਦੇਖੋ ਬਾਬਾ ਸਾਹਿਬ ਨੂੰ ਚਮਾਰ ਜਾਤੀ ਨੇ ਅਪਣਾਇਆ, ਜਾਂ ਬਾਬਾ ਸਾਹਿਬ ਮਤਲਬ ਉਹਦੀ ਫਾਲੋ ਕਰਦੇ ਹੈਗੇ ਆ। ਮੈਂ ਸਮਝਦਾ ਹੈਗਾ ਵੀ ਉਹਨਾਂ ਨੂੰ ਜਾਤੀ ਦੇ ਵਿੱਚੋਂ ਨਿਕਲ ਕੇ ਉਹਨਾਂ ਮਹਾਂਪੁਰਖਾਂ ਦਾ ਫੈਲਾਓ ਕਰਨਾ ਚਾਹੀਦਾ ਸੀ, ਨਾ ਕਿ ਜਿਹੜੀ ਜਾਤੀ ਦੇ ਲੋਕ, ਮੰਨ ਲਓ ਵੀ ਚਮਾਰ ਜਾਤੀ ਦੇ ਲੋਕ ਜਿਹੜੇ ਉੱਠ ਕੇ ਚੰਗੀਆਂ ਬੁਲੰਦੀਆਂ ਹਾਸਲ ਕੀਤੀਆਂ, ਉਹਨਾਂ ਨੂੰ ਜਾਤੀ ਆਧਾਰਿਤ ਫੇਸਬੁੱਕਾਂ ਦੇ ਉੱਤੇ, ਵਟਸਐਪ ਦੇ ਉੱਤੇ ਉਹਨਾਂ ਨੂੰ ਜਿਹੜਾ ਹੈਗਾ ਐਪਰੀਸ਼ੀਏਟ ਕਰਦੇ ਆ। ਕਿਉਂਕਿ ਇਹ ਬਹੁਤ ਵੱਡੀ ਜਿਹੜੀ ਮੁੱਖ ਦੀ ਗੱਲ ਤਾਂ ਭਾਜੀ ਇਹ ਆ ਵੀ ਜਦੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਆਪ ਕਹਿੰਦੇ ਵੀ ਜਾਤ ਪਾਤ ਦਾ ਬੀਜ ਨਾਸ਼ ਕਰੋ, ਉਹ ਕਿੱਦਾਂ ਹੋਣਾ ਹਨਾ, ਜਾਂ ਅਸੀਂ ਬੀਜ ਬੀਜਣਾ ਆ ਜਾਤ ਪਾਤ। ਹਾਂਜੀ, ਬਸ ਇੰਨੀ ਕੁ ਲੋੜ ਆ। ਬੰਗੜ ਸਾਹਿਬ ਇਜਾਜ਼ਤ ਲੈਣੇ ਆ, ਤੇ ਇਹਨਾਂ ਕੋਲੋਂ ਵੀ ਇਜਾਜ਼ਤ ਲੈਣੇ। ਮਲ ਸਾਹਿਬ ਨੇ ਜਾਣਾ ਆ, ਕਿਉਂਕਿ ਅੱਜ ਨਾਲ ਪਹਿਲੀ ਵਾਰੀ ਆਏ ਆ, ਕਿਤੇ ਏਦਾਂ ਨਾ ਹੋਵੇ ਅਗਲੀ ਵਾਰੀ ਇਹ ਕਹਿਣਾ ਵੀ ਮੈਂ ਆਉਣਾ ਨਹੀਂ। ਮਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜਨਾਬ, ਥੈਂਕ ਯੂ ਬੰਗੜ ਸਾਹਿਬ। ਅਗਲੀ ਵਾਰੀ ਤੁਹਾਡੇ ਨਾਲ ਸੰਡੇ ਨੂੰ ਗੱਲ ਕਰਾਂਗੇ ਆਪਾਂ, ਗੱਲ ਆਪਣੀ ਜਾਰੀ ਰਹਿਣੀ ਹੈ, ਇੱਕ ਗੱਲ ਮੁੱਕਣੀ ਨਹੀਂ, ਇੱਥੋਂ ਹੀ ਸ਼ੁਰੂ ਕਰਾਂਗੇ, ਛੱਡੀਏ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਜੈ ਭੀਮ, ਜੈ ਭੀਮ ਜੀ। ਮਨਜੀਤ ਭਾਜੀ ਤੁਹਾਡੇ ਕੋਲੋਂ ਵੀ ਇਜਾਜ਼ਤ ਲੈ ਲਈਏ। ਹਾਂਜੀ ਭਾਜੀ, ਬਿਲਕੁਲ ਬਿਲਕੁਲ, ਕਿਉਂਕਿ ਟਾਈਮ ਕਾਫੀ ਹੋ ਚੁੱਕਾ। ਥੈਂਕ ਯੂ ਵੈਰੀ ਮਚ। ਆਪਾਂ ਇੱਕ ਕਾਲ ਲੈਣੀ ਆ ਬਾਅਦ ਵਿੱਚ। ਥੈਂਕ ਯੂ। ਹਾਂਜੀ, ਅਸੀਂ ਵੀ ਆਪਾਂ ਕਰਕੇ ਜਲਦੀ ਵੀ ਕਦੇ ਆਪਣਾ ਕੰਮ ਦੇ ਦੇ ਰਹੇ ਹਾਂ ਹਜੇ। ਹਾਂ ਬਿਲਕੁਲ। ਹਾਂਜੀ,
ਚਲਦੀ ਵੀਕ ਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਆ ਅਮਰ ਸਾਹਿਬ, ਆਪਾਂ ਨੂੰ ਅਮਰਨਾਥ ਮਹੇ ਅੱਛਾ ਜੀ, ਇਟਲੀ ਤੋਂ, ਚਲੋ ਉਹਨਾਂ ਦੀ ਵੀ ਸੁਣ ਲੈਂਦੇ। ਹਾਂਜੀ ਉਹ ਤਾਂ ਸਾਡੀ ਟੀਮ, ਹਾਂਜੀ ਹਾਂਜੀ, ਨਹੀਂ ਨਹੀਂ, ਜਿੱਦਾਂ ਉਹਨਾਂ ਦਾ ਪਤਾ ਜਿਹੜੀਆਂ ਸਾਨੂੰ ਮਾਣ, ਹਾਂਜੀ ਹਾਂਜੀ, ਮਾਣ ਆ ਇਹਨਾਂ ਦੇ ਉੱਤੇ ਵੀ ਮਾਣ ਇਸ ਕਰਕੇ ਆ ਹਾਂਜੀ ਕਿ ਇਹ ਘੱਟੋ ਘੱਟ ਜਿਹੜਾ ਗੁਰੂਆਂ ਦਾ ਫਲਸਫਾ ਜੀ, ਸਿਧਾਂਤ ਜੀ। ਵਾ ਜਾਂ ਸੰਕਲਪ ਵਾ, ਹਾਂਜੀ ਵੀ ਉਹਦੀ ਗੱਲ ਕਰਦੇ ਆ। ਕੱਲੀ ਸਮਝ ਹਾਂਜੀ, ਕਰਨੀ ਨਹੀਂ ਚਾਹੀਦੀ ਵੀ ਆ। ਇੱਕ ਤਾਂ ਇਕੱਲੇ ਕਰਦੇ ਹੁੰਦੇ ਨਾ, ਹਾਂਜੀ। ਉਹਨਾਂ ਕੋਲ ਕੁਛ ਉਹਨਾਂ ਕੋਲ ਰਟੀਆਂ ਪਹਿਲਾਂ ਹਾਂ ਨਹੀਂ, ਪਹਿਲਾਂ ਆਪਾਂ ਸਿੱਖਣਾ ਪੈਂਦਾ ਆ, ਫਿਰ ਉਹਨਾਂ ਨੂੰ ਅਪਣਾਉਣਾ ਪੈਂਦਾ ਆ, ਹਨਾ। ਜਦੋਂ ਆਪਾਂ ਫਿਰ ਉਹੀ ਸਹੀ ਆਪਣੇ ਤੇ ਲਾਗੂ ਹੋ ਜਾਂਦਾ ਹੈ, ਜਿੰਨਾ ਚਿਰ ਆਪਾਂ ਅਪਣਾਉਂਦੇ ਨਹੀਂ। ਹਾਂਜੀ ਮਹੇ ਸਾਹਿਬ। ਹਾਂਜੀ, ਜੈ ਭੀਮ, ਇਨਸਾਨੀਅਤ ਜਿੰਦਾਬਾਦ ਜੀ। ਚਲੀ ਸਾਹਿਬ, ਮਲ ਸਾਹਿਬ, ਇਨਸਾਨੀ ਜਿੰਦਾਬਾਦ ਜੀ। ਆਪਣੇ ਵੀਰ ਜੀ ਤੁਸੀਂ ਸੁਣਾਓ। ਬਹੁਤ ਵਧੀਆ ਵਿਚਾਰ ਚਰਚਾ ਹੋ ਰਹੀ ਹੈ। ਇਹ ਮਨਜੀਤ ਭਾਜੀ ਚਲੇ ਗਏ ਜੀ? ਹੈਗੇ ਆ ਜੀ ਭੇਜ ਦਿੱਤਾ ਉਹਨਾਂ ਨੂੰ, ਹੈਗਾ, ਰੈਸਟ ਕਰੋ ਹੁਣ ਤੁਸੀਂ। ਦੇਖੋ ਇੰਡੀਆ ਦੇ ਵਿੱਚ ਸਾਡੇ ਲਈ ਉਹਨਾਂ ਦਾ ਫਿਰ ਉਹ ਸਮਾਂ ਵੀ ਇੰਡੀਆ ਜ਼ਿਆਦਾ ਹੋ ਜਾਂਦਾ। ਬੜੀ ਮਿਹਰਬਾਨੀ ਆ ਜੀ ਉਹਨਾਂ ਦੀ ਵੀ, ਸਲੂਟ ਆ ਉਹਨਾਂ ਨੂੰ ਇਸ ਸਮੇਂ ਤੱਕ ਜਾਗ ਰਿਹਾ, ਸਾਥ ਦੇ ਰਿਹਾ, ਬਹੁਤ ਵੱਡੀ ਗੱਲ ਹੈ ਜੀ। ਇਹ ਪ੍ਰੋਗਰਾਮ ਮੈਂ ਸੁਣਿਆ ਸਾਰਾ, ਬਹੁਤ ਵਧੀਆ ਵਿਚਾਰ ਚਰਚਾ ਹੋਈ ਆ। ਸਾਹਿਬ ਇੱਕ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦੇਣਾ ਚਾਹੁੰਦਾ, ਮੈਂ ਬਹਾਦਰ ਬੰਗੜ ਭਾਜੀ ਉਹਨਾਂ ਦੇ ਵਿਚਾਰ ਸੁਣਦਾ ਸੀ। ਉਹਨਾਂ ਨੇ ਗੱਲ ਕੀਤੀ ਸੀ ਵੀ ਕੁਦਰਤੀ ਨਿਯਮ ਜਿਹੜਾ ਆ ਵੀ ਪਾਣੀ ਜਿਹੜਾ ਅਕਸਰ ਉੱਪਰੋਂ ਥੱਲੇ ਨੂੰ ਹੀ ਆਉਂਦਾ, ਇਸ ਗੱਲ ਤੋਂ ਮੁੱਕਰਿਆ ਨਹੀਂ ਜਾ ਸਕਦਾ। ਔਰ ਇਸ ਗੱਲ ਤੋਂ ਵੀ ਮੁੱਕਰਿਆ ਨਹੀਂ ਜਾ ਸਕਦਾ ਵੀ ਭਾਰਤ ਦੇ ਅੰਦਰ ਜਾਤੀ ਨੂੰ ਲੈ ਕੇ ਵਿਤਕਰਾ ਨਹੀਂ ਹੁੰਦਾ। ਬਿਲਕੁਲ ਇਸ ਗੱਲ ਨੂੰ ਨਕਾਰਿਆ, ਸਿਰੇ ਤੋਂ ਨਕਾਰ ਨਹੀਂ ਸਕਦੇ ਇਸ ਗੱਲ ਨੂੰ ਆਪਾਂ। ਸਭ ਤੋਂ ਵੱਧ ਹੁੰਦਾ, ਇਹ ਕਹਿ ਸਕਦੇ, ਸਭ ਤੋਂ ਵੱਧ ਹੁੰਦਾ ਕਹਿ ਸਕਦੇ ਜੀ। ਪਰ ਜਿੱਥੇ ਨਹੀਂ ਹੁੰਦਾ ਉੱਥੇ ਜਿਨ੍ਹਾਂ ਦੇ ਨਾਲ ਇਹ ਵਿਤਕਰਾ ਹੁੰਦਾ ਆ, ਸਦੀਆਂ ਤੋਂ ਹੁੰਦਾ ਆਇਆ, ਜਿੱਥੇ ਉਹਨਾਂ ਦੇ ਨਾਲ ਇਹ ਵਿਤਕਰਾ ਨਹੀਂ ਹੁੰਦਾ, ਉਹਨਾਂ ਨੂੰ ਵੀ ਇਹ ਜਿਹੜਾ ਵਿਤਕਰਾ, ਜਿਹੜਾ ਇਹ ਜਾਤ ਬਾਤ ਆ ਜਿਹੜੀ ਪ੍ਰਮੋਟ ਜਾਣ ਬੁੱਝ ਕੇ ਨਹੀਂ ਕਰਨੀ ਚਾਹੀਦੀ। ਜਿੱਥੇ ਨਹੀਂ ਵਿਤਕਰਾ ਉਹਨਾਂ ਦੇ ਨਾਲ ਹੁੰਦਾ, ਉੱਥੇ ਉਹਨਾਂ ਨੂੰ ਆਪਣਾ ਟੈਲੈਂਟ ਦਿਖਾ ਕੇ ਅੱਗੇ ਵਧਣਾ ਚਾਹੀਦਾ। ਤੇ ਉਹ ਜਾਤ ਨੂੰ ਫੜ ਕੇ ਬੈਠੇ ਰਹਿਣ। ਉਹ ਵੀ ਜਿੱਥੇ ਵਿਤਕਰਾ ਹੁੰਦਾ, ਉਹ ਮੰਨਦੇ ਆ ਵੀ ਉੱਥੇ ਬਹੁਤ ਵਿਤਕਰਾ ਜਿਸ ਜਗ੍ਹਾ ਤੇ ਹੁੰਦਾ, ਪਰ ਜਿੱਥੇ ਨਹੀਂ ਹੁੰਦਾ ਉੱਥੇ ਜਾਣਬੁੱਝ ਕੇ ਅਸੀਂ ਖੁਦ ਕਰਦੇ ਆ ਵਿਤਕਰਾ ਆਪਣੇ ਆਪ ਨਾਲ। ਉੱਥੋਂ ਪਾਣੀ ਜਣੀ ਹੋਰ ਥੱਲੇ ਨੂੰ ਸਿੱਟਦੇ ਆ, ਜੇ ਵੀ ਥੱਲੇ ਨੂੰ ਵੀ ਜਿੱਦਾਂ ਰੋਕਦੇ ਨਹੀਂ ਪਾਣੀ ਨੂੰ। ਭਾਜੀ ਮਹੇ ਸਾਹਿਬ ਇੱਕ ਗੱਲ ਹੋਰ ਵੀ ਆ ਨਾ, ਹੁਣ ਜਦੋਂ ਪਾਣੀ ਦੀ ਬਹਾਦਰ ਉਹਨਾਂ ਨੇ ਆਪਾਂ ਸਮਝਦੇ ਆਪਾਂ ਵੀ ਸਾਨੂੰ ਪਤਾ ਵੀ ਉਹਨਾਂ ਲੋਕਾਂ ਨੂੰ ਵੀ ਥੱਲੇ ਆਉਣਾ ਪੈਣਾ, ਪਰ ਗੱਲ ਇਹ ਆ ਵੀ ਜਦੋਂ ਪਾਣੀ, ਜਦੋਂ ਦੇਖਿਆ ਨਾ, ਜਦੋਂ ਪਾਣੀ ਸਤਰ ਥੱਲੇ ਨੂੰ ਉਤਰ ਜਾਂਦਾ, ਪਾਣੀ ਦਾ ਸਤਰ ਥੱਲੇੋਂ ਧਰਤੀ ਚੋਂ ਕਿੱਦਾਂ ਪਾਣੀ ਉੱਪਰ ਨੂੰ ਕੱਢਦੇ ਆ, ਤੇ ਉੱਪਰੋਂ ਪਾਉਣਾ ਪੈਂਦਾ। ਹੋਰ ਨਹੀਂ ਪਾਉਣਾ ਪੈਂਦਾ, ਪੰਪ ਲਾਉਣੇ ਨਾ ਆਪਾਂ, ਮੋਟਰ ਲਾਉਣੇ ਆ ਨਾ, ਨਲਕਾ ਬੋਰ ਕਰਦੇ, ਬੋਰ ਹੋਰ ਡੂੰਘਾ ਕਰਦੇ ਆ, ਪਾਣੀ ਪਾਵਾਂਗੇ ਤਾਂ ਪਾਣੀ ਨਿਕਲੂਗਾ। ਪਾਣੀ ਨਾ ਇਦਾਂ ਨਹੀਂ ਵੀ ਉੱਪਰੋਂ ਜਿਹੜਾ ਨਲਕੇ ਦਾ ਪਾਣੀ ਉਹ ਥੱਲਿਓਂ ਉੱਪਰੋਂ ਥੱਲੇ ਨੂੰ ਨਹੀਂ ਆਉਂਦਾ ਹੈਗਾ, ਉਹ ਥੱਲਿਓਂ ਉੱਪਰ ਨੂੰ ਮਨੁੱਖ ਨੇ ਕੱਢਿਆ। ਜੀ ਜੀ ਜੀ, ਕੱਢਣਾ ਪੈਣਾ ਸਾਨੂੰ ਵੀ, ਮਤਲਬ ਉਹ ਮਨੁੱਖ ਨੇ ਇਹ ਆਜ਼ਾਦ ਕੀਤਾ ਵੀ ਮੇਰੇ ਕੋਲ ਇਦਾਂ ਥੋੜੀ ਪਹਾੜਾਂ ਦੇ, ਜਿਵੇਂ ਅਸੀਂ ਰਹਿੰਦੇ ਮੈਦਾਨੀ ਇਲਾਕੇ ਚੋਂ, ਪਹਾੜਾਂ ਦੀ ਵੇਟ ਕਰੀਏ ਵੀ ਕਦੋਂ ਮੀਂਹ ਆਊਗਾ ਤਾਂ ਉੱਪਰੋਂ ਪਾਣੀ ਆਊਗਾ ਤਾਂ ਮੈਂ ਪੀਊਂਗਾ, ਇਹ ਨਹੀਂ ਹੋ ਸਕਦਾ। ਉਹਦੇ ਲਈ ਤੁਹਾਨੂੰ ਨਲਕੇ ਵਾਂਗੂ ਜਿੱਦਾਂ ਵੀ ਬੋਰ ਕਰਨਾ ਪੈਣਾ, ਪਾਣੀ ਥੱਲੇ ਉਤਰ ਜਾਵੇ, ਹੋਰ ਡੂੰਘਾ ਬੋਰ ਕਰਦੇ ਆਪਾਂ ਥੱਲੇ, ਤੇ ਜਿੱਥੇ ਤੱਕ ਸਾਡਾ ਬਾਹ ਚੱਲਦਾ, ਜਾਣੀ ਕਹਿਣ ਦਾ ਮਤਲਬ ਅਸੀਂ ਉਸ ਆਪਣੇ ਮਹੇ ਸਾਹਿਬ ਉਹ ਕੋਸ਼ਿਸ਼ ਕਰਦੇ ਹਾਂ ਜੀ। ਹਾਂਜੀ ਬਿਲਕੁਲ ਜੀ, ਬਿਲਕੁਲ। ਜਿੱਥੇ ਸਾਡਾ ਜਾਣੀ ਕਿ ਬਾਹ ਚੱਲਦਾ ਸਾਨੂੰ ਲਾਉਣਾ ਚਾਹੀਦਾ। ਮੈਂ ਦੇਖ ਰਿਹਾ ਸੀਗਾ ਜਿਹੜੀ ਅੱਜ ਤੁਸੀਂ ਸਟਾਰਟਿੰਗ ਦੀ ਗੱਲ ਕੀਤੀ ਆ, ਹਾਲਾਂਕਿ ਉਸ ਗੱਲ ਦੇ ਉੱਤੇ ਬਹੁਤ ਵਧੀਆ ਗੱਲ ਮਨਜੀਤ ਭਾਜੀ ਕਰ ਗਿਆ, ਜਾਤ ਨੂੰ ਲੈ ਕੇ ਜਾਂ ਕਲੀਅਰ ਕੰਠ ਨੂੰ ਲੈ ਕੇ ਜਾਂ ਸਿੰਗਰਾਂ ਦੇ ਗੀਤ ਗਾਉਣ ਨੂੰ ਲੈ ਕੇ ਸਾਰੀ ਵਿਚਾਰ ਚਰਚਾ ਹੋਈ ਆ। ਅਸੀਂ ਜਾਣ ਬੁੱਝ ਕੇ ਇਹਨਾਂ ਚੀਜ਼ਾਂ ਨੂੰ ਲਪੇਟ ਕੇ ਆਪਣੇ ਵੱਲ ਨੂੰ ਲੈ ਕੇ ਆਉਣਾ ਚਾਹੁੰਦੇ ਆ। ਅਸੀਂ ਨਹੀਂ ਚਾਹੁੰਦੇ ਵੀ ਸਮਾਜ ਦਾ ਫੈਲਾਅ ਹੋਵੇ, ਇਹ ਟੈਲੈਂਟ ਜਿਹੜਾ ਆ ਦੁਨੀਆ ਦੇਖੇ। ਅਸੀਂ ਚਾਹੁੰਦੇ ਆ ਵੀ ਇਹ ਟੈਲੈਂਟ ਸਾਡੇ ਘਰੇ ਹੀ ਰਹਿ ਜਾਵੇ, ਸਾਡੇ ਦਾਇਰੇ ਦੇ ਵਿੱਚ ਹੀ ਰਹਿ ਜਾਵੇ। ਮੈਂ ਇੱਕ ਫੇਸਬੁੱਕ ਦੇ ਉੱਤੇ ਇੱਕ ਖਬਰ ਦੇਖਦਾ ਸੀ, ਸਨੀ ਬਠਿੰਡੇ ਵਾਲੇ ਮੁੰਡੇ ਦੀ। ਸਨੀ ਹਿੰਦੁਸਤਾਨੀ ਦੇ ਨਾਂ ਨਾਲ ਫੇਮਸ ਆ ਭਾਰਤ ਵਿੱਚ ਅੱਜ ਦੀ ਡੇਟ ਵਿੱਚ। ਉਹਨੇ ਆਈਡੀਅਲ ਕੁਝ ਇੰਡੀਆ ਮਿਊਜ਼ਿਕ ਸਿਸਟਮ ਦਾ ਕੁਝ ਹੈਗਾ, ਮੈਨੂੰ ਉਹਦੀ ਕੋਈ ਜ਼ਿਆਦਾ ਨੌਲੇਜ ਨਹੀਂ, ਪਰ ਉਹਨੇ ਕੁਝ ਜਿੱਤਿਆ ਹੁਣ ਕੁਝ ਸਮਾਂ ਪਹਿਲਾਂ। ਤੇ ਮੈਂ ਫੇਸਬੁੱਕ ਦੇ ਉੱਤੇ ਦੇਖਦਾ ਸੀਗਾ ਵੀ ਸਾਥੀਆਂ ਨੇ ਪੋਸਟਾਂ ਪਾਈਆਂ ਸੀ ਏਦਾਂ ਵੀ ਇਹ ਸਨੀ ਹਿੰਦੁਸਤਾਨੀ ਆ, ਇਹ ਸਨੀ ਭਾਰਤੀ ਹੋਣਾ ਚਾਹੀਦਾ। ਤੁਹਾਡਾ ਨਾਮ ਬਲਦੇਵ ਝੱਲੀ ਆ, ਮੈਂ ਤੁਹਾਡਾ ਨਾਮ ਬਲਦੇਵ ਟੱਲੀ ਕਹੀ ਜਾਵਾਂ, ਚੰਗਾ ਲੱਗੂ? ਅਗਲੇ ਦਾ ਨਾਂ ਯਾਰ ਉਹ ਭਾਰਤੀ ਲਿਖਾਉਂਦਾ, ਉਹ ਹਿੰਦੁਸਤਾਨੀ ਲਿਖਾਉਂਦਾ, ਉਹ ਪਾਕਿਸਤਾਨੀ ਲਿਖਾਉਂਦਾ, ਉਹਦੇ ਤੁਹਾਨੂੰ ਕਿਹਨੇ ਹੱਕ ਦੇਤਾ ਕਿਸੇ ਦਾ ਨਾਂ ਚੇਂਜ ਕਰਨ ਨੂੰ ਵੀ ਆਪਣੀ ਮਰਜ਼ੀ ਦੇ ਨਾਲ ਹੀ? ਇਹ ਉਹਦਾ ਨਾਂ ਸਨੀ ਭਾਰਤੀ ਹਿੰਦੁਸਤਾਨੀ ਨਹੀਂ ਹੋ ਸਕਦਾ।
ਅੱਜ ਸਨੀ ਦਾ ਜਿਹੜਾ ਟੈਲੈਂਟ, ਸਨੀ ਨੇ ਆਪਣਾ ਦੁਨੀਆ ਦੇ ਵਿੱਚ ਟੈਲੈਂਟ ਦਿਖਾਇਆ, ਭਾਰਤ ਦੇ ਲੋਕਾਂ ਦੇ ਵਿੱਚ ਜਦੋਂ ਆਪਣਾ ਟੈਲੈਂਟ ਦਿਖਾਇਆ, ਉਹ ਫਰੰਟ ਤੇ ਆਇਆ, ਤੁਹਾਨੂੰ ਉਹ ਚੇਤਾ ਵੀ ਆ ਗਿਆ ਸਾਡੀ ਜਾਤ ਬਰਾਦਰੀ ਦਾ ਆ। ਜਿੱਦਣ ਉਹ ਬੰਦਾ ਭੁੱਖਾ ਮਾਰਦਾ ਹੋਊਗਾ ਜਾਂ ਬੂਟ ਪਾਲਸ਼ਾਂ ਕਰਦਾ ਹੋਊਗਾ, ਰੋਡ ਤੇ ਫਿਰਦਾ, ਉਦੋਂ ਨਹੀਂ ਯਾਦ ਆਇਆ ਕਿਸੇ ਨੂੰ? ਉਦਣ ਦਾ ਮਤਲਬ ਕੋਲ ਦੀ ਪਰੀ ਨੂੰ ਮੂੰਹ ਕਰਕੇ ਲੰਘਦੇ ਹੋਣੇ ਆ, ਹੈਨਾ? ਤੇ ਉਦਾਂ ਦੇ ਕਿੰਨੇ ਹੋਰ ਸਨੀ ਫਿਰਦੇ ਸਮਾਜ ਦੇ ਜਿਹੜੇ ਏਦਾਂ ਲਤਾੜੇ ਆ, ਜਿਨ੍ਹਾਂ ਦੀ ਜਿਨ੍ਹਾਂ ਦੀ ਹਾਲਤ ਏਦਾਂ ਸਨੀ ਵਾਂਗ ਹੋਈ ਆ, ਉਹਨਾਂ ਨੂੰ ਹੁਣ ਫੜ ਲਿਆ। ਹੁਣ ਵੀ ਇਹ ਸਨੀ ਜਿਹੜਾ ਕਾਮਯਾਬ ਹੋ ਗਿਆ, ਬਾਕੀ ਦਾ ਸਮਾਜ ਵੀ ਕਾਮਯਾਬ ਹੋ ਸਕਦਾ, ਬਾਕੀ ਦੇ ਸਮਾਜ ਦੀ ਬਾਂਹ ਫੜ ਲਈ ਉਹਨਾਂ ਠੇਕੇਦਾਰਾਂ ਨੇ। ਬਿਲਕੁਲ ਜਾਣ ਬੁੱਝ ਕੇ ਆਸ਼ਾ ਬਣਾਉਣਾ ਜਿਹੜਾ ਹੈ ਬੰਦ ਹੋਣਾ ਚਾਹੀਦਾ। ਠੀਕ ਹੈ, ਜਾਤ ਠੀਕ ਹੈ, ਅਸੀਂ ਮੰਨਦੇ ਹਾਂ ਵੀ ਅਸੀਂ ਇਸ ਗੱਲ ਤੋਂ, ਜੇ ਹੁਣ ਕੋਈ ਕਵੇ ਵੀ ਅਸੀਂ ਜਾਤ ਜਿਹੜੀ ਅਸੀਂ ਉਹਨੂੰ ਛੱਡਦੇ ਹਾਂ, ਦੂਜਾ ਬੰਦਾ ਛੱਡਣਾ ਨਹੀਂ ਚਾਹੁੰਦਾ, ਵੀ ਅਸੀਂ ਬਾਰ-ਬਾਰ ਗੱਲ ਕਰਦੇ ਜਾਤ ਦੀ, ਦੂਜਾ ਛੱਡਣਾ ਨਹੀਂ ਚਾਹੁੰਦਾ, ਅਗਰ ਅਸੀਂ ਨਹੀਂ ਛੱਡਣੀ ਚਾਹੁੰਦੇ, ਪਹਿਲੀ ਗੱਲ ਤਾਂ ਇਹ ਸਾਨੂੰ ਮਾਣ ਹੀ ਹੋ ਗਿਆ ਨੀਵੇਂ ਹੋਣ ਤੇ ਜੀ। ਅਸੀਂ ਰਹਿਣਾ ਹੀ ਚਾਹੁੰਦੇ ਇਸ ਗੱਲ ਵਿੱਚ। ਮੇਰਾ ਖਿਆਲ ਇਹਨਾਂ ਨੇ ਗਾਣਾ ਜ਼ਿਆਦਾ ਸੁਣ ਲਿਆ, ਬਾਲ ਨੀਵੀਆਂ ਰੁੱਖਾਂ ਨੂੰ ਲੱਗ ਤੇ ਇਹ ਗਾਣਾ ਜ਼ਿਆਦਾ ਸੁਣ ਲਿਆ ਲੱਗਦਾ ਹੈ, ਫਲ ਨੀਵੇਂ ਰੁੱਖਾਂ ਨੂੰ ਲੱਗਦੇ। ਅਸਲ ਵਿੱਚ ਨਾ ਇਹ ਸਭ ਜਿਹੜੀਆਂ ਕਹਾਵਤਾਂ ਬਣਾਈਆਂ, ਲੋਕ ਉਹਨਾਂ ਨੂੰ ਲਕੀਰ ਦੇ ਫਕੀਰ ਮੰਨੀ ਜਾਂਦੇ। ਉਹ ਫਲ ਤਾਂ ਖਜੂਰ ਨੂੰ ਵੀ ਲੱਗਦਾ ਐਡੀ ਉੱਚੀ, ਖਜੂਰ ਕਿੰਨਾ ਆਨੰਦ ਦਿੰਦੀ, ਉਹਦਾ ਆਪਣਾ ਟੇਸਟ, ਖਜੂਰਾਂ ਮਿੱਠੀਆਂ ਹੁੰਦੀਆਂ, ਹਾਂਜੀ, ਉਹਦੇ ਆਪਣੇ ਫਾਇਦੇ ਆ। ਰਹਿਣਾ ਚਾਹੁੰਦੇ, ਜਾਣ ਬੁੱਝ ਕੇ ਉੱਥੇ ਰਹਿਣਾ ਚਾਹੁੰਦੇ। ਜਿਹੜੇ ਲੋਕ ਨਿਕਲ ਗਏ ਆ ਉਹਨਾਂ ਨੂੰ ਆਜ਼ਾਦ ਹੋਣ ਦਿਓ ਇਸ ਗੱਲ ਦੇ ਵਿੱਚੋਂ। ਭਾਜੀ ਹੋ ਸਕਦਾ ਮੈਂ ਇੱਕ ਦਿਨ ਉਹ ਪੋਸਟ ਪੜ੍ਹਦਾ ਸੋਚਦਾ ਸੀ, ਸਾਥੀਆਂ ਨੇ ਪੋਸਟ ਲਿਖੀ ਸੀ ਤਾਂ ਮੈਂ ਪੜ੍ਹਦਾ ਸੀ, ਸਨੀ ਹਿੰਦੁਸਤਾਨੀ, ਅਸੀਂ ਉਹਨੂੰ ਚਮਾਰਾਂ ਦੇ ਵਿੱਚ ਲਪੇਟਣਾ ਚਾਹੁੰਦੇ, ਅਗਲੇ ਨੇ ਚਾਹੇ ਬੁੱਧ ਧਰਮ ਅਪਣਾਉਣਾ ਹੋਵੇ ਜਾਂ ਸਿੱਖੀ ਚ ਜਾਣਾ ਹੋਵੇ, ਤੁਸੀਂ ਕਾਹਦੇ ਇਹਨਾਂ ਨੂੰ ਤਾਂ ਏਦਾਂ ਚਾਅ ਉੱਠਿਆ ਨਾ, ਉਹ ਕਿਉਂਕਿ ਮੀਡੀਆ ਨੇ ਗੱਲ ਕਹਿਤੀ ਵੀ ਇਹ ਜੁੱਤੀਆਂ ਦਾ ਕੰਮ, ਜੁੱਤੀਆਂ ਕੱਢਦਾ ਸੀ, ਪਾਲਚ ਕਰਦਾ ਸੀਗਾ। ਬਸ ਇਹਨਾਂ ਨੂੰ ਹਰ ਪਾਲਚ ਕਰਦਾ ਬੰਦਾ ਏਦਾਂ ਲੱਗਦਾ ਵੀ ਬਸ ਆਪਾਂ ਫਿਰ ਰੰਬੀ ਮਾਰਤੀ ਉੱਪਰ, ਆਪਾਂ ਰੰਬੀ ਲੈ ਕੇ ਖੜੇ। ਨਹੀਂ ਉਹ ਤੁਸੀਂ ਹੀਮਾ ਦਾਸ ਦੀ ਗੱਲ ਕੀਤੀ, ਕਿੰਨੀ ਹਾਸੋਹੀਣੀ ਗੱਲ ਆ। ਹੀਮਾ ਦਾਸ ਦੀ ਗੱਲ ਕੀਤੀ, ਉਸ ਤੋਂ ਪਹਿਲਾਂ ਜਿਹੜੇ ਦੋ ਵਿਗਿਆਨੀ ਸੀਗੇ ਜਿਨ੍ਹਾਂ ਨੇ ਇਸਰੋ ਦਾ ਕਿੱਦਾਂ ਸੀਗਾ ਕਰਕੇ ਉਹਦੇ ਵਿੱਚ ਉਹ ਚੰਦਰਯਾਨ ਫਿਰ ਜਦੋਂ ਫੇਲ ਹੋ ਗਿਆ, ਫਿਰ ਕਿਸੇ ਪਤੰਦਰ ਨੇ ਨਹੀਂ ਕਿਹਾ ਸਾਡੀ ਲੱਖ ਦੀ ਲਾਹਨਤ ਸਾਡੇ ਕੋਲ। ਆਪਾਂ ਇਹ ਗੱਲ ਕਰ ਚੁੱਕੇ ਹਾਂ। ਸਾਡੇ ਸਾਇੰਸ ਜੇ ਕੋਈ ਗਲਤ ਕੰਮ ਹੁੰਦਾ ਹੈ ਜਾਂ ਕੋਈ ਨਾ ਕਾਮਯਾਬ ਹੋ ਜਾਵੇ, ਉਦੋਂ ਨਹੀਂ ਅਸੀਂ ਕਹਿੰਦੇ ਸਾਡਾ ਬੰਦਾ ਆ, ਤੇ ਟੀਸੀ ਵਾਲੇ ਬੇ ਨੂੰ ਅਸੀਂ ਜ਼ਰੂਰ ਕਹਿੰਦੇ ਆ ਕਿ ਸਾਡਾ ਆ। ਜਿੱਦਣ ਚੜ੍ਹਨਾ ਸੀ ਨਾ, ਮੈਂ ਨਾਂ ਲੈ ਦੇਣਾ। ਸੌਰੀ ਭਾਜੀ ਇੱਕ ਮਿੰਟ, ਨਿਰਭਇਆ ਕਾਂਡ ਵਿੱਚ ਫਾਂਸੀ ਹੋਣ ਲੱਗੀ, ਉਹਦੇ ਵਿੱਚ ਇੱਕ ਬੰਦਾ ਆਪਣਾ, ਉਹਦੇ ਬਾਰੇ ਕੀ ਖਿਆਲ ਆ ਤੁਹਾਡਾ? ਖਿਆਲ ਕੁਛ ਨਹੀਂ, ਬਸ ਉੱਥੇ ਵੀ ਕਹੋਗੇ, ਉੱਥੇ ਪਤਾ ਉੱਥੇ ਹੋਰ ਵੀ ਦਲੀਲਾਂ ਕੱਢਦੇ ਅਗਲੇ, ਲੈ ਜੀ ਉਹ ਸਿੰਗਰ ਨੂੰ ਕਾਹਤੇ ਨਹੀਂ ਦਿੱਤੀ ਫਾਂਸੀ, ਕੁਲਦੀਪ ਸਿੰਗਰ ਨੇ ਵੀ ਤਾਂ ਰੇਪ ਕੀਤਾ, ਇਦਾਂ ਕਹਿਣਾ ਜਾਣੀ ਬਹਾਨਾ, ਇਦਾਂ ਨਹੀਂ ਕਹਿਣਾ ਵੀ ਸਿੰਗਰ ਵੀ ਗਲਤ ਆ ਤੇ ਆ ਵੀ ਗਲਤ ਆ। ਜੀ ਜੀ ਜੀ, ਉਹਨੂੰ ਜਸਟੀਫਾਈ ਕਰਨ ਲਈ ਇਹ ਗਰੀਬ ਹੋਣ ਕਰਕੇ ਇਹਨੂੰ ਫਾਂਸੀ ਦਿੱਤੀ ਜਾ ਰਹੀ ਹੈ ਨਾ, ਇਹ ਛੋਟੀ ਜਾਤ ਦੇ ਆ। ਜਿਹਦਾ ਸਿੰਗਰ ਭਾਈ, ਸਿੰਗਰ ਨੂੰ ਵੀ ਫਾਂਸੀ ਹੋਣੀ ਚਾਹੀਦੀ, ਇਹਨਾਂ ਨੂੰ ਵੀ ਹੋਣੀ ਚਾਹੀਦੀ ਹੈ। ਕ੍ਰਾਈਮ ਆ, ਕਾਂਸਟੀਟਿਊਸ਼ਨ ਦੇ ਮੂਹਰੇ ਇਦਾਂ ਨਹੀਂ ਵੀ ਤੁਹਾਡੀ ਜਾਤ ਦਾ ਆ, ਛੋਟਾ ਆ, ਨੀਵਾਂ ਆ, ਉਹ ਕੋਈ ਨਹੀਂ। ਕ੍ਰਾਈਮ ਜਿਹੜਾ ਸਾਰੇ ਇੱਕੋ ਜਿਹੇ ਹੋਣੇ ਚਾਹੀਦੇ ਆ। ਇਹ ਸਭ ਮੈਨੂੰ ਗੱਲ ਚੇਤੇ ਆਈ ਸੀ, ਭਾਜੀ ਹੁਣੀ ਜਾਣਾ, ਸਾਡਾ ਪ੍ਰੋਗਰਾਮ ਜਿਹੜਾ ਸਮਾਪਤੀ ਵੱਲ ਹੀ ਆ, ਆਪਾਂ ਗੱਲ ਜੀ ਠੀਕ ਹੈ। ਮੈਂ ਕਿਹਾ ਜੀ ਮੈਂ ਤਾਂ ਇਹੀ ਗੱਲ ਕਰਨੀ ਚਾਹੁੰਦਾ ਸੀਗਾ, ਕਲੀਅਰ ਕੰਠ ਹੋਵੇ ਚਾਹੇ ਕੋਈ ਵੀ ਹੋਵੇ, ਮੈਨੂੰ ਕੋਈ ਵੀ ਜਾਤ, ਉਹਨੇ ਗੁਰਦਾਸ ਦੇ ਨਾਂ ਦਾ ਕੋਈ ਸ਼ਬਦ ਗਾ ਲਿਆ ਜਾਂ ਬਾਬਾ ਸਾਹਿਬ ਦੀ ਜਾਂ ਬਾਬਾ ਕਾਂਚੀ ਰਾਮ ਜੀ ਦੀ ਕੋਈ ਗੱਲ ਕਰ ਲਈ ਆ, ਉਹਨੂੰ ਮਤਲਬ ਇਹ ਨਹੀਂ ਵੀ ਉਹ ਸਾਡਾ ਜਾਤ ਦੇ ਵਿੱਚ ਰਹਿਣਾ ਚਾਹੀਦਾ। ਤੇ ਜੇ ਕੋਈ ਉਹ ਤੋਂ ਬਾਅਦ ਕੋਈ ਹੋਰ ਕੋਈ ਗਾਣਾ ਗਾਉਂਦਾ, ਉਹਦੀ ਤੁਸੀਂ ਏਦਾਂ ਮਿੱਟੀ ਪਲੀਤ ਕਰੋ ਫੇਸਬੁੱਕ ਦੇ ਉੱਤੇ ਜਾਂ WhatsApp ਤੇ, ਸਾਨੂੰ ਕੋਈ ਹੱਕ ਨਹੀਂ ਇਸ ਦਾ। ਕਿਸੇ ਵੀ ਕਲਾਕਾਰ ਤੋਂ ਇਲਾਵਾ ਵੀ ਜੇ ਹੁਣ ਜੇ ਕੋਈ ਕਾਂਚੀ ਰਾਮ ਦਾ ਨਾਮ ਏਦਾਂ ਲਵੇ ਤਾਂ ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ, ਮਾਣ ਹੋਣਾ ਚਾਹੀਦਾ। ਨਾਂ ਲੈਂਦਾ ਯਾਰ, ਹਾਂਜੀ, ਜਿੱਦਾਂ ਹੁਣ ਆਪਾਂ ਬਾਰਸੋਨਾ ਦੀ ਕੀਤੀ, ਉਹਨਾਂ ਨੇ ਗਾਣਾ ਗਾਇਆ, ਆਪਾਂ ਨੂੰ ਉਹਨੇ ਤਾਰੀਫ ਕਰਨੀ ਚਾਹੀਦੀ। ਇਦਾਂ ਥੋੜੀ ਵੀ ਹੁਣ ਬਾਰਸੋਨਾ ਨੂੰ ਕਹਿਣਾ ਇਹ ਚ ਮਾਰ ਬਿਓ। ਹਾਂਜੀ, ਹੁਣ ਕਹਿਣਗੇ ਵੀ ਕਮਲ ਹੀਰ ਆ, ਖਰੇ ਸਾਡੇ ਬੰਦੇ ਆ, ਕੱਲ ਨੂੰ ਕਹਿ ਕਮਲ ਹੀਰ ਸਾਡੇ ਆ ਜੀ। ਇਹਨਾਂ ਦਾ ਕੋਈ ਪਤਾ ਨਹੀਂ, ਇਹ ਉਹਨਾਂ ਨੂੰ ਸਰਟੀਫਿਕੇਟ ਦੇ ਵੀ ਆਣ ਜਾ ਕੇ। ਮਹੇਸ਼ ਸਾਹਿਬ ਤੁਹਾਨੂੰ ਮੈਂ ਦੱਸਦਾ ਵੀ ਗੁਰਨਾਮ ਸਿੰਘ ਮੁਕਤਸਰ ਨੇ ਅੱਜ ਦਿਨ ਚੰਦਰਯਾਨ ਚੜ੍ਹਨਾ ਸੀ 2, ਉਹਨੇ ਪੋਸਟ ਪਾਈ ਵੀ ਆਹ ਜਿਹੜਾ ਬੰਦਾ ਬੈਠਾ ਨਾ, ਵੀ ਇਹ ਬੰਦਾ ਸਾਡੀ ਜਾਤ ਦਾ, ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਜਿਹੜਾ ਕਹਿੰਦਾ, ਇਹ ਕਹਿੰਦਾ ਛੋਟੀ ਜਾਤ ਸਾਡੀ ਜਾਤ ਜਮਾਤ ਚੋਂ ਕਹਿੰਦਾ, ਇਹਨੇ ਪਹਿਲਾਂ ਚੰਦਰਯਾਨ 1 ਵੀ ਨਹੀਂ ਭੇਜਿਆ ਸੀਗਾ। ਜਿੱਦਣ ਮੁੜ ਕੇ ਆਇਆ
ਉਦੋਂ ਕੋਈ ਨਹੀਂ ਪਾਈ ਵੀ ਇਹਨਾਂ ਦੀ ਵਜ੍ਹਾ ਨਾਲ ਵੀ ਹੁਣ ਕੀ ਮੰਨਿਆ ਵੀ ਉਹਨਾਂ ਨੂੰ ਫਿਰ ਉਹਨਾਂ ਨੂੰ ਨਲਾਇਕ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਮਹੇਸ਼ ਸਾਹਿਬ ਇਹੀ ਗੱਲ ਹੋਇਆ ਨਾ ਵੀ ਉਹ ਬੰਦੇ ਨਲਾਇਕ ਸੀ ਜੰਟੂ ਨੂੰ ਨਹੀਂ ਚੜਾ ਸਕੇ ਨਹੀਂ ਭਾਈ ਭਰਾਵੋ ਮਨੁੱਖ ਨੂੰ ਦਿਮਾਗ ਜਿਹੜਾ ਇਦਾਂ ਨਹੀਂ ਵੀ ਇੱਕ ਜਾਤ ਨੂੰ ਹੋਰ ਦਿਮਾਗ ਦਿੱਤਾ ਦੂਸਰੇ ਨੂੰ ਹੋਰ ਦਿੱਤਾ ਰੱਬ ਨੇ ਇੱਕੋ ਜਿਹਾ ਸਾਰਾ ਕੁਝ ਦਿੱਤਾ ਤੁਹਾਡੇ ਅੰਗ ਪੈਰ ਹਰ ਚੀਜ਼ ਉਹੀ ਚੀਜ਼ ਬਣਾਈ ਆ ਕੋਈ ਫਰਕ ਨਹੀਂ ਸਿਰਫ ਸਾਨੂੰ ਸਮਝਣ ਦੀ ਜ਼ਰੂਰਤ ਹੈ। ਇੱਕ ਮੈਂ ਆਖਰੀ ਗੱਲ ਕਰਨੀ ਆ ਆਖਰੀ ਫਿਰ ਉਸ ਤੋਂ ਬਾਅਦ ਆਪਾਂ ਸਮਾਪਤੀ ਕਰ ਦੇਣੀ ਹੈ। ਦੇਖੋ ਤੁਸੀਂ ਕਦੀ ਮਾਲ ਸਾਹਿਬ ਤੁਸੀਂ ਵੀ ਨੋਟ ਕਰਿਓ ਤੁਸੀਂ ਕਦੀ ਵੀ ਏਦਾਂ ਦੇਖੋ ਵੀ ਕਲੀਅਰ ਕੰਠ ਜਾਂ ਸਨੀ ਹਿੰਦੁਸਤਾਨੀ ਨੇ ਆ ਕੇ ਇਹ ਗੱਲ ਕਹੀ ਹੋਵੇ ਜਾਂ ਹੋਰ ਕਿਸੇ ਮਿਸ ਪੂਜਾ ਜਿਹੜੀ ਆਪਣੇ ਰਵਿਦਾਸੀਆ ਭਾਈਚਾਰੇ ਨਾਲ ਸੰਬੰਧਿਤ ਆਪਣੀ ਭੈਣ ਆ ਉਹ ਕੁੜੀ ਨੇ ਕਦੀ ਇਹਨਾਂ ਨੇ ਆ ਕੇ ਕਦੀ ਕਿਹਾ ਹੋਵੇ ਜਾਂ ਵੀਡੀਓ ਵਾਇਰਲ ਕੀਤੀ ਹੋਵੇ ਵੀ ਉਹ ਇੰਡਸਟਰੀ ਦੇ ਵਿੱਚ ਉੱਚੀ ਜਾਤੀ ਦੇ ਲੋਕ ਸਾਡੇ ਨਾਲ ਵਿਤਕਰਾ ਕਰਦੇ ਆ ਜਾਂ ਸਾਡੇ ਨਾਲ ਭੇਦਭਾਵ ਕਰਦੇ ਆ ਏਦਾਂ ਦੇ ਕਦੀ ਸੁਣੀ ਤੁਸੀਂ ਨਾ ਇਹਨਾਂ ਲੋਕਾਂ ਦੀ ਕਦੀ ਗੱਲ? ਕਦੀ ਆਪਣੇ ਇੰਟਰਵਿਊ 'ਚ ਕਦੀ ਨਹੀਂ ਏਦਾਂ ਦੀ ਗੱਲਬਾਤ ਕੀਤੀ, ਕਦੀ ਕਿਹਾ ਨਹੀਂ ਕਿਸੇ ਨੇ। ਹੁੰਦਾ ਹੀ ਨਹੀਂ ਜਦੋਂ ਤੁਹਾਡੇ ਨਾਲ ਕਰੂਗਾ ਕੋਈ ਕਰਦਾ ਨਹੀਂ ਹੋਣਾ ਤਾਂ ਫਿਰ ਜਦ ਜਾਣਦਾ ਚਿੰਜੜੀ ਛੇੜਨੀ ਹੈ ਫਿਰ ਅਗਲੇ ਕਰਨਗੇ ਹੀ ਕਰਕੇ ਤਾਂ ਇੱਥੇ ਤੱਕ ਪਹੁੰਚ ਗਏ। ਬਿਲਕੁਲ ਇਸੇ ਕਰਕੇ ਜੇ ਤੁਸੀਂ ਛੇੜਨੀ ਹਟਣੀ ਨਹੀਂ ਕੋਈ ਬਹਿ ਕੇ ਭਈਆ ਤੇ ਜਾ ਕੇ ਫਸੀ ਰਹਿਣਾ ਤਾਂ ਅਗਲੇ ਵੀ ਤੁਹਾਡੇ ਨਾਲ ਕਰਨਗੇ ਫਿਰ। ਸਾਨੂੰ ਆਦਤ ਪਈ ਆ ਨਾ ਕਿ ਅਸੀਂ ਕਿਸੇ ਦੇ ਜਾਣ ਕੇ ਮਗਰ ਲੱਗਣ ਵਾਲੇ ਆ ਆਪਣਾ ਬ੍ਰੇਨ ਨਹੀਂ ਵਰਤਦੇ ਹੈਗੇ ਤੇ ਕਰਕੇ ਜਿੱਦਾਂ ਆਪਾਂ ਨੂੰ ਆਦਤ ਪਈ ਹੁੰਦੀ ਕਈਆਂ ਨੂੰ ਵੀ ਆਪਣਾ ਇੰਟਰਨੈਟ ਨਹੀਂ ਵਰਤਣਾ ਦੂਜੇ ਦਾ ਵਰਤ ਲੈਣਾ ਹਨਾ ਵੀ ਆਪਣੀ ਬੈਟਰੀ ਉੱਤੇ ਫੁੱਲ ਹੀ ਰੱਖਣੀ ਹਨਾ ਆਪ ਅਖਬਾਰ ਮੁੱਲ ਨਹੀਂ ਲੈਣੀ ਹਾਂਜੀ ਦੂਏ ਦੀ ਪੜ੍ਹ ਲੈਣੀ ਹਨਾ ਏਦਾਂ ਅਗਲਾ ਬੈਠਾ ਦੇਖਦਾ ਰਹਿੰਦਾ ਵੀ ਉੱਥੇ ਨਾ ਹਾਂਜੀ ਦੇ ਵਿੱਚ ਅਗਲੇ ਨੇ ਲੀਕ ਦੀ 2 ਰੁਪਏ ਦੇ ਕੇ ਅਖਬਾਰ ਲਈ ਹੁੰਦੀ ਅਗਲੇ ਨੂੰ ਆ ਦੇਈ ਯਾਰ ਹਾਂਜੀ ਟੈਲੀਫੋਨ ਹੱਥ 'ਚ ਹੁੰਦਾ ਉਹਨੂੰ ਪੁੱਛੀ ਜਾਣਾ ਅੱਜ ਕੀ ਹੋਇਆ ਮੌਸਮ ਕਿੱਦਾਂ ਦਾ ਆ ਹਨਾ ਹਾਂਜੀ ਪੱਕ ਗਈਆਂ ਨਾ ਹਾਂਜੀ ਗੁਲਾਮੀ ਇਦਾਂ ਥੋੜੀ ਵੀ ਜਿੱਦਾਂ ਗੁਲਾਮੀ ਵੀ ਇਦਾਂ ਪੱਕੀ ਹੈ ਗੁਲਾਮੀ ਕਰਕੇ ਕਹਿ ਕੇ ਉਹ ਕਹੀ ਜਾਂਦੇ ਮਨਜੀਤ ਭਾਜੀ ਨੇ ਬੜੀ ਪਤੇ ਦੀ ਗੱਲ ਕਹੀ ਆ ਉਹ ਅਸੀਂ ਕਹਿ ਕੇ ਹੀ ਮਤਲਬ ਉੱਥੇ ਸਾਡੀ ਸੋਚ ਟਿਕ ਗਈ ਸਾਨੂੰ ਤਾਂ ਲੱਗਦਾ ਵੀ ਨਹੀਂ 5000 ਸਾਲ ਦੀ ਇਹੀ ਮਹੇ ਆ ਜਿਹਨੇ ਕਿਹਾ ਸੀ ਗੁਲਾਮੀ 100 ਸਾਲ ਦਾ ਬਾਕੀ ਦਾ ਆਦਤ ਹਾਂਜੀ ਉਹ ਤਾਂ ਆਦਤ ਪੈ ਗਈ ਹੁਣ ਸਾਨੂੰ। ਹਾਂਜੀ ਬਿਲਕੁਲ ਮਹੇਸ਼ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੇ ਨਾਲ ਆ ਕੇ ਵਿਚਾਰ ਸਾਂਝ ਕੀਤੇ ਆ। ਸੰਡੇ ਨੂੰ ਮਿਲਦੇ ਆਪਾਂ ਮਹੇਸ਼ ਸਾਹਿਬ ਸਾਰਿਆਂ ਨੂੰ ਇਨਸਾਨੀਅਤ ਜਿੰਦਾਬਾਦ ਆ ਜੀ। ਮਾਤਾ ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦਿੱਤੀਆਂ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਵੈਰੀ ਮਚ। ਧੰਨਵਾਦ ਤੁਹਾਨੂੰ ਮਾਲ ਸਾਹਿਬ ਭਾਜੀ ਮਨਜੀਤ ਬਠਿੰਡੇ ਦਾ ਆਪਾਂ ਧੰਨਵਾਦ ਇਦਾਂ ਕਰ ਦਿੰਦੇ ਆ। ਭਾਜੀ ਦਾ ਸਾਨੂੰ ਰਵਿੰਦਰ ਕੁਮਾਰ ਮੈਨੂੰ ਪਤਾ ਤਾਂ ਨਹੀਂ ਭਾਜੀ ਕਿੱਥੋਂ ਬਟ ਉਹ ਕਹਿੰਦੇ ਸੀ ਵੀ ਮੈਂ ਲਾਈਵ ਵਿੱਚ ਗੱਲ ਕਰ ਸਕਦਾ। ਰਵਿੰਦਰ ਕੁਮਾਰ ਭਾਜੀ ਤੁਹਾਨੂੰ ਬੇਨਤੀ ਆ ਸੰਡੇ ਨੂੰ ਲਗਭਗ ਸੇਮ ਟਾਈਮ ਹੀ ਹੁੰਦਾ ਸਾਡਾ ਪ੍ਰੋਗਰਾਮ ਦਾ। ਅਸੀਂ ਤੁਹਾਨੂੰ ਜੇ ਤੁਸੀਂ ਸਾਨੂੰ ਨੰਬਰ ਭੇਜ ਦੋਗੇ ਤਾਂ ਅਸੀਂ ਤੁਹਾਨੂੰ ਨੰਬਰ ਆ ਸਕਰੀਨ 'ਤੇ ਚੱਲ ਵੀ ਰਹੇ ਸਕਰੋਲ ਹੋ ਰਿਹਾ ਨੰਬਰ ਅਤੇ ਤੁਸੀਂ ਇੱਥੇ ਮਿਸ ਕਾਲ ਮੈਨੂੰ ਦੇ ਦਿਓ। ਮੇਰੇ ਕੋਲ ਨੰਬਰ ਵੀ ਸੇਵ ਹੋਊਗਾ। ਆਪਾਂ ਨੈਕਸਟ ਟਾਈਮ ਤੁਹਾਡੀ ਗੱਲ ਸੁਣਾਂਗੇ ਕਿਉਂਕਿ ਸਾਡੇ ਵਿਸ਼ੇ ਕੋਈ ਇੱਦਾਂ ਨਹੀਂ ਹੁੰਦਾ ਵੀ ਅਸੀਂ ਇੱਥੇ ਕੋਈ ਰਾਜਨੀਤੀ ਦੀ ਗੱਲ ਕਰਦੇ ਨਹੀਂ ਆਪਣੇ ਹਨਾ ਵੀ ਉਹ ਇੱਧਰ ਆਮ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਵਾਪਰਦੀਆਂ ਉਹਨਾਂ ਗੱਲਾਂ ਨੂੰ ਆਪਾਂ ਸਾਡੀਆਂ ਕਿਉਂਕਿ ਉਹਨਾਂ ਨੂੰ ਸ਼ੇਅਰ ਕਰਨਾ ਜ਼ਰੂਰੀ ਹੈ। ਤੁਹਾਡੀ ਗੱਲ ਅਸੀਂ ਜ਼ਰੂਰ ਸੁਣਾਂਗੇ। ਤੁਸੀਂ ਸਾਡੇ ਨਾਲ ਇਤਫਾਕ ਰੱਖਦੇ ਆ ਜਾਂ ਨਹੀਂ ਰੱਖਦੇ ਨਹੀਂ ਰੱਖਦੇ ਤੁਹਾਡੀ ਇਹ ਗੱਲ ਵੱਖਰੀ ਹੈ। ਇਹ ਮੈਟਰ ਨਹੀਂ ਹੈਗਾ ਪਰ ਸਾਡੇ ਲਈ ਮੈਟਰ ਇਹ ਆ ਵੀ ਸਾਡੀ ਸਾਰਿਆਂ ਦੀ ਗੱਲ ਸੁਣਨੀ ਕਿਉਂਕਿ ਅਸੀਂ ਵੀ ਸਿੱਖਦੇ ਅਸੀਂ ਜੋ ਕੁਛ ਅਸੀਂ ਬੋਲਦੇ ਨਾ ਤੁਹਾਨੂੰ ਪਤਾ ਵੀ ਤੁਹਾਨੂੰ ਮੈਂ ਕਿਹਾ ਨਹੀਂ ਵੀ ਅਸੀਂ ਕੀ ਕਰਨਾ ਚਾਹੁੰਦੇ ਕੀ ਬੋਲਣਾ ਚਾਹੁੰਦੇ ਬਟ ਆਪਾਂ ਜੋ ਏਦਾਂ ਸਿੱਖਦੇ ਆ ਅਸੀਂ ਆਪਾਂ ਨੂੰ ਵੀ ਇਹਨਾਂ ਚੋਂ ਸਿੱਖਣ ਨੂੰ ਮਿਲਦਾ ਹੈ। ਆਪਾਂ ਕੋਈ ਵੱਡੇ ਦੂਜੇ ਤਾਂ ਨਹੀਂ ਹੈਗੇ ਵੀ ਆਪਾਂ ਇਹਨਾਂ ਨੂੰ ਦੱਸਣ ਹਾਂਜੀ ਆਮ ਲੋਕ ਸਾਡੇ ਆਮ ਲੋਕ ਜਿਹੜੇ ਕਰਦੇ ਉਹੀ ਗੱਲਾਂ ਉਹਨਾਂ ਨੂੰ ਅਸੀਂ ਰਿਪੀਟ ਕਰ ਰਹੇ ਉਹਨਾਂ ਦੇ ਵਿੱਚੋਂ ਗੱਲ ਕੱਢ ਰਹੇ ਹਾਂ। ਬਿਲਕੁਲ ਜੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ। ਸਾਰੇ ਹੀ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਜਿਨ੍ਹਾਂ ਨੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹੈਗੇ ਆ। ਧੰਨਵਾਦ ਆ ਜੀ। ਸੁਣਨ ਵਾਲਿਆਂ ਦਾ ਜ਼ਿਆਦਾ ਹੈ। ਹਾਂਜੀ ਉਹ ਸਾਡੀ ਹਰ ਗੱਲ ਨੂੰ ਚੰਗੀ ਮਾੜੀ ਨੂੰ ਨੋਟਿਸ ਕਰਦੇ ਹੁੰਦੇ ਆ ਔਰ ਉਹਨਾਂ ਨੂੰ ਪਤਾ ਸਾਡੀ ਗੱਲ ਤੇ ਹਰ ਤਿੱਖੀ ਨਜ਼ਰ ਰੱਖਦੇ ਆ। ਉਹ ਅਸੀਂ ਇਦਾਂ ਲਿਖਿਆ ਨਾ ਹਰ ਖਬਰ ਤੇ ਰੱਖੇ ਤਿੱਖੀ ਉਹ ਵੀ ਰੱਖਦੇ ਆ ਪਰ ਉਹ ਸਰੋਤੇ ਵੀ ਸਾਡੇ ਸਿਆਣੇ ਆ ਉਹ ਜ਼ਿਆਦਾ ਤਿੱਖੀ ਰੱਖਦੇ ਆ। ਤਾਂ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਜਿੰਨੇ ਵੀ ਸਾਥੀ ਜੁੜੇ ਆ ਜਾਂ ਜਿਨ੍ਹਾਂ ਦੇ ਮੈਂ ਨਾਮ ਨਹੀਂ ਲੈ ਸਕਿਆ ਸਾਰਿਆਂ ਦਾ ਧੰਨਵਾਦ ਆ। ਹਾਂਜੀ ਰਾਜਨ ਭਾਜੀ ਇਟਲੀ ਤੋਂ ਮੋਹਨ ਚੰਬਰ ਜੀ ਤੁਹਾਡਾ ਵੀ ਧੰਨਵਾਦ। ਸਾਰੇ ਸਾਥੀਆਂ ਦਾ ਧੰਨਵਾਦ ਆ ਜੀ। ਇੱਥੇ ਹੀ ਸਾਨੂੰ ਦਿਓ ਇਜਾਜ਼ਤ। ਭਾਜੀ ਨੇ ਵੀ ਆਪਣੇ ਟਿਕਾਣੇ ਤੇ ਪਹੁੰਚਣਾ ਤੇ ਅਸੀਂ ਵੀ ਆਪਣੇ ਕੰਮ ਧੰਦੇ ਲੱਗਣਾ ਜੀ ਤੇ ਲਈ। ਹਾਂਜੀ BBC ਪੰਜਾਬ ਸਾਰਿਆਂ ਵੀਰਾਂ ਨੂੰ ਪੰਜਾਬ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਸਾਰਿਆਂ ਨੂੰ ਇਨਸਾਨੀਅਤ ਜਿੰਦਾਬਾਦ। ਹਾਂਜੀ ਆਪਣਾ ਖਿਆਲ ਬਿਲਕੁਲ ਜੀ ਆਪਣਾ ਖਿਆਲ। ਧੰਨਵਾਦ ਜੀ।